ਵਾਹਿਗੁਰੂ ਜੀਓ। सूरा सो पहचानिया झोलर दीन के पुरजा पुरजा कट मर कबहू न छाड़ खेत आनंद गुण निदान गुरु गरीब निवाज जियो। बोलना जी सतनाम श्री सौ बार करा प्रणाम मैं अमर शहीदानू, सौ बार करा प्रणाम मैं अमर शहीदानू। जिंदड़ी देश कौम ते जिंदड़ी देश कौम ते धर्म लई जिंदबारी। लब्बी सजदी मंजिल सजदे अमन पुजारियां, लब्बी सजदी मंजिल सजदे अमन पुजारियां। तपदी तवी गुरां ने लाके चौकड़ ठारी। दिता भेद ने अपना शीश धर्म नहीं बार गए। दिता भेद ने अपना शीश धर्म नहीं बार गए। करनी होर किसे ना धर्म लई ए कारी। हज कुर्बानी छोटे बड़े कोरा ने दिती। हज कुर्बानी छोटे बड़े कोरा ने। मनिया हुक्म गुरां दा होए धर्म हितकारी। तोपा नाल ढोआता इंदिरा हर दे मंदिर नूं। तोपा
ਤੋਪਾ ਨਾਲ ਢਵਾਤਾ ਹਿੰਦਰਾ ਹਰ ਦੇ ਮੰਦਰ ਨੂੰ, ਤੋਪਾ ਨਾਲ ਢਵਾਤਾ ਹਿੰਦਰਾ ਹਰ ਦੇ ਮੰਦਰ ਨੂੰ, ਤੋਪਾ ਨਾਲ ਢਵਾਤਾ ਹਿੰਦਰਾ ਹਰ ਦੇ ਮੰਦਰ ਨੂੰ। ਹੁਕਮ ਮੰਨ ਕੇ ਇੰਦਰਾ ਵਾਲਾ ਫੌਜਾਂ ਚੜੀਆਂ ਨੇ, ਹੁਕਮ ਮੰਨ ਕੇ ਇੰਦਰਾ ਵਾਲਾ ਫੌਜਾਂ ਚੜੀਆਂ ਨੇ, 2 ਜੂਨ ਨੂੰ ਆ ਕੇ ਵਿੱਚ ਪੰਜਾਬ ਦੇ ਵੜੀਆਂ ਨੇ, 2 ਜੂਨ ਨੂੰ ਆ ਕੇ ਵਿੱਚ ਪੰਜਾਬ ਦੇ ਵੜੀਆਂ ਨੇ। ਉਹ ਸੀਲ ਕਰ ਲਿਆ ਆ ਕੇ ਉਹਨਾਂ ਬਾਹਰ ਤੇ ਅੰਦਰ ਨੂੰ, ਸੀਲ ਕਰ ਲਿਆ ਆ ਕੇ ਉਹਨਾਂ ਬਾਹਰ ਤੇ ਅੰਦਰ ਨੂੰ, ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ, ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ। ਹੋ ਚਾਰੇ ਪਾਸੇ ਕਰਪੂ ਮੱਚੀ ਕਦਰ ਹਨੇਰੀ ਸੀ, ਪੂਰੀ ਗੁਰਾਂ ਨੇ ਆ ਕੇ ਵੈਰੀਆਂ ਪਲਾ ਚ ਘੇਰੀ ਸੀ, ਪੂਰੀ ਗੁਰਾਂ ਨੇ ਆ ਕੇ ਵੈਰੀਆਂ ਪਲਾ ਚ ਘੇਰੀ ਸੀ। ਉਹ ਕੌਣ ਭਲਾ ਸਮਝਾਵੇ ਸਿੱਧੀ ਚਾਲ ਕਲੰਦਰ ਨੂੰ, ਕੌਣ ਭਲਾ ਸਮਝਾਵੇ ਸਿੱਧੀ ਚਾਲ ਕਲੰਦਰ ਨੂੰ। ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ, ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ। ਦੇ ਰਾਖੇ ਹੋ ਦੇ ਰਾਖੇ ਸਾਂਝਾ ਮੰਦਰਿਆ ਪੀਟਾਉਣ ਲੱਗੇ, 4 ਜੂਨ ਨੂੰ 4 ਵਜੇ ਸੀ ਬੰਬ ਚਲਾਉਣ ਲੱਗੇ, 4 ਜੂਨ ਨੂੰ 4 ਵਜੇ ਸੀ ਬੰਬ ਚਲਾਉਣ ਲੱਗੇ। ਆ ਛੱਡਿਆ ਨਹੀਂ ਜ਼ਾਲਮਾ ਉੱਥੇ ਗੁਰਦੇ ਲੰਗਰ ਨੂੰ, ਛੱਡਿਆ ਨਹੀਂ ਜ਼ਾਲਮਾ ਉੱਥੇ ਗੁਰਦੇ ਲੰਗਰ ਨੂੰ। ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ, ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ। ਮਾਮਾ ਦੇ ਪੁੱਤੇ ਉੱਥੇ ਤੁਰਤ ਸ਼ਹੀਦੀ ਪਾਉਣ ਲੱਗੇ, ਹਰ ਮੰਦਰ ਦੀ ਸ਼ਾਨ ਵਾਸਤੇ ਬਾਜੀ ਲਾਉਣ ਲੱਗੇ, ਹਰ ਮੰਦਰ ਦੀ ਸ਼ਾਨ ਵਾਸਤੇ ਬਾਜੀ ਲਾਉਣ ਲੱਗੇ। ਉਹ ਨਿਉਂਦਾ ਮੋੜਨ ਸਿੰਘ ਗੁਰੂ ਦੇ ਤੁਰਤ ਪਤੰਦਰ ਨੂੰ, ਨਿਉਂਦਾ ਮੋੜਨ ਸਿੰਘ ਗੁਰੂ ਦੇ ਤੁਰਤ ਪਤੰਦਰ ਨੂੰ। ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ, ਤੋਪਾ ਨਾਲ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ। ਹੋ ਕਾੜ ਕਾੜ ਸਿਆ ਕਾੜ ਸੀ ਹੋ ਕਾੜ ਸੀ ਚਲਦੀ ਪੂਰੀ ਬੰਬ ਧਮਾਕੇ ਸੀ,
ਖੁਸ਼ ਹੁੰਦੇ ਸੀ ਜ਼ਾਲਮ ਤਖਤੇ ਅਕਾਲ ਦਾ ਢਾਹ ਕੇ ਸੀ ਖੁਸ਼ ਹੁੰਦੇ ਸੀ ਜ਼ਾਲਮ ਤਖਤੇ ਅਕਾਲ ਦਾ ਢਾਹ ਕੇ ਸੀ ਉਹ ਮਾਰ ਮੁਕਾਵੇ ਬੱਚੇ ਪਾੜੀਏ ਜਿਵੇਂ ਚੁਕੰਦਰ ਨੂੰ ਮਾਰ ਮੁਕਾਵੇ ਬੱਚੇ ਪਾੜੀਏ ਜਿਵੇਂ ਚੁਕੰਦਰ ਨੂੰ ਤੋਪਾ ਨਾ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ ਤੋਪਾ ਨਾ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ ਰਾਮਦਾਸ ਗੁਰ ਨਗਰੀ ਦੇ ਵਿੱਚ ਇਹ ਹਨੇਰ ਹੋਇਆ ਹਾਏ ਵੈਰ ਨੇ ਤੇਰੀ ਖਾਤਰ ਸੋਹਣ ਸਵੇਰ ਹੋਇਆ ਹਾਏ ਵੈਰ ਨੇ ਤੇਰੀ ਖਾਤਰ ਸੋਹਣ ਸਵੇਰ ਹੋਇਆ ਉਹ ਕਿਵੇਂ ਦਿਖਾਣਾ ਮੂੰਹ ਪੀਏ ਨ ਰਾਮ ਜੀ ਚੰਦਰ ਨੂੰ ਕਿਵੇਂ ਦਿਖਾਣਾ ਮੂੰਹ ਪੀਏ ਨ ਰਾਮ ਜੀ ਚੰਦਰ ਨੂੰ ਤੋਪਾ ਨਾ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ ਤੋਪਾ ਨਾ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ ਤੋਪਾ ਨਾ ਢਵਾਤਾ ਇੰਦਰਾ ਹਰ ਦੇ ਮੰਦਰ ਨੂੰ ਅਸਲ 'ਚ ਮੇਰੇ ਬਹੁਤੇ ਸਮੇਂ ਦੇ ਵਿੱਚ ਬਸ ਸਪੀਕਰ ਬੰਦ ਰਹੇ ਔਰ ਉਸ ਸਮੇਂ ਦੇ ਵਿੱਚ ਸ਼ਾਇਦ ਮੈਨੂੰ ਕੈਨੇਡਾ ਦੀ ਧਰਤੀ ਦੇ ਵਿੱਚ 10 ਮਹੀਨਿਆਂ 'ਚ ਜ਼ੋਰ ਨਹੀਂ ਲਾਉਣਾ ਪਿਆ ਜਿੰਨਾ ਤੁਸੀਂ ਮੈਨੂੰ ਲਗਭਗ 15 ਕੁ ਮਿੰਟਾਂ ਦੇ ਵਿੱਚ ਲਵਾ ਦਿੱਤਾ ਤੁਹਾਡਾ ਧੰਨਵਾਦ ਕਰਦਾ ਇਸ ਪੱਖੋਂ ਮੈਂ ਇਤਿਹਾਸਕ ਵੰਨਗੀ ਪੇਸ਼ ਕਰ ਰਿਹਾ ਆਓ ਪਿਆਰ ਸਹਿ ਸੁਣੋ ਸੰਸਾਰ ਦੇ ਵਿੱਚ ਸੂਰਮੇ ਦਾ ਇਤਿਹਾਸ ਹਰਮੰਦਰ ਸਾਹਿਬ ਦਾ ਇਤਿਹਾਸ ਆਮ ਤੌਰ ਤੇ ਸਾਡੇ ਢਾਡੀ ਵੀਰ ਕਬੀਸ਼ਰ ਵੀਰ ਇਸ ਸਟੇਜ ਤੇ ਬਿਆਨ ਕਰਦੇ ਨੇ ਆ ਜਿੰਨੀਆਂ ਵੀ ਰਚਨਾਵਾਂ ਨੇ ਆ ਤੁਸੀਂ ਹੁਣ ਸਰਵਣ ਕਰ ਰਹੇ ਹੋ ਸਹਿ ਸੁਭਾਏ ਸਟੇਜ ਦੇ ਉੱਤੇ ਇਹ ਮੈਂ ਪ੍ਰਤੱਖ ਰੂਪ ਦੇ ਵਿੱਚ ਦੇਖੀਆਂ ਨੇ ਤਾਂ ਲਿਖੀਆਂ ਨੇ ਉਦੋਂ ਕੋਈ ਵਿਰਲਾ ਟਾਮਾ ਜਾਂਦਾ ਸੀ ਆ ਬਿਰਲੇ ਟਾਮੇ ਗੁਰੂ ਕੇ ਸਿੰਘ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਾਰੋ ਬਾਰੀ ਸਮੇਂ ਅਨੁਸਾਰ ਜਾਂਦੇ ਰਹੇ ਤੇ ਦਾਸ ਨੂੰ ਵੀ ਉਸ ਮੋਰਚੇ ਦੇ ਵਿੱਚ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਾਮਲ ਹੋਣ ਦਾ ਸਮਾਂ ਉਹ ਮਿਲਦਾ ਰਿਹਾ ਹਰਮੰਦਰ ਸਾਹਿਬ ਢਹਿ ਹੋ ਗਿਆ ਅਕਾਲ ਤਖਤ ਢਹਿ ਹੋ ਗਿਆ ਕਰਾਉਣ ਵਾਲੀ ਹਿੰਦੁਸਤਾਨ ਦੀ ਸਰਕਾਰ ਇੰਦਰਾ ਗਾਂਧੀ ਅੜੀਅਰ ਰਵਈਆ ਕੇਵਲ ਕਿਸ ਵਾਸਤੇ ਜੋ ਉਸ ਦੇ ਅੱਗੇ ਚੌੜੀ ਛਾਤੀ ਕਰੇ ਇਸੇ ਲਈ ਤੇ ਹਰਮੰਦਰ ਸਾਹਿਬ ਨੂੰ ਢਹਿ ਕੀਤਾ ਗਿਆ ਆ ਕਿਉਂਕਿ ਹਰਮੰਦਰ ਸਾਹਿਬ ਤੋਂ ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਉਹ ਇਸ਼ਨਾਨ ਕਰਕੇ ਸਰੀਰ ਨੂੰ ਪਵਿੱਤਰ ਕਰਦੇ ਨੇ ਤੇ ਗੁਰੂ ਕੀ ਬਾਣੀ ਰੱਬੀ ਬਾਣੀ ਸੁਣ ਕੇ ਆਪਣੇ ਆਪ ਨੂੰ ਆਤਮਿਕ ਰੰਗ ਦੇ ਵਿੱਚ ਰੰਗ ਲੈਂਦੇ ਮੈਂ 22 ਕੁ ਦਿਨਾਂ ਦੇ ਬਾਅਦ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਸਨ ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਅਕਾਲ ਤਖਤ ਛਲਣੀ ਹੋਇਆ ਮੈਂ ਆਪਣੇ ਅੱਖਾਂ ਦੇ ਨਾਲ ਵੇਖੇ ਹਰਮੰਦਰ ਸਾਹਿਬ ਦੇ ਵਿੱਚ ਵੱਜੀਆਂ ਹੋਈਆਂ ਗੋਲੀਆਂ ਉਹ ਮੈਂ ਗੁਰੂ ਕੀ ਸੰਗਤ ਪ੍ਰਤੱਖ ਰੂਪ ਦੇ ਵਿੱਚ ਆਪ ਦੇਖੀਆਂ ਸਨ ਮੈਂ ਉਹ ਪਾਵਨ ਵੀਰ ਦੇ ਦਰਸ਼ਨ ਕੀਤੇ ਸਨ ਜਿਸ ਦੇ ਵਿੱਚ ਗੋਲੀਆਂ ਮਾਰ ਕੇ ਛਾਨਣੀ ਕਰ ਦਿੱਤਾ ਗਿਆ ਸੀ ਭਾਵੇਂ ਬਹੁਤ ਸਾਰੇ ਸੁਧਾਰ ਕਰ ਦਿੱਤੇ ਗਏ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਅਟੈਕ ਕਿਉਂ ਕੀਤਾ ਕਿਸ ਕਾਰਨ ਕੀਤਾ ਅਸਲ ਦੇ ਵਿੱਚ ਅੱਜ ਵੀ ਆਮ ਤੌਰ ਤੇ ਸਾਨੂੰ ਭੰਡਿਆ ਜਾਂਦਾ ਹੈ ਖਾਲਿਸਤਾਨੀ ਕਹਿ ਕੇ ਆ ਇੱਕ ਬੀਬੀ ਭੰਡੀ ਜਾਂਦੀ ਹੈ ਅੱਜ ਕੱਲ ਕਹਿ ਕੇ ਕਿ ਸਿੱਖ ਬੀਬੀਆਂ ਵੀ ਖਾਲਿਸਤਾਨੀ ਨੇ ਤੇ ਸਿੱਖ ਬਜ਼ੁਰਗ ਵੀ ਖਾਲਿਸਤਾਨੀ ਨੇ ਸਿੱਖ ਨੌਜਵਾਨ ਵੀ ਖਾਲਿਸਤਾਨੀ ਨੇ ਹਿਮਾਚਲ ਵਾਲਿਆਂ ਨੇ ਐਮਪੀ ਬਣਾਤਾ ਵੱਡਾ ਮਾਣ ਮਹਿਸੂਸ ਕਰਦੀ ਹੈ ਪਰ ਮੁਆਫ ਕਰਨਾ ਸਿੱਖਾਂ ਨੇ ਜਦੋਂ ਵੀ ਗਿਆਨ ਦੀ ਚਪੇੜ ਕਿਸੇ ਨੂੰ ਮਾਰੀ ਹੈ ਭਾਵੇਂ ਉਹ ਆਤਮਿਕ ਹੋਵੇ ਸਰੀਰਕ ਹੋਵੇ ਉਹ ਸਿੱਧਾ ਹੋ ਗਿਆ ਅਹਰਨ ਮਤ ਵੇਦ ਹਥਿਆਰ ਭੌ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਰ ਅਸਲ ਤੇ ਪਾਵਨ ਦਰਬਾਰ ਘਾੜਤ ਘੜ ਦਿੰਦਾ ਹੈ ਮਨੁੱਖ ਦੇ ਸਰੀਰ ਦੀ ਵੀ
ਮਨੁੱਖ ਦੀ ਆਤਮਾ ਦੀ। ਪਰ ਬੀਬੀ ਨੇ ਨਾ ਜੋ ਕੁਝ ਕੀਤਾ ਹੈ, ਇਹਨੇ ਸਰੀਰ ਘਾੜਤੀ ਇਹਦੀ ਤਬਦੀਲ ਕਰ ਦਿੱਤੀ, ਇਹਦੀ ਮੂੰਹ ਦੇ ਉੱਤੇ ਚੰਡ ਮਾਰ ਕੇ। ਯਾਦ ਰੱਖੇਗੀ ਕਿ ਪੰਜਾਬੀਆਂ ਦੇ ਵਿਰੁੱਧ, ਪੰਜਾਬੀਅਤ ਦੇ ਵਿਰੁੱਧ, ਖਾਲਸਿਆਂ ਦੇ ਵਿਰੁੱਧ ਜਦੋਂ ਕੋਈ ਬੋਲਦਾ ਹੈ, ਫਿਰ ਉਹਦੀ ਹਾਲਤ ਕਿਸ ਪ੍ਰਕਾਰ ਦੀ ਖਾਲਸੇ ਕਰ ਦਿੰਦੇ ਨੇ। ਇਤਿਹਾਸ ਦੇ ਪੰਨੇ ਅੱਜ ਵੀ ਗਵਾਹ ਨੇ। ਜੇਕਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਪੈਂਦੇ ਖਾਂ ਉਲਟ ਬੋਲਦਾ ਗੁਰੂ ਦਰਬਾਰ ਦੇ ਵਿੱਚ, ਫਿਰ ਭਰੇ ਦਰਬਾਰ ਦੇ ਵਿੱਚ ਅਸਾਰਾ ਵੇਖ ਕੇ ਬਾਬਾ ਬਿਧੀ ਚੰਦ ਨੇ ਪੈਂਦੇ ਖਾਂ ਨੂੰ ਵੀ ਚੰਡ ਮਾਰੀ ਸੀ। ਆਖਰ ਐਸਾ ਚੰਡਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹਦੀ ਮੈਦਾਨ ਦੇ ਵਿੱਚ ਵੀ ਇਹਦਾ ਅੰਤ ਕਰ ਦਿੱਤਾ। ਇਹ ਇਤਿਹਾਸ ਦੇ ਪੰਨੇ ਕਹਿੰਦੇ ਨੇ। ਮੇਰੇ ਕਹਿਣ ਤੋਂ ਮੁਰਾਦ ਇੱਥੇ ਗਿਆਨ ਰੂਪੀ ਥੋੜਾ ਵਸਦਾ ਹੈ, ਮਨ ਦੇ ਉੱਤੇ ਵੀ ਸਰੀਰ ਦੇ ਉੱਤੇ ਵੀ। ਆਓ ਹੁਣ ਤਵੱਜੋ ਦਿਓ। ਹਰਮੰਦਰ ਸਾਹਿਬ, ਹਰੀ ਦਾ ਮੰਦਰ, ਸਾਂਝਾ ਮੰਦਰ, ਜਿਸ ਦੀ ਨੀਂਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਰੱਖੀ ਹੋ। ਸਾਈਂ ਮੀਆਂ ਮੀਰ ਕੋਲ ਖਲੋਤਾ ਹੈ। ਸਰਬ ਸਾਂਝੀ ਵਾਲਤਾ ਪੈਦਾ ਕੀਤੀ ਸਤਿਗੁਰਾਂ ਨੇ, ਨਾ ਕੋਈ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਈ। ਵਾਹ, ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ। ਹਰਮੰਦਰ ਸਾਹਿਬ ਦੇ ਵਿੱਚ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਪਹਿਲਾਂ ਆਪ ਉੱਚੀ ਥਾਂ ਤੇ ਵਹਿੰਦੇ ਸਨ, ਫਿਰ ਪਾਵਨ ਬੀੜ ਦਾ ਪ੍ਰਕਾਸ਼ ਹੋ ਗਿਆ, ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਦੇ ਵਿੱਚ ਬਹਿਣ ਲੱਗ ਪਏ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿ ਦਿਓ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡਾ ਧੰਨਵਾਦ ਹੈ। ਤਾਦਾਦ ਗਿਣਤੀ ਬਹੁਤੇ ਮਾਇਨੇ ਨਹੀਂ ਰੱਖਦੀ। ਲਗਭਗ ਹਿੰਦੁਸਤਾਨ ਦੇ ਵਿੱਚ ਮੈਂ ਆਇਆ ਮਹਾਪੁਰਸ਼ਾਂ ਦਾ ਹੁਕਮ ਮੰਨ ਕੇ। ਲਗਭਗ ਮੈਂ ਕੋਈ 15-20 ਮਿੰਟ ਹੋਰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ, ਤੇ ਮੈਂ ਹਰਮੰਦਰ ਸਾਹਿਬ ਦੇ ਨਾਲ ਆਪ ਨੂੰ ਜੋੜ ਰਿਹਾ। ਧੰਨ ਹੈ ਹਰਮੰਦਰ ਸਾਹਿਬ, ਜਿਹਦਾ ਰਸਤਾ 220 ਫੁੱਟ ਹੈ। ਅੰਦਰ ਜਦੋਂ ਤੁਸੀਂ ਦਰਸ਼ਨਾਂ ਵਾਸਤੇ ਜਾਂਦੇ ਆ, ਮਾਰਗ ਦੀ ਸੇਧ ਦਿੰਦਾ ਹੈ। ਐ ਮਨੁੱਖ, ਤੇਰਾ ਜੀਵਨ ਹੌਲੇ 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 ਖਤਮ ਹੋ ਜਾਏਗਾ। ਫਿਰ ਇੱਥੇ ਕਦਮ ਕਦਮ ਤੁਰਦਾ ਏ, ਵਾਹਿਗੁਰੂ ਚੇਤੇ ਕਰਦਾ ਏ। ਫਿਰ ਯਾਦ ਰੱਖ, ਫਿਰ ਉਸ ਪਰਮਾਤਮਾ ਨੂੰ ਵੀ ਆਪਣੇ ਇਸ ਜੀਵਨ ਰੂਪੀ ਮਾਰਗ ਦੇ ਵਿੱਚ ਯਾਦ ਰੱਖ, ਭੁੱਲਣਾ, ਉਹਨੂੰ ਵਿਸਾਰਨਾ। ਉਹਦੇ 4 ਦਰਵਾਜ਼ੇ, ਸਰਬ ਸਾਂਝੀ ਵਾਲਤਾ। ਵਾਹ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ, ਗੁਰੂ ਕੀ ਸੰਗਤ, ਵਾਹ ਕਮਾਲ ਹੈ। ਹੁਣ ਧਿਆਨ ਦਿਓ, ਲਾਹੌਰ ਦੀ ਧਰਤੀ, ਸਾਈਂ ਮੀਆਂ ਮੀਰ ਕੋਲ ਖਲੋਤਾ ਹੈ, ਹੱਥ ਜੋੜੇ ਨੇ, ਸੀਸ ਕਾ ਹੈ। ਪਾਤਸ਼ਾਹ ਆ ਕੀ ਹੋ ਰਿਹਾ? ਤੱਤਾ ਰੇਤਾ ਗਰਦੀਤਾ ਪੜਪੁੰਜਾ ਆਪਦੇ ਸੀਸ ਦੇ ਵਿੱਚ ਪਾਈ ਜਾਂਦਾ ਹੈ। ਮੇਰੇ ਹਜ਼ੂਰ ਕਹਿੰਦੇ ਘਬਰਾ ਨਾ, ਇਹ ਰੇਤਾ ਨਹੀਂ, ਇਹ ਫੁੱਲ ਨੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਬੜੇ ਪਿਆਰ ਦੇ ਨਾਲ ਕਹਿੰਦਾ ਹੈ, ਪਾਤਸ਼ਾਹ ਕਰਛਾ ਤੇ ਵਾਰੋ ਵਾਰੀ ਚੱਲੀ ਜਾਂਦਾ ਹੈ। ਮੁਸਕਾ ਕੇ ਕਹਿੰਦੇ ਨੇ, ਮੇਰੇ ਪਾਤਸ਼ਾਹ ਇਹ ਤੇ ਚੌਰ ਹੈ ਸਿੱਖ ਜਗਤ ਵਾਸਤੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹਿੰਦਾ, ਪਾਤਸ਼ਾਹ ਤਵੀ ਤਪੀ ਜਾਂਦੀ ਹੈ, ਹਨੇਰ ਹੈ। ਮੇਰੇ ਸਾਈਂ ਆ ਕੀ ਹੋ ਰਿਹਾ? ਚੌਂਕੜਾ ਮਾਰ ਕੇ ਅਡੋਲ ਬੈਠੇ ਹੋ। ਮੇਰੇ ਸਤਿਗੁਰਾਂ ਨੇ ਬਹੁਤ ਪਿਆਰ ਦੇ ਨਾਲ ਆਖਿਆ, ਘਬਰਾ ਨਾ, ਤੂੰ ਤੱਤੀ ਤਵੀ ਕਹਿਣਾ ਏ, ਇਹ ਤੇ ਸਿੱਖੀ ਦਾ ਤਖਤ ਹੋਏਗਾ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਨੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ। ਆ ਇੰਗਲਿਸ਼ ਦੇ ਸ਼ਬਦ ਸੁਣੋ ਜੀ, ਡਾਕਟਰ ਲਤੀਫ ਦੇ ਕਹੇ ਹੋਏ ਨੇ। ਉਹ ਕਹਿੰਦਾ, ਡੈਥ ਆਫ ਗੁਰੂ ਅਰਜਨ ਦੇਵ ਇਜ਼ ਅ ਟਰਨਿੰਗ ਪੁਆਇੰਟ ਇਨ ਸਿੱਖ ਹਿਸਟਰੀ। ਸਿੱਖ ਇਤਿਹਾਸ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਇੱਕ ਨਵਾਂ ਮੋੜ ਸੀ। ਇਹ ਸਚਾਈ ਹੈ। ਉਸ ਤੋਂ ਬਾਅਦ
गुरु अर्जन देव जी महाराज ऐसे नहीं सन, आप भी शस्त्रधारी सन। आप दे ब्याह दे समय माओ पिंड दे विच किला पुट के जो दरख्त तो बनाया गया सी, ये सिद्ध कर दिता सी मैं एक तकड़ा नेजेबाज भी हाँ। एक बारी फिर प्यार नाल आखो सतनाम श्री वाहिगुरू। मैं घोड़ सवारी कमाल दी कर सकदा हाँ। ते धन पातशाह गुरु अर्जन देव जी महाराज जिन्हां ने सर्व सांझी वालता पैदा की, हरमंदिर साहिब का निर्माण कराया, आदि गुरु ग्रंथ साहिब जी महाराज की रचना करके विच प्रकाश भी कराया है। ते अज सानू शांति जेकर मिल सकती है, संसार नू जेकर शांति मिल सकती है, वो केवल हरमंदिर साहिब दे विच कैन होने वाली आदि गुरु साहिब श्री गुरु ग्रंथ साहिब महाराज जी की पावन बाणी है। पर जिथे हंकार होवे, जिथे हौमै होवे, जिथे निम्रता ही न होए, फिर माफ करना वो ना मन शांत हो सकता है, ना शरीर शांत हो सकता है। राजनीति ने कदे लिहाज नहीं किया, अबदाली है, नादर है, यहिया खाए हैं, ते लगभग आ बीबी ने भी कोई घाटा नहीं रखा। पर यह भी एक सच्चाई है, 239 साल का इतिहास कहता है कि सिखा ने कोई 5 सवा 5.5 महीनों दे विच 239 दिनों दे विच जिसने हरमंदिर साहिब नूं ढाया ओदी जिंदगी दा खालसा ने टाटेरी कर दिता है। आ लो सुनो, हरमंदिर साहिब दे विच जुझारे योधे उन्हां दी रहनुमाई कर रहे ने कौन? संत जरनैल सिंह जी खालसा भिंडरां वाले। ते इस तो बिना जुझारू योधे हुक्म मनते ने, बाकी संगतां गिणती दे लीडर नेता लोग केवल जथेदार गुरचरण सिंह टौड़े नूं छड्ड के कोई हरमंदिर साहिब दे विच ही नहीं गया। हिंदुस्तान दीआं नुकरां दे विच सारे लुक के बैठ गए सन। केवल समय दा प्रधान जरूर पहुंचिया। बहुत बारी बहुत सारे दोषारोपण लोग करते रहंदे ने, मैं नहीं करना चाहांगा उत्थे की होया, किस तरह होया, पर सच्चाई ये है कि सरकार ने हुक्म दे के हरमंदिर साहिब नूं ढवाया जरूर है। लो सुनो, संत जरनैल सिंह कोई बहुती गिणती नहीं, कोई बहुते हथियार नहीं, ते गिणती बहुत घट, तादाद बहुत वड्डी घट, नानक निवास वड्डिया, अकाल तख्त दे विच होए प्रवेश, ते इत्थे सिंह ने, खालसे ने, जनरल सुबेग सिंह नाल है, बाबा ठारा सिंह नाल है, भाई अमरीक सिंह नाल है, सूरमे ने, योधे ने, हिंदुस्तान दी आर्मी तोपां दे नाल, वड्डियां मशीन गन्नां दे नाल, वड्डे हथियारां दे नाल, कमांडो फोर्सेस दे नाल, BS CRPF इनू पिछे हटा के सारे मोर्चे मल्ले ने। इस समय दे विच जदों हरमंदिर साहिब दे विच 3, 4, 5 जून नूं ताड़ ताड़ करके गोलियां चल रही सन, उदों गुरु का खालसा डोलिया नहीं, घबराया नहीं। गिणती दे हथियार, मोर्चाबंदी आले दुआले जिवें जनरल सुबेग सिंह ने करवाई सी, उहदे अनुसार जिवें हिंदुस्तान दी फौज जनरल कुलदीप सिंह बराड़ की अगवाई दे विच हरमंदिर साहिब नूं ढेरी कर रही सी, उदों गुरु के खालसा ने बैरी दे उत्ते जो सांझे मंदिर नूं ढा रिहा सी, उहदे उत्ते जिवें अटैक किता, उस नूं ढाडी जत्था है यूं भजड़ा पवाउंदे खालसे, फौजियां दी भजड़ा पवाउंदे खालसे, फौजियां दी भजड़ा पवाउंदे खालसे, फौजियां दी भजड़ा पवाउंदे खालसे। खालसा न कदे भी होनी तो डरिया, खालसा न कदे भी होनी तो डरिया। ओ हथ जाके मोर्चे नूं पाउंदे खालसे, हथ जाके मोर्चे नूं पाउंदे खालसे, फौजियां दी भजड़ा पाउंदे खालसे, फौजियां दी भजड़ा पाउंदे खालसे।
ਤਾਈ ਰਸਤਾ ਵਤਾਉਣਾ ਸੀ। ਹੋ ਕਿੱਥੇ ਗਈ ਇੰਦਰਾ ਬੁਲਾ ਕੇ ਲਾਣਾ ਸੀ, ਕਿੱਥੇ ਗਈ ਇੰਦਰਾ ਬੁਲਾ ਕੇ ਲਾਣਾ ਸੀ। ਉਹਨਾਂ ਇਹਨਾਂ ਤਾਈ ਰਸਤਾ ਵਤਾਉਣਾ ਸੀ, ਉਹਨਾਂ ਇਹਨਾਂ ਤਾਈ ਰਸਤਾ ਵਤਾਉਣਾ ਸੀ। ਓਏ ਕਿਸ 49 ਨੂੰ ਚਲਾਉਂਦੇ ਖਾਲਸੇ, ਇਹ ਕਿਸ 49 ਨੂੰ ਚਲਾਉਂਦੇ ਖਾਲਸੇ। ਫੌਜੀਆਂ ਦੀ ਭਾਜੜਾ ਪਾਉਂਦੇ ਖਾਲਸੇ, ਫੌਜੀਆਂ ਦੀ ਭਾਜੜਾ ਪਾਉਂਦੇ ਖਾਲਸੇ। ਮੋਰਚਾ 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 ਬਰਾੜ ਦਾ ਹੀ ਲੱਗਾ ਹੀ ਰਹਿ ਗਿਆ, ਮੋਰਚਾ ਬਰਾੜ ਦਾ ਲੱਗਾ ਹੀ ਰਹਿ ਗਿਆ। ਓ ਇੱਕ ਦੇ 4100 ਦਾ ਪਾਉਂਦੇ ਖਾਲਸੇ, ਇੱਕ ਦੇ 4100 ਦਾ ਪਾਉਂਦੇ ਖਾਲਸੇ। ਫੌਜੀਆਂ ਦੀ ਫੌਜੀਆਂ ਦੀ ਫੌਜੀਆਂ ਦੀ ਭਾਜੜਾ ਪਵਾਉਂਦੇ ਖਾਲਸੇ, ਫੌਜੀਆਂ ਦੀ ਭਾਜੜਾ ਪਵਾਉਂਦੇ ਖਾਲਸੇ, ਫੌਜੀਆਂ ਦੀ ਭਾਜੜਾ ਪਵਾਉਂਦੇ ਖਾਲਸੇ। 7-8 ਮਿੰਟ ਬਾਕੀ ਨੇ, 5 ਮਿੰਟ ਮੈਂ ਮਹਾਪੁਰਸ਼ਾਂ ਤੋਂ ਉਧਾਰੇ ਲੈ ਲੈਣਾ ਆ, ਕਿਤੇ ਫੇਰ ਮੋੜ ਦੇਾਂਗੇ। ਮੈਂ ਬਾਬਾ ਹਰਬੰਸ ਸਿੰਘ ਜੀ ਰਵਾਲੋ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਲਗਭਗ ਮੈਂ 1.5 ਸਾਲ ਬਾਅਦ ਇਸ ਸਟੇਜ ਦੇ ਉੱਤੇ ਬੋਲ ਰਿਹਾ। ਸਭ ਕੁਝ ਵੱਖਰਾ ਵੱਖਰਾ ਜਿਹਾ ਲੱਗੇ ਆ, ਪਰ ਇੱਕ ਚੀਜ਼ ਵੱਖਰੀ ਨਹੀਂ ਲੱਗੀ, ਉਹ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼। ਨਵੀਆਂ ਕਰੁੰਬਲਾਂ ਆਮ ਤੌਰ ਤੇ ਜਦੋਂ ਫੁੱਟਦੀਆਂ ਨੇ, ਅਸਲ ਦੇ ਵਿੱਚ ਜਵਾਨੀ ਹੁੰਦੀ ਹੈ। ਤਬਦੀਲੀ ਆਮ ਤੌਰ ਤੇ ਮਨੁੱਖੀ ਜੀਵਨ ਦਾ ਸੁਭਾਅ ਹੈ, ਤਬਦੀਲੀ ਸੰਸਾਰ ਦੇ ਵਿੱਚ ਹੁੰਦੀ ਰਹਿੰਦੀ ਹੈ। ਮਨੁੱਖਤਾ ਦੀ, ਸਰੀਰ ਦੀ, ਜਲ ਦੀ, ਪਾਣੀ ਦੀ, ਧਰਤੀ ਦੀ, ਮਿੱਟੀ ਦੀ ਤਬਦੀਲੀ ਤੇ ਹਰ ਕਿਸੇ ਚੀਜ਼ ਦੀ ਹੁੰਦੀ ਹੈ ਨਾ। ਕੁਝ ਨਵਾਂ ਹੋਣਾ ਚਾਹੀਦਾ ਹੈ, ਜਦੋਂ ਵੀ ਕੁਝ ਕਰੀਏ ਕੁਝ ਨਵਾਂ ਹੋਣਾ ਚਾਹੀਦਾ ਹੈ। ਮੈਂ ਸਤਿਕਾਰਯੋਗ ਬਾਬਾ ਜੀ ਹਰਬੰਸ ਸਿੰਘ ਜੀ ਉਹਨਾਂ ਦਾ ਇਸ ਪੱਖੋਂ ਧੰਨਵਾਦ ਕਰਦਾ ਹਾਂ, ਜਿੱਥੇ ਗੁਰਬਾਣੀ ਦਾ ਜਾਪ ਕਰਾਉਂਦੇ ਨੇ, ਸਿਮਰਨ ਕਰਾਉਂਦੇ ਨੇ, ਉਹਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਵੀ ਕਰਾਉਂਦੇ ਨੇ। ਆਮ ਤੌਰ ਤੇ ਸਾਧੂ ਬੜਾ ਸ਼ਾਂਤ ਆਪਣੇ ਆਪ ਨੂੰ ਕਰ ਲੈਂਦਾ ਹੈ, ਪਰ ਨਹੀਂ, ਸੰਤ ਦੇ ਵਿੱਚ ਜੋਸ਼ ਵੀ ਹੋਣਾ ਚਾਹੀਦਾ ਹੈ, ਸੰਤ ਦੇ ਵਿੱਚ ਹੋਸ਼ ਵੀ ਹੋਣਾ ਚਾਹੀਦਾ ਹੈ। ਬਹੁਤੇ ਵਾਰੀ ਤੇ ਆਮ ਤੌਰ ਤੇ ਸਾਧੂ ਸੰਤ ਇਹੀ ਕਹੀ ਜਾਂਦੇ ਜੀ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਮੈਂ ਨਹੀਂ ਕਹਿੰਦਾ, ਬਹੁਤ ਜ਼ਰੂਰੀ ਹੈ, ਪਰ ਇਹਦੇ ਨਾਲ ਨਾਲ ਸ਼ਸਤਰ ਵਿਦਿਆ ਦਾ ਜਿਹੜਾ ਅਭਿਆਸ ਹੈ ਉਹ ਵੀ ਬੜਾ ਜ਼ਰੂਰੀ ਹੈ। ਮਨੁੱਖ ਨੂੰ ਕਿਤੇ ਵੀ ਲੋੜ ਪੈ ਸਕਦੀ ਹੈ ਨਾ ਉਸ ਦੀ ਵੀ। ਗੁਰੂ ਸਾਹਿਬਾਨ ਨੇ ਤੇ ਸਾਡੇ ਤੇ ਕਿਰਪਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜੋ, ਪਾਤਸ਼ਾਹ ਕਹਿੰਦੇ ਨੇ ਚੌਂਕਾਰ ਅਜ਼ ਹਮ ਹੀਲ ਤੇ ਦਰਗੁਜਸਤ ਅਸਤ ਹਲਾਲ ਬੁਰਦਰ ਵਾਸ ਸ਼ਮਸ਼ੀਰ ਦਸਤ। ਪਾਤਸ਼ਾਹ ਕਹਿੰਦੇ ਨੇ ਜਦੋਂ ਹਰ ਹਿੱਲਿਆਂ ਤੋਂ ਗੱਲ ਲੰਘ ਜਾਏ ਫਿਰ ਸ਼ਸਤਰ ਧੂ ਕੇ ਮੈਦਾਨੇ ਜੰਗ ਦੇ ਵਿੱਚ ਆ ਜਾ। ਕਮਾਲ ਹੈ, ਜਦੋਂ ਵੀ ਸਾਨੂੰ ਲੋੜ ਪਈ ਫਿਰ ਸ਼ਸਤਰ ਧੂਏ ਨੇ। ਪਾਤਸ਼ਾਹ ਤੇ ਔਰੰਗਜ਼ੇਬ ਨੂੰ ਵੀ ਕਹਿੰਦੇ ਨੇ ਮੈਂ ਤੇ ਤੇਰੇ ਨਾਲ ਲੜਨਾ ਹੀ ਨਹੀਂ ਸੀ ਚਾਹੁੰਦਾ, ਤੂੰ ਮੈਨੂੰ ਮਜਬੂਰ ਕੀਤਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਮੇਰਾ ਖਾਲਸਾ, ਉਹਦੇ ਵਿੱਚ ਸਿਮਰਨ ਦੀ ਧਾਰਾ ਦਾ ਵਹਿਣ ਹੋਣਾ ਚਾਹੀਦਾ ਤੇ ਉਹਦੇ ਵਿੱਚ ਤਲਵਾਰ ਚਲਾਉਣ ਦਾ ਵੀ ਵਹਿਣ ਹੋਣਾ ਚਾਹੀਦਾ। ਆਓ ਹੁਣ ਧਿਆਨ ਦਿਓ ਸੰਗਤ, ਅਕਾਲ ਤਖਤ ਜਨਰਲ ਕੁਲਦੀਪ ਸਿੰਘ ਬਰਾੜ ਨੇ ਫੜ ਮਾਰੀ ਸੀ, ਕਹਿੰਦਾ 2 ਘੰਟਿਆਂ ਦੇ ਵਿੱਚ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਹੱਥ ਖੜੇ ਕਰਾ ਦਿਆਂਗਾ। ਪਰ ਧੰਨ ਫੌਜ ਹੈ, ਧੰਨ ਸੂਰਮੇ। ਇਤਿਹਾਸ ਗਵਾਹ ਹੈ ਕੱਚੀ ਗੜੀ ਚਮਕੌਰ ਸਾਹਿਬ ਦੇ ਵਿੱਚ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗਿਣਤੀ ਕੋਈ ਬਹੁਤੀ ਵੱਡੀ ਨਹੀਂ ਸੀ, ਵੱਡੀ ਘੱਟ ਸੀ, ਫਿਰ ਵੀ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਾਰ ਦਾ ਐਸਾ ਮੁਕਾਬਲਾ ਹੈ, ਬੇਜੋੜ ਮੁਕਾਬਲਾ ਹੈ। ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਦੀ ਤਾਦਾਦ ਦੇ ਨਾਲ 10 ਲੱਖ ਨੂੰ ਜਿੱਤ ਗਏ ਨੇ। ਆਓ ਧੰਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਸੰਤ ਜਰਨੈਲ ਸਿੰਘ ਦੀ ਇੱਕ ਗਾਥਾ ਬੜੀ ਕਮਾਲ ਦੀ ਹੈ, ਮੈਂ ਪਿਛਲੇ ਦਿਨਾਂ ਦੇ ਵਿੱਚ ਪੜ੍ਹ ਰਿਹਾ ਸਾਂ। ਚਾਹੁੰਦੇ ਸਨ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਰਾਸ਼ਟਰ ਲਈ, ਇਸ ਦੇਸ਼ ਲਈ ਆਪਣੇ ਪਰਿਵਾਰ ਨੂੰ ਵਾਰਿਆ ਹੈ।
ਇਸ ਲਈ ਆਪਣੇ ਨਗਰ ਤੋਂ ਪਰਿਵਾਰ ਮੰਗਾ ਲਿਆ ਸੀ, ਪਰ ਪਹੁੰਚ ਨਹੀਂ ਸਕਿਆ ਦਰਬਾਰ ਸਾਹਿਬ। ਅਟੈਕ ਹੋਣ ਤੋਂ ਪਹਿਲਾਂ ਤਰਨਤਾਰਨ ਉਦੋਂ ਬਿਲਕੁਲ ਆਮ ਤੌਰ ਤੇ ਸਰਕਾਰ ਨੇ ਕਰਫਿਊ ਲਾ ਦਿੱਤਾ ਸੀ, ਪਰਿਵਾਰ ਨੂੰ ਪਿੱਛੇ ਮੋੜ ਦਿੱਤਾ ਗਿਆ। ਚਾਹੁੰਦੇ ਸਨ ਮੇਰਾ ਪੂਰਾ ਪਰਿਵਾਰ ਹਰਮੰਦਰ ਸਾਹਿਬ ਦੀ ਆਨ ਸ਼ਾਨ ਵਾਸਤੇ ਸ਼ਹਾਦਤ ਦਾ ਜਾਮ ਪੀ ਜਾਏ। ਆਓ ਸਿੱਖ ਕੋ ਤਲਵਾਰ ਚ ਹੋਈ ਪੈਦਾ, ਤੇ ਤੇਗਾ ਖਾਧੀਆਂ ਨੇ, ਤੇਗਾ ਮਾਰੀਆਂ ਨੇ। ਹੋ ਲਾਲ ਲਹੂ ਚ ਰੰਗ ਕੇ ਲਾਲ ਕੱਪੜੇ ਤੇ ਰੰਗ ਲੈ ਸ਼ਹੀਦਾਂ ਲਲਾਰੀਆਂ ਨੇ, ਤੇ ਰੰਗ ਲੈ ਸ਼ਹੀਦਾਂ ਲਲਾਰੀਆਂ ਨੇ। एक गल याद रखना, नामी कोई मुसक्कत भी नहीं हुआ, 100 बार अकी कटा, हीरे नु कहंदे ने 100 बार अकी कटा तब नगी हुआ। हुण गुरबाणी गुरु पातशाह दी गुरबाणी, सतगुरां दी बाणी, मरण मुनसा सूरिया हक है, जे होए मरण परवाणो। सत सच लई जदों कोई सूरमा अपनी जिंदगी अपना शरीर निछावर करदा है, फिर वो अकाल पुरख की दरगाह दे विच परवान हो जाता है। फड़ मारी सी बराड़ ने पर कुछ नहीं कर सकिया। 50 घंटे बतीत हो गए ते इस समय दे विच खालसा दे कोले हुण कोई बहुते हथियार नहीं रहे, कोई बहुतियां गोलियां नहीं रही। पानी बंद कर दिता गया, टंकी तोड़ दी गई, मोर्चे तोड़ दिते गए। याद रखना इत्थे आम तौर ते धुआं छड्डिया जांदा साडे उत्ते जदों कोई आपां आम तौर ते सरकारे दरबारे सरकार दा विरोध करदे आ। एक गैस हुंदी है जी जिहदा नाम है CS गैस, उस नूं किसे युद्ध दे विच किसे भी थां ते मना हुंदा है, पर इहदे कनस्तर हरमंदर साहिब दे विचों डोले गए ताकि नुकसान हो सके, सिखां दा खालसा दा नुकसान हो सके। एक गल होर याद रखना, 7.62 वर्गियां बड़ियां तोपां उन्हां दे नाल वड्डे वड्डे गोले चलाए गए, टैंक वरते गए। लो सुनो, अकाल तख्त तो उपर तो छड़नी है, अंदर पंथ दे महान जरनैल संत जरनैल सिंह जी खालसा भिंडरां वाले, दमदम साल दे महान जरनैल अजे भी अपनी फौज नूं हल्लाशेरी दे रहे ने, अजे भी फौज की अगवाई कर रहे ने। अंदर गुरु के खालसे तुर्की बाणी पढ़ रहे ने, नमस्तंग काले नमस्तंग कृपाले नमस्तंग रूपे नमस्तंग अनूपे नमस्तंग भेखे नमस्तंग लेखे नमस्तंग काये नमस्तंग जाए नमस्तंग गंजे नमस्तंग भंजे नमस्तंग उदारे नमस्तंग पारे। अकाल पुरख दे अगे केवल गुरु का खालसा वो झुक रहा है। फिर मिल के समुचे गुरु खालसा ने अरदास की, गगन दमामा बाजो पर सानो कहो, खेत जो मांडो सूरमा अब जूझन को दो, सूरा सो पहचानिया जो लड़ा दीन के है, पुरजा पुरजा कट मरा कबहू ना छाड़ा। गिनती घट रहेगी, तादाद घट रहेगी, शस्त्र कोई चंगे नहीं रहे। आखिर सूरमे ने दा खेल लिया, गिनती दे सिंह जिन्होंने मरन का चाहो है, जो मरना जानते ने, जो धर्म लई सच लई कुर्बान होना जानते ने। ते इस समय दे विच संत जरनैल सिंह अपने गिनती दे खालसा दे नाल छड्ड के जकारा हो के अकाल तख्त तो बाहर जिवें बैरियां दे उत्ते अटैक करदा है। क्यों
ਸੂਰਮੇ ਸਿੰਘ ਜਰਨੈਲ ਨੇ ਸੰਤ ਸੂਰਮੇ ਸਿੰਘ ਜਰਨੈਲ ਨੇ ਹੋ ਕੇ ਉਹਦਿਆਂ ਨੂੰ ਖੜ ਲਲਕਾਰ ਸਭੋ ਸਤ ਜਾਨ ਬਚਾਵਣੀ ਸੰਭੋ ਸ਼ਸਤਰ ਜਾਨ ਬਚਾਵਣੀ ਹਰ ਮੰਦਰ ਦੇ ਤੁਸੀਂ ਪਹਿਰੇਦਾਰ ਦੌੜ ਦੇਣਾ ਸੀ ਤਖਤ ਕਾਲ ਨਾ ਦੌੜ ਦੇਣਾ ਸੀ ਤਖਤ ਕਾਲਾ ਹੋ ਜੁੜ ਮਰਨਾ ਦੁਰਾਂ ਦੇ ਦਵਾਰ ਯਾਦ ਪੜਨੇ ਕਰੋ ਸਿੰਘੋ ਤਵਾਰੀਖ ਦੇ ਯਾਦ ਪੰਨੇ ਕਰੋ ਸਿੰਘੋ ਤਵਾਰੀਖ ਦੇ ਹੋਰ ਪੰਨ ਦੇ ਵੈਰੀ ਦਾ ਹੰਕਾਰ ਕੋੜ ਕੋੜ ਸੀ ਚਲਾਈ ਸਿੰਘਾਂ ਗੋਲੀਆਂ ਚਲਾਈ ਸਿੰਘਾਂ ਗੋਲੀਆਂ ਹੋ ਭੱਜੀ ਫੌਜ ਪੈ ਗਏ ਹਿਰਨਾਂ ਦੀ ਡਾਰ ਤੋਪੇ ਟੈਂਕਾਂ ਦੇ ਚਲਾਏ ਗੋਲੇ ਸੂਰ ਦੇ ਚਲਾਏ ਗੋਲੇ ਸੂਕਦੇ ਹੋ ਤੱਕ ਨੱਚਦੀ ਮੌਤ ਮੁਟਿਆਰ ਹੱਥ ਜੋੜੇ ਅਰਦਾਸ ਕਰੀ ਸੂਰਮੇ ਹੋ ਮੇਰੀ ਦਾਦ ਹੋ ਹੱਥ ਜੋੜ ਅਰਦਾਸ ਕਰੀ ਸੂਰਮੇ ਹੋ ਪੇਟ ਚਰਨਾਂ ਦੇ ਸੀਸ ਕਰਤਾਰ ਪਾ ਗਿਆ ਸ਼ਹੀਦੀ ਸੰਤ ਸੂਰਮਾ ਪਾ ਗਿਆ ਸ਼ਹੀਦੀ ਸੰਤ ਸੂਰਮਾ ਓ ਸਤ ਵਜਣਾ ਤੋਂ ਜਿੰਦ ਵਾਰ ਯਾਦ ਰੱਬਾ ਜਗ ਰਹਿੰਦਿਆਂ ਮਾਤਾ ਤੇਰੀਆਂ ਜਗ ਯੁਗ ਰਹਿੰਦਿਆਂ ਯੋਧਿਆਂ ਤੇਰੀਆਂ ਹਾਜੀ ਵਾਲਾ ਦੁਨੀਆ ਜਾਗ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ मरने ही ते पाई है पूर्ण परमानंद। जब तक संसार रहेगा तुर की बाणी गुरु का इतिहास सूरमैं दा जीवन वो सानू सदा सेध दिंदा रहेगा। मैं धन्नवाद करदा तुसीं चौंकड़े मार के बहुत प्रेम दे नाल सुणिया साडा इतिहास सुणिया वो इतिहास जो खालसे दी हड्डियां दी कलम दे नाल लिखिया गया वो तुसीं सुणिया है। असल च सिख सदा चढ़दी कला च रहेगा गुरु का खालसा सदा चढ़दी कला च रहेगा ते जेकर वो गुरु की बाणी दे नाल शब्द दे नाल अपने इतिहास दे नाल जुड़िया रहेगा। इस गल नूं याद रखना। आओ आपां अपने गौरवमई विरसे नूं सांभीए ते साडा गौरवमई विरसा बड़ा कमाल है ते जेकर आपां विरसा संभालिया आउण वाली पीढ़ी नूं भी संभाल लवांगे। इसलिए आओ जिथे आपां धार्मिक विद्या दिंदे आ आपां संगत दुनियावी विद्या दे नाल भी अपने बच्चों को जोड़िए। एक मैं बेनती कर देना है वो जरूरी है थोड़े शब्दों च
ਵੈਸੇ ਮਹਾਪੁਰਸ਼ਾਂ ਨੇ ਨਾ ਮੋਢਿਆਂ ਤੇ ਜ਼ਿਆਦਾ ਭਾਰ ਪਾਇਆ ਇਸ ਵਾਰੀ। ਉਹ ਕਹਿਣ ਕਿ ਤੁਸੀਂ ਸਟੇਜ ਸਕੱਤਰ ਵੀ ਹੋ ਸਾਡੇ ਇਸ ਵਾਰੀ। ਮੈਂ ਕਿਹਾ ਜੀ ਮੈਂ ਤੇ ਸਦਾ ਹੀ ਤੁਹਾਡਾ ਸਕੱਤਰ ਹਾਂ, ਤੇ ਪਹਿਲਾਂ ਤੁਸੀਂ ਮੈਨੂੰ ਢਾਡੀ ਸਭਾ ਦੇ ਵਿੱਚ ਸਕੱਤਰ ਬਣਾ ਕੇ ਰੱਖਿਆ, ਹੁਣ ਸਟੇਜ ਤੇ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਸੇਵਾ ਲੈਣੀ ਹੀ ਲੈਣੀ ਹੈ, ਤੇ ਇਸ ਲਈ ਮੈਂ ਮਹਾਪੁਰਸ਼ਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਤੇ ਹਰਿਆਣਾ ਢਾਡੀ ਸਭਾ ਦੇ ਅਸਲ ਦੇ ਵਿੱਚ ਉਹਨੂੰ ਡਾਇਰੈਕਟਰ ਕਹਾਂ, ਸਰਪ੍ਰਸਤ ਕਹਾਂ, ਕੀ ਕਹਾਂ, ਬਹੁਤ ਸਾਰੀ ਸੇਧ ਦਿੰਦੇ ਨੇ ਉਹ ਸਾਨੂੰ ਇਸ ਇਲਾਕੇ ਦੇ ਵਿੱਚ। ਮਹਾਪੁਰਸ਼ਾਂ ਦਾ ਜੀਵਨ ਬੜਾ ਕਮਾਲ ਹੈ। ਆਓ ਆਪਾਂ ਜੁੜੀਏ। ਮੈਂ ਬੇਨਤੀ ਇਹ ਕਰਨ ਲੱਗਾ ਆ ਕਿ ਤੁਸੀਂ ਆਮ ਤੌਰ ਤੇ ਬੜੇ ਖੁਸ਼ ਹੁੰਦੇ ਹੋ, ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਪਹੁੰਚ ਗਏ ਨੇ, ਕਈ ਤੇ ਪਟਾਕੇ ਚਲਾਉਂਦੇ ਨੇ, ਪਾਰਟੀਆਂ ਕਰਦੇ ਨੇ। ਮੁਆਫ ਕਰਨਾ, ਯਾਦ ਰੱਖਣਾ, ਮੇਰੀ ਇਸ ਗੱਲ ਨੂੰ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਨੀ। ਤੇ ਜਿੱਥੇ ਤੁਸੀਂ ਬੱਚਿਆਂ ਦੇ ਉੱਤੇ ਬਹੁਤੀਆਂ ਆਸਾਮਾਂ ਲਾ ਕੇ ਬੈਠੇ ਹੋ, ਉਹਨਾਂ ਨੂੰ ਛੱਡ ਦਿਓ। ਇਹ ਮੈਂ ਬੇਨਤੀ ਕਰਾਂਗਾ, ਜੇ ਬੱਚੇ ਚਲੇ ਗਏ ਨਾ, ਬਹੁਤੀਆਂ ਆਸਾਮਾਂ ਨਹੀਂ ਲਾਉਣੀਆਂ ਆਪਣੀਆਂ ਬੱਚਿਆਂ ਤੇ। ਕਦੋਂ ਕਾਮਯਾਬ ਹੋਣਾ ਹੈ, ਤੇ ਤੁਸੀਂ ਬਹੁਤੀ ਜਿਹੜੀ ਧਨ ਦੀ ਲਾਲਸਾ ਕਰੀ ਜਾਂਦੇ ਹੋ ਕਿ ਬੱਚੇ ਵਿਦੇਸ਼ਾਂ ਤੋਂ ਧਨ ਭੇਜਣਗੇ, ਇਹ ਸਭ ਕੁਝ ਛੱਡ ਦਿਓ। ਇਹ ਮੇਰੀ ਬੇਨਤੀ ਪ੍ਰਵਾਨ ਕਰੋਗੇ। ਵੈਸੇ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਾਂ ਇੱਥੇ ਰੱਖ ਕੇ ਚੰਗੀ ਵਿੱਦਿਆ, ਚੰਗਾ ਗਿਆਨ ਤੇ ਚੰਗਾ ਕੰਮ ਉਹਨਾਂ ਨੂੰ ਦਈਏ। ਐਸੀ ਮੇਰੀ ਬੇਨਤੀ ਆ ਵੀ ਤੁਸੀਂ ਪ੍ਰਵਾਨ ਕਰੋਗੇ। ਮਹਾਪੁਰਸ਼ ਸੰਤ ਬਾਬਾ ਹਰਬੰਸ ਸਿੰਘ ਜੀ ਰਵਾਲੋਂ ਵਾਲੇ, ਉਹਨਾਂ ਦਾ ਧੰਨਵਾਦ ਹੈ, ਤੁਸੀਂ ਜਥੇ ਨੂੰ ਮਾਨ ਸਨਮਾਨ ਦਿੱਤਾ ਹੈ, ਸਤਿਕਾਰ ਦਿੱਤਾ ਹੈ। ਸਰਬੱਤ ਸੰਗਤ ਦਾ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ। ਦੂਰ ਦਰਾਡੇ ਤੋਂ ਗੁਰਮੁਖ ਪਿਆਰੇ ਆਏ ਨੇ, ਉਹਨਾਂ ਦਾ ਧੰਨਵਾਦ। ਬਾਬਾ ਜੀ ਅਗਲਾ ਪ੍ਰੋਗਰਾਮ ਦੱਸਣਗੇ, ਉਸ ਤੋਂ ਬਾਅਦ ਇਹ ਅਜ਼ੀਜ਼ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਇੱਕ ਵਾਰੀ ਫੇਰ ਸਰਬੱਤ ਸੰਗਤ ਦਾ ਧੰਨਵਾਦ। ਛੁੱਟੀਆਂ ਬਖਸ਼ੋ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮੁਆਫੀ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਸਾਰੀ ਸੰਗਤਾਂ ਵੱਲੋਂ ਧੰਨਵਾਦ ਕਰਦੇ ਹਾਂ। ਕੈਪਟਨ ਮਲਕੀਤ ਸਿੰਘ ਜੀ BA, ਜਿਨ੍ਹਾਂ ਨੇ ਬੜੇ ਪਿਆਰ ਨਾਲ ਉਹ ਸਮੇਂ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਦੇ ਹੋਏ ਹਾਜ਼ਰੀਆਂ ਲਵਾਈਆਂ ਨੇ। ਸੋ ਸਾਰੀ ਸੰਗਤਾਂ ਵੱਲੋਂ, ਸਟੇਜ ਵੱਲੋਂ ਗਿਆਨੀ ਮਲਕੀਤ ਸਿੰਘ BA ਦਾ, ਗਿਆਨੀ ਨਿਸ਼ਾਨ ਸਿੰਘ ਜੀ ਕਵਿਸ਼ਰੀ ਜਥੇ ਦੇ ਮੁਖੀ ਝਬਾਲ ਵਾਲੇ, ਉਹ ਸਨਮਾਨ ਕਰਨ ਲੱਗੇ ਨੇ। ਬੇਨਤੀ ਹੈ ਗਿਆਨੀ ਜੀ ਨੂੰ ਆਪਣਾ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਸੋ ਬੜੇ ਹੀ ਪਿਆਰ ਦੇ ਨਾਲ ਉਹਨਾਂ ਨੇ ਆਪ ਜੀ ਦੇ ਨਾਲ ਬੜੇ ਜੋਸ਼ ਦੇ ਨਾਲ ਵਚਨ ਸਾਂਝੇ ਕਰਦੇ ਹੋਏ ਢਾਡੀ ਵਾਰਾਂ ਰਾਹੀਂ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕੀਤਾ। ਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੇਨਤੀ ਹੈ ਬਾਹਰ ਜਿੰਨੀ ਵੀ ਸੰਗਤ ਖਲੋਤੀ ਹੈ, ਉਹਨਾਂ ਨੂੰ ਬੇਨਤੀ ਹੈ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਬਾਅਦ 'ਚ ਕਰ ਲਿਓ। ਤੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਸਾਰੇ ਵਰਲਡ ਦੇ ਅੰਦਰ ਤੁਹਾਡੀ ਜਿਹੜੀ ਸਪੀਚ ਹੈ, ਤੁਹਾਡਾ ਜਿਹੜਾ ਸਮਾਗਮ ਹੈ ਚੱਲ ਰਿਹਾ, ਲਾਈਵ ਵੇਖ ਰਹੇ ਹੋ, ਤੇ ਮੈਨੂੰ ਵਾਰ-ਵਾਰ ਇਹ ਸਾਰੇ ਕਰਨੇ ਪੈਂਦੇ ਆ। ਸੇਵਾਦਾਰ ਆਪ ਹੀ ਥੋੜਾ ਸੁਲਝ ਲਿਓ। ਪੱਖੇ ਆਏ ਨੇ ਸੰਗਤ ਦੀ ਗਰਮੀ ਤੋਂ ਰਾਹਤ ਵਾਸਤੇ, ਕੂਲਰ ਆਏ ਨੇ ਗੁਰੂ ਸਾਹਿਬ ਦੇ ਵਾਸਤੇ, ਉਹਨਾਂ ਨੂੰ ਭਾਈ ਸੇਵਾ ਕਰਨ ਦੀ ਖੇਚਲ ਕਰੋ। ਇੰਨੇ ਵੇਸਲੇ ਵੀ ਨਾ ਹੋ ਕਿ ਰਸਤਿਆਂ 'ਚ ਸੰਗਤ ਨੂੰ ਆਉਣਾ ਵੀ ਔਖਾ ਕਰ ਦਿਓ, ਤੇ ਨਾਲੇ ਤੁਸੀਂ ਗੱਲਾਂ ਲੱਗੇ ਰਹੋ। ਜਿਨ੍ਹਾਂ ਗੱਲਾਂ ਕਰਨੀਆਂ ਬੇਸ਼ੱਕ ਆਪਣੇ ਘਰੇ ਚਲੇ ਜਾਓ, ਸਾਨੂੰ ਕੋਈ ਲੋੜ ਨਹੀਂ। ਬੇਨਤੀ ਹੈ ਹੱਥ ਜੋੜ ਕੇ ਜਿੱਥੇ ਜਿੱਥੇ ਲੋੜ ਹੈ ਉੱਥੇ ਸੇਵਾ ਕਰੋ। ਤੇ ਨਾਲ ਹੀ ਅਗਲਾ ਜਥਾ ਜਿਹੜਾ ਹੈ ਉਹ ਆਪ ਜੀ ਨੂੰ ਗਿਆਨੀ ਨਿਸ਼ਾਨ ਸਿੰਘ ਜੀ ਕਵਿਸ਼ਰੀ ਜਥਾ, ਜੋ ਇਲਾਕੇ ਦੀ ਸੰਗਤ ਸੁਣਨਾ ਚਾਹੁੰਦੀ ਸੀ, ਸੋ ਆਪ ਜੀ ਦੀ ਸੇਵਾ ਵਿੱਚ ਉਹ ਹਾਜ਼ਰ ਨੇ। ਰਾਤੀ ਪਹੁੰਚ ਗਏ ਸੀ 11:30-12 ਵਜੇ। ਸੋ ਆਪ ਜੀ ਦੀ ਸੇਵਾ ਵਿੱਚ ਉਹ ਸਵਾ ਘੰਟਾ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਤੇ ਬੇਨਤੀ ਹੈ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਕਿ ਉਹ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸੇਵਾਦਾਰਾਂ ਨੂੰ ਬੇਨਤੀ ਹੈ, ਗਰਮੀ ਬਹੁਤ ਹੈ, ਬਾਹਰ ਖੜਨ ਤੋਂ ਚੰਗਾ ਹੈ ਕਿ ਸੰਗਤ ਦੀ ਪੱਖੇ ਝੱਲਣ ਤੋਂ ਵੀ ਬਿਜਲੀ ਦੇ ਪੱਖੇ ਨੇ, ਇਹਨਾਂ ਨਾਲ ਤੁਸੀਂ ਨਾਲ ਹੋ ਕੇ ਸੇਵਾ ਕਰਾਓ ਤਾਂ ਕਿ ਪੱਖੇ ਜਿਹੜੇ ਨੇ ਉਹ ਹਵਾ ਦੇ ਸਕਣ, ਗਰਮੀ ਤੋਂ ਰਾਹਤ ਮਿਲ ਸਕੇ। ਸੋ ਬੇਨਤੀ ਹੈ ਸਾਰੀ ਸੰਗਤਾਂ ਨੂੰ ਰਸਤੇ 'ਚ ਖਲੋਣ ਤੋਂ ਪਹਿਲਾਂ ਸਾਹਮਣੇ ਗੁਰੂ ਸਾਹਿਬ ਜੀ ਨੂੰ ਦੇਖ ਲਿਆ ਕਰੋ ਕਿ ਸਤਿਗੁਰੂ ਜੀ ਵੇਖ ਰਹੇ ਨੇ। ਜਿਹੜੇ ਸੇਵਾਦਾਰ ਨੇ ਸੇਵਾ ਕਰੋ, ਬਾਕੀ ਜਿਹੜੇ ਫਾਲਤੂ ਗੱਲਾਂ ਤੇ ਲੱਗੇ ਨੇ ਉਹਨਾਂ ਨੂੰ ਬੇਨਤੀ ਹੈ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਅਗਲੋ ਸਮਾਂ ਗਿਆਨੀ ਨਿਸ਼ਾਨ ਸਿੰਘ ਜੀ ਝਬਾਲ ਵਾਲੇ ਆਪ ਜੀ ਨੂੰ ਸਵਾ ਘੰਟਾ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ, ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ਼ਾਰਪ
ਵਾਹਿਗੁਰੂ ਜੀ ਵਾਹਿਗੁਰੂ 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 ਉਦੋਂ ਕੌਮ ਜਵਾਨੀਆਂ ਮਾਣਦੀ ਐ ਜਦੋਂ ਡੁੱਲਦਾ ਖੂਨਾਂ ਜਵਾਨੀਆਂ ਦਾ ਉਦੋਂ ਕੌਮ ਦਾ ਹੋਵੇ ਭਵਿੱਖ ਰੋਸ਼ਨ ਹੁੰਦਾ ਦਾਨ ਬਲੀਦਾਨੀਆਂ ਦਾ ਕੌਮਾਂ ਵਾਸਤੇ ਸੀਸ ਨੂੰ ਤਲੀ ਧਰਨਾ ਬਣਦਾ ਫਰਜ਼ ਹੈ ਕੌਮ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤਿਕਰਾਂ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਹੱਥ ਕਾਲਜੇ ਧਰ ਕੇ ਸਾਖੀ ਸੱਚ ਬਿਆਨਾ ਜੀ ਜੋ ਸਾਡੀ ਜਾਨ ਦੇ ਦੁਸ਼ਮਣ ਉਹਨਾਂ ਨਾਲ ਜਰਾਨਾ ਜੀ ਜੋ ਸਾਡੀ ਜਾਨ ਦੇ ਦੁਸ਼ਮਣ ਉਹਨਾਂ ਨਾਲ ਜਰਾਨਾ ਜੀ ਅਸਰ ਮਨਾਂ ਵਿੱਚ ਕਰਿਓ ਜੀ ਗੱਲ ਸੱਚੀ ਆਖੀ ਦਾ ਭੁੱਲ ਨਾ ਜਾਇਓ ਸਿੱਕੋ ਸਕਾ ਜੂਨ ਚ ਰਸੀਦਾ ਭੁੱਲ ਨਾ ਜਾਇਓ ਸਿੱਕੋ ਸਕਾ ਜੂਨ ਚ ਰਸੀਦਾ ਹੱਥ ਕਾਲਜੇ ਧਰ ਕੇ ਸਾਖੀ ਸੱਚ ਬਿਆਨਾ ਜੀ ਜੋ ਸਾਡੀ ਜਾਨ ਦੇ ਦੁਸ਼ਮਣ ਉਹਨਾਂ ਨਾਲ ਜਰਾਨਾ ਜੀ ਜੋ ਸਾਡੀ ਜਾਨ ਦੇ ਦੁਸ਼ਮਣ ਉਹਨਾਂ ਨਾਲ ਜਰਾਨਾ ਜੀ ਓਏ ਅਸ ਮਨਾਂ ਵਿੱਚ ਕਰਿਓ ਜੀ ਗੱਲ ਸੱਚੀ ਆਖੀ ਦਾ ਭੁੱਲ ਨਾ ਜਾਇਓ ਸਿੱਕੋ ਸਕਾ ਜੂਨ ਚ ਰਸੀਦਾ ਭੁੱਲ ਨਾ ਜਾਇਓ ਸਿੱਕੋ ਸਕਾ ਜੂਨ ਚ ਰਸੀਦਾ ਤੱਕ ਕੇ ਚੜਦੀ ਕਲਾ ਅਸਾਂ ਦੀ ਗੈਰ ਨਾ ਜਰਦੇ ਸੀ ਨਿਤ ਸਾਜ ਛਾਂ ਕੜਕ ਕਾਨਾ ਪਾਪਣ ਦੇ ਪਰਦੇ ਸੀ ਨਿਤ ਸਾਜ ਛਾਂ ਕੜਕ ਕਾਨਾ ਇੰਦਰਾ ਦੇ ਪਰਦੇ ਸੀ ਓ ਕੰਨਾਂ ਦੀ ਕੱਚੀ ਪਾਗੀ ਫਲ ਜਲਾ ਕੀਦਾ ਭੁੱਲ ਨਾ ਜਾਇਓ ਸਿੱਕੋ ਸਕਾ ਜੂਨ ਚ ਰਸੀਦਾ ਓ ਕੰਨਾਂ ਦੀ ਕੱਚੀ ਪਾ ਗਈ ਫਲ ਚਲਾਕੀ ਦਾ ਭੁੱਲ ਨਾ ਜਾਇਓ ਸਿੱਕੋ ਸਕਾ ਜੂਨ ਚ ਰਸੀਦਾ ਭੁੱਲ ਨਾ ਜਾਇਓ ਸਿੱਕੋ ਸਕਾ ਜੂਨ ਚ ਰਸੀਦਾ ਗਏ ਗੁਰਾਂ ਦੇ ਦਰਸ਼ਨ ਨੂੰ ਗੰਨਾਂ ਨਾਲ ਰਾੜੇ ਗਏ ਇੱਕ ਮਾਰੀ ਇੰਦਰਾ ਪਾਪਣ ਤੇ ਸਿੱਖ ਲੱਖਾਂ ਹੀ ਸਾੜੇ ਗਏ ਇੱਕ ਮਾਰੀ ਇੰਦਰਾ ਪਾਪਣ ਤੇ ਸਿੱਖ ਲੱਖਾਂ ਹੀ ਸਾੜੇ ਗਏ ਓ
ਦਿਲ ਕੰਬਦਾ ਜਦ ਚੇਤਾ ਆਉਂਦਾ ਬੀਤੀ ਝਾਕੀ ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਅਣਖ ਮਨਾਰਾ ਕਾਲ ਤਖਤ ਜੋ ਸਾਡਾ ਹਟਾ ਦਿੱਤਾ ਅਣਖ ਮਨਾਰਾ ਕਾਲ ਤਖਤ ਜੋ ਸਾਡਾ ਢਾ ਦਿੱਤਾ ਅਮਰਤ ਸੋਮਾ ਜਲਦਾ ਲਹੂ ਦੇ ਰੰਗ ਚੜਾ ਦਿੱਤਾ ਅਮਰਤ ਸੋਮਾ ਜਲਦਾ ਲਹੂ ਦਾ ਰੰਗ ਚੜਾ ਦਿੱਤਾ ਮੁਕਤ ਮਨਾਂ ਨੂੰ ਕਰਦਾ ਜਿਸ ਦਾ ਪੁਰਬ ਵਿਸਾਖੀ ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਲੁੱਟੀਆਂ ਗਈਆਂ ਈਤਾਂ ਤੇ ਘਰ-ਬਾਰ ਵੀ ਲੁੱਟੇ ਗਏ ਤੇਗ ਦੀ ਤਾਰ ਲੰਘਾ ਕੇ ਸਿੰਘਾ ਗਟਰਾਂ ਵਿੱਚ ਸੁੱਟੇ ਗਏ ਤੇਗ ਦੀ ਤਾਰ ਲੰਘਾ ਕੇ ਸਿੱਖਾ ਗਟਰਾਂ ਵਿੱਚ ਸੁੱਟੇ ਗਏ ਬਚ ਕੇ ਜਿਹੜੇ ਫਿਕਰ ਪਿਆਰ ਉਹਨਾਂ ਦੀ ਰਾਖੀ ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਜਿੱਥੇ ਜਿੱਥੇ ਸਿੱਖ ਵਸਦੇ ਜ਼ੁਲਮੀ ਬੱਦਲ ਝੁੱਲ ਗਏ ਸਭ ਸਰਕਾਰੀ ਅਫਸਰ ਆਪਣੇ ਫਰਜ਼ ਨੂੰ ਭੁੱਲ ਗਏ ਸਭ ਸਰਕਾਰੀ ਅਫਸਰ ਆਪਣੇ ਦੀਨ ਨੂੰ ਭੁੱਲ ਗਏ ਫੈਦਾ ਗਲਤੀ ਉਠਾਇਆ ਗਈਆਂ ਵਰਦੀ ਖਾਕੀ ਦਾ ਭੁੱਲ ਨਾ ਜਾਇਓ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਵਿਸ਼ਵ ਦੀਆਂ ਸਰਕਾਰਾਂ ਕਿਸੇ ਨੂੰ ਇੰਜ ਉਜਾੜਿਆ ਨਾ ਟੈਰ ਗਲਾਂ ਵਿੱਚ ਪਾਸਾੜੇ ਸਿੱਖ ਕਿਸੇ ਨੇ ਏਦਾਂ ਸਾੜਿਆ ਨਾ ਟੈਰ ਗਲੀ ਪਾਸਾੜੇ ਸਿੱਖ ਕਿਸੇ ਨੇ ਏਦਾਂ ਸਾੜਿਆ ਨਾ ਵੱਖਰਾ ਰਾਹ ਵਿਖਾਇਆ ਸਾਨੂੰ ਮੌਤ ਦੀ ਝਾਕੀ ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਬੇਰਹਿਮੀ ਨਾਲ ਕੋਇਆ ਤੇ ਸਿੱਖ ਕੋ ਮਾਰ ਦਿੱਤੇ ਬੇਰਹਿਮੀ ਨਾਲ ਕੋਇਆ ਤੇ ਸਿੱਖ ਕੋ ਮਾਰ ਦਿੱਤੇ ਦਰਗਾਹ ਪੁਰੀਆ ਬਿਨਾ ਵਾਰਸੋਂ ਕਰ ਸਤਕਾਰ ਦਿੱਤੇ ਦਰਗਾਹ ਪੁਰੀਆ ਬਿਨਾ ਵਾਰਸੋਂ ਕਰ ਸਤਕਾਰ ਦਿੱਤੇ ਜ਼ਖਮ ਬਾਤ ਹੈ ਗਹਿਰਾ ਹੋ ਗਿਆ ਬੇਇਨਸਾਫੀ ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਜ਼ਖਮ ਬਹੁਤ ਹੈ ਗਹਿਰਾ ਹੋ ਗਿਆ ਬੇਇਨਸਾਫੀ ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਕਾ ਜੂਨ 84 ਦਾ
ਪੰਜਾਬੀ ਦੇ ਇੱਕ ਵਿਦਵਾਨ ਨੇ ਕਾਗਜ਼ ਦੀ ਕੋੜੇ ਹਿੱਕ ਤੇ ਚਾੜ ਕਲੈਣਾ ਬੜੀਆਂ ਹੀ ਕਮਾਲ ਦੀਆਂ ਲਿਖੀਆਂ ਏ। ਉਹ ਕਹਿੰਦਾ ਕਦੇ ਮੈਂਤਰਾਂ ਨਾਲ ਨਹੀਂ ਮਿਸਾਲ ਬਲਦੀ, ਮੁੱਕੇ ਤੇਲ ਤੋਂ ਦੀਵਾ ਹੋ ਗੁੱਲ ਜਾਵੇ। ਲੱਖ ਯਤਨ ਕਰੀਏ ਭਾਂਡੇ ਨਹੀਂ ਪੈਂਦਾ, ਜੇਕਰ ਦੁੱਧ ਸਮੁੰਦਰ 'ਚ ਡੁੱਲ ਜਾਵੇ। ਫੀਤਾ ਫੀਤਾ ਹੋ ਜਾਂਦੀ ਹੈ ਕਬੀਲਦਾਰੀ, ਜੇ ਕਿਤੇ ਗੰਢ ਹੱਥ ਪਾਕਦੀ ਖੁੱਲ ਜਾਵੇ। ਪਾਰਸ ਮਿਟ ਜਾਵੇ ਗਲਤ ਅੱਖਰ ਵਾਂਗੂ, ਤੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਉਹ ਕੌਮਾਂ ਦੁਨੀਆ ਤੋਂ ਗਲਤ ਅੱਖਰ ਵਾਂਗੂ ਮਿਟ ਗਈਆਂ ਜਾਂ ਮਿਟਾ ਦਿੱਤੀਆਂ ਜਿਨ੍ਹਾਂ ਨੇ ਵੱਡਿਆਂ ਵਡੇਰਿਆਂ ਦਾ ਇਤਿਹਾਸ ਭੁਲਾ ਦਿੱਤਾ। ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ, ਪਾਉਂਦਾ ਫਟਕਾਰਾਂ ਜੱਗ ਉਹਨਾਂ ਦੀ ਔਲਾਦ ਨੂੰ। ਸਿਆਣਾ ਤੇ ਲਾਇਕ ਸਪੁੱਤਰ ਉਹੋ ਹੀ ਹੈ ਜੋ ਮਾਂ ਪਿਓ ਦੀ ਜਾਇਦਾਦ ਵਿੱਚ ਵਾਧਾ ਕਰਦਾ। ਨਲਾਇਕ ਉਸ ਨੂੰ ਕਿਹਾ ਜਾਂਦਾ ਜੋ ਮਾਂ ਪਿਓ ਦੀ ਬਖਸ਼ੀ ਹੋਈ ਜਾਇਦਾਦ ਗਵਾ ਲਵੇ। ਮੈਂ ਕਿਸੇ ਨਵੀਂ ਜਾਇਦਾਦ ਦੀ ਗੱਲ ਕਰਨ ਵਾਸਤੇ ਖੜਾ ਨਹੀਂ। ਅੱਜ ਲੋੜ ਚਿੰਤਾ ਦੀ ਨਹੀਂ, ਚੇਤਨ ਕਰਨ ਦੀ ਲੋੜ ਹੈ ਕਿ ਸਾਡੀ ਕੌਮ ਨਾਲ ਇਹੋ ਜਿਹੇ ਘੱਲੂ ਘਾੜੇ ਕਿਉਂ ਹੋਏ। ਜਿੰਨੀ ਕਿ ਸੰਗਤ ਗੁਰੂ ਦੀ ਗੋਦ ਵਿੱਚ ਬੈਠੀ ਹੈ, ਇਸ ਢੰਗ ਨਾਲ ਬੈਠਣ ਦੀ ਕਿਰਪਾਲਤਾ ਕਰਿਓ ਕਿ ਸਾਡਾ ਇੱਕ ਇੱਕ ਕਪਾਲ, ਇੱਕ ਇੱਕ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਦਰਗਾਹ ਵਿੱਚ ਪ੍ਰਵਾਨ ਕਰ ਲੈਣ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਆਓ ਕੁਝ ਕਹਿਣ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਮ ਵਾਲਿਓ, ਜਦੋਂ ਵੀ ਆਪਾਂ ਕਿਤੇ ਸ਼ਹੀਦਾਂ ਦਾ ਦਿਹਾੜਾ ਮਨਾਉਂਦੇ ਹਾਂ ਜਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਸਾਡਾ ਬਹੁਤਾ ਜ਼ੋਰ ਲੰਗਰਾਂ ਤੇ ਹੀ ਲੱਗ ਜਾਂਦਾ। ਬਹੁਤਾ ਜ਼ੋਰ ਅਸੀਂ ਮੇਲੇ ਵਾਂਗੂ ਘੁੰਮਣ ਫਿਰਨ ਤੇ ਹੀ ਲਾ ਦਿੰਦੇ ਹਾਂ। ਚਾਹੀਦਾ ਇਹ ਕਿ ਹਰ ਇੱਕ ਬੱਚੇ ਦੇ, ਬਜ਼ੁਰਗ ਦੇ, ਮਾਈ ਦੇ ਮਨ ਵਿੱਚ ਇਹ ਗੱਲ ਪੱਕੀ ਕਰ ਲੈਣੀ ਚਾਹੀਦੀ ਹੈ ਕਿ ਸਾਡੀ ਕੌਮ ਦੇ ਦੁਸ਼ਮਣ ਕੌਣ ਹੈ ਤੇ ਸਾਡੇ ਮਿੱਤਰ ਕੌਣ ਹੈ। ਜੇ ਅੱਜ ਵੀ ਸਿੱਖ ਨਾ ਜਾਗੇ ਤੇ ਆਉਣ ਵਾਲੇ ਸਮੇਂ ਅੰਦਰ ਸਿੱਖਾਂ ਦੀਆਂ ਤਸਵੀਰਾਂ ਜ਼ਾਇਬ ਘਰ 'ਚ ਲੱਗੀਆਂ ਹੋਣਗੀਆਂ ਤੇ ਥੱਲੇ ਲਿਖਿਆ ਹੋਵੇਗਾ ਜੀ ਇਹ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਜੀ ਸੀ, ਜਿਹੜੀ ਐਡਾ ਤਕੜਾ ਵਿਰਸਾ ਹੋਣ ਦੇ ਬਾਵਜੂਦ ਵੀ ਅੱਜ ਗੈੜਾਂ ਦੀ ਗੁਲਾਮ ਬਣ ਕੇ ਰਹਿ ਗਏ। ਮੇਰੇ ਤੋਂ ਪਹਿਲੋਂ ਢਾਡੀ ਸਾਹਿਬਾਨ ਆਪ ਜੀ ਦੇ ਨਾਲ ਵਿਚਾਰਾਂ ਕਰ ਰਹੇ ਸੀ। ਮੈਂ ਬੈਠਾ ਬੈਠਾ ਸੋਚ ਰਿਹਾ ਸਾਂ ਕਿ ਕੱਲੇ 1984 ਦੀ ਗੱਲ ਨਹੀਂ, ਇਹ 5 ਸਦੀਆਂ ਦਾ ਵੈਰ ਬਾਹਮਣ ਲਾਣੇ ਨੇ ਸਾਡੇ ਕੋਲੋਂ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਲਿਆ ਸੀ। ਇਹ ਲਾਣਾ ਤੇ ਸਾਡੇ ਵੈੜ ਹੀ ਉਦੋਂ ਤੋਂ ਹੀ ਬਣ ਗਿਆ ਸੀ ਜਿੱਦਣ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤਾ ਸੀ। ਉਸ ਦਿਨ ਤੋਂ ਹੀ ਇਹਨਾਂ ਨੇ ਸਾਡੇ ਨਾਲ ਧਰੋਹ ਕਮਾਉਣਾ ਸ਼ੁਰੂ ਕਰ ਦਿੱਤਾ। ਕਦੇ ਚੰਦੂ ਦੇ ਰੂਪ ਵਿੱਚ ਆਏ, ਕਦੇ ਗੰਗੂ ਦੇ ਰੂਪ ਵਿੱਚ ਆਏ, ਪਰ ਸਾਡੀ ਕੌਮ ਸੁੱਤੀ ਪਈ ਹੈ। ਭਾਗਾਂ ਵਾਲਿਓ, ਜਦੋਂ ਬਾਬੇ ਨਾਨਕ ਨੇ ਸੱਚ ਦਾ ਹੋਕਾ ਦਿੱਤਾ, ਆਖਿਆ ਸਾਹਿਬ ਮੇਰਾ ਇੱਕੋ ਹੈ ਭਾਈ, ਇੱਕ ਅਕਾਲ ਪੁਰਖ ਦੇ ਲਾਉਣਾ, ਤੇ 33 ਕਰੋੜ ਦੇਵੀ ਦੇਵਤਿਆਂ ਦੇ ਲੜ ਲੱਗੇ ਫਿਰਦੇ ਸੀ। ਅੱਜ ਵੀ ਸਾਡੇ ਹਿੰਦੁਸਤਾਨ ਦੇ, ਸਾਡੇ ਸਮਾਜ ਦੇ ਲੋਕ, ਸਾਡੇ ਸਿੱਖ ਲੋਕ, ਇਹ ਵੀ ਦੇਵੀ ਦੇਵਤਿਆਂ ਦੇ ਚੱਕਰਾਂ ਵਿੱਚ ਪਏ ਹੋਏ ਨੇ। ਤੇ ਮੈਂ ਕਈ ਵਾਰ ਸੋਚਦਾ ਹੁੰਨਾ ਕਿ ਉਨੀ ਤਾਂ ਹਿੰਦੁਸਤਾਨ ਦੀ ਆਬਾਦੀ ਨਹੀਂ ਹੋਣੀ ਜਿੰਨੇ ਇਹਨਾਂ ਰੱਬ ਰੱਬਣੀਆਂ ਬਣਾ ਕੇ ਬੈਠੇ ਹੋਏ ਆ। ਤੇ ਦੇਵੀ ਦੇਵਤੇ ਵੀ ਕਈ ਵਾਰ ਸਾਡੇ ਨਾਲ ਠੱਗੀ ਮਾਰ ਜਾਂਦੇ ਆ, ਉਹ ਪੂਜਾ ਸਾਡੇ ਤੋਂ ਕਰਾਉਂਦੇ ਆ। ਆ ਸਰਸਵਤੀ ਦੀ ਪੂਜਾ ਸਾਡਾ ਹਿੰਦੁਸਤਾਨ ਕਰਦਾ ਤੇ ਬੱਚੇ ਸਾਰਿਆਂ ਨਾਲੋਂ ਸੋਹਣੇ ਜਾਪਾਨ ਵਾਲਿਆਂ ਦੇ ਆ। ਸਾਡਾ ਹਿੰਦੁਸਤਾਨ ਹਥਿਆਰ ਦੀ ਪੂਜਾ ਕਰਦਾ, ਸਾਡੇ ਲੋਕੀ ਬਾਬੇ ਵਿਸ਼ਵਕਰਮਾ ਨੂੰ ਪੂਜਦੇ ਰਹਿੰਦੇ ਦੀਵਾਲੀ ਤੋਂ ਬਾਅਦ, ਤੇ ਹਥਿਆਰ ਸਾਰੇ ਅਮਰੀਕਾ ਕੈਨੇਡਾ ਵਾਲੇ ਸਾਂਭ ਕੇ ਬੈਠੇ ਹੋਏ ਆ, ਰੂਸ ਵਾਲੇ ਸਾਂਭ ਕੇ ਬੈਠੇ ਹੋਏ ਆ। ਲక్ష్ਮੀ ਹੈ ਜਿਹੜੀ ਅਸੀਂ ਦੀਵਾਲੀ ਤੇ ਪੂਜਾ ਕਰਦੇ ਹਾਂ, ਕਹਿੰਦੇ ਬੂਹੇ ਖੁੱਲੇ ਰੱਖੋ, ਲక్ష్ਮੀ ਆਵੇਗੀ, ਭਾਵੇਂ ਘਰ ਦੇ ਚੋੜ ਭਾਂਡੇ ਚੁੱਕ ਕੇ ਲੈ ਜਾਵੇ। ਅਸੀਂ ਲక్ష్ਮੀ ਨੂੰ ਉਡੀਕਦੇ ਰਹਿੰਦੇ ਹਾਂ ਤੇ ਲక్ష్ਮੀ ਵਿਦੇਸ਼ਾਂ ਦੇ ਲੋਕ ਸਾਂਭ ਕੇ ਬੈਠੇ ਆ। ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਦੇਵੀ ਦੇਵਤੇ ਪੂਜਾ ਸਾਡੇ ਤੋਂ ਕਰਾਉਂਦੇ ਆ ਤੇ ਸਰਵਿਸਾਂ ਬਾਹਰਲੇ ਦੇਸ਼ਾਂ ਨੂੰ ਦਿੰਦੇ, ਸਾਡੇ ਨਾਲ ਤੇ ਠੱਗੀ ਮਾਰ ਜਾਂਦੇ ਆ। ਇਸੇ ਭੁਲੇਖੇ ਵਿੱਚੋਂ ਸਾਨੂੰ ਬਾਬੇ ਨਾਨਕ ਨੇ ਕੱਢਣ ਦਾ ਯਤਨ ਕੀਤਾ ਸੀ, ਪਰ ਅਸੀਂ ਅਜੇ ਤੱਕ ਨਹੀਂ ਨਿਕਲੇ। ਬਾਬੇ ਨਾਨਕ ਨੇ ਜਿਹੜਾ ਸਿਧਾਂਤ ਸਾਡੀ ਝੋਲੀ ਵਿੱਚ ਪਾਇਆ ਸੀ, ਅੱਜ ਹਰ ਇੱਕ ਸਿੱਖ ਨੂੰ ਉਸ ਸਿਧਾਂਤ ਨੂੰ ਸਮਝਣਾ ਪਵੇਗਾ। ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ।
ਅੱਜ ਅਸੀਂ ਤਿੰਨਾਂ ਸਿਧਾਂਤਾਂ ਤੋਂ ਮਨੁੱਕੜ ਹੋਏ ਪਏ ਆ। ਬੜੀ ਦੂਰ ਦੀ ਗੱਲ ਹੈ। ਕਿਸੇ ਵੀਰ ਨੂੰ ਕਹਿ ਦਈਏ ਨਾ ਭਾਈ ਨਾਮ ਜਪਦਾ, ਉਹ ਕਹਿੰਦਾ ਜੀ ਮੈਂ ਜਪਦਾ, ਮੈਡੀਟੇਸ਼ਨ ਕਰਦਾ, ਫਲਾਣੇ ਬਾਬੇ ਨੇ ਦੱਸਿਆ। ਤੇ ਜੇ ਇਹਨੂੰ ਪੁੱਛ ਲਈਏ ਭਲਿਆ ਜਿਹੜਾ ਨਾਮ ਜਪਦਾ ਸਾਨੂੰ ਦੱਸ ਦੇ, ਸਾਡਾ ਵੀ ਭਲਾ ਹੋ ਜਾਊਗਾ। ਕਹਿੰਦੇ ਨਹੀਂ, ਬਾਬੇ ਨੇ ਪਾਬੰਦੀ ਲਾਈ ਹੈ, ਦੱਸਣਾ ਨਹੀਂ। ਨਾਮਦਾਨ ਕੋਈ ਲਕਾਉਣ ਵਾਲੀ ਸ਼ੈ ਹੈ? ਮੇਰਾ ਸਤਿਗੁਰ ਤੇ ਕਹਿੰਦਾ ਹੜਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮੇਲਿਆਂ ਤੇਰਾ ਨਾਮ ਚੇਤੇ ਆਵੇ। ਤੇ ਅੱਜ ਕਿਸੇ ਪੁੱਛ ਲਿਓ ਜਿਹੜਾ ਕਹਿੰਦਾ ਮੈਂ ਨਾਮ ਜਪਦਾ, ਬਾਬੇ ਨੇ ਦਿੱਤਾ, ਤੇ ਕਿਤੇ ਪੁੱਛ ਕੇ ਵੇਖ ਲਿਓ ਭਾਈ ਮੈਨੂੰ ਨਾਂ ਦੱਸ ਦੇ, ਕਹਿੰਦਾ ਮੇਰੇ ਬਾਬੇ ਨੇ ਮਨਾ ਕੀਤਾ ਸੀ। ਤੇ ਮੈਨੂੰ ਤਾਂ ਹੁਣ ਡਰ ਜਿਹਾ ਲੱਗਣ ਲੱਗ ਪਿਆ ਵੀ ਪਤਾ ਨਹੀਂ ਕਿਹੜੀ ਧੀ ਭੈਣ ਦੀ ਗਾਲ ਹੈ, ਜੇ ਕਿਸੇ ਨੂੰ ਦੱਸ ਦਿੱਤੀ ਤੇ ਅਗਲਾ ਸਿਹੜੀ ਨਾ ਪਾੜ ਦਿੰਦਾ ਹੋਵੇ। ਅੱਜ ਅਸੀਂ ਕੋਹਾਂ ਦੂਰ ਜਾ ਚੁੱਕੇ ਹਾਂ, ਪਰ ਫਿਰ ਵੀ ਕੋਈ ਐਸੀਆਂ ਆਤਮਾ ਨੇ ਜਿਹੜੀਆਂ ਸਾਨੂੰ ਗੁਰੂ ਦੇ ਸਿਧਾਂਤ ਦੇ ਲੜ ਲਾਉਂਦੀਆਂ, ਨਾਮ ਜਪਦੀਆਂ ਔਰ ਜਪਾਉਂਦੀਆਂ। ਵਾਹਿਗੁਰੂ ਗੁਰ ਮੰਤਰ ਹੈ। ਅਸੀਂ ਇਸ ਮੰਤਰ ਨੂੰ ਜਪਣਾ ਹੈ, ਹੋੜਾ ਮੰਤਰਾਂ ਦੇ ਚੱਕਰਾਂ 'ਚ ਨਹੀਂ ਪੈਣਾ ਜਿਨ੍ਹਾਂ 'ਚ ਸਾਨੂੰ ਬਾਹਮਣੀ ਲਾਣੇ ਨੇ ਪਾਇਆ ਹੋਇਆ ਸੀ। ਇਹਨਾਂ ਵਿੱਚੋਂ ਨਿਕਲਣਾ। ਅਸੀਂ ਤਾਂ ਆਉਣੇ ਆ ਗੁਰੂ ਘਰ, ਜੇ ਕਿਤੇ ਸਮਾਂ ਵੀ ਮਿਲਦਾ ਨਾ ਤੇ ਅਸੀਂ ਇੱਕ ਦੂਜੇ ਦੇ ਸੂਟਾਂ ਦੇ ਭੈਣਾਂ ਭਾ ਪੁੱਛ ਕੇ ਤੁਰ ਜਾਂਦੀਆਂ, ਵੀਰ ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਤੁਰ ਜਾਂਦੇ ਨੇ, ਤੇ ਮੁੜ ਕੇ ਅਸੀਂ ਰੋਂਦੇ ਹਾਂ ਜੀ ਸਾਡੀ ਕੌਮ ਦਾ ਬਣਿਆ ਹੀ ਕੁਝ ਨਹੀਂ। ਭਾਗਾਂ ਵਾਲਿਓ, ਬਾਬੇ ਨਾਨਕ ਨੇ ਸੱਚ ਦਾ ਹੋਕਾ ਦਿੱਤਾ। ਬਾਬੇ ਨਾਨਕ ਵਿੱਚ ਸਮਰੱਥਾ ਹੈ। ਦੁਨੀਆ ਦੇ ਲੋਕਾਂ ਨੂੰ ਲਲਕਾਰ ਕੇ ਆਖਿਆ, ਤੇ ਅੱਜ ਵੀ ਅਸੀਂ ਦੁਨੀਆ ਦੇ ਲੋਕਾਂ ਨੂੰ ਲਲਕਾਰ ਕੇ ਕਹਿੰਦੇ ਆ, ਉਹ ਜਿਹਦੀਆਂ ਝੋਲੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਾ ਪੜੀਆਂ, ਉਹ ਦੁਨੀਆ ਦੇ ਜਿੰਨੇ ਮਰਜ਼ੀ ਦਵਾੜਿਆਂ ਤੇ ਟੱਕਰਾਂ ਮਾਰਦਾ ਫਿਰੇ, ਉਹਦੀਆਂ ਝੋਲੀਆਂ ਖਾਲੀ ਰਹਿਣਗੀਆਂ। ਖੁਸ਼ੀਆਂ ਸਾਨੂੰ ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮਿਲਦੀਆਂ। ਧਰਮ ਦੇ ਪੁਜਾਰੀਓ ਨਾ ਸੱਪਾਂ ਦੀ ਉਹ ਪੂਜਾ ਕਰੋ, ਇਹਦੇ ਨਾਲੋਂ ਦੀਵਾ ਚੰਗਾ ਬਾਲੋ ਸ਼ਮਸ਼ਾਨ ਤੇ। ਛੇੜਾਂ ਦਾ ਸਰੂਪ ਲੈ ਕੇ ਭੇਡਾਂ ਦੀ ਨਾ ਚਾਲ ਚੱਲੋ, ਵੱਟਾਂ ਨਾ ਲਗਾਇਓ ਪੰਥ ਖਾਲਸੇ ਦੀ ਸ਼ਾਨ ਤੇ। ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰੂ, ਜਿਸ ਦੀ ਮਹਿਮਾ ਤਿੰਨਾਂ ਲੋਕਾਂ ਦੀ ਜ਼ਬਾਨ ਤੇ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇੜਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ। ਬਾਬੇ ਨਾਨਕ ਨੇ ਹੋਕਾ ਦਿੱਤਾ, ਸਾਹਿਬ ਮੇਰਾ ਇੱਕੋ ਹੈ, ਭਾਈ ਇੱਕੋ ਹੈ। ਜੇ ਕਿਤੇ ਮੈਂ ਇਹਨਾਂ ਬਾਹਮਣ ਲਾਣਿਆਂ ਦੀਆਂ ਕਰਤੂਤਾਂ ਦੀ ਦਾਸਤਾਨ ਸ਼ੁਰੂ ਕਰ ਲਵਾਂ ਤੇ ਮੇਰਾ ਸਮਾਂ ਇਹਦੇ 'ਚ ਹੀ ਲੰਘ ਜਾਣਾ ਹੈ, ਪਰ ਮੈਂ 1947 ਤੋਂ ਸ਼ੁਰੂ ਕਰ ਲੈਣਾ, ਗੱਲ ਤੁਹਾਡੇ ਸਮਝ ਆ ਜਾਵੇਗੀ। 1947 ਨੂੰ ਜਦੋਂ ਸਾਡੇ ਨਲਾਇਕ ਲੀਡਰ ਇਕੱਠੇ ਹੋ ਕੇ ਚੜ੍ਹਦੇ ਆਜ਼ਾਦੀ ਦੇ ਸੂਰਜ ਨੂੰ ਵਿਪੜਾਂ ਦੀ ਝੋਲੀ ਵਿੱਚ ਪਾ ਰਹੇ ਸੀ, ਠੀਕ ਉਸ ਵੇਲੇ 2 ਜੂਨ 1947 ਨੂੰ ਰੋਡੇ ਪਿੰਡ ਦੀ ਧਰਤੀ ਤੇ ਇੱਕ ਬਾਲਕ ਨੇ ਜਨਮ ਲਿਆ। ਮਾਪਿਆਂ ਨੇ ਉਸ ਬਾਲਕ ਦਾ ਨਾਂ ਜਰਨੈਲ ਸਿੰਘ ਰੱਖਿਆ। ਇਹ ਵੀ ਇੱਕ ਦੇਵੀ ਕ੍ਰਿਸ਼ਮਾ ਸੀ ਕਿ ਕੌਮ ਨੂੰ ਜਰਨੈਲ ਮਿਲ ਗਿਆ। ਸੰਤ ਜਰਨੈਲ ਸਿੰਘ ਹੋਇਆ ਪੈਦਾ, ਡਾਢਾ ਕੌਮ ਦੇ ਨਾਲ ਸੀ ਪਿਆਰ ਉਹਨੂੰ। 20ਵੀਂ ਸਦੀ ਦਾ ਸਿੱਖ ਸ਼ਹੀਦ ਕਹਿ ਕੇ ਕੌਮ ਦਿੰਦੀ ਏ ਸਦਾ ਸਤਿਕਾਰ ਉਹਨੂੰ। ਬਾਬਾ ਕੌਮ ਦਾ ਮਰਦ ਦਲੇਰ ਸੀ ਉਹ, ਸ਼ਹੀਦ ਹੋਣ ਦਾ ਚੜਿਆ ਖਵਾੜੀ ਉਹਨੂੰ। ਜੋ ਕੁਝ ਕਿਹਾ ਸੋ ਕਰਕੇ ਵਿਖਾ ਦਿੱਤਾ, ਤੇ ਰੋਕ ਸਗੀ ਨਾ ਹਿੰਦ ਸਰਕਾਰੀ ਉਹਨੂੰ। ਉਹਦਾ ਜਨਮ ਰੋਡੇ ਪਿੰਡ ਦੀ ਧਰਤੀ ਤੇ ਹੋਇਆ। ਸਰਦਾਰ ਜੋਗਿੰਦਰ ਸਿੰਘ ਰੋਡੇ, ਮਾਤਾ ਨਿਹਾਲ ਕੌਰ ਦੇ ਕੁੱਖੋਂ ਇਸ ਬਾਲਕ ਨੇ ਜਨਮ ਲਿਆ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਇੱਕ ਦਿਨ ਉਹ ਸਮਾਂ ਆਇਆ ਜਿੱਦਣ ਦਮਦਮੀ ਟਕਸਾਲ ਦੇ 62ਵੇਂ ਮੁਖੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀਵਾਨ ਸਜਾਉਣ ਵਾਸਤੇ ਰੋਡੇ ਪਿੰਡ ਵਿੱਚ ਗਏ। ਸਮਾਂ ਸੀ ਕਿ ਸਿੱਖ ਸੰਗਤਾਂ ਦੀਵਾਨ ਸੁਣਦੀਆਂ ਸੀ। ਕਿੰਨੇ ਕਿੰਨੇ ਦਿਨ ਪੰਥ ਦੀ ਰਵਾਇਤ ਦੇ ਅਨੁਸਾਰ ਦੀਵਾਨ ਲੱਗਦੇ ਸੀ। ਲਾਗ ਤੇ ਦੀਵਾਨ ਰਹੇ, ਗਾਵ ਤੇ ਸਜਾਨ ਰਹੇ, ਝੂਲ ਤੇ ਨਿਸ਼ਾਨ ਰਹੇ। ਪੰਥ ਮਹਾਰਾਜ ਪੰਥ ਦੀਆਂ ਗੁੰਜਾਂ ਜੁਗੋ ਜੁਗ ਪੈਂਦੀਆਂ। ਜਦੋਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਿੰਡ ਰੋਡੇ ਗਏ, ਗੁਰੂ ਕੇ ਵਜ਼ੀਰ ਨੂੰ ਆਖਿਆ ਜੀ ਦੀਵਾਨ ਸਜਾਉਣੇ ਨੇ। ਉਹ ਕਹਿੰਦਾ ਧੰਨ ਭਾਗ, ਅਸੀਂ ਗੁਰੂ ਦੀ ਗੱਲ ਸੁਣਾਂਗੇ। ਮਨ ਵਿੱਚ ਚਾਹ ਪੈਦਾ ਹੋ ਗਿਆ। ਬੇਨਤੀ ਹੈ ਕਿ ਇੱਕ ਗੱਡੀ HR 78A 0855 0855 ਗੱਡੀ ਦਾ ਮਾਲਕ ਜਿੱਥੇ ਸੁਣਦਾ ਹੋਵੇ ਉਹ ਆਪਣੀ ਗੱਡੀ ਨੂੰ ਪਾਸੇ ਕਰਨ ਦੀ ਕਿਰਪਾਲਤਾ ਕਰੇ। ਆਓ ਰੋ ਵਿਚਾਰ। ਮਹਾਂਪੁਰਸ਼ਾਂ ਨੇ ਆਖਿਆ ਦੀਵਾਨ ਸਜਾਉਣੇ ਨੇ, ਉਹਨਾਂ ਆਖਿਆ ਧੰਨ ਭਾਗ। ਗ੍ਰੰਥੀ ਸਿੰਘ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਭਾਈ
ਆਪਣੇ ਘਰ ਚੋਂ ਮੰਜੇ ਬਿਸਤਰੇ ਦੁੱਧ ਪ੍ਰਸ਼ਾਦੇ ਲੈ ਕੇ ਆਓ। ਮਹਾਂਪੁਰਸ਼ ਆਪਣੇ ਪਿੰਡ ਆਏ ਨੇ, ਦੀਵਾਨ ਸੱਜਣੇ। ਇੱਕ ਛੋਟਾ ਜਿਹਾ ਬੱਚਾ ਸਿਰ ਤੇ ਮੰਜੇ ਚੁੱਕੇ ਉੱਤੇ ਬਿਸਤਰੇ ਰੱਖੇ ਤੇ ਤੁਰਿਆ ਆਉਂਦਾ ਏ। ਗੁਰੂ ਘਰ ਦੇ ਵਜ਼ੀਰ ਗ੍ਰੰਥੀ ਜਗਦੀਸ਼ ਸਿੰਘ ਉਸ ਵੇਲੇ ਸੀ। ਉਹਨੇ ਅੱਗੇ ਵੱਧ ਕੇ ਮੰਜਾ ਸਿਰ ਤੋਂ ਲਵਾ ਲਿਆ ਤੇ ਉਸ ਬੱਚੇ ਦੀ ਬਾਂਹ ਪਕੜ ਲਈ। ਬਾਂਹ ਪਕੜ ਕੇ ਉਸ ਥਾਂ ਤੇ ਲੈ ਗਏ ਜਿੱਥੇ ਮਹਾਂਪੁਰਸ਼ ਸਿੱਖ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਕਰ ਰਹੇ ਸੀ। ਕਹਿੰਦੇ ਬਾਬਾ ਜੀ, ਆ ਬੱਚੇ ਦੀ ਉਮਰ ਵੇਖੋ ਕਿੱਡੀ ਛੋਟੀ ਹੈ, ਪਹਾੜ ਇਹਨੇ ਕਿੰਨਾ ਚੁੱਕਿਆ ਹੋਇਆ, 2 ਮੰਜੇ ਚੁੱਕੇ ਉੱਤੇ ਬਿਸਤਰੇ ਰੱਖੇ ਆ, ਉਮਰ ਛੋਟੀ ਹੈ, ਪਹਾੜ ਬੜਾ ਚੁੱਕਿਆ ਹੈ। ਤੇ ਮਹਾਂਪੁਰਸ਼ ਹੱਸ ਕੇ ਕਹਿੰਦੇ ਜਗਦੀਸ਼ ਸਿੰਘਾ, ਅੱਜ ਤੇ ਤੈਨੂੰ ਮੰਜੇ ਬਿਸਤਰਿਆਂ ਦਾ ਭਾਰ ਲੱਗਦਾ ਹੈ, ਕਦੇ ਸਮਾਂ ਆਵੇਗਾ ਸਾਰੀ ਕੌਮ ਦਾ ਭਾਰ ਇਸ ਬੱਚੇ ਦੇ ਮੋਢਿਆਂ ਤੇ ਹੋਵੇਗਾ। ਤੇ ਭਾਗਾਂ ਵਾਲੇ ਉਹ ਬੱਚਾ ਕੋਈ ਹੋਰ ਨਹੀਂ ਸੀ, ਉਹ ਜਰਨੈਲ ਸਿੰਘ ਸੀ। ਮਹਾਂਪੁਰਸ਼ਾਂ ਦੇ ਮੁਖੋਂ ਬਚਨ ਨਿਕਲੇ। ਸ਼ਾਮਾਂ ਦਾ ਵਕਤ ਹੋਇਆ। ਸਾਡੀ ਇੱਕ ਮਰਜ਼ਾਦਾ ਹੈ, ਸਾਨੂੰ ਸਾਡੇ ਗੁਰੂ ਨੇ ਆਖਿਆ ਕਿ ਤੁਹਾਡੇ ਘਰ ਦੇਗ ਤੇ ਤੇਗ ਪੱਕੀ ਹੋਣੀ ਚਾਹੀਦੀ ਹੈ। ਦੇਗ ਘਰ ਹੈ ਮਹਿਮਾਨ ਵਾਸਤੇ ਤੇ ਤੇਗ ਦੁਸ਼ਮਣ ਵਾਸਤੇ। ਕਿਸੇ ਸਿੱਖ ਵਿੱਚ ਸਮਰੱਥਾ ਹੋਵੇ ਉਹ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾ ਦੇਵੇ। ਜੇ 5 ਨੂੰ ਵੀ ਛਕਾਉਣ ਜੋਗਾ ਨਹੀਂ, ਕਿਸੇ ਇੱਕ ਨੂੰ ਪ੍ਰਸ਼ਾਦਾ ਛਕਾ ਦੇ। ਜੇ ਇੱਕ ਨੂੰ ਵੀ ਛਕਾਉਣ ਜੋਗਾ ਨਹੀਂ ਤੇ ਫਿਰ ਥੋੜਾ ਆਟਾ ਘੜੋਂ ਲਵੇ ਤੇ ਗੁਰੂ ਕੇ ਲੰਗਰਾਂ 'ਚ ਪਾ ਕੇ ਮੀਰੀ ਪੀਰੀ ਦੇ ਮਾਲਕ ਅੱਗੇ ਅਰਦਾਸ ਕਰੇ ਕਿ ਪਾਤਸ਼ਾਹ ਮੇਰੀ ਗਰੀਬੀ ਦੂਰ ਕਰ ਦੇ, ਤੇ ਸਤਿਗੁਰੂ ਮਿਹਰਾਂ ਕਰ ਦੇਣਗੇ, ਘਰ ਚੋਂ ਗਰੀਬੀ ਦਾ ਦਲਿੱਦਰ ਨਿਕਲ ਜਾਵੇਗਾ। ਅੱਜ ਬਹੁਤੇ ਸੱਜਣ ਕਹਿ ਦਿੰਦੇ ਆ ਕਿ ਸਾਡਾ ਟੱਬਰ ਕਮਾਈ ਕਰਦਾ, ਬੜਕਤ ਨਹੀਂ ਪੈਂਦੀ। ਬੜਕਤਾਂ ਕਿਵੇਂ ਪੈਂਦੀਆਂ? ਕਿਤੇ ਮਹਾਂਪੁਰਸ਼ਾਂ ਕੋਲੋਂ ਜੁਗਤੀਆਂ ਸੁਣਿਓ। ਘਰ ਵਿੱਚ ਖਜ਼ਾਨਾ ਰੱਖਣਾ ਸ਼ੁਰੂ ਕਰ ਦਿਓ ਗੁਰੂ ਦਾ। ਗੁਰੂ ਦਾ ਖਜ਼ਾਨਾ, ਘਰ ਤੁਹਾਡਾ, ਖਜ਼ਾਨਾ ਗੁਰੂ ਦਾ। ਦਸਵੰਧ ਕੱਢੋਗੇ ਤੇ ਬੜਕਤਾਂ ਗੁਰੂ ਆਪ ਤੁਹਾਡੀ ਕਮਾਈ ਵਿੱਚ ਪਾਉਂਗੇ। ਬਾਪੂ ਜੋਗਿੰਦਰ ਸਿੰਘ ਰੋਡੇ ਮਹਾਂਪੁਰਸ਼ਾਂ ਨੂੰ ਕਹਿੰਦੇ ਜੀ ਮੇਰੇ ਘਰ ਵਿੱਚ ਚਰਨ ਪਾਓ, ਨਾਲੇ ਪ੍ਰਸ਼ਾਦਾ ਛਕੋ। ਸੰਤਾਂ ਨੇ ਆਖਿਆ ਵੀ ਅਸੀਂ ਜਿਹਦੇ ਘਰ ਪ੍ਰਸ਼ਾਦਾ ਛਕਦੇ ਉਹਦੇ ਕੋਲੋਂ ਭੇਟਾ ਜ਼ਰੂਰ ਲੈਂਦੇ ਆ, ਵੀ ਭੇਟਾ ਤੋਂ ਬਿਨਾਂ ਨਹੀਂ ਪ੍ਰਸ਼ਾਦਾ ਛਕਦੇ। ਸਰਦਾਰ ਜੋਗਿੰਦਰ ਸਿੰਘ ਰੋਡੇ ਕਹਿੰਦਾ ਜਿੰਨੀ ਭੇਟਾ ਕਹੋਗੇ ਦੇ ਦਾਂਗੇ। ਪ੍ਰਸ਼ਾਦਾ ਛਕਾਇਆ, ਅਰਦਾਸ ਕਰਨ ਲੱਗੇ। ਮਹਾਂਪੁਰਸ਼ ਕਹਿੰਦੇ ਵੀ ਲਿਆਓ ਸਾਡੀ ਭੇਟਾ। ਤੇ ਜੋਗਿੰਦਰ ਸਿੰਘ ਰੋਡੇ ਨੇ ਜੇਬ ਨੂੰ ਹੱਥ ਮਾਰਿਆ, ਬਟੂਆ ਕੱਢਿਆ, ਜੀ ਕਿੰਨੀ ਕੁ ਸੇਵਾ ਕਰ ਦਈਏ? ਮਹਾਂਪੁਰਸ਼ ਹੱਸ ਕੇ ਕਹਿੰਦੇ ਇਹ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਲਾਈ ਹੈ। ਇਹ ਮਾਇਆ ਨਾਲ ਨਹੀਂ ਚੱਲਦੀ, ਇਹ ਸਿਰਾਂ ਨਾਲ ਚੱਲਦੀ ਹੈ। 10ਵੇਂ ਗੁਰੂ ਜੀ ਅੰਤਰਜਾਮੀ ਗੁਰ ਸਿੱਖਿਆ ਪ੍ਰਚਾਰਨ ਲਈ, ਅੰਮ੍ਰਿਤ ਬਾਣੀ ਅੰਮ੍ਰਿਤ ਬਾਟਾ ਸੱਚੋ ਸੱਚ ਪ੍ਰਚਾਰਨ ਲਈ ਦਮਦਮੇ ਸੀ ਕੇਂਦਰ ਖੋਲੇ। ਆਇਆ ਨਾ ਅੰਤ ਖਜ਼ਾਨਿਆਂ ਦਾ, ਭਿੰਡਰਾਂ ਵਾਲੇ ਸੰਤ ਸਿਪਾਹੀ ਦਲ ਕੌਮੀ ਪਰਵਾਨਿਆਂ ਦਾ। ਇਹ ਟਕਸਾਲ ਮਾਇਆ ਨਾਲ ਨਹੀਂ ਚੱਲਦੀ, ਇਹ ਸਿਰ ਨਾਲ ਚੱਲਦੀ ਹੈ। ਕਹਿੰਦੇ ਮਹਾਂਪੁਰਸ਼ੋ ਅਸੀਂ ਸਮਝੇ ਨਹੀਂ। ਕਹਿੰਦੇ ਤੁਹਾਨੂੰ ਪਰਮਾਤਮਾ ਨੇ 5 ਪੁੱਤਰ ਬਖਸ਼ਿਆ, ਇੱਕ ਪੁੱਤਰ ਟਕਸਾਲ ਦੀ ਸੇਵਾ ਵਿੱਚ ਦੇ ਦਿਓ, ਕੌਮ ਦੀ ਸੇਵਾ ਕਰੇਗਾ। ਧੰਨ ਹੈ ਸਰਦਾਰ ਜੋਗਿੰਦਰ ਸਿੰਘ ਰੋਡੇ, ਧੰਨ ਹੈ ਮਾਤਾ ਨਿਹਾਲ ਕੌਰ। ਉਹਨੇ ਆਪਣੇ ਬੱਚੇ ਤਿਆਰ ਕਰਕੇ ਲਿਆਂਤੇ। ਇਹ ਨਹੀਂ ਆਖਿਆ ਕਿ ਕੋਈ ਉਜਰ ਨਹੀਂ ਕੀਤਾ। ਕਹਿੰਦੇ ਜੀ ਜਿਹੜਾ ਬੱਚਾ ਤੁਹਾਨੂੰ ਚੰਗਾ ਲੱਗਦਾ ਉਹ ਸੇਵਾ 'ਚ ਲੈ ਲਓ। ਛੋਟੀ ਜੀ ਉਮਰ ਦਾ ਜਰਨੈਲ ਸਿੰਘ ਮਹਾਂਪੁਰਸ਼ਾਂ ਨੇ ਆਪਣੀ ਸੇਵਾ ਵਿੱਚ ਲਾ ਲਿਆ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਮਾਂ ਆਉਂਦਾ ਹੈ ਇੰਦਰਾ ਗਾਂਧੀ ਦਾ। ਇੰਦਰਾ ਗਾਂਧੀ ਨੇ ਬੰਗਾਲ ਦੇ ਦੇਸ਼ ਨੂੰ ਲੱਗ ਕਰਕੇ ਉਹਨਾਂ ਦੇ ਨੱਕ ਵਿੱਚ ਨੱਥ ਪਾ ਕੇ ਮੁਸਲਮਾਨਾਂ ਨੂੰ ਝੁਕਾ ਲਿਆ, ਈਸਾਈਆਂ ਨੂੰ ਝੁਕਾ ਲਿਆ। ਪਰ ਇੱਕੋ ਕੌਮ ਸੀ ਬਾਜਾਂ ਵਾਲੇ ਦੀ ਜਿਹੜੀ ਉਹਦੀਆਂ ਅੱਖਾਂ ਵਿੱਚ ਰੜਕਦੀ ਹੈ। ਉਹਨੇ ਐਮਰਜੈਂਸੀ ਲਾ ਦਿੱਤੀ ਵੀ ਕੋਈ ਬੰਦਾ ਬੋਲ ਨਹੀਂ ਸਕਦਾ, ਕੋਈ ਗੱਲ ਨਹੀਂ ਕਰ ਸਕਦਾ। ਹਾਕਮ ਇਤਨਾ ਹੀ ਕਰਦੇ ਆ। ਤੁਸਾਂ ਵੇਖਿਆ ਆ ਪਿੱਛੇ ਜੇ ਜਿਹਨੂੰ ਆਪਾਂ ਕਹਿੰਦੇ ਸਾਂ ਇਹ ਛੜਾ ਛਾਂਟ ਇਹ ਦੇਸ਼ ਦਾ ਸਵਾਰੇਗਾ, ਪਤਾ ਉਦਣ ਲੱਗਦਾ ਜਦੋਂ ਸਾਰਾ ਦੇਸ਼ ਹੀ ਵੇਚ ਕੇ ਖਾ ਜਾਂਦਾ ਹੈ। ਪਤਾ ਉਦਣ ਲੱਗਦਾ। ਉਹਨੇ ਵੀ ਸਿੱਖਾਂ ਤੇ ਕਾਲੇ ਕਾਨੂੰਨ ਥਾਪਣੇ ਸ਼ੁਰੂ ਕਰ ਦਿੱਤੇ। ਸਾਡੇ ਕਿਸਾਨ ਬਾਰਡਰਾਂ ਤੇ ਬੈਠੇ 800 ਤੋਂ ਵੱਧ ਸ਼ਹੀਦ ਹੋ ਗਿਆ। ਤੇ ਮੈਂ ਅਕਸਰ ਇੱਕ ਬੇਨਤੀ ਕਰਦਾ ਭਾਈ, ਕਿਤੇ ਆਨੰਦਪੁਰ ਸਾਹਿਬ ਦੀ ਮਤੇ ਦੀ ਕਾਪੀ ਤੁਸਾਂ ਪੜ੍ਹੀ ਹੁੰਦੀ, ਅੱਜ ਸਾਨੂੰ ਸ਼ਹੀਦੀਆਂ ਪਾਉਣ ਦੀ ਲੋੜ ਨਾ ਪੈਂਦੀ। ਜੇ ਉਸ ਵੇਲੇ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਸਾਥ ਦਿੰਦੇ ਤੇ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਹੈ। ਪਰ ਗੁਰੂ ਨਾਨਕ ਦਾ ਘਰ ਧੱਕਾ ਕਿਸੇ ਨਾਲ ਵੀ ਹੁੰਦਾ ਹੋਵੇ ਤੇ ਝੱਲ ਨਹੀਂ ਸਕਦਾ।
ਇਹਨਾਂ ਨੇ ਐਮਰਜੈਂਸੀ ਦੇ ਵਿਰੁੱਧ ਵਿੱਚ ਨਗਰ ਕੀਰਤਨ ਕੱਢਣੇ ਸ਼ੁਰੂ ਕਰ ਦਿੱਤੇ ਤੇ 37 ਨਗਰ ਕੀਰਤਨ ਇੱਕੇ ਦਿਨ ਦਿੱਲੀ ਦੀ ਧਰਤੀ ਤੇ ਜਾਣੇ ਆ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਵੀ ਕੋਈ ਜਵਾਨ ਉੱਠੇ ਫਰੀਦਕੋਟ ਦੇ ਰਾਜੇ ਕੋਲੋਂ ਹੈਲੀਕਾਪਟਰ ਲੈ ਕੇ ਆਉਣਾ ਜਿਹਨੇ ਨਗਰ ਕੀਰਤਨ ਉੱਤੇ ਫੁੱਲਾਂ ਦੀ ਵਰਖਾ ਕਰਨੀ ਆ। ਤੇ ਜਰਨੈਲ ਸਿੰਘ ਉਦੋਂ ਅਭਿਆਸੀ ਸੀ, ਆਪਣੇ ਜੀਵਨ ਦਾ ਅਭਿਆਸ ਕਰਦੇ ਨੇ, ਟਕਸਾਲ ਵਿੱਚ ਬਾਣੀ ਪੜ੍ਹਦੇ ਨੇ, ਉੱਠੇ ਐ ਤੁਰ ਪਏ। ਕਹਿੰਦੇ ਫਰੀਦਕੋਟ ਮੇਰੇ ਜ਼ਿਲ੍ਹੇ 'ਚ ਹੀ ਪੈਂਦਾ, ਮੈਂ ਡੋਡੇ ਪਿੰਡ ਦਾ ਵਾਂ ਤੇ ਮੈਂ ਹੈਲੀਕਾਪਟਰ ਦਾ ਪ੍ਰਬੰਧ ਕਰਾਂਗਾ। ਮੇਰਾ ਇੱਕ ਮਿੱਤਰ ਇੰਗਲੈਂਡ ਦੀ ਧਰਤੀ ਤੇ ਅਕਸਰ ਹੀ ਮੇਰੇ ਨਾਲ ਫੋਨ ਤੇ ਗੱਲ ਕਰਦਾ ਰਹਿੰਦਾ। ਕਹਿੰਦਾ ਜੀ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਅਭਿਆਸੀ ਸੀ ਉਦੋਂ ਅਜੇ ਸੰਤ ਨਹੀਂ, ਅਜੇ ਟਕਸਾਲ ਦੀ ਸੇਵਾ ਨਹੀਂ ਮਿਲੀ। ਕਹਿੰਦਾ ਮੇਰੇ ਕੋਲੋਂ ਪਿੰਡ ਆਏ ਤੇ ਉਹਨਾਂ ਦੇ ਪੈਰਾਂ ਵਿੱਚ ਜੁੱਤੀ ਨਹੀਂ ਸੀ। ਕਹਿੰਦਾ ਮੈਂ ਆਖਿਆ ਜਰਨੈਲ ਸਿੰਘ ਜੇਬਾਂ ਭਰੀਆਂ ਪਈਆਂ ਪੈਸਿਆਂ ਨਾਲ ਕੋਈ ਜੋੜਾ ਖਰੀਦ ਲੈਣਾ ਸੀ, ਪਰ ਧਨ ਹੈ ਉਹ ਕੌਮ ਦਾ ਛੇੜ। ਕਹਿੰਦਾ ਇਹਨਾਂ ਪੈਸਿਆਂ ਨਾਲ ਗੁਰੂ ਘਰ ਦੀ ਚੀਜ਼ ਤਾਂ ਖਰੀਦੀ ਜਾ ਸਕਦੀ ਹੈ, ਪੈਸੇ ਮੈਂ ਆਪਣੇ ਨਿੱਜੀ ਕੰਮਾਂ ਵਾਸਤੇ ਨਹੀਂ ਵਰਤਾਂਗਾ। ਇੱਕ ਬੰਨੇ ਉਹ ਵੀ ਬਾਬੇ ਹੈ ਜਿਨ੍ਹਾਂ ਕੌਮ ਲਈ ਕੀਤਾ ਕੁਝ ਨਹੀਂ, ਉਹਨਾਂ ਦੀਆਂ ਜੁੱਤੀਆਂ ਇਹ ਭੋੜਿਆਂ 'ਚ ਪਈਆਂ ਰੰਗ ਬਰੰਗੀ ਕਢਾਈ ਵਾਲੀਆਂ ਤੇ ਲੋਕੀ ਜੁੱਤੀਆਂ ਨੂੰ ਮੱਥਾ ਟੇਕੀ ਜਾਂਦੇ। ਇੱਕ ਬੰਨੇ ਉਹ ਵੀ ਬਾਬੇ ਆ, ਇੱਕ ਬੰਨੇ ਉਹ ਮਰਦ ਹੈ ਜਿਹੜਾ ਕੌਮ ਵਾਸਤੇ ਜੋੜਾ ਪਾਉਣਾ ਵੀ ਪ੍ਰਵਾਨ ਨਹੀਂ ਕਰਦਾ। ਹੈਲੀਕਾਪਟਰ ਦਾ ਪ੍ਰਬੰਧ ਕੀਤਾ ਤੇ ਵਾਪਸ ਚਲ ਗਿਆ। ਯਾਦ ਰੱਖੋ ਦਿੱਲੀ ਦੀ ਧਰਤੀ ਤੇ ਬੜਾ ਵੱਡਾ ਇਕੱਠ ਹੋਇਆ ਤੇ ਜਿਹੜੇ ਰਾਜਨੀਤਿਕ ਲੋਕ ਹੈ ਨਾ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਸਾਰੀ ਉਮਰ ਉਹਨੂੰ ਝੁਕਾਉਂਦੇ ਨੇ, ਬੰਦੇ ਨੂੰ ਸੱਚ ਨੂੰ ਦਬਾਉਂਦੇ ਐ ਤੇ ਜੇ ਕਿਤੇ ਸੱਚ ਜਿੱਤ ਜਾਵੇ ਤੇ ਵਧਾਈ ਦੇਣ ਪਹਿਲੋਂ ਪਹੁੰਚ ਜਾਂਦੇ ਆ, ਮਾਫੀਆਂ ਮੰਗਣ ਪਹਿਲੋਂ ਪਹੁੰਚ ਜਾਂਦੇ ਆ। ਤੋ ਮੈਂ ਬੇਨਤੀ ਕਰਾਂ, ਇੰਦਰਾ ਗਾਂਧੀ ਉਸ ਇਕੱਠ ਵਿੱਚ ਆਈ ਤੇ ਲੋਕੀ ਕਹਿੰਦੇ ਜੀ ਦਿੱਲੀ ਦਾ ਤਖਤ ਸੀਸ ਨਵਾਉਣ ਆ ਰਿਹਾ। ਉਹ ਕਹਿੰਦੇ ਸਤਿਕਾਰਯੋਗ ਹੈ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਕਹਿੰਦੇ ਸਤਿਕਾਰਯੋਗ ਹੈ, ਦੇਸ਼ ਦੀ ਪ੍ਰਧਾਨ ਮੰਤਰੀ ਹੈ, ਪਰ ਸਾਡੇ ਗੁਰੂ ਦਾ ਸਾਨ ਨਹੀਂ ਦੇ ਸਕਦੀ। ਹਜ਼ਾਰਾਂ ਵਾਰ ਸਿਰ ਵੱਢ ਕੇ ਵੀ ਭੇਟਾ ਕਰਦੇ, ਇਹ ਸਿੱਖ ਕੌਮ ਦਾ ਸਾਨ ਇਹ ਆਪਣੇ ਸਿਰੋਂ ਨਹੀਂ ਲਾ ਸਕਦੀ। ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ 'ਚ ਸੀਸ ਨਾ ਵਾਰਦੇ ਤੇ ਅੱਜ ਹਿੰਦੁਸਤਾਨ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ। बुल्ले शाह कहता ना कहूँ अब की, ना कहूँ तब की, मैं बात कहूँ जब की, अगर होते ना गुरु गोबिंद सिंह सुन तोती सब की। नाले ना दिल्ली का तख्त दवाया किन्ने, दोस्तों मित्रों मेहरबानों ढाडा धर्म बचाया तो खालसे ने, काली तवी वर्गे ढाडे चेहड़ियां ते सूआ रंग चढ़ाया तो खालसे ने, आप फांसियां दे रस्से झूट के तो दिल्ली तख्त दवाया तो खालसे ने। 100 बार भी ये आसान तार नहीं सकती। उस दिन तो ही इंदिरा ने फैसला कर लिया भी ये संत जहान ते नहीं रहणगे। एक्सीडेंट हुंदा है संत ज्ञानी करतार सिंह खालसा पिंडरां वाले दा, जां कड़ा दिता गया, संत वैगुरू दे देश चल गए। सेवा मिली दमदमी टकसाल दे 14वें मुखी दी संत ज्ञानी जरनैल सिंह खालसा पिंडरां वालियां नूं, ते उन्हां ने सिख संगतां विच आज़ादी दी मंग भरनी शुरू कर दित्ती। 20वीं सदी के जरनैल कहते सी पहलों धोती याद कराइए, टोपी याद कराइए, हुण पग याद कराउणी है। मैं शरीरक मौत नूं मौत नहीं गिनदा, जमीर दा मर जाना ही मौत हो जाया करदा है। छेड़ बब्बड़ा सुनी जा गर्ज तेरी, दिल्ली कंबी तां दिल्ली दरबार कंबिया, कंब गई सी देश दी महारानी देले उसदा वाड़ वाड़ कंबिया। कंबे पिंडां च दगा कमाउण वाले वो नकली गुरुआं दा सी बाजार कंबिया। संत जरनैल सिंह दी ललकार सुन के सिख कौम दा हड़ गद्दार कंबिया। वो जोधे दी शान दुनिया तो निराली सी, जिवें उन्हें दमदमी टकसाल की सेवा संभाल के सिख कौम की सेवा करनी शुरू की। मेरे साथी वीर मलकीत सिंह लैड़ी, भाई सतनाम सिंह जी सत्ता कविश्री दे सिकंदर इउं बयान कर रखिया ना जरनैल सी है भी सी जरनैला, रख दे कदे उधार ना ही कर दे पहला। ओ संत सिपाही सूरमाय जिगरा भी बलवान, पिंडरा वाले संत दी जगों वखरी शान। वो रखिया ना जरनैल सी है भी सी जरनैला, रख दे कदे उधार
ਨਾਹੀ ਕਰਦੇ ਪਹਿਲਾ ਸੰਤ ਸਿਪਾਹੀ ਸੂਰਮਾਈ ਜਿਗਰਾ ਵੀ ਬਲਵਾਨ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਬੱਕਰੀ ਸ਼ਾਨ ਓ ਸੱਜੇ ਖੱਬੇ ਨਾਲ ਜੋ ਹਈ ਅਣਖੀ ਦਲੇਰਾ ਅਣਖ ਵੀਰਤਾ ਭਰਿਓ ਜੋ ਜੰਗਲ ਦੇ ਸ਼ੇਰਾ ਓ ਰੱਖਦੇ ਦਇਆ ਸਿਰਾਂ ਦਾ ਰਵੇ ਬਾਵਾਂ ਤੇ ਮਾਣਾ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਮੈਂ ਪਿੱਟ ਲੱਗਾ ਟਾਕ ਤੇ ਪਿਸਟਲ ਲੱਗਾ ਟਾਕ ਤੇ ਹੱਥ ਵਿੱਚ ਫੜਿਆ ਤੀਰਾ ਥੱਪੜ ਬਾਵਾ ਲੰਮੀਆਂ ਸੋਵਨੀਕ ਤਸਵੀਰਾਂ ਨਾ ਸੁਣ ਕੇ ਉਸ ਸੰਤ ਦਾ ਵੈਰੀ ਪੈ ਘਬਰਾਣਾ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਓ ਭਰਿਆ ਗੈਰਤ ਨਾਲਿਓ ਤੋਲ ਬੋਲ ਇੱਕ ਸਾਰਾ ਕਰੇ ਮਖੌਲਾ ਮੌਤ ਨੂੰ ਜਦ ਕਰਦਾ ਪ੍ਰਚਾਰ ਓ ਮੁਰਦਾਰੂਗਾ ਵਿੱਚ ਵੀ ਪਾ ਦੇਵੇ ਉਹ ਜਾਣ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਹੋ ਭੈਣ ਮੰਨਦਾ ਕਿਸੇ ਦਾ ਭੈਣ ਮੰਨਦਾ ਕਿਸੇ ਦਾ ਨਾ ਡਰ ਦੇਵੇ ਆਪਾ ਕਹਿੰਦਾ ਮਰਦੋ ਪਾਪ ਨੂੰ ਜੜ ਤੋਂ ਕਰਨਾ ਸਾਫ ਤਾਂ ਹੀ ਕਰਦੀ ਕੌਮ ਵੀ ਉਸ ਦਾ ਵੱਡਾ ਮਾਣ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਓ ਕੋਈ ਨਾ ਉਹਦੇ ਤੁੱਲ ਦਾ ਖੋਲ ਸੁਣਾਵਾ ਸੱਚ ਡਰ ਉਸ ਦਾ ਮੰਨਦੇ ਪਹੁੰਚ ਝੂਠੀ ਖਾਪਾ ਓ ਜਿਸ ਰਸਤੇ ਤੋਂ ਲੰਘਣਾ ਭਲਕਾ ਲੋਕ ਵਿਸ਼ਾਨ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਓ ਬਈ ਬਾਜੀ ਲਾਉਣੀ ਸਿਰਾਂ ਦੀ ਇੱਕ ਪਾਸੇ ਸਰਕਾਰ ਉਧਰ ਬਾਬਰ ਜ਼ੁਲਮੀਏ ਇਧਰ ਨਾਨਕ ਯਾਰਾ ਆਓ ਵੇਖਿਓ ਦੀ ਰਫਤਾਰ ਨੂੰ ਲੋਕ ਹੋਣ ਹੈਰਾਨ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਲਹਿਰੀ ਸਿਰ ਲੱਤ ਸੂਰ ਲਹਿਰੀ ਸਿਰ ਲੱਤ ਸੂਰ ਥੱਬਣ ਉਸ ਦੇ ਕੋਲਾ ਹੱਥੀ ਆਦਮ ਖਾਣੀਆਂ ਬੋਟੇ ਪਾਈਆਂ ਤੋਲਾ ਓ ਸਤ ਨਿਸ਼ਾਨ ਵੀ ਉਸਦਾ ਜਸ ਜਗਤ ਵਿੱਚ ਗਾਣਾ ਪਿੰਡਰਾਂ ਵਾਲੇ ਸੰਤ ਦੀ ਜੱਗੋਂ ਵੱਖਰੀ ਸ਼ਾਨ ਇਸ 20ਵੀਂ ਸਦੀ ਦੇ ਮਹਾਨ ਜਰਨੈਲ ਨੇ ਸਿੱਖਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨਾ ਸ਼ੁਰੂ ਕੀਤਾ, ਸਿੱਖਾਂ ਨੂੰ ਜਗਾਉਣਾ ਸ਼ੁਰੂ ਕੀਤਾ ਤੇ ਉਹ ਹਰ ਇੱਕ ਬੰਦਾ ਸਰਕਾਰ ਦੀ ਨਿਗਾਹ ਵਿੱਚ ਬਾਗੀ ਹੁੰਦਾ ਹੈ ਜਿਹੜਾ ਹੱਕਾਂ ਦੀ ਗੱਲ ਕਰੇ। ਜਿੱਥੋਂ ਤੱਕ ਲੰਗਰ ਛਕਾਉਂਦੇ ਰਹੀਏ ਅਸੀਂ ਚੰਗੇ ਹਾਂ, ਜੇ ਕਿਤੇ ਹੱਕ ਮੰਗੀਏ ਫਿਰ ਅੱਤਵਾਦੀ ਵੱਖਵਾਦੀ ਬੜਾ ਕੁਝ ਕਿਹਾ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਇੱਕ ਕੌਮ ਦਾ ਮਹਾਨ ਵਿਦਵਾਨ ਹੋਇਆ ਪ੍ਰੋਫੈਸਰ ਕਪੂਰ ਸਿੰਘ, ਜਿਸ ਨੇ ਇੱਕ ਪੁਸਤਕ ਲਿਖੀ ਹੈ ਸੱਚੀ ਸਾਖੀ। ਉਹਨੇ ਆਨੰਦਪੁਰ ਸਾਹਿਬ ਦਾ ਮਤਾ ਤਿਆਰ ਕੀਤਾ। ਤੁਹਾਡੇ ਚੋਂ ਕਿੰਨੇ ਕੁ ਬੈਠੇ ਆ ਜਿਨ੍ਹਾਂ ਨੂੰ ਪਤਾ ਕਿ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਕੀ ਕੀ ਮੰਗਾਂ ਸੀ? ਮਾਮੂਲੀ ਮੰਗਾਂ ਸੀ ਜਿਹੜੀਆਂ ਸਰਕਾਰ ਮੰਗ ਲੈਂਦੀ ਤੇ ਬਹੁਤ ਵੱਡੀ ਗੱਲ ਸੀ, ਪਰ ਸਰਕਾਰ ਨੇ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਵਿੱਚੋਂ ਇੱਕ ਮੰਗ ਸੀ ਕਿ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਣਾ ਚਾਹੀਦਾ।
ਇੱਕ ਮੰਗ ਸੀ ਕਿ ਸ਼ਹਿਰ ਨੂੰ ਪਵਿੱਤਰ ਸ਼ਹਿਰ ਮੰਨਣਾ ਚਾਹੀਦਾ ਹੈ। ਸਾਡੀ ਬਹੁਤ ਹੀ ਖੁਸ਼ਕਿਸਮਤੀ ਹੈ ਕਿ ਸਿੱਖ ਕੌਮ ਦੇ ਸਿੰਘ ਸਾਹਿਬ ਜਥੇਦਾਰ ਜਸਵੀਰ ਸਿੰਘ ਜੀ ਰੋਡੇ ਸਾਹਿਬ ਪਹੁੰਚੇ ਨੇ। ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਇੱਕ ਜਕਾੜੇ ਦੀ ਗੂੰਜ ਦੇ ਨਾਲ ਆਪਾਂ ਸਿੰਘ ਸਾਹਿਬ ਜੀ ਦਾ ਸਵਾਗਤ ਕਰੀਏ। ਬੜੀਆਂ ਵੱਡੀਆਂ ਆਸਾਂ ਨੇ ਪੰਥ ਨੂੰ ਗਿਆਨੀ ਜਸਵੀਰ ਸਿੰਘ ਰੋਡੇ ਸਾਹਿਬ ਤੋਂ। ਜੋ ਬੋਲੇ ਸੋਨਿਵਾਲ ਉਹਨਾਂ ਮੰਗਾਂ ਖਾਲਸਾ ਜੀ ਉਹਨਾਂ ਮੰਗਾਂ ਨੂੰ ਮਨਾਉਣ ਖਾਤਰ ਅੰਮ੍ਰਿਤਸਰ ਦੀ ਧਰਤੀ ਤੇ ਸਿੱਖਾਂ ਨੇ ਇੱਕ ਜਲੂਸ ਕੱਢਿਆ। ਨਗਰ ਕੀਰਤਨ ਵੀ ਆਪਾਂ ਕਹਿ ਲੈਂਦੇ ਹਾਂ। ਔਰ ਉਹਨਾਂ ਮੰਗਾਂ ਬਾਰੇ ਡੀਸੀ ਨੂੰ ਪੱਤਰ ਦਿੱਤੇ। ਉਦੋਂ ਬਾਅਦ ਇੱਕ ਭਾਜਪਾ ਦਾ ਗੁੰਡਾ ਉਹਨੇ ਉਹ ਕਰਤੂਤਾਂ ਕੀਤੀਆਂ ਜਿਹੜੀਆਂ ਸੂੜੀ ਕਰਦਾ ਹੁੰਦਾ ਸੀ ਵੀ 2% ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦਾ ਸੀ। ਅੱਜ ਸਿੱਖੋ ਸਚੇਤ ਹੋ ਜਾਓ, ਜਿਹੜਾ ਵੀ ਸਿੱਖ ਦੀ ਧੀ ਭੈਣ ਨੂੰ ਗਾਲ ਕੱਢੇ, ਭਾਵੇਂ ਸਾਡੀ ਸਿੱਖ ਦੇ ਨਾਲ ਕਿੰਨੀ ਦੁਸ਼ਮਣੀ ਹੈ, ਉਹਦਾ ਮੂੰਹ ਜ਼ਰੂਰ ਭੰਨਣਾ ਚਾਹੀਦਾ ਹੈ ਕਿ ਉਹ ਸਿੱਖ ਦੀ ਧੀ ਭੈਣ ਨਹੀਂ, ਸਾਡੀ ਕੌਮ ਦੀ ਧੀ ਭੈਣ ਹੈ। ਉਸ ਗੁੰਡੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਕੁਝ ਗੁੰਡੇ ਲੈ ਤਰਸੂਲਾਂ ਤੇ ਟੰਗ ਕੇ ਸਿਰਕਟ ਬੀੜੀਆਂ ਨਾੜੇ ਲਾਏ ਕਿ ਸਿਰਕਟ ਬੀੜੀ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਕੱਛ ਕੜਾ ਤੇ ਕਿਰਪਾਨ ਘੱਲ ਦਿਆਂਗਾ ਪਾਕਿਸਤਾਨ। ਉਹਦੀ ਦੁਕਾਨ ਅੰਮ੍ਰਿਤਸਰ ਦੀ ਧਰਤੀ ਤੇ ਮੈਡੀਕਲ ਦੀ ਦੁਕਾਨ ਸੀ। ਦੋ ਸੂੜਵੇਂ ਉਹਦੀ ਦੁਕਾਨ ਤੇ ਗਏ। ਬਾਬਾ ਜੀ ਇੱਕ ਬੇਨਤੀ ਆ, ਭਈ ਵਾਰ-ਵਾਰ ਗੱਡੀਆਂ ਦੀ ਲੌਸਮੈਂਟ ਨਾਲ ਸਾਨੂੰ ਜਿਹੜਾ ਸਮਾਂ ਦਿੱਤਾ ਨਾ, ਉਹਨੂੰ ਕੋਈ ਇਤਿਹਾਸ ਸੁਣਾਉਣ ਲਈ ਦੇ ਦਿਓ, ਕਿਸੇ ਦੀ ਡਿਊਟੀ ਪੱਕੀ ਲਾ ਦਿਓ ਜੀ। ਤੀਜੀ ਚੌਥੀ ਲੌਸਮੈਂਟ ਆ ਗਈ ਆ, ਅਸੀਂ ਕੁਝ ਕਹਿਣਾ ਚਾਹੁੰਦੇ ਹਾਂ। ਤੋ ਬੇਨਤੀ ਹੈ ਭਾਈ, ਗੱਡੀਆਂ ਦਾ ਪ੍ਰਬੰਧ ਕੋਈ ਵਧੀਆ ਤਰੀਕੇ ਨਾਲ ਕਰ ਲਓ। ਮਾਫੀ ਚਾਹੁੰਦਾ ਇਸ ਗੱਲ ਦੀ, ਲੜੀ ਟੁੱਟ ਜਾਂਦੀ ਹੈ ਤੇ ਫਿਰ ਜੋੜਨੀ ਬੜੀ ਮੁਸ਼ਕਲ ਹੈ। ਹਰਬੰਸ ਲਾਲ ਖੰਨੇ ਨੇ ਸ਼ੋਰ ਮਚਾਇਆ, ਕਹਿੰਦਾ ਕਿ ਕੱਛ ਕੜਾ ਤੇ ਕਿਰਪਾਨ ਘੱਲ ਦਿਆਂਗਾ ਪਾਕਿਸਤਾਨ। ਉਹਦੀ ਦੁਕਾਨ ਤੇ ਦੋ ਨੌਜਵਾਨ ਪਹੁੰਚੇ, ਇੱਕ ਹੈ ਸੁਖਵਿੰਦਰ ਸਿੰਘ, ਇੱਕ ਹੈ ਗੁਰਭੇਜ ਸਿੰਘ ਤੇ ਇੱਕ ਜਰਨਲ ਲਾਭ ਸਿੰਘ ਵੀ ਕਹਿੰਦੇ ਆ। ਜਦੋਂ ਉਹਦੀ ਦੁਕਾਨ ਤੇ ਗਏ, ਕਹਿੰਦੇ ਲਾਲਾ ਜੀ ਇੱਕ ਦਵਾਈ ਚਾਹੀਦੀ ਹੈ। ਕਹਿੰਦਾ ਕਿਹੜੀ? ਕਹਿੰਦਾ ਵੀ ਖਾਵੇ ਕੋਈ ਤੇ ਰਾਮ ਕਿਸੇ ਨੂੰ ਆ ਜੇ। ਕਹਿੰਦਾ ਇਹੋ ਜੀ ਦਵਾਈ ਬਣੀ ਨਹੀਂ। ਜਰਨਲ ਲਾਭ ਸਿੰਘ ਕਹਿੰਦਾ ਵੀ ਬਣੀ ਆ, ਉਹਦਾ ਸੈਂਪਲ ਸਾਡੇ ਕੋਲ ਹੈਗਾ। ਕਹਿੰਦਾ ਜੇ ਮੈਨੂੰ ਚੰਗੀ ਲੱਗੀ ਤੇ ਮੈਂ ਆਪਣੀ ਦੁਕਾਨ ਤੇ ਰੱਖ ਲਾਂਗਾ, ਤੁਸੀਂ ਇਹ ਦੱਸੋ ਵੀ ਖਾਣੀ ਦੁੱਧ ਨਾਲ ਜਾਂ ਪਾਣੀ ਨਾਲ? ਸਿੰਘ ਕਹਿੰਦੇ ਵੀ ਜਿਵੇਂ ਅਗਲੇ ਦੀ ਮਰਜ਼ੀ, ਜਿਵੇਂ ਖਾਣੀ ਚਾਹੁੰਦਾ ਉਤਰਾ ਖਾ ਲੇ। ਇਹ ਫਿਰ ਵੀ ਨਾ ਸਮਝ ਸਕਿਆ। ਕਹਿੰਦੇ ਜੀ ਦੁੱਧ ਨਾਲ ਤੁਹਾਨੂੰ ਖਵਾ ਦਿੰਨੇ ਆ, ਸੈਂਪਲ ਚੈੱਕ ਕਰਾਉਣੇ ਆ। ਬਾਡੀ ਕਾਰਡ ਉੱਠਿਆ ਦੁੱਧ ਲੈਣ ਲਈ, ਲਾਈ ਹੈ ਲੋਈ ਦੀ ਬੁੱਕਲ ਤੇ ਯੋਧਿਆਂ ਨੇ ਸਿੱਖਾਂ ਦੇ ਬੜ ਖਿਲਾਫ ਭੌਂਕਣ ਵਾਲਾ ਨੜਕਾਂ ਨੂੰ ਜਿਵੇਂ ਤੋੜਿਆ, ਉਸ ਵੇਲੇ ਦੇ ਨਕਸ਼ੇ ਮੇਰੇ ਸਾਥੀ ਹੈ ਇੰਜ ਬਿਆਨ ਕਰ। ਅੰਮ੍ਰਿਤਸਰ ਪਵਿੱਤਰ ਮੰਨੋ ਕੌਮ ਨੇ ਨਾਰਾ ਲਾਇਆ ਸੀ, ਲੈ ਗੁੰਡੇ ਗਰ ਬੰਸ ਲਾਲ ਨੇ ਬਹੁਤਾ ਸ਼ੋਰ ਮਚਾਇਆ ਸੀ, ਲੈ ਗੁੰਡੇ ਗਰ ਬੰਸ ਲਾਲ ਨੇ। ਉਹ ਕਹਿੰਦਾ ਮੈਂ ਤਾਂ ਵੇਖ ਲਵਾਂਗਾ ਜਿਹੜੇ ਆਗੂ ਨਵੇਂ ਬਣੇ, ਮੈਡੀਕਲ ਸਟੋਰ ਚ ਖੰਨਾ ਢਾਲਿਆ ਬਾਡੀਗਾਰਡ ਸਣੇ, ਮੈਡੀਕਲ ਸਟੋਰ ਚ ਖੰਨਾ। ਅੰਮ੍ਰਿਤਸਰ ਪਵਿੱਤਰ ਮੰਨੋ ਕੌਮ ਨੇ ਨਾਰਾ ਲਾਇਆ ਸੀ, ਲੈ ਗੁੰਡੇ ਗਰ ਬੰਸ ਲਾਲ ਨੇ ਬਹੁਤਾ ਸ਼ੋਰ ਮਚਾਇਆ ਸੀ, ਲੈ ਗੁੰਡੇ ਗਰ ਬੰਸ ਲਾਲ ਨੇ। ਉਹ ਕਹਿੰਦਾ ਮੈਂ ਤਾਂ ਵੇਖ ਲਵਾਂਗਾ ਜਿਹੜੇ ਆਗੂ ਨਵੇਂ ਬਣੇ, ਮੈਡੀਕਲ ਸਟੋਰ ਚ ਖੰਨਾ ਢਾਲਿਆ ਬਾਡੀਗਾਰਡ ਸਣੇ, ਮੈਡੀਕਲ ਸਟੋਰ ਚ ਖੰਨਾ। ਖੰਨੇ ਆਖਿਆ ਸਿੱਖੋ ਤੁਹਾਡਾ ਕੱਛ ਕੜਾ ਗੰਗਾ ਕਿਰਪਾਨ, ਸਮਾਂ ਆਉਣ ਤੇ ਯਾਰ ਵਿਖਾ ਕੇ ਭੇਜ ਦਿਆਂਗਾ ਪਾਕਿਸਤਾਨ,
ਕੱਢਦਾ ਫਿਰੇ ਜਲੂਸ ਸ਼ਹਿਰ ਵਿੱਚ ਭੁੱਲਿਆ ਅਸਲ ਅਸੂਲਾਂ ਨੂੰ ਫੁੱਟਦਾ ਫਿਰੇ ਜਲੂਸ ਸ਼ਹਿਰ ਵਿੱਚ ਕਹਿੰਦਾ ਵੇਖਾਂ ਸਿੱਖ ਆਗੂ ਮੈਂ ਪੰਥ ਹਮਾਇਤੀ ਨਵੇਂ ਬਣੇ ਮੈਡੀਕਲ ਸਟੋਰ ਚ ਖੰਨਾ ਢਾਲਿਆ ਬਾਟੀ ਘਾਰ ਸਣੇ ਮੈਡੀਕਲ ਸਟੋਰ ਚ ਖੰਨਾ ਓਏ ਅੰਮ੍ਰਿਤਸਰ ਸਿਫਤੀ ਦਾ ਕਰ ਗਏ ਉਸ ਨਾਲ ਮੱਥਾ ਲਾ ਬੈਠਾ ਉਸ ਸ਼ਹਿਰ ਚ ਪਾਪ ਕਮਾ ਕੇ ਪੱਕਾ ਡੇਰਾ ਲਾ ਬੈਠਾ ਉਸ ਸ਼ਹਿਰ ਚ ਪਾਪ ਕਮਾ ਕੇ ਸਾਵੇਂ ਆਉਂਦੇ ਮਾਰ ਮੁਕਾ ਦਿਓ ਜੋ ਸਿੱਖ ਧਰਮੀ ਮਾਂ ਜਣੇ ਮੈਡੀਕਲ ਸਟੋਰ ਚ ਖੰਨਾ ਢਾਲਿਆ ਬਾਟੀ ਘਾਰ ਸਣੇ ਮੈਡੀਕਲ ਸਟੋਰ ਚ ਖੰਨਾ ਸਿੱਖਾਂ ਦੇ ਬੱਚੇ ਮਰਵਾ ਕੇ ਪੱਗ ਸਿੱਖਾਂ ਦੀ ਲਾਈ ਏ ਪਿੰਡਰਾਂ ਵਾਲੇ ਚੈਲੰਜ ਕਰਕੇ ਤੀਜੇ ਦਿਨ ਮੰਗਵਾਈ ਏ ਪਿੰਡਰਾਂ ਵਾਲੇ ਚੈਲੰਜ ਕਰਕੇ ਉਦੋਂ ਦਾ ਆਖਿਆ ਸੀ ਇਸ ਨੂੰ ਤੇਰੇ ਦੇਣੇ ਪੁੱਟ ਤਨੇ ਮੈਡੀਕਲ ਸਟੋਰ ਚ ਖੰਨਾ ਢਾਲਿਆ ਬਾਟੀ ਘਾਰ ਸਣੇ ਮੈਡੀਕਲ ਸਟੋਰ ਚ ਖੰਨਾ ਸਭ ਕੁੰਡਲੀਏ ਛੇੜ ਕੇ ਖੰਨਾ ਸ਼ਹਿਰ ਚ ਮਜਮਾ ਲਾ ਬੈਠਾ ਉਸ ਹਸਪਤਾਲ ਦੇ ਮੂਹਰੇ ਨਵਾਂ ਸਟੋਰ ਬਣਾ ਬੈਠਾ ਉਸ ਹਸਪਤਾਲ ਦੇ ਮੂਹਰੇ ਤਰਨ ਵਾਲਿਆਂ ਮਰਦ ਸਿਪਾਹੀਆਂ ਉੜਤੇ ਇਸ ਦੇ ਦੂਰ ਤਨੇ ਮੈਡੀਕਲ ਸਟੋਰ ਚ ਖੰਨਾ ਢਾਲਾ ਬਾਟੀ ਘਾਰ ਸਣੇ ਮੈਡੀਕਲ ਸਟੋਰ ਚ ਖੰਨਾ ਮੋਟਰਸਾਈਕਲ ਵਾਲਿਆਂ ਆ ਕੇ ਤੇ ਕਾਲ ਦਾ ਬਿਗਲ ਵਜਾ ਦਿੱਤਾ ਬਾਟੀ ਘਾਟ ਖੰਨਾ ਇੱਕ ਸਾਥੀ ਕਾਲ ਦੀ ਰੇਲ ਚੜਾ ਦਿੱਤਾ ਬਾਟੀ ਘਾਟ ਖੰਨਾ ਇੱਕ ਸਾਥੀ ਉਹ ਗੱਫੇ ਉਹਨਾਂ ਨੂੰ ਵੀ ਵਰਤੇ ਜਿਹੜੇ ਇਸ ਦੇ ਯਾਰ ਬਣੇ ਮੈਡੀਕਲ ਸਟੋਰ ਚ ਖੰਨਾ ਢਾਲਿਆ ਬਾਟੀ ਘਾਰ ਸਣੇ ਮੈਡੀਕਲ ਸਟੋਰ ਚ ਖੰਨਾ ਪੁਲਿਸ ਅਫਸਰਾ ਵੇਖ ਦੌੜ ਕੇ ਆਪ ਤੇ ਕਿਧਰੋਂ ਆ ਗਈ ਹੈ ਬਣ ਕੇ ਤੇ ਗਮੀਆਂ ਦੇ ਬੱਦਲ ਮੌਤ ਖੰਨੇ ਤੇ ਛਾ ਗਈ ਹੈ ਬਣ ਕੇ ਤੇ ਗਮੀਆਂ ਦੇ ਬੱਦਲ ਸਭ ਦੇ ਬੱਤੀ ਦੰਦ ਤੋੜਦੇ ਐਸੇ ਲੋਹੇ ਦੇ ਚਣੇ ਮੈਡੀਕਲ ਸਟੋਰ ਚ ਖੰਨਾ ਢਾਲਿਆ ਬਾਟੀ ਘਾਰ ਸਣੇ ਮੈਡੀਕਲ ਸਟੋਰ ਚ ਖੰਨਾ ਨਿਰਮਲ ਤੇ ਨਰਮਹਿਲ ਸੁਲਖਣੇ ਫੇਰਿਓ ਕਿਧਰੇ ਦੌੜ ਗਏ ਕਰਕੇ ਸੀਨਾ ਤਾਣ ਰਦੇਟੇ ਕਰਕੇ ਚੁੱਕੇ ਚੌੜ ਗਏ ਸੀਨਾ ਤਾਣ ਬੰਸ ਖੰਨੇ ਦੇ ਧਰਮ ਪੁਜਾਰੀ ਧਰਮ ਕਮਾਉਂਦੇ ਕਿਤੇ ਉਹ ਜਾਂਦੇ ਨਹੀਂ ਰਣੇ ਮੈਡੀਕਲ ਸਟੋਰ ਤੇ ਖੰਨਾ ਢਾਲਿਆ ਬਾਟੀ ਘਾਰ ਸਣੇ ਮੈਡੀਕਲ ਸਟੋਰ ਤੇ ਖੰਨਾ ਭਾਈ ਕੁਲਵੰਤ ਸਿੰਘ ਜੀ ਮਾਇਆ ਹਾਜ਼ਰ ਕਰਕੇ ਗਏ ਨੇ ਤੇ ਨਾਲੇ ਕਹਿੰਦੇ ਜੀ ਆਪਣੇ ਸਮੇਂ ਵਿੱਚ ਜਾਗੋ ਸੁਣਾ ਦਿਓ। ਇਹ ਜਿਹੜੀ ਜਾਗੋ ਸੀ ਨਾ ਕਿਧਰੋਂ ਆਈ ਹੈ ਭਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕੜਕੇ ਘਲਾਈ ਹੈ ਤੇ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈ ਹੈ। ਸਾਡੇ ਉਸਤਾਦ ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਕੱਲੇ ਉਹ ਸਟੇਜਾਂ ਤੇ ਨਹੀਂ ਸੀ ਜਾਗੋ ਗਾਉਂਦੇ, ਪੁਲਿਸ ਬੁੱਚਰਾਂ ਨੇ ਚੁੱਕ ਲਿਆ, ਜ਼ਬਾਨ ਵੀ ਕੱਟ ਦਿੱਤੀ। ਕਹਿੰਦੇ ਜੀ ਪੁਲਿਸ ਦੀਆਂ ਵਾੜਾਂ ਗਾਉ, ਪਰ ਉਸ ਸੂੜਮੇ ਨੇ ਹਿੱਕ ਦੀ ਜੋੜ ਦੇ ਨਾਲ ਥਾਣੇ ਵਿੱਚ ਵੀ ਜਾਗੋ ਗਾਈ। ਬੇਸ਼ੱਕ ਜ਼ਾਲਮਾਂ ਨੇ ਉਸ ਨੂੰ ਸ਼ਹੀਦ ਕਰ ਦਿੱਤਾ, ਪਰ ਉਹ ਇੱਕ ਨਹੀਂ ਨੇਕਾਂ ਨਿਰਮਲ ਪੈਦਾ ਕਰ ਗਏ। ਅਸੀਂ ਉਸ ਉਸਤਾਦ ਤੋਂ ਸੇਧ ਲੈ ਕੇ 450 ਜੰਝਾੜੂ ਸਿੰਘਾਂ ਦਾ ਪ੍ਰਸੰਗ ਰਿਕਾਰਡ ਕੀਤਾ ਹੈ, ਜਿਹੜਾ ਤੁਸੀਂ ਆਪਣੇ ਮੋਬਾਈਲਾਂ ਤੇ ਨਿਸ਼ਾਨ ਟੀਵੀ ਭੜ ਕੇ ਵੇਖਦੇ ਜੇ। ਹਰ ਇੱਕ ਜੰਝਾੜੂ ਸਿੰਘ ਦਾ ਪ੍ਰਸੰਗ ਤੁਹਾਡੇ ਤੱਕ ਪਹੁੰਚਦਾ ਹੈ। ਬਹੁਤ ਸਾਰੀਆਂ ਕਵਿਤਾਵਾਂ ਦੇ ਹੁਕਮ ਹੈ, ਪਰ ਮਾਫ ਕਰਨਾ, ਮੈਂ ਮਾਫੀ ਮੰਗ ਲੈਂਦਾ ਹਾਂ। ਆਪਾਂ ਲੜੀਵਾਰ ਜਿਹੜਾ ਮੇਨ ਆਪਾਂ ਦਿਨ ਮਨਾ ਰਹੇ ਹਾਂ, ਇਸ ਗੱਲ ਤੇ ਚੱਲੀਏ। ਹਰਬੰਸ ਲਾਲ ਖੰਨੇ ਨੂੰ ਸਿੰਘਾਂ ਨੇ ਸੋਧ ਦਿੱਤਾ। ਦੂਜਾ ਪੈਂਤਰਾ ਸਰਕਾਰ ਨੇ ਸ਼ੁਰੂ ਕੀਤਾ ਨਕਲੀ ਨਿਰੰਕਾਰੀ ਗੜਬਚਨ ਸਿੰਘ। ਉਹ ਆਪਣੇ ਪਿਓ ਦੀ ਲਿਖੀ ਹੋਈ ਬਕਵਾਸ ਪੜ੍ਹਦਾ ਸੀ, ਕੋਈ ਜੋ ਮਰਜ਼ੀ ਕਰਦਾ ਰਹੇ, ਪਰ ਕਿਸੇ ਨੂੰ ਹੱਕ ਨਹੀਂ ਕਿ ਸਾਡੇ ਗੁਰੂ ਸਾਹਿਬ ਦੀ ਸ਼ਾਨ ਦੇ ਬਾਰੇ ਕੋਈ ਸ਼ਬਦ ਉਲਟ ਵਰਤੇ। ਉਹਨੇ ਆਖਿਆ ਕਿ ਅੜਕੀ ਵਿਸਾਖੀ ਸਿੱਖਾਂ ਤੇ ਭਾਰੀ ਪਵੇਗੀ। ਦਿਨ 13 ਅਪ੍ਰੈਲ
1978 ਦਾ ਦਿਨ ਆਇਆ। ਉਹ ਕਹਿੰਦਾ ਮੈਂ 5 ਪਿਆਰਿਆਂ ਦੀ ਥਾਂ 7 ਸਿਤਾਰੇ ਸਾਜਣੇ ਆ, ਤੇ ਉਹਨਾਂ ਨੂੰ ਰੋਕਣ ਵਾਸਤੇ ਨਾਮ ਬਾਣੀ ਨਾਲ ਜੁੜੇ ਹੋਏ ਭਾਈ ਫੌਜਾ ਸਿੰਘ ਖੰਡ ਕੀਰਤਨੀ ਜਥੇ ਦੇ ਸਿੰਘ, ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਸਿੰਘ ਗਏ, ਰੋਕਣ ਦਾ ਯਤਨ ਕੀਤਾ ਪਰ ਉਹਨਾਂ ਗੋਲੀ ਚਲਾ ਦਿੱਤੀ। ਅੰਮ੍ਰਿਤਸਰ ਰਾਮਦਾਸ ਗੁਰੂ ਜੀ ਦੀ ਨਗਰੀ 'ਚ ਨੰਗਾ ਨਾਚ ਨੱਚਦੀ ਸੀ ਚੌਂਕੜੀ ਚੰਡਾਲਾਂ ਦੀ। ਬਾਣੀ ਦੇ ਰਸੀਲੇ ਸਿੰਘ ਸਾਰਿਆਂ ਨੇ ਹੱਥਿਆਂ ਤੇ ਗੋਲੀਆਂ ਚਲਾਉਂਦੀ ਰਹੀ ਏ ਜੁੰਡਲੀ ਕਲਾਲਾਂ ਦੀ। ਉਹ 16 ਗੋਲੀਆਂ ਵੀ ਖਾ ਕੇ ਵੀ ਨਾ ਭੁੱਖ ਲੱਥੀ। ਕੌਮ ਦੇ ਸ਼ਹੀਦ ਮਾਤਾ ਗੁਜਰੀ ਦੇ ਲਾਲਾਂ ਦੀ, ਕੌਮ ਦੇ ਸ਼ਹੀਦੀ ਇਤਿਹਾਸ ਨੂੰ ਦਰਾਗੇ ਸਿੰਘ ਚਾੜ ਗਏ ਸੀ ਸੂਆ ਰੰਗ ਕੇਸਰੀ ਨਿਸ਼ਾਨ ਤੇ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇੜਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ। ਇਸ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਖਾਤਰ ਉਹਨਾਂ 13 ਸਿੰਘਾਂ ਨੇ ਸ਼ਹੀਦੀ ਪਾਈ। ਚਾਹੀਦਾ ਸੀ ਕਿ ਸਮੇਂ ਦੀ ਸਰਕਾਰ ਜਿਹਨੇ ਸਾਡੇ ਸਿੰਘ ਸ਼ਹੀਦ ਕੀਤੇ ਸੀ ਉਹਨੂੰ ਫਾਂਸੀ ਤੇ ਟੰਗਦੀ, ਪਰ ਉਹਨੂੰ ਬਾਇਜ਼ਤ ਬੜੀ ਕਰ ਦਿੱਤਾ ਗਿਆ। ਕਰਨਾਲ ਦੀ ਅਦਾਲਤ ਚੋਂ ਬਾਹਰ ਨਿਕਲਦਿਆਂ ਕਹਿੰਦਾ ਉਹ ਸਿੱਖੋ, ਤੁਹਾਡੇ ਗੁਰੂ ਨਾਲੋਂ ਮੈਂ ਵੱਡਾ, ਮੀਰੀ ਪੀਰੀ ਦੇ ਮਾਲਕ ਨੇ 52 ਰਾਜੇ ਛੜਾਏ ਸੀ, ਮੈਂ ਆ 65 ਬੰਦੇ ਲੈ ਕੇ ਜਾ ਰਿਹਾ, ਕਿਸੇ 'ਚ ਜੁਰਤ ਹੈ ਤੇ ਮੈਨੂੰ ਰੋਕ ਕੇ ਵਿਖਾਓ। ਕੌਮੀ ਅਣਖ ਨੂੰ ਮਾੜੇ ਜੇ ਸੱਟ ਦੁਸ਼ਮਣ, ਉੱਥੇ ਸ਼ਾਂਤੀ ਦਾ ਕਿੱਥੇ ਹੈ ਜਾ ਪੜਿੰਦਾ। ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ ਪੈਦਾ ਦਿਲਾਂ ਵਿੱਚ ਆਪਣੇ ਆਪ ਹੁੰਦਾ, ਉਸ ਵੇਲੇ ਕੋਈ ਜੰਮਦਾ ਛੇੜ ਨਲੂਆ ਜਾਂ ਕੋਈ ਪੁਰਸ਼ ਪ੍ਰਤਾਪ ਹੁੰਦਾ। ਜ਼ੁਲਮ ਕਰਨਾ ਜੇਕਰ ਪਾਪ ਹੈ ਤਾਂ ਜ਼ੁਲਮ ਝੱਲਣਾ ਵੀ ਮਹਾ ਪਾਪ ਹੁੰਦਾ। ਧੰਨ ਹੈ ਕਲਗੀਆਂ ਵਾਲੇ ਦੇ ਲਾਲ, ਜਿਨ੍ਹਾਂ ਨੇ 65 ਦੇ 65 ਬੰਦੇ ਸਣੇ ਉਹ ਬਾਬਾ ਧੁਰ ਦੀਆਂ ਟਿਕਟਾਂ ਦਿੱਤੀਆਂ। ਸਿੰਘ ਸਾਹਿਬ ਰਣਜੀਤ ਸਿੰਘ ਨੇ ਦਿੱਲੀ ਵਿੱਚ ਜਾ ਕੇ ਉਸ ਬਾਬੇ ਨੂੰ ਨੜਕਾਂ ਨੂੰ ਤੋੜ ਦਿੱਤਾ। ਜਿਹੜੀ ਲੜਾਈ ਸਾਡੇ ਹੱਕਾਂ ਦੀ ਸੀ ਉਹ ਲੜਾਈ ਹਿੰਦੂ ਤੇ ਸਿੱਖਾਂ 'ਚ ਬਣਦੀ ਗਈ। ਜਗਤ ਨਰਾਇਣ ਅੱਗ ਬਾਣੀ ਖਵਾੜ ਵਾਲਾ ਜਿਹਨੇ ਬਲਦੀ ਉੱਤੇ ਤੇਲ ਪਾਇਆ, ਕਹਿੰਦਾ ਸੰਤਾਂ ਨੂੰ ਮੈਂ ਕਹਿੰਦਾ ਸੋਚ ਕੇ ਗੱਲ ਕਰਨ, 35 ਹਿੰਦੂਆਂ ਦੇ ਹਿੱਸੇ ਇੱਕ ਸਿੱਖ ਆਉਂਦਾ। ਤੇ ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਫਿਰ ਲਾਲਾ ਜੀ ਅਸੀਂ ਵੀ ਹਿਸਾਬ ਕਿਤਾਬ ਕਰ ਲਿਆ, ਇੱਕ ਦੇ ਹਿੱਸੇ 35 ਆਉਂਦੇ ਆ। ਮਾਹੌਲ ਦਿਨੋਂ ਦਿਨ ਗਰਮ ਹੋ ਰਿਹਾ ਸੀ। ਧੰਨ ਹੈ ਨਛੱਤਰ ਸਿੰਘ ਰੋਡੇ ਜਿਹਨੇ ਫਲੌਰ ਦੇ ਲਾਗੇ ਉਸ ਲਾਲੇ ਨੂੰ ਵੀ ਨੜਕਾਂ ਨੂੰ ਤੋੜ ਦਿੱਤਾ। ਪਿੱਟ ਉੱਠੀ ਇੰਦਰਾ ਸੱਦ ਕੇ ਆਪਣੀਆਂ ਸੈਨਾਵਾਂ। ਹੋਰ ਵੀ ਬੜੇ ਕਾਰਨ ਹੈ, ਜੇ ਬਰੀਕੀ ਵਿੱਚ ਜਾਵਾਂਗੇ ਬੜਾ ਲੰਮਾ ਸਮਾਂ ਲੱਗੇਗਾ। ਹਿੰਦੁਸਤਾਨ ਦੀਆਂ ਫੌਜਾਂ ਨੂੰ ਸੱਦਿਆ ਵੀ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਹੈ, ਤੇ ਇਹਦੇ ਵਿੱਚ ਵੱਡਾ ਯੋਗਦਾਨ ਸਾਡੇ ਘਰ ਦਾ ਭੇਤੇ ਲੰਕਾ ਢਾਏ ਵਾਲੇ ਉਹਨਾਂ ਲੋਕਾਂ ਦਾ ਵੀ ਸੀ। ਧਰਮ ਯੁੱਧ ਮੋਰਚੇ ਨੂੰ ਰੂਪਹੀਨ ਕਰ ਦਿੱਤਾ ਕਰੂਪੀਆਂ ਨੇ। ਲਿਖਤੀ ਚਿੱਠੀ ਫਿਰ ਨਹਿਰੂ ਦੀ ਛੋਕੜੀ ਨੂੰ ਸਿੱਖੀ ਬਾਣੇ 'ਚ ਛੁਪੇ ਬੜੂਪੀਆਂ ਨੇ। ਦਿੱਲੀ ਜਾ ਡਿੱਗੇ ਉਹ ਡੋਗਰੇ ਗੜਕ ਜਾਣੇ ਜਿਹੜੇ ਕਹਿੰਦੇ ਸੀ ਜਾਰ ਜਰਨੈਲ ਸਿੰਘ ਨੂੰ। ਕੀਤੀ ਕਾਲੀਆਂ ਬੇਨਤੀ ਇੰਦਰਾ ਨੂੰ ਤੇ ਫੌਜਾਂ ਭੇਜ ਕੇ ਮਾਰ ਜਰਨੈਲ ਸਿੰਘ ਨੂੰ। ਕੈਂਟਰੀ ਮਾਈਲ ਆਏ, ਅਡਵਾਨੀ ਕਹਿੰਦਾ ਇੰਦਰਾ ਤੇ ਮੰਨਦੀ ਨਹੀਂ ਸੀ, ਅਸੀਂ ਦਬਾਅ ਪਾਇਆ, ਹਰਮੰਦਰ ਸਾਹਿਬ ਤੇ ਹਮਲਾ ਹੋਇਆ। ਵਾੜ ਵਿਰੋਧੀਆਂ ਚਾਲ ਚੱਲੀ, ਵਾੜ ਸਿੱਖ ਕੌਮ ਤੇ ਵਾੜ ਹੋਇਆ। ਕਦੇ ਸਾਡੀ ਕਿਰਪਾਨ ਤੇ ਰੋਕ ਲੱਗੀ, ਕਦੇ ਸਾਡੀ ਦਸਤਾਰ ਤੇ ਵਾੜ ਹੋਇਆ, ਕਦੇ ਆਸਾ ਜੀ ਦੀ ਵਾੜ ਤੇ ਵਾੜ ਹੋਇਆ, ਕਦੇ ਸੁਖਮਣੀ ਸਾਹਿਬ ਤੇ ਵਾੜ ਹੋਇਆ। ਜਿੱਥੋਂ ਰੋਸ਼ਨੀ ਲੈਂਦੀ ਹੈ ਕੁੱਲ ਦੁਨੀਆ ਉਸ ਰੋਸ਼ਨ ਮਨਾਰ ਤੇ ਵਾੜ ਹੋਇਆ। ਦੁਨੀਆ ਤੇ ਬੜੇ ਮੰਦਰ ਹੈ, ਲੋਕੀ ਪੌੜੀਆਂ ਤਾਂ ਨੂੰ ਚੜ੍ਹ ਕੇ ਜਾਂਦੇ ਨੇ, ਪਰ ਸੰਸਾਰ ਤੇ ਇੱਕੋ ਇੱਕ ਹਰਮੰਦਰ ਸਾਹਿਬ ਹੈ। ਕਿਸੇ ਵੀ ਦਰਵਾਜ਼ੇ ਥਾਣੀ ਆ ਜਾਓ, ਪੌੜੀਆਂ ਉਤਰ ਕੇ ਨੀਵੇਂ ਹੋ ਕੇ ਆਉਣਾ ਪੈਂਦਾ ਹੈ। ਇਸ ਗੱਲ ਦਾ ਸੰਕੇਤ ਹੈ ਕਿ ਮਨਾ ਹੰਕਾਰ ਦੇ ਟਿੱਲੇ ਤੇ ਨਾ ਚੜ੍ਹ ਕੇ ਆਵੀਂ, ਨਾਮੋ ਨਿਸ਼ਾਨ ਨਹੀਂ ਲੱਭੇਗਾ। ਨੀਵਾਂ ਹੋ ਕੇ ਆਵੇਂਗਾ ਤੇ ਗੁਰੂ ਰਾਮਦਾਸ ਮਹਾਰਾਜ ਤੇਰੀਆਂ ਝੋਲੀਆਂ ਭਰ ਦੇਣਗੇ। ਬੜੇ ਪਾਪਣ ਇੰਦਰਾ ਪਾਪ ਦੀ ਜੰਝ ਲੈ ਕੇ ਹਰਮੰਦਰ ਸਾਹਿਬ ਦੀ ਧਰਤੀ ਨੂੰ ਤੁਰੀ ਹੈ, ਤੇ ਗਿਆਨੀ ਜੈਲੂ ਨੇ ਆਪ ਦਸਤਖਤ ਕਰਕੇ ਤੋੜਿਆ। ਜਿਵੇਂ ਫੌਜਾਂ ਨੇ ਹਰਮੰਦਰ ਸਾਹਿਬ ਨੂੰ ਘੇਰਾ ਪਾਇਆ, ਮੇਰੇ ਸਾਥੀ ਇੰਜ ਬਿਆਨ ਕਰਦੇ। ਗੋਂਦਾ ਗੋਂਦ ਸਰਕਾਰ ਨੇ ਇੱਕ ਬਣਤ ਬਣਾਈ, ਅੰਮ੍ਰਿਤਸਰ ਪਹੁੰਚਾਉਣ ਨੂੰ ਸੀ ਫੌਜ ਚੜਾਈ। ਹੋ ਅੰਮ੍ਰਿਤਸਰ ਪਹੁੰਚਾਉਣ ਨੂੰ ਸੀ ਫੌਜ ਚੜਾਈ। ਆ ਫੜੋ ਸੰਤ ਜਰਨੈਲ ਸਿੰਘ ਆਖਿਆ ਹਰ ਗੱਲੇ,
ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਗੋਂਦਾ ਗੋਂਦ ਸਰਕਾਰ ਨੇ ਇੱਕ ਬਣਤ ਬਣਾਈ ਅੰਮ੍ਰਿਤਸਰ ਪਹੁੰਚਾਉਣ ਨੂੰ ਸੀ ਫੌਜ ਚੜਾਈ ਉਸਨੇ ਅੰਮ੍ਰਿਤਸਰ ਪਹੁੰਚਾਉਣ ਨੂੰ ਸੀ ਫੌਜ ਚੜਾਈ ਆ ਫੜੋ ਸੰਤ ਜਰਨੈਲ ਸਿੰਘ ਆਖਿਆ ਹਰ ਗੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਪਹਿਲਾਂ ਗਿਆਨੀ ਜੈਲ ਸਿੰਘ ਤੋਂ ਸੈਨ ਕਰਾਏ ਫਿਰ ਇੰਦਰਾ ਨੇ ਫੌਜੀਆਂ ਨੂੰ ਹੁਕਮ ਸੁਣਾਏ ਹੋ ਫਿਰ ਇੰਦਰਾ ਨੇ ਫੌਜੀਆਂ ਨੂੰ ਹੁਕਮ ਸੁਣਾਏ ਆ ਢਾ ਦੇ ਜੋ ਅਤਵਾਦੀਆਂ ਹਰ ਮੰਦਰ ਮੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਸੀ ਜਰਨਲ ਰਣਜੀਤ ਦਿਆਲ ਨੂੰ ਹੁਕਮ ਸੁਣਾਇਆ ਪਿੰਡਰਾਂ ਵਾਲੇ ਸੰਤ ਦਾ ਕਰ ਦਿਓ ਸਫਾਇਆ ਫੌਜੀਓ ਪਿੰਡਰਾਂ ਵਾਲੇ ਸੰਤ ਦਾ ਕਰ ਦਿਓ ਸਫਾਇਆ ਆ ਮੇਜਰ ਜਰਨਲ ਪੰਜ ਗੌਰ ਨਾਲ ਸਾਥੀ ਰਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਲੈ ਜੋ ਜਿੰਨੇ ਚਾਹੀਦੇ ਤੁਹਾਨੂੰ ਫੌਜੀ ਦਸਤੇ ਕਰ ਦਿਓ ਬੰਦ ਪੰਜਾਬ ਦੇ ਚੌਂ ਪਾਸਿਓਂ ਰਸਤੇ ਹੋ ਕਰ ਦਿਓ ਬੰਦ ਪੰਜਾਬ ਦੇ ਚੌਂ ਪਾਸਿਓਂ ਰਸਤੇ ਆ ਤਕੜੀ ਫੋਰਸ ਨਾਲ ਲੈ ਜਾ ਬੋਲੇ ਗੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਦੋ ਖਾਨਾ ਤੇ ਫੌਜ ਵੀ ਤੁਸਾਂ ਨਾਲ ਜਾਣੇ ਹੈਲੀਕਾਪਟਰ ਸਮੇਂ ਨਾ ਤੁਸੀਂ ਵਰਤੀ ਜਾਣੇ ਹੈਲੀਕਾਪਟਰ ਸਮੇਂ ਨਾ ਤੁਸੀਂ ਵਰਤੀ ਜਾਣੇ ਆ ਸਿੱਖ ਹੈਂਕੜੀ ਬਾਤ ਨੇ ਨਹੀਂ ਰਹਿਣੇ ਠੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਨਾਲ ਕਮਾਂਡੋ ਫੋਰਸਾਂ ਲੱਭਣ ਲਈ ਲੈ ਜੋ ਬੰਨੋ ਜਵਾਨੋ ਹੌਸਲੇ ਸੰਤਾਂ ਗੱਲ ਪੈ ਜੋ ਕਹਿੰਦੀ ਬੰਨੋ ਜਵਾਨੋ ਹੌਸਲੇ ਸੰਤਾਂ ਗੱਲ ਪੈ ਜੋ ਆਉਣ ਨਾ ਵਸ ਪੁਲਿਸ ਤੋਂ ਸਿੰਘਾਂ ਨੇ ਮੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਪਿੰਡਰਾਂ ਵਾਲੇ ਸੰਤ ਨੂੰ ਫੜ ਮੰਦਰੋਂ ਕੱਢਣਾ ਕੋਈ ਵੀ ਸਾਥੀ ਉਸ ਦਾ ਜਿਉਂਦਾ ਨਹੀਂ ਛੱਡਣਾ ਹੋ ਕੋਈ ਵੀ ਸਾਥੀ ਉਸ ਦਾ ਜਿਉਂਦਾ ਨਹੀਂ ਛੱਡਣਾ ਆਏ ਉਹਨਾਂ ਸਾਡੇ ਚਿਰਾਂ ਤੋਂ ਹਨ ਸੀਨੇ ਛੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਪਾਜ ਦੇ ਝਾੜ ਤੇ ਅੰਮ੍ਰਿਤਸਰ ਵੱਲੇ ਬਾਹਰ ਮੰਦਰ ਸਾਹਿਬ ਨੂੰ ਚੌਂ ਪਾਸਿਓਂ ਘੇਰਾ ਗੋਲੇ ਮਾਰੀ ਉਡਾ ਦਿਓ ਸੰਤਾਂ ਦਾ ਡੇਰਾ ਹੋ ਗੋਲੇ ਮਾਰੀ ਉਡਾ ਦਿਓ ਸੰਤਾਂ ਦਾ ਡੇਰਾ ਮਸਤਾ ਸਜਦ ਬਾਣ ਨੂੰ
ਝਾੜ ਤੇ ਅੰਮ੍ਰਿਤਸਰ ਵੱਲੇ ਕੜਕ ਬਾਜਦੇ ਝਾੜ ਤੇ ਅੰਮ੍ਰਿਤਸਰ ਵੱਲੇ ਹਿੰਦੁਸਤਾਨ ਦੀ ਸਰਕਾਰ ਨੇ ਸਾਰੇ ਨਿਯਮ ਭੁੱਲ ਕੇ ਜਦੋਂ ਉਸ ਪਾਪਣ ਦੇ ਮਨ ਵਿੱਚ ਇਹ ਹੈ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਦਿਨ ਜੁਨੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਕਿ ਸਿੱਖਾਂ ਨੇ ਦਰਸ਼ਨਾਂ ਨੂੰ ਆਉਣਾ ਹੈ, ਘੇੜਾ ਪਾ ਕੇ ਇੱਕ ਵੀ ਸਿੱਖ ਜ਼ਿੰਦਾ ਨਹੀਂ ਨਿਕਲਣ ਦੇਣਾ ਚਾਹੀਦਾ। ਹਿੰਦੁਸਤਾਨ ਦੇ ਫੌਜੀਆਂ ਨੂੰ ਲਾਲਚ ਦਿੱਤੇ ਗਏ, ਕਿਸੇ ਵੀ ਬੀਬੀ ਦੀ ਪੱਤ ਲੁੱਟ ਲੋਗੇ ਤੁਹਾਡੇ ਤੇ ਮੁਕੱਦਮਾ ਨਹੀਂ ਚੱਲੇਗਾ, ਜਿੰਨੀ ਲੁੱਟ ਮਾਰ ਕਰ ਲੋਗੇ ਤੁਹਾਨੂੰ ਕੋਈ ਕੁਝ ਨਹੀਂ ਕਵੇਗਾ। ਪਰ 18 ਸਾਲ ਤੋਂ ਲੈ ਕੇ 40 ਸਾਲ ਤੱਕ ਕਿਸੇ ਵੀ ਸਿੱਖ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ। ਇਹ ਪਹੁੰਚੇ ਅੰਮ੍ਰਿਤਸਰ ਦੇ ਡੀਸੀ ਦੇ ਕੋਲ, ਲੱਗੇ ਮਾਰਨ ਡੀਂਗਾ, ਕਹਿੰਦੇ ਜੀ 2 ਘੰਟਿਆਂ 'ਚ ਹਰਮੰਦਰ ਸਾਹਿਬ 'ਚ ਸਿੱਖਾਂ ਦਾ ਸਫਾਇਆ ਕਰ ਦੇਵਾਂਗੇ। ਰੇਡਵੇ ਉੱਤੇ ਜਿੱਤ ਦੀਆਂ ਖਬਰਾਂ ਆਉਣਗੀਆਂ। ਇੱਧਰ ਜਰਨਲ ਸ਼ਵੇਗ ਸਿੰਘ ਨੇ ਵਿਉਂਤਬੰਦੀ ਕੀਤੀ ਹੋਈ ਸੀ। ਕੁਲਦੀਪ ਬਰਾੜ ਲਿਖਦਾ, ਕਹਿੰਦਾ ਉਹਦੇ ਹਾਥੀ ਦੇ ਦੰਦ ਵਾਂਗੂ ਵਿਖਾਉਂਦਾ ਕੁਝ ਸੀ, ਕਰਦਾ ਕੁਝ ਹੋਰ ਸੀ। ਸਿੱਖ ਰਫਲਾਂ ਦੇ ਨਾਲ CRP ਦੀ ਗੋਲੀਆਂ ਦਾ ਜਵਾਬ ਦਿੰਦੇ ਆ ਤੇ ਜਿਹੜਾ ਪਹਿਲਾ ਸ਼ਹੀਦ ਇਸ ਘੱਲੂ ਘਾੜੇ ਦਾ ਬਣਿਆ ਉਹ ਹੈ ਭਾਈ ਮਹਿੰਗਾ ਸਿੰਘ। ਉਹਦਾ ਮੋਰਚਾ ਬਾਬਾ ਟੱਲ ਰਾਏ ਦੇ ਕੋਲ ਹੈ। ਕੁਝ CRP ਅੱਗੇ ਵਧੀ, ਜਵਾਨ ਨੇ ਗੋਲੀਆਂ ਚਲਾਈਆਂ, ਧਰਤੀ ਤੇ ਸੁੱਟ ਦਿੱਤੇ ਹੈ। ਇੱਧਰ ਆਖਿਆ ਸੀ ਨਾ ਸੰਤਾਂ ਨੂੰ ਕਿ ਆੜੇ ਨੇ ਚੜ ਕੇ ਤੁਹਾਨੂੰ ਫੜਨ ਵਾਸਤੇ, ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਬਚਨ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਹਾਂ, ਹੱਥ ਤੇ ਖੜੇ ਨਹੀਂ ਕਰਾਂਗਾ, ਪਰ ਜਿਹੜੇ ਸਾਡੇ ਤੇ ਚੜ ਕੇ ਆਏ ਉਹਨਾਂ ਦੀਆਂ ਲਾਸ਼ਾਂ ਦੇ ਟਰੱਕ ਭੇਜਾਂਗਾ, ਇੱਥੋਂ ਟਰੱਕ ਭੜ ਭੜ ਕੇ ਭੇਜੇ ਜਾਣਗੇ। ਭਾਈ ਮਹਿੰਗਾ ਸਿੰਘ ਡਟਿਆ ਹੋਇਆ ਏ। ਉਹਨੂੰ ਸਿੰਘ ਪੁੱਛਦੇ ਆ ਕਿ ਮਹਿੰਗਾ ਸਿੰਘ ਤੈਨੂੰ ਬੜੀ ਕਾਹਲੀ ਹੈ ਸ਼ਹੀਦੀ ਪਾਉਣ ਦੀ? ਉਹ ਕਹਿੰਦਾ ਕਿ ਜਰਨਲ ਸ਼ਵੇਗ ਸਿੰਘ ਨੇ ਹਦਾਇਤ ਦਿੱਤੀ ਹੈ ਕਿ ਉਹਨਾਂ ਚਿਰ ਗੋਲੀ ਨਾ ਚਲਾਇਓ ਜਿੰਨਾ ਚਿਰ ਤੱਕ CRP ਗੋਲੀ ਨਹੀਂ ਚਲਾਉਂਦੀ। ਕਹਿੰਦਾ ਜਰਨਲ ਸਾਹਿਬ ਦਾ ਦਿਲ ਵੱਡਾ ਏ, ਸੰਤ ਜਰਨੈਲ ਸਿੰਘ ਦਾ ਦਿਲ ਵੱਡਾ ਏ, ਪਰ 2500 ਫੌਜੀ ਤੇ ਮੇਰੇ ਖਾਤੇ 'ਚ ਲਿਖ ਲਓ ਨਾ, ਇੰਨਿਆਂ ਕਾਨੂੰਨ ਤਾਂ ਮੈਂ ਨਰਕਾਂ ਨੂੰ ਜ਼ਰੂਰ ਤੋੜਾਂਗਾ। ਆਖਰ ਮੋਰਚੇ ਤੋਂ ਸਿਰ ਕੱਢਿਆ, ਗੋਲੀ ਵੱਜੀ ਹੈ, ਜਕਾੜੇ ਛੱਡਦਾ ਹੋਇਆ ਸਿੰਘ ਸ਼ਹੀਦ ਹੋ ਗਿਆ। ਉਹਦੇ ਸਰੀਰ ਨੂੰ ਸਿੰਘ ਚੁੱਕ ਕੇ ਲਿਆਏ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਉਹਦਾ ਸੰਸਕਾਰ ਕੀਤਾ ਜਾ ਰਿਹਾ ਸੀ। 20ਵੀਂ ਸਦੀ ਦੇ ਮਹਾਨ ਜਰਨੈਲ ਉਸ ਸੰਸਕਾਰ ਤੇ ਪਹੁੰਚੇ। ਫੌਜੀ ਸੋਚਦੇ ਸੀ ਕਿ ਮੋਰਚਾ ਬੰਦ ਕਰ ਦਿੱਤਾ ਏ। ਲਾਗੋਂ ਇੱਕ ਨਿਹੰਗ ਸਿੰਘ ਉੱਚੀ ਉੱਚੀ ਕਹਿ ਰਿਹਾ ਸੀ ਕਿ ਐਵੇਂ ਵਹਿਮਿਆਂ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਬਦਲਾ ਲੈ ਲੈ ਮਾੜ ਮਾੜ ਮੁੱਕਦੇ ਨਹੀਂ, ਉਹ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ। ਸੋਚਦੇ ਸੀ ਕਿ ਮੋਰਚਾ ਬੰਦ ਹੋ ਗਿਆ। ਕੁਲਦੀਪ ਬਰਾੜ ਲਿਖਦਾ, ਕਹਿੰਦਾ ਅਸੀਂ 2100 ਬੰਦਾ, ਉਹਨੂੰ ਆਖਿਆ ਰੀਂਗ ਕੇ ਦਰਬਾਰ ਸਾਹਿਬ ਜਾਣਾ ਹੈ, 1700 ਬੰਦਾ ਤੁਹਾਨੂੰ ਕਵਰ ਫਾਇਰਿੰਗ ਦੇਵੇਗਾ। ਕਹਿੰਦਾ ਅਸੀਂ ਸੋਚਦੇ ਸਾਂ ਗੋਲੀ ਕਿਸੇ ਬੁੰਗੀਆਂ ਵੱਲੋਂ ਆਵੇਗੀ, ਗੋਲੀ ਕਿਸੇ ਮੋਰਚੇ ਵੱਲੋਂ ਆਵੇਗੀ, ਪਰ ਜਰਨਲ ਸ਼ਵੇਗ ਸਿੰਘ ਨੇ ਵਿਉਂਤਬੰਦੀ ਕੀਤੀ ਹੈ। ਉਹਨੇ ਧਰਤੀ ਦੇ ਅੰਦਰ ਇਹੋ ਜਿਹੀ ਵਿਉਂਤਬੰਦੀ ਕੀਤੀ ਹੈ ਕਿ ਗੋਲੀ ਕਿਸੇ ਬੁੰਗਿਆਂ ਤੋਂ ਨਹੀਂ ਆ ਰਹੀ, ਧਰਤੀ ਤੋਂ ਗੋਲੀਆਂ ਆਉਂਦੀਆਂ ਤੇ ਫੌਜੀ ਬੁੜਕ ਬੁੜਕ ਕੇ ਤਾਂ ਨੂੰ ਜਾਂਦੇ ਆ। ਜਿਹੜੇ ਕਹਿੰਦੇ ਸੀ ਕਿ 2 ਘੰਟਿਆਂ 'ਚ ਵਧਾਈਆਂ ਸੁਣ ਲੋਗੇ, ਹੁਣ ਰੇਡੂਆ ਕੁਝ ਹੋਰ ਹੀ ਬੋਲ ਰਿਹਾ ਸੀ। ਰੇਡੂਆ ਕਹਿ ਰਿਹਾ ਸੀ ਕਿ ਵੈੜ ਮਾੜਾ ਸਿੰਘਾਣਾ, ਦਿੱਲੀ ਤੱਕ ਰੇਡੂਆ ਖੜਕੇ। ਦਿਨ ਜੂਨ 84 ਦੇ ਫੌਜਾਂ ਹਰਮੰਦਰ ਬਣੀਆਂ, ਬੁੰਗਿਆਂ ਚੋਂ ਫੈਰ ਹੋਏ, ਲੋਥਾਂ ਤੇ ਲੋਥਾਂ ਚੜੀਆਂ, ਬੁੰਗਿਆਂ ਚੋਂ ਫੈਰ ਹੋਏ, ਲੋਥਾਂ ਤੇ ਲੋਥਾਂ ਚੜੀਆਂ। ਬੀਬੀ ਦੇ ਦਫ਼ਤਰ ਤਈ ਆਸੀ ਖਬਰ ਪਹੁੰਚ ਗਈ ਤੜਕੇ, ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ, ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ। ਆ ਦਿਨ ਜੂਨ 84 ਤੇ ਫੌਜਾਂ ਹਰਮੰਦਰ ਬਣੀਆਂ, ਬੁੰਗਿਆਂ ਚੋਂ ਫੈਰ ਹੋਏ, ਲੋਥਾਂ ਤੇ ਲੋਥਾਂ ਚੜੀਆਂ, ਬੁੰਗਿਆਂ ਚੋਂ ਫੈਰ ਹੋਏ, ਲੋਥਾਂ ਤੇ ਲੋਥਾਂ ਚੜੀਆਂ। ਬੀਬੀ ਦੇ ਦਫ਼ਤਰ ਤਈ ਆਸੀ ਖਬਰ ਪਹੁੰਚ ਗਈ ਤੜਕੇ, ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ, ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ।
ਸ਼ੇਰਾਂ ਦਾ ਦਲ ਸੋਜੇ ਕੇਰਾ ਬੜਾ ਕਸੂਤਾ ਪਾਲਾ ਇੱਧਰ ਫੜ ਚੋਪਰ ਵੀ ਸ਼ੇਰਾਂ ਸਣੇ ਫੌਜ ਦੇ ਲਾਲਿਆ ਇੱਧਰ ਫੜ ਚੋਪਰ ਵੀ ਸ਼ੇਰਾਂ ਸਣੇ ਫੌਜ ਦੇ ਲਾਲਿਆ ਜਰਨਲ ਤੇ ਕਰਨਲ ਕੀ ਭੇਗੇ ਥੋਰ ਹੈਡ ਸੀ ਫੜ ਕੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਇਹਗੇ ਵਾਰਸ ਨਲੂਏ ਦੇ ਬਾਲੇ ਤੇ ਜੱਗਾਂ ਦੀਆਂ ਨਾਲ ਟੈਂਕਾਂ ਨਾਲ ਬੰਬ ਬਨ ਕੇ ਲਾਗੇ ਵਿਦ ਫੈਮਿਲੀ ਸ਼ਾਲਾ ਟੈਂਕਾਂ ਨਾਲ ਬੰਬ ਬਨ ਕੇ ਲਾਗੇ ਵਿਦ ਫੈਮਿਲੀ ਸ਼ਾਲਾ ਜਿਉਂਦੇ ਨੂੰ ਫੜ ਲੋਗੇ ਕਹਿ ਕੇ ਸੰਤ ਪਾੜ ਦਿਓ ਵਰਗੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਮਾਰਨੋਂ ਨਾ ਡਰਦੇ ਨੇ ਤੁਰਦੇ ਸੋਧ ਸੋਧ ਅਰਦਾਸੇ ਮਾਰਨੋਂ ਨਾ ਡਰਦੇ ਨੇ ਤੁਰਦੇ ਸੋਧ ਸੋਧ ਅਰਦਾਸੇ ਇੱਕ ਖੇਪ ਮਿਲਟਰੀ ਦੀ ਕਰਦੀ ਪਹਿਲੀ ਸੱਡੇ ਪਾਸੇ ਇੱਕ ਖੇਪ ਮਿਲਟਰੀ ਦੀ ਕਰਦੀ ਪਹਿਲੀ ਸੱਡੇ ਪਾਸੇ ਕਾਬਲ ਸਿਆਮਣ ਨੇ ਨਾ ਕਾਬਲ ਸਾਹਮਣ ਨੇ ਨਾ ਜਿਹੜੇ ਆਏ ਸਿੰਘਾਂ ਤੇ ਚੜ ਕੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਆ ਕਰ ਲੀਡ ਸੁਬੇਗਰਿਆ ਹੋ ਕਰ ਲੀਡ ਸੁਬੇਗਰਿਆ ਗੋਲੀ ਵਰੇ ਰੇਣ ਜਿਉ ਵਰਦੀ ਇੱਕ ਇੱਕ ਸਿੰਘ ਰਾਣੀ ਜੀ ਲੜਦਾ ਬਾਜੀਲਾ ਸਿਰ ਤੜਦੀ ਇੱਕ ਇੱਕ ਸਿੰਘ ਰਾਣੀ ਜੀ ਲੜਦਾ ਬਾਜੀਲਾ ਸਿਰ ਤੜਦੀ ਹੋ ਜਾਗਟਣੀ ਪਾਉਣ ਦਿੰਦੇ ਇੰਦਰਾ ਉੱਠੀ ਖਾਬ ਵਿੱਚ ਡਰ ਕੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ਕਲਗੀਆਂ ਵਾਲੇ ਦੇ ਲਾਲ ਚੜ ਕੇ ਆਈ ਹੋਈ ਫੌਜ ਨੂੰ ਦੋ ਹੱਥ ਵਿਖਾੜੇ ਸੀ बड़े शौक से सुनता था जमाना हमारी दास्तां मगर अफसोस कि हम कहते हुए सौं गए साडा समा गिनती दा और एक कविता जिहड़ी वार-वार वीर सानू कह रहे ने कि जागो वो कह के असीं आप जी कोलों खिमा मंग लैनी है क्योंकि बहुत सारे गुरमुख प्यारे बहुत सारियां पंथ दीयां शख्सियतां सिंह साहब जथेदार जसवीर सिंह जी रोडे वो भी स्टेज ते है उन्होंने भी हाज़री लवानी है बापू गुरबचन सिंह जी गुरचरण सिंह जी हवाड़ा साहब जी के पिता वो भी पहुँचे हुए ने होर किसान आगू बहुत सारे पहुँचे हुए ने सारिਆਂ ਨੂੰ ਅਸੀਂ महापुरुषों वालों जी आया आखते हैं आओ मैं ज़्यादा समा ना लवां इतिहास बड़ा लंबेड़ा है मैं तो बाबा जी ने गल की सी मैं कहा 1-2 घंटे में तो साढ़े सिंह मसां गर्मी होंदे है सानू खुला 4-5 घंटे का समा चाहिए फिर सानू भी सुनाउण दा आनंद आउंदा ते आप जी नूं भी सुणन दा आनंद आउंदा ते कल्ली कल्ली गल फिर आप जी नाल खोल के रख दईदी है 20वीं सदी के महान जरनैल संत जरनैल सिंह खालसा भिंडरां वाले दे बचन सिंह के सिखो जिस दिन सरकार ने हरमंदर साहिब ते हमला किया उस दिन खालिस्तान की नींह रखी जाएगी तो इस नींह के अंदर साढ़े लखां योद्धियां दे सिर लगे है पर साडी कौम ने साडे नाल जुल्म करन वालियां नूं भी नहीं छड्डिया भावें वो प्रधानमंत्री सी भावें मुख मंत्री है लंडी बुच्ची ते पता नहीं किन्ने क तोड़े है जिन्हां दी गिनती नहीं की जा सकती आओ वीरां दे हुक्म ते असीं कविता कहन लगे हाँ जागो आई है किधरों आई है भिंडरां वालियां संतां ने नींव करके घलाई है ते मोटरसाइकिल वालियां ने मगड़ बिठाई है ਸਿੰਘਾ ਜਾਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ भिंडरां वालिया संतां ने हुणे कलाइया मोटरसाइकिल
ਮਗਰ ਬਿਠਾਈਆ ਓ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਜੱਗ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਡਟ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਡਟ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਕੌਮ ਦੇ ਆਗੂਆਂ ਧਰਮ ਤੇ ਆਗਿਆ ਕੌਮ ਦੇ ਆਗੂਆਂ ਧਰਮ ਤੇ ਆਗਿਆ ਬਈ ਕੁਰਸੀ ਮੋਖਾ ਬਣਾਈਆਂ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਓ ਨਰਕ ਧਾਰੀ ਗੁਰ ਬਚਨਾ ਪਾਪੀ ਜਾਗੋ ਨੇ ਬੁੜਕਾਤਾ ਨਰਕ ਤਾਰੀ ਗੁਰ ਬਚਨਾ ਪਾਪੀ ਜਾਗੋ ਨੇ ਬੜਕਾਤਾ ਗੁਰੂ ਗ੍ਰੰਥ ਦੀ ਕਰੇ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰੀ ਉਡਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰੀ ਉਡਾਤਾ ਆ ਗੁਰੂ ਬਣ ਬੈਠਾ ਸੀ ਜੋ ਆ ਗੁਰੂ ਬਣ ਬੈਠਾ ਸੀ ਜੋ ਉਸ ਦੀ ਸ਼ਾਮਤ ਆਈ ਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਦੂਜਾ ਨੰਬਰ ਜਾਗੋ ਰਾਣੀ ਉਸ ਲਾਲਾ ਦਾ ਲਾਇਆ ਦੂਜਾ ਨੰਬਰ ਜਾਗੋ ਰਾਣੀ ਉਸ ਲਾਲਾ ਦਾ ਲਾਇਆ ਉਹ ਵਿੱਚ ਅਖਬਾਰਾਂ ਸਿੱਖਾਂ ਨੂੰ ਨਿੰਦੇ ਉਸ ਨੂੰ ਸਬਕ ਸਿਖਾਇਆ ਵਿੱਚ ਅਖਬਾਰਾਂ ਸਿੱਖਾਂ ਨੂੰ ਨਿੰਦੇ ਤੇ ਉਸ ਨੂੰ ਸਬਕ ਸਿਖਾਇਆ ਵਿੱਚ ਅਖਬਾਰਾਂ ਸਿੱਖਾਂ ਨੂੰ ਨਿੰਦੇ ਉਸ ਨੂੰ ਸਬਕ ਸਿਖਾਇਆ ਲੁਧਿਆਣੇ ਦੇ ਲਾਗੇ ਸਿੰਘਾਂ ਜਾਗੋ ਆਨ ਮਿਲਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਬੰਸ ਲਾਲ ਖੱਲੇ ਨੂੰ ਜਾਗੋ ਲਾਲ ਜਾ ਰੰਗ ਚੜਾਇਆ ਬੰਸ ਲਾਲ ਖੰਨੇ ਨੂੰ ਜਾਗੋ ਲਾਲ ਜਿਹਾ ਰੰਗ ਚੜਾਇਆ ਉਲਟ ਸਿੰਘਾਂ ਦੇ ਬਚਨ ਨਾ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਗੱਡੀ ਚੜਾਇਆ ਉਲਟ ਸਿੰਘਾਂ ਤੇ ਬਚਨ ਨਾ ਕਰੀਏ ਉਸ ਨੂੰ ਗੱਡੀ ਚੜਾਇਆ ਖੜਾ ਕਸ਼ਹਿਰਾ ਇੱਥੇ ਹੀ ਰਹਿਣਾ ਖੜਾ ਕਸ਼ਹਿਰਾ ਇੱਥੇ ਹੀ ਰਹਿਣਾ ਪਰ ਤੇਰੀ ਸ਼ਾਮਤ ਆਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਪੁਤਲੀ ਘਰ ਕੋਲ ਜਾਗੋ ਪਹੁੰਚੀ ਛੇਤੀ ਪੰਧ ਮਕਾ ਕੇ ਪੁਤਲੀ ਘਰ ਕੋਲ ਜਾਗੋ ਪਹੁੰਚੀ ਛੇਤੀ ਬੰਦ ਮੁਕਾ ਕੇ ਮੱਖਣ ਕਰਦਾ ਏ ਬਹੁਤ ਵਧੀਕੀ ਖੜੀ ਸਰਾਣੇ ਆ ਕੇ ਮੱਖਣ ਕਰਦੇ ਬਾਤ ਵਧੀਕੀ ਤੇ ਖੜੀ ਸਰਾਣੇ ਆ ਕੇ ਮੱਖਣ ਕਰਦਾ ਬਹੁਤ ਵਧੀਕੀ ਖੜੀ ਸਰਾਣੇ ਆ ਕੇ ਸੱਚੋ ਤੋਂ ਵਾਲਦਾਰ ਤੋਂ ਸੱਚੋ ਦੀ ਕੀਤੀ ਤੁਰੰਤ ਲਗਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਉਹ
ਵਿੱਚ ਫਤਿਹਗੜ੍ਹ ਜਾਗੋ ਪਹੁੰਚੀ ਹੱਸਦੀ ਨੱਚਦੀ ਟੱਪਦੀ ਆਓ ਵਿੱਚ ਫਤਿਹਗੜ੍ਹ ਜਾਗੋ ਪਹੁੰਚੀ ਹੱਸਦੀ ਨੱਚਦੀ ਟੱਪਦੀ ਉਹ ਦਰਸ਼ਨ ਦੇ ਕੇ ਗਈ ਸਭਨਾਂ ਨੂੰ ਗੱਲ ਕਹੀ ਨਹੀਂ ਗੱਪਦੀ ਆਓ ਦਰਸ਼ਨ ਦੇ ਕੇ ਗਈ ਸਭਨਾਂ ਨੂੰ ਗੱਲ ਕੋਈ ਨਹੀਂ ਗੱਪਦੀ ਰਾਜ ਗਰਦਨ ਰਾਜ ਨਸ਼ੇ ਵਿੱਚ ਰਾਜ ਗਰਦਨ ਰਾਜ ਨਸ਼ੇ ਵਿੱਚ ਜਾਣ ਕੇ ਧੌਣ ਬਣਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਉਹ ਕਈ ਵਾਰੀ ਇਹ ਜਾਗੋ ਰਾਣੀ ਵਿੱਚ ਬੱਸਾਂ ਦੇ ਚੜ ਜਾਏ ਓ ਕਈ ਵਾਰ ਇਹ ਜਾਗੋ ਰਾਣੀ ਵਿੱਚ ਬੱਸਾਂ ਤੇ ਚੜ ਜਾਏ ਇਹਦੇ ਵਿੱਚ ਆਈ ਕਈਆਂ ਦਾ ਕੀਰਤਨ ਸੋਲਾ ਪੜ ਜਾਏ ਆ ਗੁੱਸੇ ਦੇ ਵਿੱਚ ਆਈ ਗਿਆ ਦਾ ਕੰਮ ਕਿੜਚੂ ਕਰ ਜਾਏ ਗੁੱਸੇ ਦੇ ਵਿੱਚ ਆਈ ਕਈਆਂ ਦਾ ਕੰਮ ਕਿੜਚੂ ਕਰ ਜਾਏ ਆਉਂਦੀ ਜਾਗੋ ਹਰ ਕੋਈ ਵੇਂਦਾ ਆਉਂਦੀ ਜਾਗੋ ਹਰ ਕੋਈ ਵੇਂਦਾ ਜਾਂਦੀ ਕਿਸੇ ਨਾ ਪਾਈਆ ਵੀ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਐਸਪੀ ਗੁਰ ਭਜਣਾ ਪਾਪੀ ਨਜ਼ਰ ਜਾਗੋ ਦੀ ਪੈ ਗਿਆ ਡੀਐਸਪੀ ਗੁਰ ਬਚਨਾ ਪਾਪੀ ਨਜ਼ਰ ਜਾਗੋ ਦੀ ਪੈ ਗਿਆ ਹੋਇਆ ਤੇ ਮਰਨਾ ਸੀ ਪਾਪੀ ਨੇ ਟੱਬਰ ਲੈ ਕੇ ਬਹਿ ਗਿਆ ਤੇ ਮਰਨਾ ਸੀ ਪਾਪੀ ਨੇ ਟੱਬਰ ਲੈ ਕੇ ਬਹਿ ਗਿਆ ਧੀਆਂ ਪੁੱਤਰ ਸਣੇ ਵਾਈਫ ਦੇ ਜਾਗੋ ਕਰੀ ਸਫਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਸੈਰ ਸਪਾਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਸੈਰ ਸਪਾਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਉਹ ਬੇਅੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ ਓ ਬੇਅੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ ਬੇਅੰਤ ਸਿੰਘ ਨੇ ਫੜ ਕੇ ਜਾਗੋ ਬੇਅੰਤ ਸਿੰਘ ਨੇ ਫੜ ਕੇ ਜਾਗੋ ਵਿੱਚ ਪਿਸਟਲ ਦੇ ਪਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਇਤਿਹਾਸ ਤਾਂ ਬਹੁਤ ਲੰਬੇੜਾ ਹੈ। ਇਸ ਆਸ ਦੇ ਨਾਲ ਆਪ ਜੀ ਕੋਲੋਂ ਖਿਮਾ ਮੰਗਦਾ ਹਾਂ ਕਿ ਇੱਕ ਦਿਨ ਖਾਲਸੇ ਨੂੰ ਰਾਜ ਭਾਗ ਮਿਲੇਗਾ। ਟਹਿਲਣ ਲਈ ਫੇਰ ਸ਼ਾਲਾਮਾਰ ਬਾਗ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਵਾਲਾ। ਟਹਿਲਣ ਲਈ ਫੇਰ ਸ਼ਾਲਾਮਾਰ ਬਾਗ ਮਿਲੇਗਾ। ਕਰਦੇ ਗਦਾੜੀ ਜੋ ਫੜਾਉਂਦੇ ਨੇ ਹਵਾੜਿਆਂ ਨੂੰ ਵਿਚੋਲਿਆਂ ਨੂੰ ਵਿਚੋਲਗੀ ਤੇ ਲਾਗੀਆਂ ਨੂੰ ਲਾਗ ਮਿਲੇਗਾ। ਇੱਕ ਦਿਨ ਖਾਲਸੇ ਨੂੰ ਰਾਜ ਭਾਗ ਮਿਲੇਗਾ। ਇਸ ਆਸ ਦੇ ਨਾਲ ਆਪ ਜੀ ਕੋਲੋਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਰਬੱਤ ਸੰਗਤ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਧੰਨਵਾਦ ਜੀ, ਚੜ੍ਹਦੀ ਕਲਾ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਰੋਡੇ ਨਗਰ ਦਾ ਨਾਂ ਆ, ਪਿੰਡ ਦਾ ਨਾਂ ਆ। ਤੇ
ਉਹ ਸਨਮਾਨ ਕਰ ਰਹੇ ਸਨ ਸਾਡੇ ਸਤਿਕਾਰਯੋਗ ਕਵੀਸ਼ਰ ਭਾਈ ਸਾਹਿਬ ਭਾਈ ਨਿਸਾਰ ਸਿੰਘ ਜੀ ਚਵਾ। ਆਪਣੀ ਮਿਸਾਲ ਆਪਨੇ ਹੋ। ਪੰਜਾਬ ਦਾ ਪਿਛੋਕੜ ਇਤਿਹਾਸ 84 ਤੋਂ ਬਾਅਦ ਦਾ ਇਤਿਹਾਸ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਜਾਣਕਾਰੀ ਰੱਖਦੇ ਨੇ, ਕਹਿੰਦੇ ਨੇ। ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਕਵੀ ਜਥੇ ਨਾਲ ਤੁਸੀਂ ਸੰਬੰਧ ਸਥਾਪਿਤ ਕਰਨਾ, ਉਹਨਾਂ ਤੋਂ ਤੁਸੀਂ ਕਾਰਡ ਲੈ ਸਕਦੇ ਹੋ। ਜ਼ਰੂਰ ਸੰਬੰਧ ਸਥਾਪਿਤ ਕਰਿਓ। ਤੁਸੀਂ ਆਪਣਾ ਆਪਣਾ ਇਤਿਹਾਸ ਉਹਨਾਂ ਤੋਂ ਸੁਣਦੇ ਹੋ, ਉਹ ਸੁਣਾਉਂਦੇ ਰਹਿਣਗੇ। ਇਸ ਲਈ ਉਹਨੂੰ ਸੱਦਣ ਦਾ ਤਰੀਕਾ ਇਹੀ ਹੈ, ਸਾਡੇ ਕੋਲ ਉਹਨਾਂ ਦਾ ਕਾਰਡ ਹੋਣਾ ਚਾਹੀਦਾ ਹੈ। ਸਰਦਾਰ ਨਿਸਾਰ ਸਿੰਘ ਜੀ ਕਵੀਸ਼ਰ ਸਾਹਿਬ, ਉਹਨਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਹੈ। ਸਾਡੇ ਕੋਲੇ ਸਟੇਜ ਤੇ ਪੰਥ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਸੁਸ਼ੋਭਿਤ ਨੇ। ਆਮ ਤੌਰ ਤੇ ਕਿਹਾ ਜਾਂਦਾ ਹੈ ਗੋਬਿੰਦਵਾਲ ਸਿੱਖੀ ਦਾ ਧੁਰਾ ਹੈ, ਪਰ ਮਾਲਵੇ ਦੇ ਵਿੱਚ ਨਗਰ ਰੋਡੇ ਮਹਾਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਨਗਰ ਸਤਿਕਾਰ ਵਜੋਂ ਮੈਂ ਨਾ ਭੁੱਲਦਾ ਹਾਂ। ਉਹਨਾਂ ਦੇ ਭਤੀਜੇ ਸਤਿਕਾਰਯੋਗ ਬਾਬਾ ਜੀ ਬਾਬਾ ਜਸਵੀਰ ਸਿੰਘ ਜੀ ਰੋਡੇ ਔਰ ਪੰਥਕ ਵਿਚਾਰਧਾਰਾ, ਦੋ ਚੀਜ਼ਾਂ ਦੇ ਆਲੇ ਦੁਆਲੇ ਸਮੁੱਚਾ ਪੰਥ ਘੁੰਮਦਾ ਹੈ, ਧਰਮ ਔਰ ਰਾਜਨੀਤੀ। ਇਸ ਲਈ ਮੈਂ ਰੋਡੇ ਨਗਰ ਦਾ ਨਾਂ ਇਸੇ ਲਈ ਲਿਆ ਹੈ। ਅੱਜ ਦੀ ਧਾਰਮਿਕ ਔਰ ਰਾਜਨੀਤੀ ਰੋਡੇ ਨਗਰ ਦੇ ਨਾਲ ਜੁੜੀ ਹੋਈ ਹੈ। ਇਸ ਲਈ ਮੈਂ ਹੁਣ ਅਰਜ਼ ਕਰਨ ਲੱਗਾ, ਹੁਣ ਮੈਂ ਬੇਨਤੀ ਕਰਨ ਲੱਗਾ ਹਾਂ ਸਤਿਕਾਰਯੋਗ ਜਥੇਦਾਰ ਬਾਬਾ ਜੀ ਬਾਬਾ ਜਸਵੀਰ ਸਿੰਘ ਜੀ ਰੋਡੇ ਆਪਣੇ ਵਿਚਾਰ, ਆਪਣੇ ਖਿਆਲ, ਧਾਰਮਿਕ ਖਿਆਲ, ਰਾਜਨੀਤਿਕ ਖਿਆਲ ਉਹ ਵਿਅਕਤ ਕਰਨ, ਕਿਉਂਕਿ ਆਪਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜੇ ਹਾਂ। ਸ਼ਰਧਾਂਜਲੀ ਭੇਟ ਕਰਨ ਲੱਗੇ ਨੇ, ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਟ ਹੈ। ਆਓ ਸਰਬੱਤ ਸੰਗਤ, ਆਓ ਆਪਾਂ ਉਹਨੂੰ ਸਰਵਣ ਕਰੀਏ। ਮੈਂ ਇੱਕ ਜਕਾਰਾ ਛੱਡ ਦਿੰਦਾ ਹਾਂ ਤੇ ਉਸ ਤੋਂ ਬਾਅਦ ਤੁਸੀਂ ਸਾਂਝ ਸਥਾਪਿਤ ਕਰਨੀ ਹੈ ਕਿਸ ਦੀ? ਕੰਨ ਰਾਹੀਂ ਸੁਣਨਾ ਹੈ ਔਰ ਮਨ ਕਰਕੇ ਵਿਚਾਰ ਨੂੰ ਸਮਝਣਾ ਹੈ। ਬੋਲੇ ਸੋ ਨਿਹਾਲ। ਆਓ ਜੀ ਆਪਾਂ ਸਰਵਣ ਕਰੀਏ ਜਥੇਦਾਰ ਜਸਵੀਰ ਸਿੰਘ ਜੀ ਰੋਡੇ ਸਾਹਿਬ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ। ਗਗਨ ਦਮਾਮਾ ਬਾਜਿਓ, ਹਰਿਓ ਨਿਸ਼ਾਨਾ ਘਾਓ। ਖੇਤ ਜੋ ਮੰਡਿਓ ਸੂਰਮਾ, ਅਬ ਜੂਝਨ ਕੋ ਦਾਉ। ਸੂਰਾ ਸੋ ਪਹਿਚਾਨੀਆਂ, ਜੋ ਲੜਾ ਦੀਨ ਕੇ ਹੇਤ। ਪੁਰਜਾ ਪੁਰਜਾ ਘਟ ਮਰੈ, ਕਬੂ ਨਾ ਛਾੜੈ ਖੇਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੁਗੋ ਜੁਗ ਟਲ ਸਤਿਗੁਰੂ, ਜਗਤ ਜਲੰਦੇ ਨੂੰ ਤਾਰਨਹਾਰ, ਚਵਰ ਛਤਰ ਤਖਤ ਦੇ ਮਾਲਕ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ, ਆਪ ਜਿੱਥੇ ਮਹਾਂਪੁਰਖਾਂ ਦਾ ਯਾਦਗਾਰ ਦਿਹਾੜਾ ਮਨਾ ਰਹੇ ਹੋ, ਨਾਲ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਵਸ ਮਨਾ ਰਹੇ ਹੋ। ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ। ਕਵੀਸ਼ਰ ਜਥੇ ਨੇ ਬਹੁਤ ਜੋਸ਼ੀਲੇ ਛੰਦ ਸੁਣਾ ਕੇ ਆਪ ਜੀ ਨੂੰ ਇਤਿਹਾਸ ਨਾਲ ਜੋੜਿਆ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਆਓ ਦਾਸ ਵੀ ਆਪ ਜੀ ਨਾਲ ਕੁਝ ਬੇਨਤੀਆਂ ਸੀਮਿਤ ਸਮੇਂ ਵਿੱਚ ਕਰੇਗਾ। ਪਹਿਲਾਂ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ। ਸਾਰੀ ਸੰਗਤ ਨੇ ਫਤਿਹ ਬੁਲਾਉਣੀ ਗੱਜ ਕੇ। ਭਾਈ ਕਲਗੀਧਰ ਮਹਾਰਾਜ ਨੇ ਆਪਾਂ ਨੂੰ ਫਤਿਹ ਦਿੱਤੀ। ਫਤਿਹ ਕੌਮਾਂ ਨੂੰ ਫਤਿਹ ਨਹੀਂ ਕਿਸੇ ਨੇ ਦਿੱਤੀ, ਇਹ ਤੇ ਕਲਗੀਧਰ ਮਹਾਰਾਜ ਨੇ ਆਪਾਂ ਨੂੰ ਫਤਿਹ ਦਿੱਤੀ। ਆਪਾਂ ਵੇਸਲੇ ਬੈਠੇ ਹਾਂ, ਫਤਿਹ ਬੋਲਦੇ ਹੀ ਨਹੀਂ। ਫਤਿਹ ਚਾਹੁੰਦੇ ਹਾਂ, ਬੋਲਦੇ ਨਹੀਂ।
ਤੇ ਸਤਿਗੁਰੂ ਜੀ ਨੇ ਇਹ ਵੀ ਗੁਰੂ ਕੇ ਸਿੱਖਾਂ ਨੂੰ ਜੋ ਰਹਿਤਨਾਮੇ ਪੜੋਗੇ ਨਾ, ਦਰਸਾਇਆ ਵੀ ਫਤਿਹ ਮਿਲ ਕੌਣ ਫਤਿਹ ਦੇ ਸਕਦਾ? ਕੋਈ ਧਨਾੜ ਬੰਦਾ, ਕੋਈ ਰਾਜਾ, ਕੋਈ ਚੱਕਰਵਰਤੀ ਪਾਤਸ਼ਾਹ ਫਤਿਹ ਦੇ ਸਕਦਾ ਹੈ? ਨਹੀਂ, ਉਹ ਤਾਂ ਆਪ ਫਤਿਹ ਲੱਭਦੇ ਫਿਰਦੇ ਨੇ। ਮਹਾਰਾਜ ਕਹਿੰਦੇ ਕੌਣ ਦੇ ਸਕਦਾ? ਫਿਰ ਫਤਿਹ ਦੇ ਸਕਦਾ ਵਾਹਿਗੁਰੂ। ਅੱਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਫਤਿਹ ਬੁਲਾਇਆ ਕਰੋ ਗੱਜ ਕੇ, ਹਮੇਸ਼ਾ ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸੀਮਿਤ ਸਮੇਂ ਵਿੱਚ ਹੀ ਆਪ ਜੀ ਨਾਲ ਦਾਸ ਬਹੁਤ ਲੰਮਾ ਸਮਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨਾਲ ਘਰੇ ਵੀ ਕੰਮਕਾਰ ਕਰਦਿਆਂ ਵੀ, ਪੜ੍ਹਦਿਆਂ ਵੀ, ਦਮਦਮੀ ਟਕਸਾਲ ਵਿੱਚ ਵੀ ਕਾਫੀ ਲੰਮਾ ਸਮਾਂ ਮੈਂ ਨਾਲ ਰਿਹਾ। ਉਹਨਾਂ ਦੇ ਬਹੁਤ ਜੀਵਨ ਪੱਖ ਮੈਂ ਦੇਖਿਆ, ਮੈਂ ਲਿਖਿਆ ਵੀ ਆ, ਕਿਉਂਕਿ ਜੋ ਕੁਝ ਸਟੇਜਾਂ ਤੋਂ ਬੋਲਿਆ ਜਾਂਦਾ ਹੈ ਉਹ ਕੁਦਰਤੀ ਉਹ ਪੱਖ ਹੀ ਬੋਲਿਆ ਜਾਣਾ ਹੈ ਜੋ ਸੰਗਤ ਨੇ ਦੇਖਿਆ। ਉਹ 1984 ਦਾ ਪੱਖ ਬਹੁਤਾ, ਜਾਂ 1980 ਤੋਂ ਬਾਅਦ ਦੀਆਂ ਘਟਨਾਵਾਂ ਦਾ ਪੱਖ ਨੈਟ ਤੋਂ ਵੀ ਅਸੀਂ ਸਰਚ ਕਰ ਸਕਦੇ ਹਾਂ। ਪਰ ਮਹਾਂਪੁਰਖਾਂ ਦਾ ਜੋ ਜੀਵਨ ਹੈ, ਉਹਨਾਂ ਦਾ ਜੋ ਸਾਧ ਸੰਗਤ ਜੀ ਨਾਮ ਬਾਣੀ ਦਾ ਅਭਿਆਸ ਹੈ, ਉਹ ਸਰਚ ਕੀਤਿਆਂ ਲੱਭਣਾ ਮੁਸ਼ਕਲ ਹੈ। ਕਿਉਂਕਿ ਸਦੀਆਂ ਬਾਅਦ ਜਦੋਂ ਇਹੋ ਜਿਹਾ ਕੌਮੀ ਜਰਨੈਲ ਕੌਮ ਦੇ ਸਾਹਮਣੇ ਆਉਂਦਾ ਹੈ ਤਾਂ ਉਹਦੇ ਵਿੱਚ ਕੇਵਲ ਜਿਸਮਾਨੀ ਸ਼ਕਤੀ ਨਹੀਂ ਹੁੰਦੀ, ਉਹਦੇ ਵਿੱਚ ਰੂਹਾਨੀ ਸ਼ਕਤੀ ਹੁੰਦੀ ਹੈ, ਜਿਹਦੇ ਵਿੱਚੋਂ ਸਮੇਂ ਦੀਆਂ ਸਰਕਾਰਾਂ ਵੀ ਕੰਬਦੀਆਂ, ਡਰਦੀਆਂ ਨੇ। ਇਹੀ ਕਾਰਨ ਸੀ ਕਿ ਜਦੋਂ ਉਹ ਸਟੇਜ ਤੋਂ ਬੋਲਦੇ ਬੇਬਾਕੀ ਦੇ ਨਾਲ, ਉਹ ਗੁਰਮਤਿ ਦੀ ਗੱਲ ਕਰਦੇ, ਸਿਧਾਂਤ ਦੀ ਗੱਲ ਕਰਦੇ, ਤੇ ਸਮੇਂ ਦੇ ਹਾਕਮਾਂ ਨੂੰ ਚੁਭਦੀ ਸੀ। ਆਪਣੇ ਇਲਾਕੇ 'ਚ ਵੀ ਕਈ ਵਾਰ ਮਹਾਂਪੁਰਖਾਂ ਨੇ ਕਥਾ ਪ੍ਰਚਾਰ ਦੀਆਂ ਫੇਰੀਆਂ ਪਾਈਆਂ, ਦੀਵਾਨ ਲਾਏ, ਤੇ ਬਹੁਤ ਸਾਰੇ ਸਿੰਘ ਸਭਾਵਾਂ ਦੇ ਪ੍ਰਧਾਨ। ਇੱਕ ਵਾਰੀ ਮੈਂ 1981 ਦੇ ਵਿੱਚ ਵੀ ਨਾਲ ਸੀ, ਜਦੋਂ ਮਹਾਂਪੁਰਖ ਇਸ ਫੇਰੀ ਦੇ ਵਿੱਚ ਅੰਬਾਲਾ, ਕਰਨਾਲ, ਕਈ ਸਾਰੇ ਗੁਰਦੁਆਰਿਆਂ ਦੇ ਵਿੱਚ ਠਹਿਰਦੇ ਦਿੱਲੀ ਗਏ ਸਨ। ਆਮ ਤੌਰ ਤੇ ਕਹਿੰਦੇ ਮਹਾਂਪੁਰਖੋ ਤੁਸੀਂ ਇੱਥੇ ਸਾਡਾ ਹਿੰਦੂ ਸਿੱਖਾਂ ਦਾ ਮਸਲਾ ਹੈ, ਇੱਥੇ ਸਾਡੀ ਇਸ ਤਰ੍ਹਾਂ ਦੀ ਘਟਨਾ ਹੈ। ਉਹ ਕਹਿੰਦੇ ਫਿਕਰ ਨਾ ਕਰੋ, ਮੈਂ ਕਿਸੇ ਵਿਅਕਤੀਗਤ ਕਿਸੇ ਧਰਮ ਦੇ ਨਾ ਮੈਂ ਖਿਲਾਫ ਹੈ, ਨਾ ਸਾਡਾ ਸਿਧਾਂਤ ਹੈ, ਮੈਂ ਤੇ ਸਿਧਾਂਤ ਦੀ ਗੱਲ ਕਰਨੀ ਹੈ। ਸੋ ਇਹਨਾਂ ਘਟਨਾਵਾਂ ਦੇ ਵਿੱਚੋਂ ਮੈਂ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ। 2 ਜੂਨ 1947 ਨੂੰ ਮਹਾਂਪੁਰਖਾਂ ਦਾ ਜਨਮ ਹੋਇਆ। ਸ਼੍ਰੀਮਾਨ ਸਤਿਕਾਰਯੋਗ ਉਹਨਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਜੀ, ਮਾਤਾ ਨਿਹਾਲ ਕੌਰ ਜੀ, ਜਿਨ੍ਹਾਂ ਦੇ ਗ੍ਰਹਿ ਵਿੱਚ ਇਹ 7ਵਾਂ ਪੁੱਤਰ ਸੀ। ਇਹਨਾਂ ਤੋਂ ਪਹਿਲਾਂ 6 ਵੱਡੇ ਭਰਾ ਸਨ ਇਹਨਾਂ ਦੇ, ਇਹ ਸਭ ਤੋਂ ਛੋਟੇ ਸੀ। ਦਾਸ ਦੇ ਪਿਤਾ ਸਰਦਾਰ ਜੰਗੀਰ ਸਿੰਘ ਜੀ, ਜੋ ਇਹ 7 ਵਿੱਚੋਂ ਸਭ ਤੋਂ ਵੱਡੇ ਸੀ, ਜੋ ਵੀ ਉੱਥੇ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਮਹਾਂਪੁਰਖਾਂ ਦੇ ਅਗਵਾਈ ਵਿੱਚ ਯੁੱਧ ਕਰਦਿਆਂ ਸ਼ਹੀਦ ਹੋ ਗਏ, ਉਹ ਸਾਰਿਆਂ ਤੋਂ ਵੱਡੇ ਸੀ। ਇਹਨਾਂ ਦਾ ਛੋਟਿਆਂ ਹੁੰਦਿਆਂ ਹੀ ਨਾਮ ਬਾਣੀ ਵਿੱਚ ਬਹੁਤ ਮਗਨ ਰਹਿਣ ਦਾ ਸੁਭਾਅ ਬਣ ਗਿਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹ ਇੱਕ ਜਨਮ ਦੀ ਤਪੱਸਿਆ ਨਹੀਂ ਹੁੰਦੀ, ਇਹ ਜਨਮਾਂ ਜਨਮਾਂਤਰਾਂ ਦੀ ਖੇਡ ਹੁੰਦੀ ਆ। ਪੜ੍ਹਦਿਆਂ ਹੀ
ਸਾਡੇ ਪਿੰਡ ਦੇ ਹੀ ਮਹਾਂਪੁਰਖ ਸਨ ਸੰਤ ਬਾਬਾ ਕਿਰਪਾਲ ਸਿੰਘ ਜੀ, ਜਿਹੜੇ ਜੈਤੋ ਦੇ ਮੋਰਚੇ 'ਚ ਵੀ ਗਏ, ਪੰਥ ਦੇ ਮੋਰਚਿਆਂ 'ਚ ਬਹੁਤ ਉਹਨਾਂ ਨੇ ਅਗਵਾਈ ਕੀਤੀ। ਕੁਝ ਸਮਾਂ ਉਦੋਂ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਹੁੰਦਾ ਸੀ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਅਕਾਲੀ ਜਥੇ ਦੇ ਪ੍ਰਧਾਨ ਵੀ ਰਹੇ। ਰੋ ਵਿਚਾਰ ਉਹਨਾਂ ਕੋਲੋਂ ਬਾਣੀ ਦੀ ਸੰਥਿਆ ਸ਼ੁਰੂ ਕੀਤੀ ਜਦੋਂ ਚੌਥੀ ਕਲਾਸ ਵਿੱਚ ਪੜ੍ਹਦੇ ਸੀ। ਬਾਬਾ ਜੀ ਨੇ ਕਿਹਾ, ਮਹਾਂਪੁਰਖਾਂ ਦੇ ਪਿਤਾ ਨੇ ਕਿਹਾ, ਜਰਨੈਲ ਸਿੰਘ, ਜਿਹੜੀ ਗੁਰਬਾਣੀ ਹੈ ਸ਼ੁੱਧ ਤਾਂ ਹੀ ਪੜ੍ਹੀ ਜਾ ਸਕਦੀ ਹੈ ਜੇ ਕਿਸੇ ਤੋਂ ਸਿੱਖਾਂਗੇ। ਕਹਿੰਦੇ ਕਿਤੋਂ ਸਿੱਖੀਏ? ਕਹਿੰਦੇ ਸੰਤਾਂ ਤੋਂ ਸਿੱਖੋ, ਸੰਤ ਕਿਰਪਾਲ ਸਿੰਘ ਤੋਂ। ਉਹਨਾਂ ਕੋਲ ਜਾਣ ਲੱਗ ਗਏ, ਸਕੂਲ ਤੋਂ ਆਉਣਾ, ਸੰਥਿਆ ਕੀਤੀ, 5 ਬਾਣੀਆਂ ਦੀ ਕੀਤੀ, 5 ਗ੍ਰੰਥੀ ਦੀ ਸੰਥਿਆ ਕੀਤੀ। ਤਾਂ ਸਾਧ ਸੰਗਤ ਸੰਥਿਆ ਉਨੀ ਕਰਦੇ ਜਿੰਨੀ ਜ਼ਬਾਨੀ ਯਾਦ ਕਰ ਲੈਂਦੇ। ਤੇ ਇੱਕ ਦਿਨ ਬਾਬਾ ਜੀ ਨੇ ਪੁੱਛਿਆ ਵੀ ਜਰਨੈਲ ਸਿੰਘ ਕਿੰਨੀਆਂ ਬਾਣੀਆਂ ਯਾਦ ਹੈ? ਕਹਿੰਦੇ ਬਾਪੂ ਜੀ ਜਿੰਨੀ ਸੰਥਿਆ ਹੋ ਗਈ ਉਨੀਆਂ ਯਾਦ ਹੈ। ਕਹਿੰਦੇ ਸੁਣਾ। ਉਹਨਾਂ ਨੇ 5 ਬਾਣੀਆਂ ਸੁਣੀਆਂ, ਬੜੇ ਪ੍ਰਸੰਨ ਹੋਏ ਤੇ ਫਿਰ ਸਾਰੇ ਘਰ ਵਿੱਚ ਹੀ ਕਹਿ ਦਿੱਤਾ ਕਿ ਇਸ ਭੁਜੰਗੀ ਨੂੰ ਕਿਸੇ ਨੇ ਉੱਚਾ ਨੀਵਾਂ ਨਹੀਂ ਬੋਲਣਾ। ਬਜ਼ੁਰਗ ਸਮਝ ਗਏ ਕਿ ਇਹ ਪਹਿਲਾਂ ਵੀ ਤਪੱਸਿਆ ਹੀ ਕਰਦੇ ਹੋਏ ਸਾਡੇ ਘਰ ਵਿੱਚ ਆਏ ਨੇ। 5 ਕਲਾਸਾਂ ਪੜ੍ਹੀਆਂ, ਅਗਾਂਹ ਤੋਂ ਕਹਿ ਦਿੱਤਾ ਪਿਤਾ ਜੀ ਮੈਂ ਹੋਰ ਅੱਗੇ ਨਹੀਂ ਪੜ੍ਹਨਾ ਚਾਹੁੰਦਾ। ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ, ਬਹੁਤ ਹੁਸ਼ਿਆਰ। ਜਦੋਂ ਅਸੀਂ ਉਹਨਾਂ ਦਾ ਸਕੂਲ ਦਾ ਸਰਟੀਫਿਕੇਟ ਲਿਆ ਨਾ, ਕਿਉਂਕਿ ਇੱਕ ਤਰ੍ਹਾਂ ਦਾ ਜਦੋਂ ਕਿਸੇ ਹੋਣਹਾਰ ਬੰਦੇ ਦੀ ਹਿਸਟਰੀ ਲਿਖਦੇ ਆ ਤਾਂ ਉਹਦੇ ਪ੍ਰੂਫ ਚਾਹੀਦੇ ਹੁੰਦੇ ਵੀ ਇਹਦਾ ਜਨਮ ਦਿਨ ਕਿਹੜਾ ਹੈ। ਅਸੀਂ ਸਕੂਲ ਦੇ ਵਿੱਚੋਂ ਸਰਟੀਫਿਕੇਟ ਪ੍ਰਾਪਤ ਕੀਤਾ ਤਾਂ ਜਿਹੜੀ ਸੰਦ ਪ੍ਰਾਪਤ ਕੀਤੀ ਉਹਦੇ ਵਿੱਚੋਂ 5ਵੀਂ ਕਲਾਸ ਵਿੱਚੋਂ ਆਮ ਤੌਰ ਤੇ ਕਿਹਾ ਕਰਦੇ ਸਨ ਕਿ ਮੈਨੂੰ ਹਿੰਦੀ ਥੋੜੀ ਜਿਹੀ ਘੱਟ ਆਉਂਦੀ ਆ ਦੂਸਰੇ ਸਬਜੈਕਟ ਨਾਲੋਂ। ਪਰ ਅਸੀਂ ਉਹ ਵੇਖਿਆ ਸਾਧ ਸੰਗਤ ਜੀ, ਹਿੰਦੀ ਚੋਂ ਵੀ 90% ਨੰਬਰ ਆਉਂਦੇ, ਹਿੰਦੀ ਚੋਂ ਵੀ। ਬਾਕੀ ਸਾਰਿਆਂ ਚੋਂ ਕੋਈ 98%, ਕੋਈ 99%। ਇੰਨੇ ਹੁਸ਼ਿਆਰ ਸੀ ਪੜ੍ਹਨੋਂ ਹਟ ਗਏ। ਤੇ ਮਾਘ ਸਿੰਘ ਸੀ ਉਹਨਾਂ ਦੇ ਮਾਸਟਰ ਪੜ੍ਹਾਉਣ ਵਾਲੇ, ਉਹ ਘਰੇ ਆ ਗਏ ਤੇ ਬਾਬਾ ਜੀ ਸਾਡੇ ਸਰਪੰਚ ਸਨ। ਕਹਿੰਦੇ ਸਰਪੰਚ ਜੀ ਇਹ ਬੱਚਾ ਬਹੁਤ ਲਾਇਕ ਹੈ, ਬਹੁਤ ਪੜ੍ਹ ਸਕਦਾ ਹੈ, ਇਹਨੂੰ ਪੜ੍ਹਨ ਨਾ ਹਟਾਓ। ਬਾਬਾ ਜੀ ਕਹਿੰਦੇ ਭਾਈ ਮੈਂ ਮਜਬੂਰ ਵੀ ਨਹੀਂ ਕਰ ਸਕਦਾ, ਇਹ ਨਾਮ ਬਾਣੀ ਪੜ੍ਹਦਾ ਹੈ ਤੇ ਭਜਨ ਬੰਦਗੀ ਵਿੱਚ ਹੀ ਲੀਨ ਰਹਿੰਦਾ ਹੈ, ਹੋਰ ਸਕੂਲ ਦੀ ਜਮਾਤ ਨਹੀਂ ਪੜ੍ਹਨਾ ਚਾਹੁੰਦਾ। ਬਾਕੀ ਤੁਸੀਂ ਪੁੱਛ ਲਓ, ਮੇਰੇ ਵੱਲੋਂ ਕੋਈ ਇਤਰਾਜ਼ ਨਹੀਂ, ਭਾਈ ਜੇ ਪੜ੍ਹਨਾ ਚਾਹੇਗਾ ਤਾਂ ਪੜ੍ਹ ਲਵੇ। ਮਾਸਟਰਾਂ ਨੇ ਵੀ ਜ਼ੋਰ ਲਾਇਆ, ਉਹ ਕਹਿੰਦੇ ਨਹੀਂ ਮੈਂ ਜਿੰਨਾ ਪੜ੍ਹਨਾ ਸੀ ਮੈਂ ਪੜ੍ਹ ਲਿਆ, ਮੈਂ ਹੋਰ ਨਹੀਂ ਪੜ੍ਹਨਾ। ਚਲੋ ਰਹੋ ਵਿਚਾਰ। ਸਹਿਜੇ ਸਹਿਜੇ ਬਾਣੀ ਪੜ੍ਹਦਿਆਂ ਇੱਕ ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂ ਕੀਤਾ, 2 ਕੀਤੇ, 3 ਕੀਤੇ। ਫਿਰ ਇੱਕ ਦਿਨ ਪਿੰਡ ਵਿੱਚ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਆਏ ਤੇ ਉਹਨਾਂ ਨੇ ਬਹੁਤ ਸਾਰੇ ਕਰਨੀ ਵਾਲੇ ਸਿੱਖਾਂ ਦੀਆਂ ਸਾਖੀਆਂ ਸੁਣਾਈਆਂ ਤੇ ਨਾਲ ਕਿਹਾ ਵੀ ਇਹ ਸਿੱਖ ਹਲ ਵਾਹੁੰਦੇ, ਖੇਤੀ ਕਰਦੇ, ਸਖਤ ਮਿਹਨਤ ਕਰਦੇ, 21 ਪਾਠ ਜਪਜੀ ਸਾਹਿਬ ਦੇ ਕਰ ਲੈਂਦੇ ਸੀ। ਉਸ ਦਿਨ ਮਨ ਵਿੱਚ ਫੁਰਨਾ ਬਣ ਗਿਆ ਕਿ ਮਣਾ ਤੈਨੂੰ ਵੀ ਤਾਂ 21 ਪਾਠ ਕਰ ਲੈਣੇ ਚਾਹੀਦੇ ਆ। ਮਨ ਵਿੱਚ ਫੁਰਨਾ ਲੈ ਕੇ ਉਸ ਦਿਨ 21 ਪਾਠ ਸ਼ੁਰੂ ਕਰਤੇ। ਫਿਰ 21 ਪਾਠ ਵੀ ਜਲਦੀ ਹੋ ਜਾ ਕਰਨ, ਵਧਦਿਆਂ 51 ਸ਼ੁਰੂ ਕਰ ਦਿੱਤੇ। ਤੇ ਫਿਰ ਸਾਧ ਸੰਗਤ ਜੀ 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਨ ਲੱਗ, ਰੋਜ਼ ਬਹੁਤ ਸਪੀਡ ਨਾਲ ਕਰਦੇ। ਤੇ ਫਿਰ ਵੀ ਕਹਿੰਦੇ 18-19 ਘੰਟੇ 'ਚ ਮੇਰਾ ਕਹਿੰਦੇ ਇਹ ਨਿਤਨੇਮ ਹੋ ਜਾਂਦਾ। ਹਲੇ 14 ਕੁ ਸਾਲ ਦੀ ਉਮਰ ਸੀ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਘਰੇ ਪ੍ਰਸ਼ਾਦਾ ਰੱਖਿਆ ਹੋਇਆ ਸੀ ਸੰਗਤ ਸਾਰੀ ਦਾ। ਤੇ ਉਦੋਂ ਹੁਣ ਵਰਗੇ ਸਾਧਨ ਨਹੀਂ, ਪੈਦਲ ਚੱਲ ਕੇ ਕੋਈ 1.5 ਕਿਲੋਮੀਟਰ ਸਾਡੇ ਖੇਤ ਪੈਂਦੇ, ਉੱਥੇ ਸਾਡਾ ਘਰ ਹੈ
ਰੋਡੇ ਪਿੰਡ ਤੋਂ ਅੱਗੇ। ਸਾਰੀ ਸੰਗਤ ਪੈਦਲ ਚੱਲ ਕੇ ਢੋਲਕੀਆਂ ਤੇ ਛੈਣਿਆਂ ਨਾਲ ਸ਼ਬਦ ਪੜ੍ਹਦੇ ਪੜ੍ਹਦੇ ਘਰੇ ਆਏ। ਬੜਾ ਰੰਗ ਬਣਦਾ ਸੀ। ਪ੍ਰਸ਼ਾਦਾ ਛਕਣ ਤੋਂ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਕਿਹਾ, ਬਾਬਾ ਜੀ ਗੱਤਕੇ ਦੇ ਜਥੇਦਾਰ ਸਨ ਇਲਾਕੇ ਦੇ, ਉਹਨੂੰ ਜਥੇਦਾਰ ਕਹਿੰਦੇ ਸੀ ਇਸ ਕਰਕੇ। ਕਹਿੰਦੇ ਜਥੇਦਾਰ ਜੀ ਆਹ ਭੁਜੰਗੀ ਸਾਨੂੰ ਦੇ ਦਿਓ, ਇਹਨੂੰ ਅਸੀਂ ਗੁਰਮਤ ਦੀ ਵਿੱਦਿਆ ਪੜ੍ਹਾਵਾਂਗੇ। ਬਹੁਤ ਧਾਰਮਿਕ ਖਿਆਲਾਂ ਦੇ ਸੀ ਬਾਬਾ ਜੀ ਤੇ ਮਹਾਂਪੁਰਖਾਂ ਤੇ ਬੜੀ ਸ਼ਰਧਾ ਸੀ। ਆਪ ਵੀ ਉਹਨਾਂ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਸਾਰੀ ਕਥਾ ਪੜ੍ਹੀ ਹੋਈ ਸੀ ਤੇ ਰੋਜ਼ ਕਥਾ ਕਰਦੇ ਸੀ ਪਿੰਡ ਵਿੱਚ। ਕਹਿੰਦੇ ਸਤ ਬਚਨ ਮਹਾਂਪੁਰਖੋਂ ਲੈ ਜਾਓ, ਮਹਾਂਪੁਰਖ ਲੈ ਗਏ ਨਾ। ਉਦੋਂ ਮਹਾਂਪੁਰਖਾਂ ਦਾ ਹਲੇ ਸੰਤ ਜਰਨੈਲ ਸੋਹਣਾ ਦਾ ਵਿਆਹ ਨਹੀਂ ਸੀ ਹੋਇਆ ਤੇ ਕਣਕ ਦੀ ਵਾਢੀ ਕਰਨ ਵਾਸਤੇ ਮਹੀਨੇ ਡੇਢ ਮਹੀਨੇ ਦੀ ਛੁੱਟੀ ਲੈ ਕੇ ਆ ਜਾਇਆ ਕਰਦੇ ਸੀ ਟਕਸਾਲ ਤੋਂ, ਵੀ ਇੰਨਾ ਕੁ ਕੰਮ ਕਰਾ ਆਈਏ ਜੀ। ਸੰਤ ਕਹਿੰਦੇ ਭਾਈ ਜਾਇਓ। ਇੱਕ ਵਾਰੀ ਆਏ ਹੋਏ ਤੇ ਮੈਂ ਉਦੋਂ 7ਵੀਂ ਕਲਾਸ 'ਚ ਪੜ੍ਹਦਾ ਸੀ। ਮੈਂ ਸਕੂਲ ਤੋਂ ਆਇਆ, ਸਾਡਾ ਰਾਹ 'ਚ ਖੇਤ ਪੈਂਦਾ ਸੀ। ਮੈਨੂੰ ਆਵਾਜ਼ ਮਾਰੀ ਰਾਹ 'ਚੋਂ, ਕਹਿੰਦੇ ਜਸਵੀਰ ਸਿਆਂ ਚੰਗੀਆ ਪਾਣੀ ਠੰਡਾ, ਨਲਕਾ ਗੇੜ ਕੇ ਠੰਡਾ ਪਾਣੀ ਕੱਢ ਕੇ ਘੜਾ ਭਰ ਕੇ ਲਿਆ। ਤੇ ਆਪ 5-4 ਕਿੱਲੇ ਦੂਰ ਖਾਲਾ ਘੜਦੇ ਸੀ। ਤੁਹਾਨੂੰ ਪੁਰਾਣੇ ਬੰਦੇ ਨੂੰ ਪਤਾ ਹੋਣਾ ਕਿ ਪਹਿਲਾਂ ਜਦੋਂ ਸਤਲੁਜ ਦੀ ਵਾਰੀ ਹੁੰਦੀ ਸੀ ਨਾ, ਪਹਿਲਾਂ ਖਾਲੇ ਖੂਲੇ ਘੜ ਕੇ ਰੱਖਦੇ ਸੀ, ਪਾਣੀ ਵਿਅਰਥ ਨਾ ਜਾਵੇ, ਟਾਈਮ ਨਾ ਬਰਬਾਦ ਹੋ ਜਾਵੇ। ਮੈਂ ਪਾਣੀ ਲੈ ਕੇ ਗਿਆ, ਜਲ ਛਕਿਆ ਤੇ ਮੈਨੂੰ ਕਹਿੰਦੇ ਬਹਿ ਜਾ ਇੱਥੇ। ਮੈਂ ਥੋੜਾ ਜਿਹਾ ਝਿਜਕ ਵਿਖਾਈ, ਅੱਜ ਵਰਗਾ ਮਾਹੌਲ ਸੀ ਨਹੀਂ ਸੀ ਉਦੋਂ। ਉਦੋਂ ਸਾਡੀਆਂ ਮਾਈਆਂ 7 ਦਿਨ ਬਾਅਦ ਐਤਵਾਰ ਨੂੰ ਸਕੂਲ ਦੀ ਵਰਦੀ ਧੋਂਦੀਆਂ ਸੀ ਤੇ 7 ਦਿਨ ਉਹੀ ਪਾਉਂਦੇ ਸੀ ਤੇ ਥੱਲੇ ਕੱਚਾ ਖਾਲ ਸੀ। ਮੈਂ ਕਿਹਾ ਵੀ ਜੇ ਹੁਣ ਮਿੱਟੀ 'ਚ ਬੈਠਾ ਤਾਂ ਸਕੂਲ ਦੀ ਵਰਦੀ ਤੇ ਇੱਕੋ ਹੀ ਕੱਪੜੇ ਹੁੰਦੇ ਸੀ ਵੀ ਕੱਲ ਨੂੰ ਸਕੂਲ ਕੀ ਪਾ ਕੇ ਜਾਣਾ। ਮਨ ਵਿੱਚ ਇਹ ਖਿਆਲ ਲੈ ਕੇ ਮੈਂ ਬੈਠਿਆ ਨਾ। ਪਿਆ ਨੇ ਮੇਰੀ ਬਾਹ ਫੜ ਕੇ ਥੱਲੇ ਬਿਠਾ ਲਿਆ, ਪਰ ਮੈਨੂੰ ਥੱਲੇ ਨਹੀਂ ਬਹਿਣ ਦਿੱਤਾ। ਇੱਕ ਲੱਤ ਮੇਰੀ ਉਧਰ, ਮੈਂ ਇੱਕ ਉਧਰ, ਮੈਂ ਢਿੱਡ ਦੇ ਉੱਪਰ ਬਹਿ ਗਿਆ। ਬਹੁਤ ਮਸਤੀ ਦੇ ਵਿੱਚ ਮੈਨੂੰ ਕਹਿੰਦੇ ਤੂੰ ਜੋ ਮਰਜ਼ੀ ਗੱਲ ਪੁੱਛ, ਮੈਥੋਂ ਜੋ ਮਰਜ਼ੀ ਪੁੱਛ। ਇੱਕ ਤੇ ਉਮਰ ਨਿਆਣੀ ਸੀ, ਬੇਸਮਝੀ ਸੀ, ਪੁੱਛਣਾ ਮੈਂ ਕੀ ਸੀ। ਮੈਂ ਚੁੱਪ ਹੋ ਗਿਆ। ਮੈਂ ਕਿਹਾ ਮੇਰੇ ਮਨ 'ਚ ਤੇ ਕੋਈ ਗੱਲ ਨਹੀਂ ਤੇ ਮੈਨੂੰ ਪੁੱਛਣਾ ਵੀ ਨਹੀਂ ਆਉਂਦਾ, ਤੁਸੀਂ ਆਪੇ ਹੀ ਦੱਸ ਦਿਓ ਜੋ ਦੱਸਣਾ। ਚੁੱਪ ਹੋ ਗਏ। ਫਿਰ ਥੋੜਾ ਜਿਹਾ ਮੁਸਕਰਾਏ। ਕਹਿੰਦੇ ਮੈਂ ਤੁਹਾਨੂੰ ਦੱਸਾਂ, ਅੱਜ ਕੱਲ ਦੇ ਬੱਚਿਆਂ ਨੇ ਕੀ ਪੁੱਛਣਾ ਹੁੰਦਾ ਹੈ ਵੀ ਮੈਂ ਕਿੰਨਾ ਪੜੂੰਗਾ, ਕਿਹੋ ਜੀ ਨੌਕਰੀ ਮਿਲੂਗੀ, ਕਿੱਥੇ ਮੇਰਾ ਵਿਆਹ ਹੋਊਗਾ, ਘਰ ਵਾਲੀ ਕਿਹੋ ਜੀ ਹੋਊਗੀ, ਇਹੋ ਜੀ ਪੁੱਛਣਾ ਹੁੰਦਾ ਨਾ। ਇਹ ਸਭ ਕੁਝ ਮੈਨੂੰ ਦੱਸ ਦਿੱਤਾ। ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ ਤੇ ਨਾਲ ਇੱਕ ਗੱਲ ਕਹਿ ਦਿੱਤੀ ਵੀ ਜਿੱਦੇ ਤੇਰਾ ਵਿਆਹ ਹੋਊਗਾ ਨਾ, ਉਸ ਦਿਨ ਤੇਰਾ ਬਾਪੂ ਜੀ ਤੇਰੇ ਵਿਆਹ 'ਚ ਨਹੀਂ ਆ ਸਕਦਾ, ਵਿਆਹ ਤੇਰਾ ਮੈਂ ਕਰੂੰਗਾ। ਮੈਂ ਮਨ 'ਚ ਹੀ ਮਨ ਸੋਚਿਆ ਵੀ ਸ਼ਾਇਦ ਬਾਪੂ ਜੀ ਦੀ ਉਮਰ ਇੰਨੀ ਕੀ ਹੋਣੀ ਹੈ ਤੇ ਮੇਰੀ ਤਾਂ ਉਮਰ ਬਿਲਕੁਲ ਹੀ ਛੋਟੀ ਸੀ। ਮੈਂ ਕਿਹਾ ਵੀ ਹਲੇ ਕਿਹੜਾ ਮੇਰਾ ਵਿਆਹ ਹੋਣਾ ਹੈ, ਜਦੋਂ ਤੱਕ ਵਿਆਹ ਹੋਊਗਾ ਉਦੋਂ ਤੱਕ ਬਾਪੂ ਜੀ ਸ਼ਾਇਦ ਪੂਰੇ ਹੋ ਜਾਣ। ਮੈਂ ਮਨ 'ਚ ਹੀ ਸੋਚੀ ਇਹ ਗੱਲ। ਮੈਨੂੰ ਕਹਿੰਦੇ ਨਹੀਂ ਬਾਈ ਜੀ ਹੁਣੀ ਹੋਣਗੇ ਪਰ ਵਿਆਹ 'ਚ ਨਹੀਂ ਆ ਸਕਣਾ। ਸਾਧ ਸੰਗਤ ਜੀ ਉਦੋਂ ਕੋਈ ਇਹੋ ਜਿਹਾ ਮਾਹੌਲ ਨਹੀਂ ਸੀ ਗਰਮਾ ਗਰਮੀ ਵਾਲਾ। ਤਾਂ ਮੈਂ ਮਨ 'ਚ ਫਿਰ ਸੋਚਿਆ, ਮੈਂ ਕਿਹਾ ਨਹੀਂ, ਜੇ ਬਾਪੂ ਜੀ ਤੰਦਰੁਸਤ ਹੋਏ, ਠੀਕ ਠਾਕ ਹੋਏ ਤੇ ਮੇਰੇ ਵਿਆਹ 'ਚ ਤਾਂ ਲਾਜ਼ਮੀ ਆਉਣਗੇ। ਕਹਿੰਦੇ ਨਹੀਂ ਆਉਂਦੇ, ਚੱਲ ਤੂੰ ਸੱਦਾ ਦੇ ਲਈ। ਮੈਂ ਇੱਕਦਮ ਗੱਲ ਨੂੰ ਬਦਲਿਆ। ਮੈਂ ਕਿਹਾ ਚਾਚਾ ਹਲੇ ਤਾਂ ਤੇਰਾ ਵਿਆਹ ਨਹੀਂ ਹੋਇਆ, ਤੂੰ ਆਪਦੇ ਵਿਆਹ ਦੀ ਗੱਲ ਦੱਸ। ਕਹਿੰਦੇ ਮੈਂ ਵਿਆਹ ਕਰਾਉਣਾ ਹੀ ਨਹੀਂ, ਪਰ ਮੈਨੂੰ ਮਹਾਂਪੁਰਖਾਂ ਨੇ ਹੁਣ ਮਜਬੂਰ ਕਰ ਦਿੱਤਾ ਵੀ ਜਰਨੈਲ ਸਿੰਘਾ ਤੇਰੇ ਘਰੇ 2 ਪੁੱਤਰ ਪੈਦਾ ਹੋਣੇ ਆ ਤੇ ਜੇ ਤੂੰ ਵਿਆਹ ਨਾ ਕਰਾਏਂਗਾ ਤੂੰ ਕਿੱਥੇ ਜਾਣਗੇ, ਕਿਹਦੇ ਘਰੇ ਪੈਦਾ ਹੋਣਗੇ ਉਹ। ਇਸ ਕਰਕੇ ਕਹਿੰਦੇ ਉਹ ਹੁਕਮ ਮੰਨ ਕੇ ਮੈਂ ਵਿਆਹ ਕਰਾਉਣਾ ਹੈ। ਜਦੋਂ ਮੇਰਾ ਦੂਸਰਾ ਪੁੱਤਰ ਪੈਦਾ ਹੋਏਗਾ ਨਾ, ਉਹ ਤੋਂ ਮੈਂ ਪੱਕੇ ਤੌਰ ਤੇ ਘਰ-ਬਾਰ ਛੱਡ ਜਾਵਾਂਗਾ।
ਮੈਂ ਫਿਰ ਗੰਭੀਰ ਜਿਹਾ ਹੋ ਗਿਆ ਵੀ ਇਹ ਕੀ ਗੱਲ ਹੋਈ। ਫਿਰ ਮੈਨੂੰ ਸਾਰੇ ਹਾਲਾਤ ਦੱਸੇ ਸਾਧ ਸੰਗਤ ਵੀ ਆਹ ਕੁਝ ਹੋਏਗਾ। ਹਰਿਮੰਦਰ ਸਾਹਿਬ ਤੇ ਫੌਜਾਂ ਚੜ੍ਹਨਗੀਆਂ। ਉਦੋਂ ਟਕਸਾਲ ਦਾ ਮੁਖੀ, ਆਪਣੇ ਬਾਰੇ ਨਹੀਂ ਕਿਹਾ ਉਹਨਾਂ ਨੇ, ਕਹਿੰਦੇ ਉਦੋਂ ਟਕਸਾਲ ਦਾ ਮੁਖੀ ਚੜੀਆਂ ਹੋਈਆਂ ਫੌਜਾਂ ਦਾ ਡਟ ਕੇ ਮੁਕਾਬਲਾ ਕਰੇਗਾ। ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਨੇ ਕਹਿੰਦੇ ਚਮਕੌਰ ਦੀ ਗੜੀ ਦੀ ਯਾਦ ਤਾਜ਼ਾ ਕਰਾ ਦੇਣੀ ਆ। ਸਾਧ ਸੰਗ 1967 ਦੀ ਗੱਲ ਹੈ ਜਿਹੜੀ ਮੈਂ ਕਰ ਰਿਹਾ ਨਾ, 1967 ਦੀ। 1977 ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਦੋਂ ਮੈਂ ਵੀ ਜੱਥੇ 'ਚ ਸੀ, ਸਾਨੂੰ ਵਿਛੋੜਾ ਦੇ ਗਏ। ਉਹਨਾਂ ਦਾ ਐਕਸੀਡੈਂਟ ਹੋ ਗਿਆ, ਚੜ੍ਹਾਈ ਕਰ ਗਏ। ਸਾਰੇ ਜੱਥੇ ਨੇ ਬਾਬਾ ਠਾਕਰ ਸਿੰਘ ਦੀ ਅਗਵਾਈ ਵਿੱਚ, ਬਾਬਾ ਜੀ ਨੇ ਭਾਈ ਜਰਨੈਲ ਸਿੰਘ ਦੀ ਚੋਣ ਕਰ ਦਿੱਤੀ ਕਿ ਅਗਲਾ ਮੁਖੀ ਇਹ ਹੋਊਗਾ। ਇਹਨਾਂ ਦੇ ਨਾ ਕਰਨ ਤੇ ਵੀ ਇੱਥੋਂ ਤੱਕ ਨਾ ਕਰ ਦਿੱਤੀ ਸੰਤਾਂ ਨੇ ਕਿ ਮੇਰੇ 'ਚ ਕੋਈ ਗੁਣ ਨਹੀਂ, ਸਾਰੀ ਟਕਸਾਲ ਦੀ ਬਦਨਾਮੀ ਹੋਊਗੀ ਕਿ ਇੱਕ ਅਨਪੜ੍ਹ ਬੰਦੇ ਨੂੰ ਤੁਸੀਂ ਮੁਖੀ ਬਣਾ ਦਿੱਤਾ, ਜਿਹਨੂੰ ਕੁਝ ਵੀ ਨਹੀਂ ਆਉਂਦਾ। ਜੇ ਤੁਸੀਂ ਮੈਨੂੰ ਮੁਖੀ ਬਣਾਇਆ ਤਾਂ ਮੈਂ ਸਰੀਰ ਛੱਡ ਜਾਵਾਂਗਾ, ਮੈਂ ਰਹਿਣਾ ਹੀ ਨਹੀਂ। ਫਿਰ ਬੜਾ ਤਾੜਨਾ ਕਰਕੇ ਬਾਬਾ ਠਾਕਰ ਸਿੰਘ ਨੇ ਕਿਹਾ ਵੀ ਜੇ ਤੂੰ ਇਸ ਤਰ੍ਹਾਂ ਨਾ ਮੰਨਿਆ, ਤੈਨੂੰ ਪੰਜਾਂ ਪਿਆਰਿਆਂ ਦਾ ਹੁਕਮ ਕਰ ਦਿਆਂਗੇ, ਤੈਨੂੰ ਇਹ ਸੇਵਾ ਲੈਣੀ ਪੈਣੀ। ਤਾਂ ਸੇਵਾ ਲਈ ਸੀ ਸਾਥ ਨੇ, ਸੇਵਾ ਲਈ। ਉਸ ਦਿਨ ਤੋਂ ਲੈ ਕੇ ਮੈਂ ਸਾਰੀਆਂ ਇਹ ਗੱਲਾਂ ਕਿਤਾਬ ਵਿੱਚ ਲਿਖੀਆਂ ਜਿਹੜੀਆਂ ਉਹਨਾਂ ਦੀ ਜ਼ੁਬਾਨੀ ਆ, ਉਹਨਾਂ ਦੀਆਂ ਰਿਕਾਰਡਿੰਗ ਹੈਗੀਆਂ ਮੇਰੇ ਕੋਲੇ। ਪਹਿਲੇ ਦਿਨ ਤੋਂ ਲੈ ਕੇ ਜਿੱਦੇ ਉਹਨਾਂ ਨੂੰ ਦਸਤਾਰਬੰਦੀ ਹੋਈ ਉਸ ਦਿਨ ਦੀ ਵੀ, ਤੇ ਮੇਨ ਸਾਰੀਆਂ ਰਿਕਾਰਡਿੰਗਾਂ। ਕਈਆਂ ਨੇ ਝੂਠ ਮੂਠ ਬੋਲਿਆ ਵੀ ਸੰਤਾਂ ਨੇ ਆਹ ਕਹਿਤਾ ਜੋ ਕਹਿਤਾ, ਉਹ ਨੈਟ ਤੇ ਵੀ ਪਾ ਦੇਗਾ, ਨੈਟ ਤੋਂ ਤੁਸੀਂ ਲੈ ਸਕਦੇ ਹੋ। ਰੋ ਵਿਚਾਰ ਸਾਧ ਸੰਗਤ ਜੀ, 1981 ਚ ਮੇਰਾ ਵਿਆਹ ਹੋਇਆ ਤੇ 1980 ਦੇ ਵਿੱਚ ਨਰਕਧਾਰੀ ਸੋਧ ਦਿੱਤਾ। ਉਹ ਜਿਹੜਾ ਭਾਈ ਰਣਜੀਤ ਸਿੰਘ ਉਹਨਾਂ ਦੇ ਸਾਰੇ ਜੱਥੇ ਦੇ ਵਿੱਚ ਸਿੰਘ ਸੀਗੇ, ਉਹਨਾਂ ਕੋਲ ਜਿਹੜੀ ਕਾਰਬਨ ਹਥਿਆਰ ਸੀ ਉਹ ਕਾਰਬਨ ਸਟੇਨ ਬਾਪੂ ਜੀ ਦੀ ਸੀ, ਉਹਦੇ ਨਾਂ ਤੇ ਸੀ। ਬਾਅਦ ਦੇ ਵਿੱਚ ਜਮਨਾ ਚੋਂ ਵਿੱਚੋਂ ਫੜੀ ਗਈ, ਉਹ ਭਗੌੜੇ ਹੋ ਗਏ। ਜਦੋਂ ਮੇਰਾ ਵਿਆਹ ਰੱਖਿਆ ਤੇ ਉਦੋਂ ਤੱਕ ਉਹ ਭਗੌੜੇ ਸੀ। ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੈਨੂੰ ਕਹਿੰਦੇ ਜਸਵੀਰ ਸਿੰਘ ਵੀ ਤੇਰਾ ਵਿਆਹ ਰੱਖਿਆ ਤੇ ਮੈਂ ਤੈਨੂੰ ਦੱਸ ਦਿੰਦਾ ਵੀ ਬਾਈ ਜੀ ਕਿੱਥੇ ਨੇ, ਤੇ ਤੂੰ ਜਾ, ਨਾਲੇ ਤਾਂ ਮਿਲ ਲਿਆ, ਨਾਲੇ ਉਹਨਾਂ ਨੂੰ ਵਿਆਹ ਵਾਸਤੇ ਸੱਦਾ ਦਿਆ, ਵਿਆਹ 'ਚ ਆ ਜਾਣਗੇ। ਮੈਂ ਕਿਹਾ ਜੀ ਸਤ ਬਚਨ ਮੈਂ ਜਾ ਆਉਣਾ, ਪਰ ਤੁਸੀਂ ਤਾਂ 15 ਸਾਲ ਪਹਿਲਾਂ ਮਨਾ ਕਰ ਦਿੱਤਾ ਸੀ ਵੀ ਉਹ ਆ ਹੀ ਨਹੀਂ ਸਕਦੇ। ਹੁਣ ਉਹ ਹਾਲਾਤ ਬਣ ਗਏ ਨੇ। ਪਰ ਮਹਾਂਪੁਰਖਾਂ ਦਾ ਹੁਕਮ ਮੰਨ ਕੇ ਮੈਂ ਯੂਪੀ ਗਿਆ, ਜਿੱਥੇ ਠਹਿਰੇ ਸੀ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਸਾਰੀ ਵਾਰਤਾ ਦੱਸੀ। ਉਹਨਾਂ ਨੇ 5-5 ਦੇ 2 ਨੋਟ ਦਿੱਤੇ ਮੈਨੂੰ, ਕਹਿੰਦੇ ਸੰਤਾਂ ਨੂੰ ਦੇ ਦੀ, ਇਹ 5 ਰੁਪਏ ਤੈਨੂੰ ਸ਼ਗਨ ਦੇ ਦੇਣਗੇ ਤੇ 5 ਤੇਰੀ ਸਿੰਘਣੀ ਨੂੰ ਦੇ ਦੇਣਗੇ, ਇਹ ਮੇਰੇ ਵੱਲੋਂ ਦੇ ਦੇਣਗੇ, ਪਰ ਮੈਂ ਨਹੀਂ ਆ ਸਕਦਾ। ਸਾਧ ਸੰਗਤ ਜੀ, ਮੇਰੇ ਕਹਿਣ ਤੋਂ ਭਾਵ ਕਿ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ 15 ਸਾਲ ਪਹਿਲਾਂ ਇੱਕ ਇੱਕ ਕਰਕੇ ਦੱਸ ਦਿੱਤੀ ਵੀ ਐਂ ਹੋਣਾ। ਫਿਰ ਇੱਕ ਦਿਨ ਤੁਹਾਨੂੰ ਮੈਂ ਹੋਰ ਬੇਨਤੀ ਕਰਾਂ, ਇੱਕ ਦਿਨ ਸ਼ਾਮਾਂ ਪੈ ਗਈਆਂ, ਪ੍ਰਸ਼ਾਦਾ ਛਕਿਆ, ਮੈਨੂੰ ਕਹਿੰਦੇ ਲਾਲਟਨ ਦੀ ਚਿਵਣੀ ਸਾਫ਼ ਕਰ ਦੇ ਤੇ ਮੈਂ ਪਾਠ ਕਰਨਾ। ਸਹਿਜ ਪਾਠ ਦਾ ਭੋਗ ਹਰ ਸੰਗਰਾਂਦ ਤੇ 1 ਮਹੀਨੇ 'ਚ ਇੱਕ ਸਹਿਜ ਪਾਠ ਦਾ ਭੋਗ ਪਾਇਆ ਕਰਦੇ ਸੀ। ਮੈਂ ਲਾਲਟਨ ਸਾਫ਼ ਕਰਦਿਆਂ ਮਨ ਵਿੱਚ ਸੋਚਿਆ ਵੀ ਸਾਰੇ ਦਿਨ ਦੇ ਥੱਕੇ ਆ, ਬਾਕੀ ਸਭ ਨੇ ਨਹਾ ਧੋ ਕੇ ਆਰਾਮ ਕਰਨਾ ਹੈ, ਪਰ ਇਹਨਾਂ ਨੇ ਹੁਣ ਸਾਰੀ ਰਾਤ ਪਾਠ ਕਰਨਾ। ਪ੍ਰਸ਼ਾਦਾ ਛਕਾਉਂਦਿਆਂ ਮੈਂ ਪੁੱਛਿਆ, ਮੈਂ ਕਿਹਾ ਮੈਨੂੰ ਕੋਈ ਫਰਕ ਲੱਗਾ ਨਹੀਂ, ਕਈ ਸਾਲ ਹੋ ਗਏ ਮੈਨੂੰ ਵੇਖਦਿਆਂ ਨੂੰ, ਸਾਰਾ ਦਿਨ ਤੇ ਸਾਰੀ ਰਾਤ ਤੁਸੀਂ ਜਾਪ ਕਰਦੇ ਰਹਿੰਦੇ ਆ, ਮੈਨੂੰ ਕੋਈ ਬਹੁਤਾ ਫਰਕ ਨਹੀਂ ਦਿਸਿਆ ਵੀ ਤੁਹਾਡੇ 'ਚ ਤੇ ਸਾਡੇ 'ਚ ਕੀ ਫਰਕ ਹੈ। ਹੱਸ ਪਏ, ਕਹਿੰਦੇ ਕੋਈ ਨਹੀਂ ਦਿਸ ਜਾਊਗਾ। ਮੈਂ ਕਿਹਾ ਨਹੀਂ ਦੱਸੋ ਕੁਝ। ਕਹਿੰਦੇ ਜੇ ਪੁੱਛਣਾ ਨਾ
ਇਹ ਗੱਲਾਂ ਦੱਸੀ ਦੀਆਂ ਨਹੀਂ ਹੁੰਦੀਆਂ, ਪਰ ਕਹਿੰਦੇ ਇੰਨੀ ਕੁ ਸੋਝੀ ਮਹਾਰਾਜ ਨੇ ਗਿਆਤ ਬਖਸ਼ ਦਿੱਤੀ ਕਿ ਹਜ਼ਾਰਾਂ ਮੀਲ ਦੂਰ, ਮੈਨੂੰ ਕਹਿੰਦੇ ਉਦਾਹਰਨ ਦੇ ਤੌਰ ਤੇ ਬੰਬਈ ਦੇ ਵਿੱਚ ਹੁਣੇ ਇਸ ਵੇਲੇ ਜੇ ਕੋਈ 1000-2000 ਬੰਦਾ ਬੈਠਾ ਕੋਈ ਸਲਾਹ ਮਸ਼ਵਰਾ ਕਰਦਾ ਹੋਵੇ ਤੇ ਉਹ ਸੋਚਦਾ ਹੋਵੇ ਵੀ ਜਰਨੈਲ ਸਿੰਘ ਦਾ ਇਸ ਢੰਗ ਦੇ ਨਾਲ ਆਪਾਂ ਨੁਕਸਾਨ ਕਰ ਸਕਦੇ ਹਾਂ, ਤੇ ਮੈਨੂੰ ਇੱਥੇ ਬੈਠੇ ਨੂੰ ਪਤਾ ਲੱਗ ਜਾਊ। ਮੈਂ ਚੁੱਪ ਹੋ ਗਿਆ, ਮੈਂ ਸਮਝ ਗਿਆ ਵੀ ਇਹ ਜਿਹੜੀ ਸਟੇਜ ਤੇ ਪਹੁੰਚਣਾ ਉਸ ਵੱਲ ਨੂੰ ਵੱਧ ਰਹੇ ਨੇ। ਤੇ ਬਾਬਾ ਜੀ ਕਿਉਂਕਿ ਅਸੀਂ ਇਕੱਠੇ ਰਹਿੰਦੇ ਸੀ, ਇੱਕ ਹੀ ਕਮਰੇ 'ਚ ਰਹਿੰਦੇ ਸੀ, ਇੱਕ ਹੀ ਮੰਜੇ ਤੇ ਕਈ ਵਾਰੀ ਸੌਂ ਜਾਂਦੇ ਸੀ, ਜੇ ਉਹ ਖੇਤ ਹੁੰਦੇ ਤੇ ਮੈਂ ਵੀ ਖੇਤ ਚਲ ਜਾਂਦਾ ਸੀ। ਤੇ ਬਾਬਾ ਜੀ ਨੇ ਮੈਨੂੰ ਕਿਹਾ ਵੀ ਚੰਗੀਆ ਜਰਨੈਲ ਸਿੰਘ ਨੂੰ ਬਹੁਤੀਆਂ ਗੱਲਾਂ ਨਾ ਪੁੱਛਿਆ ਕਰ, ਤੇ ਬਹੁਤਾ ਸਮਾਂ ਉਹਦਾ ਨਾ ਲਿਆ ਕਰ, ਉਹਨੇ ਬਹੁਤ ਸਿਮਰਨ ਕਰਨਾ ਹੁੰਦਾ ਤੇ ਤੂੰ ਉਹਨੂੰ ਗੱਲਾਂ 'ਚ ਲਾ ਲੈਣਾ। ਮੈਂ ਕਿਹਾ ਜੀ ਮੈਂ ਕਦੇ ਨਹੀਂ ਗੱਲਾਂ 'ਚ ਲਾਇਆ, ਜਿਹੜੇ ਬੱਚੇ ਨੂੰ ਕਰਨ ਲੱਗ ਪੈਣ ਉਹ ਆਪ ਹੀ ਕਰਦੇ ਨੇ, ਮੈਂ ਤੇ ਬਹੁਤ ਘੱਟ ਬੋਲਦਾ। ਸਾਧ ਸੰਗਤ ਜੀ ਇਹ ਕੁਝ ਸਾਰਾ ਕੁਝ ਜਦੋਂ ਹੋ ਗਿਆ ਤੇ ਫਿਰ ਇੱਕ ਦਿਨ ਬਚਨ ਕਹਿੰਦੇ ਆਪਾਂ ਸਾਖੀਆਂ ਪੜ੍ਹਦੇ ਹਾਂ ਸ਼ਹੀਦ ਬਾਬਾ ਮਣੀ ਸਿੰਘ ਦੀਆਂ, ਭਾਈ ਤਾਰੂ ਸਿੰਘ ਦੀਆਂ। ਕਹਿੰਦੇ ਹੁਣ ਜ਼ਿੰਦਗੀ 'ਚ ਐਂ ਲੱਗਦਾ ਹੈ ਵੀ ਇਸ ਚਮੜੀ ਦੀ ਆਪਦੇ ਹੱਥ ਤੇ ਗੁੱਟ ਦੇ ਉੱਪਰ ਚੁੰਡੀ ਭਰ ਕੇ ਕਹਿੰਦੇ ਇਸ ਚਮੜੀ ਦੀ ਪਰਖ ਹੋਣੀ ਚਾਹੀਦੀ। ਜੇ ਕਿਤੇ ਕੌਮ ਦੀ ਖਾਤਰ ਕਹਿੰਦੇ ਸਿੱਧਾ ਚੌਂਕ ਦੇ ਵਿੱਚ ਇਹ ਸਰੀਰ ਬੋਟੀ ਬੋਟੀ ਵੱਢ ਦਿੱਤਾ ਜਾਵੇ ਨਾ, ਤੇ ਮੈਨੂੰ ਲੱਗਦਾ ਵੀ ਸੀ ਨਹੀਂ ਕਰਦਾ। ਮੈਂ ਇੱਕ ਵਾਰੀ ਕਿਹਾ ਵੀ ਤੁਸੀਂ ਹਮੇਸ਼ਾ ਇਹੋ ਜਿਹੇ ਬਚਨ ਕਿਉਂ ਕਰਦੇ ਹੋ? ਕਹਿੰਦੇ ਤੈਨੂੰ ਕਿਹੋ ਜਿਹੇ ਕਰਕੇ ਦੱਸਾਂ, ਪੁੱਛ ਤੂੰ ਕਿਹੋ ਜਿਹੇ ਪੁੱਛਣੇ ਆ। ਤੇ ਪੁੱਛਣ ਦੀ ਫੇਰ ਕੋਈ ਸਮਝ ਨਹੀਂ ਸੀ, ਪੁੱਛੀਏ ਕੀ। ਤੇ ਫਿਰ ਉਹਨਾਂ ਨੇ ਦੱਸਿਆ ਕਿ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਜਿਹੜੀ ਕੌਮ ਸਾਜੀ ਹੈ ਨਾ, ਇਹ ਸਿਰਫ ਰੋਟੀਆਂ ਖਾ ਕੇ ਸੌਣ ਵਾਸਤੇ ਨਹੀਂ ਸਾਜੀ, ਇਹ ਜ਼ੁਲਮ ਦੇ ਖਿਲਾਫ ਡਟਣ ਵਾਸਤੇ ਸਾਜੀ ਹੈ ਮਹਾਰਾਜ ਨੇ। ਤੇ ਜਿਹੜਾ ਜ਼ੁਲਮ ਦੇ ਖਿਲਾਫ ਡਟੇਗਾ ਮਹਾਰਾਜ ਉਹਨੂੰ ਨਾਮ ਦੀ ਦਾਤ ਵੀ ਬਖਸ਼ੂਗਾ, ਉਹਨੂੰ ਆਪਦੇ ਕੋਲੋਂ ਸ਼ਕਤੀ ਵੀ ਦੇਗਾ, ਤੇ ਉਹਦੀ ਰੱਖਿਆ ਵੀ ਖੁਦ ਕਰੇਗਾ, ਉਹਦੇ ਸਿਰ ਤੇ ਹੱਥ ਵੀ ਉਹਦਾ ਹੀ ਹੋਏਗਾ। ਬੜੇ ਵੀਰ ਰਾਹ 'ਚ ਆ ਗਏ ਗੱਲਾਂ ਕਰਦੇ ਕਰਦੇ। ਸਾਧ ਸੰਗਤ ਜੀ ਆਹ ਗੱਲਾਂ ਜਿਹੜੀਆਂ ਮੈਂ ਹੁਣ ਕਹਿਣ ਲੱਗਾ ਨਾ, ਇਹ ਕੋਈ ਡਾਕਟਰ ਨਹੀਂ ਮੰਨਦਾ, ਕੋਈ ਸਧਾਰਨ ਬੰਦਾ ਹੀ ਨਹੀਂ ਮੰਨਦਾ ਵੀ ਹੋ ਸਕਦਾ। ਮੈਨੂੰ ਇੱਕ ਦਿਨ ਕਹਿੰਦੇ ਵੀ ਮੈਂ ਹੁਣ 3 ਮਹੀਨੇ ਕੁਝ ਖਾਣਾ ਨਹੀਂ, 3 ਮਹੀਨੇ ਪ੍ਰਸ਼ਾਦਾ ਪਾਣੀ ਨਹੀਂ ਛਕਣਾ। ਮੈਂ ਚੁੱਪ ਹੋ ਗਿਆ, ਔਰ ਮੈਂ ਸਮਝਦਾ ਸੀ ਵੀ ਇਹਨਾਂ ਦੇ ਕੌਤਕ ਇਹਨਾਂ ਦੇ ਵਿੱਚ ਮੈਂ ਦਖਲ ਨਾ ਦੇਵਾਂ। 3 ਮਹੀਨੇ ਮੈਨੂੰ ਕਹਿੰਦੇ ਮੇਰਾ ਪ੍ਰਸ਼ਾਦਾ ਜਿਹੜਾ ਘਰੋਂ ਆਏਗਾ ਨਾ ਉਹ ਤੂੰ ਛਕਣਾ ਹੈ, ਇਸ ਕਰਕੇ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਖੇਤ ਗਿਆ ਲੰਗਰ ਉਹਨੇ ਨਹੀਂ ਛਕਿਆ, ਪਰ ਮੈਂ ਛਕਣਾ ਨਹੀਂ। ਸਾਧ ਸੰਗਤ 3 ਮਹੀਨੇ ਪ੍ਰਸ਼ਾਦਾ ਨਹੀਂ ਛਕੇ, ਸਰੀਰ ਕਮਜ਼ੋਰ ਹੋ ਗਿਆ। ਵੱਡੇ ਚਾਚਾ ਜੀ ਸਾਡੇ ਚਾਚਾ ਵੀਰ ਸਿੰਘ ਕਹਿੰਦੇ ਵੀ ਜਰਨੈਲ ਸਿੰਘ ਦਾ ਸਰੀਰ ਕਮਜ਼ੋਰ ਕਿਉਂ ਹੋ ਗਿਆ? ਘਰੇ ਦੁੱਧ ਹੈ, ਘਿਓ ਹੈ, ਇਹ ਐਂ ਕਮਜ਼ੋਰ ਕਿਉਂ ਹੋ ਗਏ? ਹੁਣ ਮੈਂ ਤੇ ਕੋਈ ਦੱਸ ਨਹੀਂ ਸਕਦਾ ਸੀ। ਮੈਂ ਇਹਨਾਂ ਕਿਹਾ ਵੀ ਤੁਸੀਂ ਇਹਨਾਂ ਨੂੰ ਪੁੱਛ ਲਓ। 3 ਮਹੀਨੇ ਲੰਘੇ, ਉਹਨਾਂ ਨੇ ਸੋਚਿਆ ਵੀ ਜ਼ਿਆਦਾ ਚਿਰ ਜਾਗਦੇ ਰਹਿੰਦੇ ਆ, ਸਿਮਰਨ ਕਰਦੇ ਆ, ਤਾਂ ਥੋੜੀ ਜਿਹੀ ਕਮਜ਼ੋਰੀ ਆ ਗਈ ਹੋਣੀ ਆ। ਸਾਧ ਸੰਗਤ ਉਦੋਂ ਸਰੀਰ ਬੜਾ ਬਲਵਾਨ ਸੀ, ਬਹੁਤ ਤਕੜਾ ਸਰੀਰ ਸੀ। ਜਦੋਂ ਇਹ ਕਮਜ਼ੋਰੀ ਵੇਖ ਕੇ ਚਾਚੇ ਹੁਣਾਂ ਨੇ ਅਨੁਭਵ ਕੀਤਾ ਨਾ, ਉਦੋਂ ਤਕੜਾ ਸਰੀਰ ਸੀ। ਫਿਰ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ 3 ਮਹੀਨੇ ਬਾਅਦ। ਮੈਨੂੰ ਕਹਿੰਦੇ ਵੀ ਤੂੰ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ। ਮੈਂ ਕਿਹਾ ਸਤ ਵਚਨ। ਫਿਰ ਕਹਿੰਦੇ 3 ਮਹੀਨੇ ਹੁਣ ਮੈਂ ਜਾਗਦੇ ਰਹਿਣਾ, 3 ਮਹੀਨੇ ਸੌਣਾ ਨਹੀਂ। ਸਾਧ ਸੰਗਤ ਜੀ ਫਿਰ 3 ਮਹੀਨੇ ਸੁੱਤੇ ਨਹੀਂ। ਮੈਨੂੰ ਕਹਿੰਦੇ ਇਹ ਵੀ ਨਹੀਂ ਦੱਸਣਾ ਕਿਸੇ ਨੂੰ। ਜਦੋਂ ਲਾਲਾ ਜਗਤ ਨਾਰਾਇਣ ਦੇ ਸੰਬੰਧ ਵਿੱਚ ਮਹਾਂਪੁਰਖਾਂ ਦੀ ਗ੍ਰਿਫਤਾਰੀ ਹੋਈ ਨਾ, ਉਹ ਲੈਕਚਰ ਨੈਟ ਤੇ ਹੈਗਾ, ਤੁਸੀਂ ਸੁਣਿਓ ਕਿਤੇ। ਉਹਦੇ 'ਚ ਮਹਾਂਪੁਰਖ ਕਹਿੰਦੇ ਨੇ ਸਾਧ ਸੰਗਤ ਡਰੋ ਨਾ, ਇਹ ਗੌਰਮੈਂਟ ਕੀ ਕਰ ਲੂ ਮੇਰਾ,
ਆਂਦੇ ਮੈਨੂੰ ਪਤਾ ਲੱਗਾ ਵੀ ਇਹ ਨੀਂਦਰੇ ਰੱਖਦੀ ਹੈ, ਨੀਂਦਰੇ। ਆਂਦੇ ਮੈਂ ਪਹਿਲਾਂ ਵੀ ਵੇਖਿਆ, ਮੈਂ 3 ਮਹੀਨੇ ਬਿਨਾਂ ਸੁੱਤੇ ਤੋਂ ਗੁਜ਼ਾਰੇ ਨੇ। ਉਸ ਰਿਕਾਰਡਿੰਗ ਦੇ ਵਿੱਚ ਕਹਿੰਦੇ ਨੇ, ਮੈਂ ਵੀ ਉੱਥੇ ਸੀ, ਰਿਕਾਰਡਿੰਗ ਵੀ ਮੈਂ ਹੀ ਕਰਦਾ ਸੀ। ਤੇ ਫਿਰ ਕਹਿੰਦੇ ਸ਼ਾਇਦ ਭੁੱਖਾ ਵੀ ਰੱਖਦੇ ਆ, ਤੇ ਮੈਂ 3 ਮਹੀਨੇ ਦੀ ਭੁੱਖ ਵੀ ਕੱਟੀ ਆ। ਉਹਦੇ ਮੇਰੇ ਮਨ ਚ ਆਇਆ ਵੀ ਸ਼ਾਇਦ ਇਹਨਾਂ ਗੱਲਾਂ ਦੀਆਂ ਹੀ ਤਿਆਰੀ ਕਰਦੇ ਸਨ। ਫਿਰ ਇੱਕ ਵਚਨ ਕਿਹਾ ਉਹਨਾਂ ਨੇ, ਕਹਿੰਦੇ ਝੂਠਾ ਕੇਸ ਪਾਇਆ ਨਾ ਮੇਰੇ ਤੇ, ਲਾਲਾ ਜਗਤ ਨਾਰਾਇਣ ਨੂੰ ਮੈਂ ਤਾਂ ਮਾਰਿਆ ਨਹੀਂ। ਜਦੋਂ ਮਾਰਿਆ ਮੈਂ ਹਰਿਆਣੇ ਵਿੱਚ ਸੀ, ਉਦੋਂ ਮੈਂ ਪੰਜਾਬ ਵਿੱਚ ਹੈ ਵੀ ਨਹੀਂ ਸੀ। ਜੇ ਝੂਠੇ ਕੇਸ ਦੇ ਵਿੱਚ ਹੀ ਮੈਨੂੰ ਸਜ਼ਾ ਕਰ ਦੇਣ, ਭਾਵੇਂ 2 ਹੀ ਸਾਲ ਕਰ ਦੇਣ, ਕਹਿੰਦੇ ਮੈਨੂੰ ਸਜ਼ਾ ਕਰ ਦੇਣ। ਕਹਿੰਦੇ ਇਹਨਾਂ ਦੀਆਂ ਜੇਲ੍ਹਾਂ ਚੋਂ, ਇਹਨਾਂ ਦੀਆਂ ਕੈਦਾਂ ਚੋਂ, ਹੱਥ ਕੜੀਆਂ ਬੇੜੀਆਂ ਲੱਗੀਆਂ ਤੋਂ ਸਾਧ ਸੰਗਤ ਤੁਹਾਡੇ ਚ ਆ ਜਾਊਂਗਾ ਮੈਂ। ਜਦੋਂ ਇਹ ਬਚਨ ਕੀਤੇ ਸੰਗਤਾਂ ਨੇ ਜਕਾਰੇ ਛੱਡ ਦਿੱਤੇ। ਹਫ਼ਤੇ ਕੁ ਬਾਅਦ ਮੈਂ ਫਿਰੋਜ਼ਪੁਰ ਜੇਲ੍ਹ 'ਚ ਗਿਆ। ਜੇਲ੍ਹ 'ਚ ਜਾ ਕੇ ਮੈਂ ਸੰਤਾਂ ਨੂੰ ਮਿਲਿਆ। ਮੈਂ ਕਿਹਾ ਜੀ ਮੇਰੇ ਤੇ ਤਾਂ ਬੜੀਆਂ ਪਾਬੰਦੀਆਂ ਲਾਈਆਂ ਤੁਸੀਂ, ਵੀ ਆਪ ਨਹੀਂ ਦੱਸਣਾ ਸੰਗਤ ਨੂੰ, ਆਪ ਨਹੀਂ ਕਿਸੇ ਕੋਲੇ ਗੱਲ ਕਰਨੀ, ਵੀ 3 ਮਹੀਨੇ ਭੁੱਖੇ ਰਹੇ, 3 ਮਹੀਨੇ ਦਾ ਨੀਂਦਰਾ ਕੱਟਿਆ। ਤੇ ਮੈਤੇ ਇਕੱਠ ਪਤਾ ਕਿੰਨਾ ਸੀਗਾ? ਕਹਿੰਦੇ ਕਿੰਨਾ ਸੀ ਇਕੱਠ? ਮੈਂ ਕਿਹਾ ਲੱਖਾਂ ਦਾ ਇਕੱਠ ਸੀ, ਮੈਤੇ ਤਾਂ ਸਮਾਇਆ ਹੀ ਨਹੀਂ। ਸਭ ਕੋਠੇ ਭਰੇ, ਸੜਕਾਂ ਭਰੀਆਂ, ਬਾਹਰ ਬੰਬੀ ਤੱਕ ਲੋਕ ਖੜੇ ਸੀ, ਸਪੀਕਰ ਬਾਹਰ ਤੱਕ ਲੱਗੇ ਸੀ। ਤੁਸੀਂ ਤਾਂ ਉੱਥੇ ਸਾਰਿਆਂ ਨੂੰ ਦੱਸ ਕੇ ਆਏ ਆ ਵੀ 3 ਮਹੀਨੇ ਮੈਂ ਭੁੱਖਾ ਵੀ ਰਿਹਾ ਤੇ 3 ਮਹੀਨੇ ਮੈਂ ਨੀਂਦਰੇ ਵੀ ਰਿਹਾ, ਤੇ ਤੁਸੀਂ ਤਾਂ ਹੋਰ ਗੱਲ ਕਰਕੇ ਆਏ ਆ ਵੀ ਹੱਥ ਕੜੀਆਂ ਬੇੜੀਆਂ ਲੱਗੀਆਂ ਤੋਂ ਮੈਂ ਮੈਤੇ ਆ ਜਾਵਾਂਗਾ। ਮੈਨੂੰ ਤੇਰੇ ਨਾਲ ਕਿਸੇ ਨੇ ਗੱਲ ਕੀਤੀ ਇਹ ਵੀ ਐਂ ਕਿਉਂ ਬੋਲਿਆ ਜਰਨੈਲ ਸਿੰਘ? ਮੈਂ ਕਿਹਾ ਨਾ, ਕਿਸੇ ਨੇ ਗੱਲ ਨਹੀਂ ਕੀਤੀ। ਸਭ ਨੂੰ ਤਾਂ ਫਿਕਰ ਪਈ ਹੈ ਵੀ ਸਾਡੇ ਨਾਲ ਹੋ ਕੀ ਰਿਹਾ, ਸਾਡੇ ਨਾਲ ਧੱਕਾ ਕਾਹਤੋਂ ਹੋ ਰਿਹਾ। ਇਹ ਗੱਲਾਂ ਵਿਚਾਰਨ ਦਾ ਸਮਾਂ ਨਹੀਂ, ਪਰ ਮੇਰੇ ਕੋਲ ਤਾਂ ਰਿਕਾਰਡਿੰਗ ਹੈਗੀ ਆ। ਤੁਸੀਂ ਗੱਲਾਂ ਕਹੀਆਂ ਇਹ? ਕਹਿੰਦੇ ਹਾਂ ਕਹੀਆਂ। ਕਹਿੰਦੇ ਜੇ ਕਿਤੇ 6 ਮਹੀਨੇ ਦੀ ਵੀ ਕੈਦ ਹੋ ਗਈ ਨਾ ਮੈਨੂੰ, ਤੇ ਮੈਂ ਸਭ ਕੁਝ ਕਰਾਂਗਾ। ਸਾਧ ਸੰਗਤ ਤੇ ਬੰਦਾ ਕੌਣ ਕਰ ਸਕਦਾ? ਬੰਦਾ ਤਾਂ ਕਰ ਨਹੀਂ ਸਕਦਾ। ਇਹ ਜਿੰਨੀ ਦੇਰ ਤੱਕ ਰੱਬ ਦੀ ਕਿਰਪਾ ਨਹੀਂ, ਰੱਬ ਦੀ ਸ਼ਕਤੀ ਨਹੀਂ, ਅੱਜ ਭਾਵੇਂ ਅਸੀਂ ਉਸ ਤਰ੍ਹਾਂ ਦਾ ਬਣਨ ਦੀ ਰੀਸ ਕਰੀਏ, ਮੇਰਾ ਵੀ ਜੀ ਕਰਦਾ ਵੀ ਮੈਨੂੰ ਵੀ ਲੋਕ ਕਹਿਣ ਵੀ ਇਹ ਜਰਨੈਲ ਸਿੰਘ ਵਰਗਾ ਹੀ ਹੈ, ਸੰਤਾਂ ਵਰਗਾ ਹੀ ਹੈ। ਹੋ ਜਾਊਗਾ ਕਿਤੇ ਆਏ? ਬੜਿਆਂ ਨੇ ਰੀਸਾਂ ਕੀਤੀਆਂ, ਕੋਸ਼ਿਸ਼ਾਂ ਕੀਤੀਆਂ ਵੀ 4 ਬੰਦੇ ਇੱਧਰ ਬਾਡੀਗਾਰਡ ਖੜੇ ਕਰ ਲਏ, 4 ਇੱਧਰ ਕਰ ਲਏ, ਗਰਮ ਗਰਮ ਗੱਲਾਂ ਵੀ ਕੀਤੀਆਂ, ਪਰ ਅੰਦਰ ਵੀ ਹੋਵੇ ਕੁਛ, ਕਮਾਈ ਵੀ ਹੋਵੇ, ਉਹ ਫੇਰ ਹੀ ਹੈ ਨਾ। ਅੱਜ ਗੱਲ ਖੜ ਕਿਉਂ ਗਈ ਉੱਥੇ? ਸੰਤ ਨੇ ਬੜੇ ਵਾਰ ਕਿਹਾ, ਸਿੰਘੋ ਜੇ ਤੁਸੀਂ ਆਨੰਦਪੁਰ ਦਾ ਮਤਾ ਚਾਹੁੰਦੇ ਹੋ, ਪਹਿਲਾਂ ਆਨੰਦਪੁਰ ਘਰੇ ਆਓ, ਘਰੇ ਆਓ ਆਨੰਦਪੁਰ ਆਪਣੇ। ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਦਾ ਨਾਮ ਕੇਸਗੜ੍ਹ ਰੱਖਿਆ ਮਹਾਰਾਜ ਨੇ। ਖੰਡੇ ਬਾਟੇ ਦਾ ਅੰਮ੍ਰਿਤ ਇੱਥੋਂ ਛਕਾ ਕੇ ਖਾਲਸਾ ਪੰਥ ਇੱਥੇ ਪੈਦਾ ਕੀਤਾ, ਸਾਜਿਆ। ਖਾਲਸੇ ਪੰਥ ਦੀ ਸਾਜਨਾ ਨੂੰ ਭੁੱਲ ਗਏ, ਦਾੜੀਆਂ ਦਾ ਭਾਰ ਲੱਗਣ ਲੱਗ ਗਿਆ, ਕਿਰਪਾਨਾਂ ਲਾ ਕੇ ਕਿੱਲੀਆਂ ਤੇ ਟੰਗਤੀਆਂ, ਤੇ ਭਾਲਦੇ ਆਨੰਦਪੁਰ ਦਾ ਮਤਾ। ਤੇ ਜ਼ਿਆਦਾਤਰ ਉਹ ਕਹਿੰਦੇ ਸੀ ਆ ਸਾਡੇ ਭਾਈ ਸ਼੍ਰੋਮਣੀ ਕਮੇਟੀ 'ਚ ਜਿੰਨੇ ਸਾਡੇ ਭਾਈ ਆ, ਅਕਾਲੀ ਦਲ 'ਚ ਜਿੰਨੇ ਭਾਈ ਆ, ਇਹ ਨਹੀਂ ਬਾਣੀ ਪੜ੍ਹਦੇ, ਇਹਨਾਂ ਨੂੰ ਭਰੋਸਾ ਹੀ ਨਹੀਂ ਗੁਰੂ ਤੇ, ਰਹਿਤ ਨਹੀਂ ਰੱਖਦੇ। ਇਹ ਕਹਿੰਦੇ ਕੱਚੇ ਸਿੱਖ ਹੈ, ਕੱਚੇ, ਤੇ ਜਦੋਂ ਤੱਕ ਪੱਕੇ ਹੀ ਨਾ ਬਣਦੇ। ਕਹਿੰਦੇ ਕੱਚੀ ਤਾਂ ਇੱਟ ਨਹੀਂ ਵਿਕਦੀ, ਇੱਟ ਕੱਚੀ ਵੀ ਗਾਹਕ ਮੋੜ ਦਿੰਦਾ ਵੀ ਆ ਪਿੱਲੀ ਆ, ਤੇ ਜੇ ਸਿੱਖ ਹੀ ਕੱਚੇ ਰਹਿ ਗਏ ਕਿੱਥੇ ਪ੍ਰਵਾਨ ਹੋਵਾਂਗੇ। ਬੜੀਆਂ ਗੱਲਾਂ ਕਹੀਆਂ ਉਹਨਾਂ ਨੇ। ਤੇ ਫਿਰ ਸਾਧ ਸੰਗਤ ਜੀ ਐਵੇਂ ਨਹੀਂ ਸੀ ਹਥਿਆਰ ਚੱਕ ਲਏ ਵੀ ਐਵੇਂ ਹੀ ਚੁੱਕ ਲਏ। ਆਪਾਂ ਨੂੰ ਲੱਗਦਾ ਕੋਈ ਰਸਤਾ ਹੀ ਬੰਦ ਕਰ ਦਿੱਤਾ, ਰਸਤਾ ਹੀ ਬੰਦ ਹੋ ਗਿਆ ਸੀ। ਅੱਜ ਵੀ ਤੁਹਾਡੇ ਸਾਹਮਣੇ ਹੋ ਰਿਹਾ ਨਾ, 30 ਸਾਲ ਦੇ ਸਾਡੇ ਸਿੰਘ ਅੰਦਰ ਬੈਠੇ ਆ, ਭਿਓਰੇ ਹੋਣੀ, ਹਵਾਰੇ ਹੋਣੀ ਬੈਠੇ ਆ ਨਾ, ਰਾਜਵਾਨੇ ਹੋਣੀ। ਤੇ ਉਲਟਾ ਕੀ ਕਹਿੰਦੇ ਆ, ਅਸੀਂ ਇਹ ਛੱਡਣੇ ਨਹੀਂ। ਹੁਕਮਰਾਨ ਅੱਜ ਦਾ ਇਹ ਕਹਿੰਦਾ ਵੀ ਛੱਡਣੇ ਨਹੀਂ ਅਸੀਂ ਇਹ। ਇੰਨਾ ਹੰਕਾਰ। ਸਾਧ ਸੰਗਤ ਜੀ
ਅਮਰ ਸੰਚਾਰ ਕਰਦਿਆਂ ਨਹੀਂ ਉਹਦੇ ਕੋਲ ਕੋਈ ਨਜਾਇਜ਼ ਅਸਲਾ, ਨਹੀਂ ਉਹਨੇ ਕੋਈ ਕਤਲ ਕੀਤਾ, ਨਹੀਂ ਉਹਨੇ ਕਿਸੇ ਨਾਲ ਝਗੜਾ ਕੀਤਾ, ਨਹੀਂ ਕੋਈ ਉਹਦੇ ਤੇ 307 ਬਣੀ, ਤੇ 10 ਬੰਦਿਆਂ ਤੇ NSA ਲਾ ਕੇ ਭਾਈ ਅਮਰਤਪਾਲ ਸਿੰਘ ਨੂੰ 7ਵੀਂ ਸਟੇਟ ਚੱਕ ਕੇ ਮਾਰਿਆ ਆਸਾਮ ਦੇ ਵਿੱਚ। ਦੀਨਾ ਨਾ ਸਾਡੇ ਨਾਲ ਕੀ ਹੋ ਰਿਹਾ। ਅੱਜ ਲੋਕਾਂ ਨੇ ਹੱਥਾਂ ਤੇ ਚੱਕ ਕੇ ਉਹਨਾਂ ਨੂੰ ਜਿਤਾਤਾ। ਦੇਖੋ ਇੱਥੋਂ ਦੇ ਕਾਨੂੰਨ ਦੇਖੋ, ਬੰਦਾ ਹਾਰਨ ਵਾਲਾ ਬੇਅੰਤ ਸਿੰਘ ਦਾ ਪੋਤਰਾ ਮੰਤਰੀ ਆ, ਬੰਦਾ ਜਿੱਤਣ ਵਾਲਾ ਜੇਲ੍ਹ 'ਚ ਹੈ, ਕਿਉਂਕਿ ਉਹ ਸਿੱਖਾਂ ਦੀ ਗੱਲ ਕਰਦਾ ਹੈ ਤੇ ਉਹ ਸਿੱਖਾਂ ਨੂੰ ਜੇਲ੍ਹ 'ਚ ਡੱਕੇ ਰਹਿਣ ਦੀ ਗੱਲ ਕਰਦਾ। ਕਾਨੂੰਨ ਦੇਖੋ, ਉਦੋਂ ਵੀ ਇਹੀ ਗੱਲ ਸੀ, ਹਾਲਾਤ ਇਹੀ ਸੀ। ਜਦੋਂ ਕਿਹਾ ਸੰਤਾਂ ਨੂੰ ਫੜ ਲਓ, ਪਹਿਲਾਂ ਸੰਤਾਂ ਦੇ ਸਾਥੀ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਸਭ ਤੋਂ ਪਹਿਲਾਂ ਭਾਈ ਕੁਲਵੰਤ ਸਿੰਘ ਨਾਗੋ ਕੇ ਸ਼ਹੀਦ ਕੀਤਾ। ਉਦੋਂ ਸੰਤਾਂ ਨੇ ਉਹਦੇ ਭੋਗ ਤੇ ਬੜਾ ਸੁਚੇਤ ਕੀਤਾ ਗੌਰਮੈਂਟ ਨੂੰ ਵੀ ਇਸ ਰਸਤੇ ਤੇ ਨਾ ਤੁਰੋ। ਫਿਰ ਕਈ ਕਾਂਡ ਹੋਏ। ਸਾਧ ਸੰਗਤ ਫਿਰ ਬੰਬੇ ਦੀ ਪੁਲਿਸ ਨੂੰ ਕਹਿ ਕੇ ਬੰਬੇ ਹੀ, ਉੱਥੇ ਬੰਬਈ ਦੇ ਵਿੱਚ ਹੀ ਗ੍ਰਿਫਤਾਰ ਕਰਕੇ ਉੱਥੇ ਹੀ ਜੇਲ੍ਹ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸੰਤ ਉੱਥੋਂ ਮਹਿਤੇ ਆ ਗਏ। ਇਸ ਤੋਂ ਸਟੇਟ ਵੀ ਪਰੇਸ਼ਾਨ ਹੋ ਗਈ ਤੇ ਸੈਂਟਰ ਵੀ ਪਰੇਸ਼ਾਨ ਹੋ ਗਏ। ਫਿਰ ਇਹਨਾਂ ਨੇ ਕਿਹਾ ਵੀ ਇਹਨਾਂ ਦਾ ਘੇਰਾ ਤੰਗ ਕਰੋ। ਫਿਰ ਭਾਈ ਅਮਰੀਕ ਸਿੰਘ ਨੂੰ ਫੜ ਲਿਆ, ਬਾਬਾ ਥਾਰਾ ਸਿੰਘ ਨੂੰ ਫੜ ਲਿਆ, 10-12 ਹੋਰ ਸਿੰਘ ਫੜ ਲਏ। ਕੇਸ ਕੋਈ ਨਹੀਂ ਵੀ ਆਹ ਸੰਤਾਂ ਦੇ ਜਿਹੜੇ ਨਜ਼ਦੀਕੀ ਸਿੰਘ ਹੈ ਨਾ, ਇਹ ਪਹਿਲਾਂ ਫੜ ਲਓ। ਤੇ ਸੰਤ ਇਸ ਗੱਲ ਨੂੰ ਜਾਣਦੇ ਸੀ ਵੀ ਇਹ ਕਹਾਣੀ ਜਾਂਦੀ ਕਿੱਧਰ ਨੂੰ ਆ। ਤਾਂ ਸਾਧ ਸੰਗਤ ਜੀ 19 ਜੁਲਾਈ 1982 ਨੂੰ ਜਿਸ ਦਿਨ ਭਾਈ ਅਮਰੀਕ ਸਿੰਘ ਨੂੰ ਅਰੈਸਟ ਕੀਤਾ, ਉਸੇ ਹੀ ਦਿਨ ਧਰਮ ਯੁੱਧ ਮੋਰਚਾ ਲਾਤਾ। ਉਸੇ ਦਿਨ ਹੀ ਕਿਹਾ ਕਿ ਰੋਜ਼ ਜੱਥਾ ਗ੍ਰਿਫਤਾਰੀ ਦੇਊਗਾ। ਇਹ ਵੀ ਇੱਕ ਡੈਮੋਕ੍ਰੈਟਿਕ ਰਸਤਾ ਸੀ, ਲੋਕਤੰਤਰਕ ਢੰਗ ਸੀ। ਨਹੀਂ ਕਿਹਾ ਕਿ ਅਸੀਂ ਬੱਸਾਂ ਫੂਕ ਦਿਆਂਗੇ, ਅਸੀਂ ਕਚਹਿਰੀਆਂ ਫੂਕ ਦਿਆਂਗੇ, ਐ ਨਹੀਂ ਕਿਹਾ ਗ੍ਰਿਫਤਾਰੀਆਂ ਦੇਵਾਂਗੇ। ਗ੍ਰਿਫਤਾਰੀਆਂ ਦਿੱਤੀਆਂ ਤੇ ਹੌਲੀ ਹੌਲੀ ਇਹ ਮੋਰਚਾ ਸਾਂਝਾ ਹੋ ਗਿਆ, ਕਿਉਂਕਿ ਅਕਾਲੀ ਦਲ ਨੇ ਵੀ ਕਈ ਮੋਰਚੇ ਲਾਏ ਸੀ, ਸਫਲਤਾ ਮਿਲ ਨਹੀਂ ਰਹੀ ਸੀ। ਉਹਨਾਂ ਨੇ ਸੰਤਾਂ ਦੇ ਨਾਲ ਮੋਰਚਾ 4 ਅਗਸਤ ਨੂੰ ਸਾਂਝਾ ਕਰ ਲਿਆ 1982 ਨੂੰ। ਫਿਰ ਉਹ ਧਰਮ ਯੁੱਧ ਮੋਰਚਾ ਬਣ ਗਿਆ। ਉਹਦੀ ਮੰਗ ਆਨੰਦਪੁਰ ਦਾ ਮਤਾ ਬਣ ਗਿਆ। ਸਾਧ ਸੰਗਤ ਜੀ ਕਿਤੇ ਕੋਈ ਪੱਤਰਕਾਰ, ਕੋਈ ਬੰਦਾ ਉਹਨਾਂ ਨੂੰ ਮਿਲਣ ਆਉਂਦਾ ਹੈ, ਕਿਤੇ ਸੰਤਾਂ ਨੇ ਕਿਹਾ ਵੀ ਮੈਂ ਨਹੀਂ ਮਿਲਣਾ, ਕਿਤੇ ਕਿਹਾ ਕਿਤੇ। ਡਾਕਟਰ ਸੁਬਰਾਮਨਿਓ ਸਵਾਮੀ ਭਾਜਪਾ ਦਾ ਬੰਦਾ ਸੀ, ਉਦੋਂ ਜਨ ਸਿੰਘ ਕਹਿ ਦਿੰਦੇ ਸੀ, ਮਿਲਣ ਗਿਆ, ਬੜੇ ਜਵਾਬ ਸਵਾਲ ਕੀਤੇ। ਉਹ ਅੱਜ ਤੱਕ ਕਹਿੰਦਾ ਹੈ ਵੀ ਸੰਤ ਕੋਈ ਅੱਤਵਾਦੀ ਨਹੀਂ ਸੀ। ਡਾਕਟਰ ਫਰੂਕ ਅਬਦੁੱਲਾ ਗਿਆ, ਉੱਗੇ ਵਕੀਲ ਰਾਮ ਜੇਠਮਲਾਨੀ ਗਿਆ, ਬਹੁਤ ਸਾਰੇ ਉਦਾਸੀ ਮਹਾਤਮਾ ਗਏ, ਬੜੀਆਂ ਖੁੱਲੀਆਂ ਗੱਲਾਂ ਹੋਈਆਂ। ਆਂਦੇ ਸੰਤਾਂ ਨੂੰ ਤੁਸੀਂ ਮੰਗਦੇ ਕੀ ਆ, ਤੁਹਾਡੀ ਮੰਗ ਕੀ ਆ? ਆਂਦੇ ਸਾਡੀ ਮੰਗ ਕੋਈ ਨਹੀਂ, ਸਾਡਾ ਹੱਕ ਹੈ, ਸਾਡਾ ਹੱਕ ਸਾਨੂੰ ਦੇ ਦਿਓ। ਦੇਖੋ ਜੇ ਤਾਂ ਸਾਨੂੰ ਤੁਸੀਂ ਵੱਖਰੇ ਮੰਨਦੇ ਹੋ, ਜਿਵੇਂ ਤੁਸੀਂ ਕਹਿੰਦੇ ਆ ਕਿ ਇਹਨਾਂ ਦੀ ਜ਼ਹਿਨੀਅਤ ਠੀਕ ਨਹੀਂ, ਤੇ ਫਿਰ 90% ਕੁਰਬਾਨੀਆਂ ਅਸੀਂ ਕੀਤੀਆਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ। ਹਿੰਦੁਸਤਾਨ ਦਾ 90% ਹਿੱਸਾ ਸਾਨੂੰ ਦੇ ਦਿਓ, ਬਾਕੀ ਦਾ ਤੁਸੀਂ ਰੱਖ ਲਓ। ਜੇ ਤਾਂ ਤੁਸੀਂ ਸਹੀ ਇਨਸਾਫ ਕਰਨਾ ਹੈ। ਜੇ ਤੁਸੀਂ ਮੰਨਦੇ ਆ ਪਰ ਸਾਰੇ ਹੀ ਇੱਕੋ ਜਿਹੀਆਂ, ਸਾਰਿਆਂ ਵਾਸਤੇ ਕਾਨੂੰਨ ਵੀ ਇੱਕੋ ਜਿਹਾ ਹੀ ਹੈ, ਤੇ ਫਿਰ ਸਾਨੂੰ ਬਰਾਬਰ ਦੇ ਸ਼ਹਿਰੀ ਮੰਨੋ। ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਮਹਾਤਮਾ ਗਾਂਧੀ ਨੇ, ਪਟੇਲ ਨੇ, ਉਹ ਸਾਡੇ ਪੂਰੇ ਕਰੋ। ਸਾਡੀ ਆਜ਼ਾਦੀ ਦਾ ਉੱਤਰੀ ਖਿੱਤਾ ਦਿਓ ਸਾਨੂੰ। ਨਾ ਸਾਡੇ ਕੋਲ ਸਾਡਾ ਹਾਈ ਕੋਰਟ ਹੈ, ਨਾ ਸਾਡੇ ਕੋਲ ਰਾਜਧਾਨੀ ਹੈ, ਇਹ ਵੀ ਕੋਈ ਸਟੇਟ ਹੈ ਸਾਡੀ। ਜਦੋਂ ਆਹ ਗੱਲਾਂ ਕੀਤੀਆਂ ਨਾ, ਇਹ ਗੱਲਾਂ ਬਹੁਤ ਸਾਰੇ ਦੇਸ਼ਾਂ ਚਲੀਆਂ ਗਈਆਂ ਵੀ ਸੰਤ ਤਾਂ ਜਿਹੜੀ ਗੱਲ ਕਰਦੇ ਆ ਉਹ ਬੜੀ ਸਿੱਧੀ ਸਾਦੀ ਗੱਲ ਹੈ। ਤੇ ਇੰਦਰਾ ਗਾਂਧੀ ਨੂੰ ਵੀ ਬਾਹਰੋਂ ਸੁਨੇਹੇ ਆਉਣ ਲੱਗ ਗਏ ਵੀ ਇਹ ਤਾਂ ਗੱਲਾਂ ਬੜੀਆਂ ਸਿੱਧੀਆਂ, ਤੁਹਾਨੂੰ ਸਿੱਖਾਂ ਦੀ ਗੱਲ ਮੰਨਣੀ ਚਾਹੀਦੀ ਆ।
ਤੇ ਉਧਰੋਂ ਮੋਰਚਾ ਤੇਜ਼ ਹੁੰਦਾ ਗਿਆ। ਸੰਤਾਂ ਦੇ ਦੁਆਲੇ ਨੌਜਵਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਰੋਜ਼ ਅੰਮ੍ਰਿਤ ਸੰਚਾਰ ਹੋਣ ਲੱਗ ਗਿਆ, ਰੋਜ਼ ਅੰਮ੍ਰਿਤ ਸੰਚਾਰ। ਸਕੂਲਾਂ ਕਾਲਜਾਂ ਦੇ ਵਿੱਚ ਸਾਧ ਸੰਗਤ ਜੀ ਖੁੱਲੀਆਂ ਦਾੜੀਆਂ, ਕੁੜਤੇ ਪਜਾਮੇ ਪਾ ਕੇ, ਪੈਂਟਾਂ ਕਮੀਜ਼ਾਂ ਛੱਡ ਹੀ ਗਏ। ਕਲਾਸਾਂ ਲਾਉਣੀਆਂ ਨੌਜਵਾਨਾਂ ਨੇ। ਸਕੂਲਾਂ ਯੂਨੀਵਰਸਿਟੀਆਂ ਦੀ ਇਹ ਹਾਲਤ ਹੋ ਗਈ। ਇਹ ਸਾਰੇ ਵਿਚਾਰੇ ਨੂੰ ਦੇਖ ਕੇ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਪਊ, ਸਬਕ। ਤੇ ਸੰਤ ਇਸ ਗੱਲ ਤੋਂ ਵੀ ਜਾਣੂ ਸੀ ਵੀ ਇਹ ਸਾਨੂੰ ਕਿਸ ਅੱਖ ਨਾਲ ਵੇਖਦੇ ਨੇ, ਕੈਰੀ ਅੱਖ ਨਾਲ ਦੇਖਦੇ ਨੇ, ਤੇ ਉਹਦੇ ਲਈ ਵੀ ਤਿਆਰੀ ਕਰਨੀ ਸੀ। ਫਿਰ ਸਾਧ ਸੰਗਤ ਕੁਦਰਤ ਨੇ ਮੇਲ, ਜਨਰਲ ਸੁਬੇਗ ਸਿੰਘ ਵਰਗੇ ਬੰਦੇ, ਉਹ ਸਿਰਲੱਥ ਯੋਧੇ ਮੈਂ ਆਪਦੀਆਂ ਅੱਖਾਂ ਨਾਲ ਵੇਖਿਆ। ਮੈਂ ਆਖਰੀ ਵਾਰ ਸੰਤਾਂ ਕੋਲੋਂ 18 ਮਾਰਚ 1984 ਨੂੰ ਗਿਆ। ਤੁਹਾਨੂੰ ਯਾਦ ਹੋ, ਮੈਨੂੰ ਫੜਿਆ ਤਾਂ ਇੰਗਲੈਂਡ ਤੋਂ ਬਾਅਦ ਚ, ਪਰ ਸਾਧ ਸੰਗਤ ਮੈਂ 18 ਮਾਰਚ 1984 ਨੂੰ ਗਿਆ। ਉਦੋਂ ਦੇ ਜਿਹੜੇ ਮੈਂ ਹਾਲਾਤ ਵੇਖੇ, ਕੱਲਾ ਕੱਲਾ ਸਿੰਘ ਸਾਰੀ ਸਾਰੀ ਰਾਤ ਸਰੋਵਰ, ਅੰਮ੍ਰਿਤ ਸਰੋਵਰ ਵਿੱਚ ਖੜੋ ਕੇ ਜਾਪ ਕਰਦਾ ਹੈ, ਬਾਣੀ ਪੜ੍ਹਦਾ ਹੈ, ਤੇ ਕੱਲਾ ਕੱਲਾ ਤਿਆਰੀ ਕਰ ਰਿਹਾ ਹੈ ਕਿ ਅਸੀਂ ਸ਼ਹੀਦੀ ਦੇਣੀ ਹੈ, ਅਸੀਂ ਜ਼ਾਲਮ ਨੂੰ ਸੋਧਣਾ ਹੈ, ਆਪਣਾ ਜਿਸਮ ਲੇਖੇ ਲਾਉਣਾ ਹੈ। ਸਾਧ ਸੰਗਤ ਤਿਆਰੀ ਹੋ ਰਹੀ ਸੀ। ਜਿਹੜਾ ਜਨਰਲ ਬਰਾੜ ਲਿਖਦਾ ਨਾ ਕਿ ਮੋਰਚਿਆਂ ਵਿੱਚੋਂ ਚੀਕਾਂ ਨਹੀਂ ਸੁਣੀਆਂ ਅਸੀਂ, ਜਿੱਥੇ ਬੰਬ ਡਿੱਗਦਾ ਸੀ ਨਾ ਤੇ ਉਹ ਪੜ੍ਹਦੇ ਸੀ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਕਹਿੰਦੇ ਜਦੋਂ ਕਿਤੇ ਬਹੁਤਾ ਹੀ ਬੰਬਾਂ ਦੀ ਭਰਮਾਰ ਹੁੰਦੀ ਤੇ ਲੋਥਾਂ ਉੜਦੀਆਂ ਸੀ ਨਾ ਤਾਂ ਨੂੰ, ਤੇ ਉੱਥੇ ਵੀ ਆਵਾਜ਼ਾਂ ਆਉਂਦੀਆਂ ਸੀ, ਮੂਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ। ਕਹਿੰਦੇ ਅਸੀਂ ਹੈਰਾਨ ਸੀ, ਸਾਡੇ ਜਵਾਨ ਫੌਜ ਦੇ ਜਿਹੜੇ ਸਿਖਲਾਈ ਸੁਦਾ ਸੀ ਉਹ ਤਾਂ ਚੀਕਾਂ ਮਾਰ ਕੇ ਪਿਛਾਂ ਨੂੰ ਜਾਨ ਬਚਾਉਂਦੇ ਦੇਖੇ ਅਸੀਂ, ਪਰ ਗੁਰੂ ਕੇ ਸਿੱਖ ਨਹੀਂ ਅਸੀਂ ਕੋਈ ਰੋਂਦਾ ਕਰਲਾਉਂਦਾ ਦੇਖਿਆ। ਜੇ ਇੱਕ ਸ਼ਹੀਦ ਹੋ ਗਿਆ, ਉਹਨੂੰ ਮਲਕ ਦੇ ਨੇ ਫੜ ਕੇ ਨਾਲ ਪਾਇਆ ਤੇ ਉਹਦੀ ਯਾਦ ਵਿੱਚ ਜਕਾਰੇ ਛੱਡੇ ਸਿੰਘ ਨੇ। ਕਹਿੰਦੇ ਇਹੋ ਜਿਹੀ ਲੜਾਈ ਤਾਂ ਵੇਖੀ ਹੀ ਨਹੀਂ, ਇਹੋ ਜਿਹੇ ਬੰਦੇ ਹੀ ਨਹੀਂ ਵੇਖੇ। ਸਾਧ ਸੰਗਤ ਅੱਜ ਸਾਨੂੰ ਯਾਦਾਂ ਆਉਂਦੀਆਂ ਨਾ, ਉਦੋਂ ਵੀ ਕਿਹਾ ਸੰਤਾਂ ਨੇ। ਇੱਥੇ ਵੀ ਜਦੋਂ 1980 ਦੇ ਵਿੱਚ ਆਏ, ਹਰਿਆਣੇ ਦੇ ਵਿੱਚ ਬਹੁਤ ਸਾਰੇ ਪਿੰਡਾਂ 'ਚ ਗਏ, ਉਹਨੇ ਕਿਹਾ ਕਿ ਸਿੰਘੋ ਤਿਆਰ ਬਰਤਿਆਰ ਰਹੋ, ਆਪਸ ਵਿੱਚ ਈਰਖਾ, ਆਪਸ ਵਿੱਚ ਵੈਰ ਵਿਰੋਧ ਤਿਆਗੋ, ਗੁਰੂ ਕੇ ਸਿੱਖ ਬਣੋ। ਪਰ ਅਸੀਂ ਇਸ ਪਾਸੇ ਧਿਆਨ ਨਾ ਦਿੱਤਾ। ਸੰਗਤ ਜੀ, ਅਖੀਰ ਨੂੰ ਬਲਿਸਟਰ ਹੋਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ, ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਬਚਨ ਮਹਾਰਾਜ ਨੇ ਸੁਣਾ ਦਿੱਤੇ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰ ਆਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਤੱਤੀਆਂ ਤਵੀਆਂ ਤੇ ਬੈਠ ਕੇ ਵੀ ਬਚਨ ਪੜ੍ਹ ਦਿੱਤੇ, ਬਾਣੀ ਪੜ੍ਹ ਦਿੱਤੀ। ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨਮਸਕਾਰ ਕਰਨ ਆਈਆਂ, ਸ਼ਹੀਦੀ ਦਿਹਾੜਾ ਮਨਾਉਣ ਆਈਆਂ, ਸ਼ਹੀਦੀ ਪੁਰਬ ਤੇ ਪਹੁੰਚੀਆਂ ਹੋਈਆਂ ਸੀ, ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਅੱਜ ਤੱਕ ਆਪਾਂ ਨੂੰ ਇਨਸਾਫ ਮਿਲਿਆ। ਜਿਹੜੇ ਨੌਜਵਾਨ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਪ੍ਰੋਫੈਸਰ, ਕੋਈ ਯੂਨੀਵਰਸਿਟੀ ਦਾ ਵਿਦਿਆਰਥੀ, ਕੋਈ PhD ਕਰਕੇ ਕੋਈ ਕਰ ਰਿਹਾ, ਉਹਨਾਂ ਦੀਆਂ ਸਾਧ ਸੰਗਤ ਸੋਚਾਂ ਦੇ ਵਿੱਚ ਰਾਈਫਲਾਂ ਕਿੱਥੋਂ ਆ ਗਈਆਂ, ਉਹਨਾਂ ਨੇ AK-47 ਕਿਉਂ ਚੱਕ ਲਈਆਂ? ਕੋਈ ਦਿਮਾਗ ਖਰਾਬ ਸੀ? ਪਹਿਲਾਂ ਤਾਂ ਕਹਿੰਦੇ ਸੀ ਕਿ ਅਨਪੜ੍ਹ ਲੋਕਾਂ ਦਾ ਇਹ ਇੱਕ ਗਰੁੱਪ ਹੈ, ਤੇ ਪਰ ਸਾਧ ਸੰਗਤ ਇੱਥੇ ਤਾਂ ਪੜ੍ਹੇ ਲਿਖੇ ਇੰਜੀਨੀਅਰ ਕੁੱਦ ਪਏ ਇਸ ਪਾਸੇ। ਫਿਰ ਤਾਂ ਕੋਈ ਜਵਾਬ ਹੀ ਨਾ ਰਿਹਾ। ਸਾਨੂੰ ਇਨਸਾਫ ਦੇਣ ਦੀ ਥਾਂ ਤੇ ਸਾਡੇ ਨਾਲ ਧੱਕਾ ਹੀ ਹੋਇਆ। ਸਾਧ ਸੰਗਤ ਜੀ, ਅੱਜ ਜਿੱਥੇ ਅਸੀਂ ਖੜੇ ਹਾਂ, ਹਲੇ ਵੀ ਸਾਨੂੰ ਇਕੱਠਿਆਂ ਹੋਣ ਦੀ ਜ਼ਰੂਰਤ ਹੈ। ਆਪਣੇ ਹੱਕਾਂ ਲਈ ਸਾਰੇ ਮਫਾਦ ਭੁੱਲ ਕੇ ਸਾਨੂੰ ਹਮਲਾ ਮਾਰਨ ਦੀ ਲੋੜ ਹੈ। ਸਾਡੀ ਜਿਹੜੀ ਕੌਮ ਹੈ, ਇਹ ਬਹੁਤ ਤਕੜੀ ਕੌਮ ਹੈ। ਇਹ ਚਸ਼ਮੇ ਕਦੇ ਸੁੱਕਦੇ ਨਹੀਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਹੁਕਮ ਕੀਤਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਇਹ ਪ੍ਰਗਟ ਹੋਇਆ ਪ੍ਰਮਾਤਮਾ ਦੀ ਮਰਜ਼ੀ ਨਾਲ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਇੱਥੇ ਦਬਾਇਆ ਨਾ ਸਾਨੂੰ, ਦਹਾਕਿਆਂ ਬੱਧੀ ਜੇਲ੍ਹਾਂ 'ਚ ਰੱਖਿਆ ਨਾ, ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ, ਝੂਠੇ ਪੁਲਿਸ ਮੁਕਾਬਲਿਆਂ ਦੀ ਤਫਤੀਸ਼ ਕਰਨ ਵਾਲੇ ਬੰਦੇ ਜਸਵੰਤ ਸਿੰਘ ਖਾਲੜੇ ਵਰਗੇ ਮੁਕਾ ਦਿੱਤੇ, ਪਰ ਮੁੱਕ ਗਏ ਅਸੀਂ। ਤੁਸੀਂ ਦੇਖੋ ਕੈਨੇਡਾ ਦੀ ਅਸੈਂਬਲੀ ਦੇ ਵਿੱਚ ਜਾ ਕੇ ਮੈਂਬਰ ਪਾਰਲੀਮੈਂਟ ਬਣ ਕੇ ਜੂਝ ਰਹੇ ਨੇ, ਗੂੰਜ ਰਹੇ ਨੇ। ਇੰਗਲੈਂਡ ਦੀ ਧਰਤੀ ਦੇ ਵਿੱਚ ਦਮਾਲਿਆਂ ਵਾਲੇ ਸਿੰਘ ਮੈਂਬਰ ਪਾਰਲੀਮੈਂਟ ਬਣੀ ਜਾਂਦੇ ਨੇ। ਇਹ ਖਾਲਸਾ ਕਿਤੇ ਇਕੱਲੇ ਪੰਜਾਬ ਦਾ, ਕਿਤੇ ਹਿੰਦੁਸਤਾਨ ਦਾ ਇਕੱਲੇ ਦਾ। ਮਹਾਰਾਜ ਨੇ ਕਿਹਾ ਦੇਗ ਤੇਗ ਜੱਗ ਮੈਂ ਦਊ ਚੱਲਾ, ਜੱਗ ਮੈਂ, ਇਹ ਨਹੀਂ ਕਿ ਇਕੱਲੇ ਹਰਿਆਣੇ 'ਚ ਚੱਲੂਗੀ, ਪੰਜਾਬ 'ਚ ਹੀ ਦੇਗ ਤੇਗ ਚੱਲੂਗੀ, ਨਹੀਂ ਦੁਨੀਆ 'ਚ ਚੱਲੂਗੀ। ਇਸ ਵਾਸਤੇ ਪਰ ਇਹ ਸਾਡੀ ਉਹ ਧਰਤੀ ਹੈ ਜਿੱਥੇ ਕਰਮ ਭੂਮੀ ਮਹਾਰਾਜ ਨੇ ਬਤਾਈ ਹੈ, ਜਿੱਥੇ ਪਵਿੱਤਰ ਸਰੋਵਰ ਥਾਪੇ, ਜਿੱਥੇ ਤਖਤ ਦੀ ਰਚਨਾ ਕੀਤੀ, ਜਿੱਥੇ ਹਰਮੰਦਰ ਸਾਹਿਬ ਸਾਜਿਆ, ਇਹ ਉਹ ਧਰਤੀ ਹੈ। ਅਸੀਂ ਉਸ ਧਰਤੀ ਦੇ ਵਸਨੀਕ ਹਾਂ, ਅਸੀਂ ਉਹ ਛਤਰ ਛਾਇਆ ਥੱਲੇ ਰਹਿ ਰਹੇ ਹਾਂ। ਸਾਨੂੰ ਥੋੜੇ ਕਰਮ ਬਦਲਣਾ ਪੈਣਾ। ਇਸ ਕਰਕੇ ਸਾਧ ਸੰਗਤ ਸਤਿਗੁਰੂ ਨੇ ਰਹਿਮਤ ਕਰਨੀ ਹੈ। ਅੱਜ ਜਿਹੜੀਆਂ ਸ਼ਹੀਦੀਆਂ ਹੋਈਆਂ, ਜਿਨ੍ਹਾਂ ਸਿੰਘਾਂ ਦਾ ਜੇਲ੍ਹਾਂ 'ਚ ਬੈਠ ਕੇ ਜਾਪ ਹੋਇਆ, ਤਪੱਸਿਆ ਹੋਈ ਹੈ, ਕਿਤੇ ਅਜਾਈ ਥੋੜੋ ਚੱਲੀ ਜਾਣੀ ਹੈ, ਅਜਾਈ ਨਹੀਂ ਜਾਣੀ ਹੈ। ਇਸ ਵਾਸਤੇ ਸਾਧ ਸੰਗਤ ਸਾਨੂੰ ਆਪਣੇ ਤੌਰ ਤੇ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਹ ਡਰਦਿਆਂ ਨੂੰ ਡਰਾਉਂਦੀਆਂ ਜਿਹੜੀਆਂ ਸਰਕਾਰਾਂ ਨਾ, ਡਰਦਿਆਂ ਨੂੰ ਡਰਾਉਂਦੀਆਂ। ਮੈਂ ਕਿੱਥੋਂ ਦੀ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਹੁਣੇ ਵੀ ਸਾਡੀਆਂ ਕਮਰੇ 'ਚ ਵੀ ਵਿਚਾਰਾਂ ਹੁੰਦੀਆਂ ਸਨ। ਸਾਡੇ ਇੱਕ ਸੀਨੀਅਰ ਵਕੀਲ ਨੇ RTI ਪਾ ਕੇ ਹਾਈ ਕੋਰਟ ਦੇ ਵਿੱਚੋਂ ਪੁੱਛਿਆ ਵੀ ਸਰਕਾਰਾਂ ਕਹਿੰਦੀਆਂ ਸੰਤ ਜਰਨੈਲ ਸਿੰਘ ਅੱਤਵਾਦੀ ਆ, ਵੀ ਸਾਨੂੰ ਕੋਰਟ ਦੱਸੇ ਵੀ ਕਿਹੜੇ ਥਾਣੇ 'ਚ ਉਹਦੇ ਤੇ ਕੇਸ ਹੈ ਤੇ ਕਿੰਨੇ ਕੇਸ ਆ, ਸਾਰੇ ਕਿੰਨੇ ਕੇਸਾਂ 'ਚ ਉਹ ਭਗੌੜੇ ਨੇ, ਤਾਂ ਕਿ ਸਾਨੂੰ ਪਤਾ ਲੱਗੇ ਵੀ ਅੱਤਵਾਦੀ ਕਿਵੇਂ ਆ। RTI ਦੇ ਰਾਹੀਂ ਸਾਨੂੰ ਜਵਾਬ ਮਿਲਿਆ ਕਿ ਸਮੁੱਚੇ ਭਾਰਤ ਵਿੱਚ ਉਹਨਾਂ ਤੇ ਕੋਈ ਕੇਸ ਨਹੀਂ ਹੈਗਾ। ਕਿਸੇ ਕੇਸ 'ਚ ਭਗੌੜੇ ਹੋਣਾ ਤਾਂ ਕੀ, ਉਹਨਾਂ ਤੇ ਕੋਈ FIR ਹੀ ਹੈ ਨਹੀਂ। ਕਹਿੰਦੇ ਇੱਕ FIR ਦੇ ਵਿੱਚ ਨਾਂ ਪਾਇਆ ਸੀ ਉਹਨਾਂ ਦਾ, ਲਾਲਾ ਜਗਤ ਨਾਰਾਇਣ ਦੀ FIR ਦੇ ਵਿੱਚ ਕੇਸ ਪਾਇਆ ਸੀ, ਪਰ ਉਹ ਕੇਸ ਗਵਰਨਮੈਂਟ ਨੇ ਵਿਡਰਾ ਕਰ ਲਿਆ ਸੀ। ਭਗੌੜੇ ਉਹਦੇ 'ਚੋਂ ਵੀ ਨਹੀਂ, ਉਹਦੇ 'ਚੋਂ ਵੀ ਬਾਇਜ਼ਤ ਬਰੀ ਹੋਏ ਸੀ। ਤੇ ਫਿਰ ਭਗੌੜੇ ਕਿਵੇਂ ਹੋ ਗਏ ਬਈ? ਜੇ ਅੱਜ ਦੇ ਸਿੰਘ ਸ਼ਬੀਲ ਲਾਉਂਦੇ ਆ, ਭਾਈ ਅਮਰੀਕ ਸਿੰਘ, ਜਰਨਲ ਸ਼ਵੇਕ ਸਿੰਘ ਦੀ ਸੰਤਾਂ ਦੇ ਨਾਲ ਫੋਟੋ ਲਾਉਂਦੇ ਆ, ਤੇ ਇਤਰਾਜ਼ ਕਿਸ ਗੱਲ ਦਾ? ਉੱਥੇ DC ਗੱਡੀ ਲੈ ਕੇ ਜਾਂਦਾ, SSP ਤੇ ਕਈ DSP ਨੂੰ ਨਾਲ ਲੈ ਕੇ ਆ ਜਾਂਦਾ ਵੀ ਆਹ ਫੋਟੋ ਲਾ ਦਿਓ ਜੀ। ਕਾਹ ਤੋਂ ਭਾਈ? ਇਹ ਫੋਟੋ ਤਾਂ ਅਕਾਲ ਤਖਤ ਤੇ ਲੱਗੀਆਂ ਹੋਈਆਂ ਹੈ। ਅਕਾਲ ਤਖਤ ਸਾਹਿਬ ਤੇ ਕੌਮੀ ਦਿਵਸ ਮਨਾਇਆ ਜਾਂਦਾ ਹੈ, ਤੇ ਫਿਰ ਤੁਸੀਂ ਇੱਕ ਸਟੇਟ ਚੋਂ ਲਾ ਦੋਗੇ, ਇੱਕ ਜ਼ਿਲ੍ਹੇ ਚੋਂ ਲਾ ਦੋਗੇ, ਸਾਡੇ ਦਿਲਾਂ ਚੋਂ ਨਹੀਂ ਲਾ ਸਕਦੇ। ਇਸ ਕਰਕੇ ਤੁਸੀਂ ਅਕਲ ਨੂੰ ਹੱਥ ਮਾਰੋ। ਤੁਸੀਂ ਦਹਾਕਿਆਂ ਤੋਂ ਬਾਅਦ 40 ਸਾਲ ਹੋ ਗਏ, 40 ਸਾਲ ਸਾਧ ਸੰਗਤ, 40 ਸਾਲ ਬਾਅਦ ਉਹੋ ਹੀ ਸ਼ਹੀਦ ਬੇਅੰਤ ਸਿੰਘ ਜਿਹਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ, ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ, ਉਹਦੇ ਪੁੱਤਰ ਨੂੰ ਤੁਸੀਂ ਫਰੀਦਕੋਟ ਤੋਂ ਖੜਾ ਕਰਤਾ। ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਤੋਂ ਅਰਦਾਸਾ ਸੋਧ ਕੇ ਉਹਦੀ ਚੋਣ ਮੁਹਿੰਮ ਵਿੱਢੀ ਸੀ। ਅਸੀਂ ਸੰਗਤ ਨੂੰ ਇੱਕੋ ਗੱਲ ਕਹੀ ਵੀ ਆਪ ਚੰਗੀ ਹੈ, ਆਹ ਕਾਕੇ ਦੇ ਪਿਤਾ ਨੇ ਸਾਡੀ ਡਿੱਗਦੀ ਪੱਗ ਨੂੰ ਹੱਥ ਪਾਇਆ ਸੀ, ਇਹਨੇ ਸਾਡੀ ਸ਼ਾਨ ਬਚਾਈ ਹੈ, ਤੇ ਤੁਸੀਂ ਉਸ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਲਾਜ ਰੱਖਣੀ ਹੈ। ਸਾਧ ਸੰਗਤ ਹਰ ਇੱਕ ਘਰ ਨੇ ਸਮਝਿਆ ਵੀ ਇਹ ਇਲੈਕਸ਼ਨ ਮੇਰਾ ਪੁੱਤਰ ਲੜ ਰਿਹਾ, ਇਹ ਇਲੈਕਸ਼ਨ ਮੇਰਾ ਭਤੀਜਾ ਲੜ ਰਿਹਾ ਹੈ। ਲੋਕਾਂ ਨੇ ਆਪਣੇ ਘਰੋਂ ਹੀ ਝੰਡੇ ਚੁੱਕੇ, ਆਪਣੀਆਂ ਗੱਡੀਆਂ 'ਚ ਆਪੇ ਹੀ ਤੇਲ ਪਾਇਆ, ਆਪਣੇ ਘਰੋਂ ਹੀ ਪ੍ਰਸ਼ਾਦੇ ਛਕੇ, ਤੇ ਫਿਰ ਵੱਡੀ ਜਿੱਤ ਦੇ ਕੇ ਉਹਨਾਂ ਧਨਾਡਾਂ ਦੇ ਮੂੰਹ ਤੇ ਚਪੇੜ ਮਾਰੀ ਜਿਹੜੇ ਸਿਰਫ
ਸਾਡੀ ਕੌਮ ਨੂੰ ਨਿਚੋੜ ਕੇ ਪੈਸਾ ਇਕੱਠਾ ਕਰਕੇ ਉਸੇ ਪੈਸੇ ਤੇ ਮਾਣ ਕਰਕੇ ਕਹਿੰਦੇ ਸੀ ਵੀ ਸਰਬਜੀਤ ਸਿੰਘ ਦੇ ਪੱਲੇ ਕੀ ਆ। ਸਾਧ ਸੰਗਤ ਉਹਦੇ ਪੱਲੇ ਸ਼ਹਾਦਤ ਹੈ, ਉਹਦੇ ਪੱਲੇ ਵਿਰਸਾ ਹੈ। ਸਾਡੀ ਕੌਮ ਨੇ ਦਰਸਾਤਾ ਵੀ ਉਹਦੇ ਪੱਲੇ ਕੀ ਆ। ਦੂਸਰੇ ਪਾਸੇ ਜਿਹਦੇ ਤੇ ਤੁਸੀਂ NSA ਲਾ ਕੇ ਜੇਲ੍ਹ 'ਚ ਸੁੱਟਿਆ, ਉਥੋਂ ਦੀ ਕੌਮ ਨੇ ਵੀ ਦਰਸਾ ਦਿੱਤਾ ਕਿ ਇਹ ਬੰਦਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਹੋਰ ਹੈ, ਸਾਡੀਆਂ ਨਜ਼ਰਾਂ ਦੇ ਵਿੱਚ ਆ ਹੈ। ਸਭ ਤੋਂ ਵੱਡਾ ਲੋਕਤੰਤਰ ਦੇਸ਼ ਦੇ ਵਿੱਚ ਲੋਕ ਫਤਵਾ ਹੁੰਦਾ, ਲੋਕ ਫਤਵਾ। ਸਾਧ ਸੰਗਤ ਜੀ, ਲੋਕ ਫਤਵਾ ਸਾਡੇ ਹੱਕ 'ਚ ਹੈ ਤੇ ਫਿਰ ਛੱਡੋ ਅਮਰਤਪਾਲ ਸਿੰਘ ਨੂੰ, ਛੱਡੋ ਜਿਹੜੇ 30-30 ਸਾਲ ਤੋਂ ਬੈਠੇ ਆ, ਕਿਉਂ ਨਹੀਂ ਛੱਡਦੇ? ਛੱਡੋ। ਜੇ ਲੋਕ ਫਤਵਾ ਇਹ ਹੈ ਤੇ ਫਿਰ ਸਾਨੂੰ ਕਿਹੜੇ ਰਾਹ ਤੋਰਨਾ ਚਾਹੁੰਦੇ ਆ? ਜੇ ਲੋਕਤੰਤਰ ਦਾ ਰਾਹ ਤੁਸੀਂ ਮੰਨੋਗੇ ਨਹੀਂ, ਸਾਨੂੰ ਲੋਕਤੰਤਰ ਦੀ ਪੱਟੀ ਪੜਾਉਣ ਵਾਲੇ, ਤੇ ਤੁਸੀਂ ਆਪ ਇਹ ਤੋਂ ਉਲਟ ਦਿਸ਼ਾ ਨੂੰ ਜਾ ਰਹੇ ਹੋ, ਤੇ ਫਿਰ ਸੋਚੋ ਵੀ ਸਾਨੂੰ ਕਿਹੜੇ ਰਾਹ ਤੋਰਨਾ ਚਾਹੁੰਦੇ ਹੋ। ਇਸ ਵਾਸਤੇ ਜਿਹੜੇ ਸ਼ਹੀਦੀ ਦਿਵਸ ਮਨਾਏ ਜਾ ਰਹੇ ਆ, ਇਹ ਸਾਡੇ ਯੋਧੇ ਬਹਾਦਰਾਂ ਦੇ, ਉਹਨਾਂ ਦੀਆਂ ਕੁਰਬਾਨੀਆਂ ਦੇ ਰੁਤਬਿਆਂ ਦੇ ਦਿਨ ਨੇ। ਇਸ ਵਾਸਤੇ ਸਾਧ ਸੰਗਤ ਜੀ, ਸਾਨੂੰ ਤਿਆਰ ਰਹਿਣਾ ਚਾਹੀਦਾ। ਆਪਾਂ ਵੱਡੀ ਪੱਧਰ ਤੇ ਜਿੱਥੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਹਾਲੀ 'ਚ ਮੋਰਚਾ ਲੱਗ ਰਿਹਾ, ਕਿੰਨਾ ਲੰਮਾ ਸਮਾਂ ਹੋ ਗਿਆ, ਅੱਜ ਤੱਕ ਇੱਕ ਵੀ ਕਿਸੇ ਕੇਂਦਰੀ ਮੰਤਰੀ ਨੇ ਆ ਕੇ ਪੁੱਛਿਆ ਵੀ ਦੱਸੋ ਆਪਾਂ ਕੋਈ ਗੱਲ ਨਹੀਂ, ਤੁਹਾਡੇ ਨਾਲ ਗੱਲ ਹੀ ਕਰ ਲਈਏ। ਇੰਨੀ ਧੌਂਸ ਤੇ ਇੰਨੀ ਹੈਂਕੜ ਨਹੀਂ। ਪਰ ਆਪਾਂ ਨੂੰ ਇਕੱਤਰ ਹੋ ਕੇ ਸਾਧ ਸੰਗਤ ਜੀ ਡੈਮੋਕ੍ਰੈਟਿਕ ਢੰਗ ਦੇ ਨਾਲ ਇੱਕ ਹੋਰ ਹੰਬਲਾ ਮਾਰੀਏ, ਦਰਸਾ ਦਈਏ। ਸਾਰੇ ਰਾਜਸਥਾਨ ਦੇ, ਹਰਿਆਣੇ ਦੇ, ਪੰਜਾਬ ਦੇ, ਹਿਮਾਚਲ ਦੇ ਸਾਰੇ ਸਿੱਖ ਇਕੱਠੇ ਹੋ ਕੇ ਆਪਾਂ ਇੱਕ ਵਾਰੀ ਅਸੀਂ ਲੀਕ ਲਏ ਆ, ਪ੍ਰੋਗਰਾਮ ਤਿਆਰੀ ਕਰ ਰਹੇ ਆ ਸਾਰੇ ਸਿੰਘਾਂ ਦੀ ਰਾਏ ਦੇ ਨਾਲ, ਕਿਉਂਕਿ ਕੌਮੀ ਕਾਰਜ ਹੈ ਤੇ ਕੌਮੀ ਢੰਗ ਦੇ ਨਾਲ ਹੀ ਕਰਾਂਗੇ। ਆਪਾਂ ਇਕੱਠੇ ਹੋ ਕੇ ਇੱਕ ਵਾਰੀ ਫਿਰ ਹੰਬਲਾ ਮਾਰਨਾ ਹੈ ਵੀ ਸਾਰੇ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਕਰੋ, ਤੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਉਹਨਾਂ ਨੂੰ ਕੌਮ ਦੇ ਹਵਾਲੇ ਕਰੋ, ਤਾਂ ਕਿ ਉਹ ਕੌਮ ਦੀ ਅਗਵਾਈ ਕਰਨ। ਇਸ ਵਾਸਤੇ ਸਾਡੇ ਤਾਂ ਹੀ ਆ ਮਨਾਏ ਹੋਏ ਤੁਹਾਡੇ ਕੀਤੇ ਹੋਏ ਉਦਮ ਸਫਲੇ ਹੋਣੇ ਆ, ਚੜ੍ਹਦੀ ਕਲਾ ਹੋਣੀ ਹੈ। ਮੈਂ ਸਾਰੇ ਪ੍ਰਬੰਧਕਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਗੁਰਮੁਖਾਂ ਦਾ ਧੰਨਵਾਦ ਕਰਦਾ। ਇਹ ਬਹੁਤ ਪਵਿੱਤਰ ਸਥਾਨ ਹੈ ਜਿੱਥੇ ਕਲਗੀਧਰ ਮਹਾਰਾਜ ਨੇ ਬਚਪਨ ਦੇ ਵਿੱਚ ਚਰਨ ਪਾਏ। ਮਾਤਾ ਜੀ ਨੇ ਇੱਥੇ ਜਨਮ ਵੀ ਇੱਥੇ ਲਿਆ। ਸਾਧ ਸੰਗਤ ਜੀ, ਇੰਨੀ ਭਾਗਾਂ ਵਾਲੀ ਧਰਤੀ ਹੈ ਤੇ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਸਿੰਘ ਸਜੋ। ਜੇ ਕਲਗੀਧਰ ਪਾਤਸ਼ਾਹ ਦੀਆਂ ਯਾਦਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਦੇ ਪਲੰਗ ਨੇ, ਉਹਨਾਂ ਦੇ ਹੁਕਮਨਾਮੇ ਪਏ ਨੇ, ਉਹਨਾਂ ਦੇ ਸ਼ਾਸਤਰ ਪਏ ਨੇ, ਤੇ ਉਹਨਾਂ ਯਾਦਾਂ ਨੂੰ ਮੱਥਾ ਟੇਕਦੇ ਆ ਨਾ, ਤੇ ਸਾਧ ਸੰਗਤ ਉਹਨਾਂ ਦੇ ਸਿਧਾਂਤ ਨੂੰ ਵੀ ਮੱਥਾ ਟੇਕੀਏ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਗੁਰੂ ਕੇ ਸਿੰਘ ਖਾਲਸੇ ਸਜੀਏ, ਫਿਰ ਸਾਡੇ ਤੇ ਸਤਿਗੁਰੂ ਦੀ ਖੁਸ਼ੀ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਾਨੂੰ ਸਾਰਿਆਂ ਕਾਰਜਾਂ ਦੇ ਵਿੱਚ ਫਤਿਹਯਾਬੀ ਬਖਸ਼ਣਗੇ। ਇਹਨਾਂ ਸ਼ਬਦਾਂ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ। ਬੇਅੰਤੀ ਗਲਤੀਆਂ ਭੁੱਲਾਂ ਹੋ ਗਈਆਂ, ਸਾਧ ਸੰਗਤ ਖਿਮਾ ਕਰ ਦੇਣੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਇੱਕ ਵਾਰੀ ਗੱਜ ਕੇ ਸਾਰੇ ਉਵੇਂ ਹੀ ਫਤਿਹ ਬੁਲਾਇਓ ਜਿਵੇਂ ਸ਼ੁਰੂ 'ਚ ਬੁਲਾਏ ਸੀ। ਫਤਿਹ ਕੋਈ ਵੀ ਸਿੰਘ ਬੁਲਾਵੇ, ਚੜ੍ਹਦੀ ਕਲਾ ਦੀ ਫਤਿਹ ਬੋਲਣੀ ਚਾਹੀਦੀ ਆ। ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇੰਗਲਿਸ਼ ਦੇ ਦੋ ਸ਼ਬਦ ਨੇ, ਮਾਈ ਹਿਸਟਰੀ ਔਰ ਹੀ ਹਿਸਟਰੀ, ਮੇਰਾ ਇਤਿਹਾਸ ਔਰ ਉਸ ਦਾ ਇਤਿਹਾਸ। ਦੋਹਾਂ ਸ਼ਬਦਾਂ ਨੂੰ ਮਿਲ ਕੇ ਇਤਿਹਾਸ ਬਣਦਾ ਹੈ। ਸੰਸਾਰ ਦੇ ਵਿੱਚ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਇਓਗ੍ਰਾਫੀ ਆਪਣੀ ਕਲਮ ਤੋਂ ਆਪ ਲਿਖੀ ਹੈ। ਬੋਲੇ ਸੋ ਨਿਹਾਲ। ਧੰਨਵਾਦ ਜੀ ਸਮੁੱਚੀ ਸੰਗਤ ਦਾ, ਜਿਨ੍ਹਾਂ ਨੇ
ਜਥੇਦਾਰ ਬਾਬਾ ਜਸਵੀਰ ਸਿੰਘ ਜੀ ਰੋਡੇ ਉਹਨਾਂ ਦਾ ਸਨਮਾਨ ਕੀਤਾ ਹੈ। ਇੱਕ ਵਾਰੀ ਫੇਰ ਆਓ ਆਪਾਂ ਜਕਾਰਾ ਛੱਡ ਲਈਏ, ਬੋਲੇ ਸੋ ਨਿਹਾਲ। ਸਰਬੱਤ ਸੰਗਤ ਦਾ ਧੰਨਵਾਦ, ਤੁਸੀਂ ਬਹੁਤ ਪ੍ਰੇਮ ਸਹਿਤ ਚੌਂਕੜੇ ਮਾਰ ਕੇ ਬੈਠੇ ਹੋ। ਮੈਂ ਬੇਨਤੀ ਕਰ ਰਿਹਾ ਸਾਂ, ਆਪਣੀ ਬਾਇਓਗ੍ਰਾਫੀ ਆਪ ਲਿਖਣੀ ਬੜੀ ਔਖੀ ਹੈ। ਫਿਰ ਵੀ ਮਹਾਪੁਰਸ਼ਾਂ ਦੇ ਨੇੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੇ ਨੇੜੇ ਉਹਨਾਂ ਦੇ ਭਤੀਜੇ ਬਾਬਾ ਜਸਵੀਰ ਸਿੰਘ ਜੀ ਰੋਡੇ, ਉਹਨਾਂ ਦੀ ਸਮੁੱਚੀ ਬਾਇਓਗ੍ਰਾਫੀ, ਜੋ ਉਹਨਾਂ ਨੇ ਸ਼ਬਦ ਬੋਲੇ, ਜੋ ਕਹੇ, ਉਹਨਾਂ ਨੇ ਰਿਪੀਟ ਕੀਤੇ ਨੇ। ਮੌਜੂਦਾ ਹਾਲਾਤ, ਮੌਜੂਦਾ ਸਮੇਂ ਸਾਡੇ ਨਾਲ ਕੀ ਵਾਪਰ ਰਿਹਾ, ਇਸ ਪ੍ਰਥਾਏ ਵੀ ਉਹਨਾਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਆਓ ਆਪਾਂ ਰਲ ਮਿਲ ਕੇ ਇਸ ਵਿਚਾਰਧਾਰਾ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰੀਏ। ਮੈਂ ਬੇਨਤੀ ਕਰਨ ਲੱਗਾ ਹਾਂ, ਢਾਡੀ ਦੁਨੀਆ ਦੇ ਵਿੱਚ ਇੱਕ ਨਾਂ ਹੈ ਸੁਰਜੀਤ ਸਿੰਘ ਬਾਰਸ। ਬਹੁਤ ਵਧੀਆ ਢਾਡੀ, ਸਤਿਕਾਰਯੋਗ ਢਾਡੀ, ਸਨਮਾਨਯੋਗ ਢਾਡੀ, ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਮਿਹਰਾਂ ਦੇ ਪਾਤਰ ਨੇ। ਸਮੁੱਚਾ ਜਥਾ ਸਾਡੇ ਇਸ ਇਲਾਕੇ ਦੇ ਵਿੱਚ ਆਇਆ, ਮੈਂ ਜੀਓ ਆਇਆ ਕਹਿੰਦਾ, ਵੈਲਕਮ, ਸਵਾਗਤ ਹੈ ਉਹਨਾਂ ਦਾ। ਮੈਂ ਮਹਾਪੁਰਸ਼ਾਂ ਨੂੰ ਪੁੱਛਿਆ ਕਿੰਨਾ ਕੁ ਸਮਾਂ ਦਈਏ, ਉਹ ਕਹਿੰਦੇ ਸਮਾਂ ਤੇ ਵੱਧ ਚਾਹੀਦਾ ਸੀ, ਪਰ ਤੁਸੀਂ ਹੌਲੇ ਹੌਲੇ ਲੰਮੀ ਵਿਚਾਰਧਾਰਾ ਸੁਣ ਕੇ ਵੀ ਥੱਕ ਗਏ ਹੋ, ਇਸ ਲਈ ਬੇਨਤੀ ਕਰਾਂਗਾ, ਲੰਗਰ, ਗੁਰੂ ਕਾ ਲੰਗਰ ਚੱਲ ਰਿਹਾ ਹੈ, ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਉੱਥੇ ਜਾ ਕੇ ਤੁਸੀਂ ਛਕ ਸਕਦੇ ਹੋ, ਫੇਰ ਇੱਥੇ ਬੈਠੇ ਹੋ। ਮੈਂ ਬੇਨਤੀ ਕਰਨ ਲੱਗਾ ਹਾਂ, ਸੁਰਜੀਤ ਸਿੰਘ ਬਾਰਸ ਢਾਡੀ ਦੁਨੀਆ ਦੇ ਵਿੱਚ ਐਸਾ ਨਾਮ ਵਰਨਾ, ਜੋ ਮੌਜੂਦਾ ਹਾਲਾਤ ਉਸ ਦੇ ਉੱਤੇ ਬਹੁਤ ਬਾ ਕਮਾਲ ਬੋਲਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਉਹ 1 ਘੰਟਾ ਗੁਰੂ का इतिहास, गुरु की बाणी, मौजूदा हालात, शहीदां नूं प्रणाम करन। आओ, वेलकम, स्वागत है उन्हां दा। भाई साहब भाई सुरजीत सिंह जी बारस अपने ढाडी जथे सहित हाजिर। अच्छा, हाँ जी, 1 मिनट वार साहब, 1 मिनट, मैं एक बेनती कर लगा हाँ। बाबा जी वालों बेनती है, बाबा जी हरबंस सिंह गरवालों, साडे कोले कुछ शहीद परिवार, उन्हां दीयां भैणां, कुछ सिंह गुरमुख प्यारे पहुंचे ने। बाबा जी कहंदे उन्हां दा भी पहला सन्मान कर लईए। गुरु घर दी परंपरा है सिरों पा, सिर तो लैके पैरां तक सन्मान करना। असल च धर्मी दा सत्कार हुंदा है, गुरमुख दा, गुरसिख दा, जिहदे विच सादगी है, जिहदे विच सेवा है, उहदा सन्मान हुंदा है। मैं हुण बेनती कर लगा हां, सत्कारयोग बीबी जी, बीबी सुरिंदर कौर भैन जी ने शहीद भाई बलविंदर सिंह जी जटाना। बीबी जी नूं मेरी बेनती आ, स्टेज ते आण, गुरु की हजूरी दे विच आ जाण, ते इत्थों दी समुच्ची मैनेजमेंट कमेटी, समुच्ची संगत उन्हां दा सन्मान करेगी। सत्कारयोग भैन जी, भैन हरजिंदर कौर जी, माता ने शहीद भाई साहब भाई मनदीर सिंह जी बब्बर, उन्हां नूं भी मेरी बेनती आ, ਉਹ ਵੀ ਸਟੇਜ ਦੇ ਨੇੜੇ ਆ ਜਾਣ। ਸਤਿਕਾਰਯੋਗ ਭੈਣ ਜਸਵਿੰਦਰ ਕੌਰ ਜੀ, ਭਾਈ ਸਾਹਿਬ ਭਾਈ ਕੁਲਜਿੰਦਰ ਸਿੰਘ ਜੀ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ, ਉਹਨਾਂ ਦੇ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ। ਸਤਿਕਾਰਯੋਗ ਭੈਣ ਜੀ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਭਾਈ, ਉਹ ਵੀ ਆ ਕੇ ਸਿਰੋਪਾ ਲੈਣ ਜੀ। ਤੇ ਇਸ ਤੋਂ ਬਿਨਾਂ ਸਤਿਕਾਰਯੋਗ ਬੀਬੀ ਜੀ, ਬੀਬੀ ਪ੍ਰੀਤਮ ਕੌਰ ਜੀ, ਭੈਣ ਭਾਈ ਜਸਵੀਰ ਸਿੰਘ ਜੱਸਾ, ਸ਼ਹੀਦ ਭਾਈ ਜਸਵੀਰ ਸਿੰਘ ਜੱਸਾ, ਸਭਨਾਂ ਨੂੰ ਮੇਰੀ ਸਤਿਕਾਰ ਸਹਿਤ, ਨਿਮਰਤਾ ਦੇ ਨਾਲ, ਪ੍ਰੇਮ ਸਹਿਤ ਬੇਨਤੀ ਹੈ, ਤੁਸੀਂ ਬਹੁਤ ਪ੍ਰੇਮ ਨਾਲ ਚੌਂਕੜੇ ਮਾਰ ਕੇ ਬੈਠੋ, ਨਿਮਰਤਾ ਦੇ ਨਾਲ ਬੈਠੋ। ਤੇ ਸਤਿਕਾਰਯੋਗ ਭੈਣਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਸਟੇਜ ਤੇ ਮੇਰੀ ਬੇਨਤੀ ਮੰਨ ਕੇ, ਬੇਨਤੀ ਸੁਣ ਕੇ, ਮਹਾਂਪੁਰਸ਼ਾਂ ਦੀ ਬੇਨਤੀ ਸੁਣ ਕੇ, ਸੰਗਤ ਦੀ ਬੇਨਤੀ ਸੁਣ ਕੇ ਇੱਕ ਵਾਰੀ ਸੰਗਤ ਦੇ ਵਿੱਚ ਜ਼ਰੂਰ ਉਹ ਦਰਸ਼ਨ ਦੇਣ, ਤਾਂ ਕਿ ਗੁਰੂ ਘਰ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਸਕੇ, ਸੰਗਤ ਵੱਲੋਂ ਉਹਨਾਂ ਨੂੰ ਮਾਣ ਦਿੱਤਾ ਜਾ ਸਕੇ। ਆਪਾਂ ਜਕਾਰੇ ਦੇ ਨਾਲ ਉਹਨਾਂ ਦਾ ਸਨਮਾਨ ਕਰਨਾ ਹੈ, ਉਹਨਾਂ ਦਾ ਆਦਰ ਕਰਨਾ ਹੈ। ਆਓ ਭੈਣ ਜੀ ਹੋਰੀ ਹੌਲੇ ਹੌਲੇ ਬੜੇ ਪਿਆਰ ਦੇ ਨਾਲ ਉਹ ਸਟੇਜ ਵੱਲ ਆ ਰਹੇ ਨੇ। ਆਪਾਂ ਇੱਕ ਜਕਾਰਾ ਛੱਡੀਏ, ਉਸ ਤੋਂ ਬਾਅਦ ਸਮੁੱਚੀ ਸੰਗਤ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਬੋਲੇ ਸੋ ਨਿਹਾਲ। ਸਮੁੱਚੇ ਤੌਰ ਤੇ ਸਤਿਕਾਰਯੋਗ ਬੀਬੀ ਜੀ ਸੁਰਿੰਦਰ ਕੌਰ ਜੀ, ਭੈਣ ਜੀ ਭੈਣ ਹਰਜਿੰਦਰ ਕੌਰ ਜੀ,
ਸਤਿਕਾਰਯੋਗ ਭੈਣ ਜੀ ਸੁਵਿੰਦਰ ਕੌਰ ਜੀ, ਬੀਬੀ ਪ੍ਰੀਤਮ ਕੌਰ ਜੀ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਇਹ ਵੀ ਕਰਦੀ ਹੈ ਨਾਲ। ਅੱਛਾ ਗੁਰਚਰਨ ਸਿੰਘ, ਬਾਪੂ ਗੁਰਚਰਨ ਸਿੰਘ। ਅੱਛਾ, ਸਤਿਕਾਰਯੋਗ ਬਾਪੂ ਜੀ, ਬਾਪੂ ਗੁਰਚਰਨ ਸਿੰਘ ਜੀ, ਉਹ ਵੀ ਆ ਕੇ ਆਪਣਾ ਸਨਮਾਨ ਲੈਣ ਜੀ। ਜਥੇਦਾਰ ਬਲਵੀਰ ਸਿੰਘ ਜੀ ਬੈਰੋਪੁਰ, ਬਲਵਿੰਦਰ ਸਿੰਘ ਜੀ ਕਾਲਚਾ ਸਾਹਿਬ, ਉਹ ਵੀ ਆ ਕੇ ਸਨਮਾਨ ਲੈਣ। ਬਲਵਿੰਦਰ ਸਿੰਘ ਜੀ ਮਟੌਰ ਵਾਲੇ, ਸਤਿਕਾਰਯੋਗ ਗੁਰਜੰਟ ਸਿੰਘ ਜੀ ਸੀਲ ਵਾਲੇ, ਸਰਦਾਰ ਪਾਲ ਸਿੰਘ ਜੀ ਘੜੂਏ ਵਾਲੇ, ਤੇ ਇਸ ਤੋਂ ਬਿਨਾਂ ਸਰਦਾਰ ਰਣਧੀਰ ਸਿੰਘ ਗੀਗੇ ਮਾਜਰਾ ਤੇ ਭਾਊ ਬਲਜੀਤ ਸਿੰਘ ਜੀ ਜਥੇਦਾਰ ਸਾਹਿਬ, ਭਾਈ ਸਾਹਿਬ ਭਾਈ ਹਵਾਰਾ, ਉਹਨਾਂ ਦੇ ਸਾਥੀ ਨੇ ਹਰਦੇਵ ਸਿੰਘ ਜੀ ਬੈਰੋਵਾਲ, ਸਤਿਕਾਰਯੋਗ ਵੀਰ ਨੈਬ ਸਿੰਘ ਜੀ ਗੀਗੇ ਮਾਜਰਾ। ਇਹਨਾਂ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਗੁਰੂ ਕੇ ਪਿਆਰਿਆਂ ਨੂੰ, ਉਹਨਾਂ ਨੂੰ ਵੀ ਮੇਰੀ ਬੇਨਤੀ ਆ, ਉਹ ਆ ਕੇ ਗੁਰੂ ਘਰ ਦਾ ਇਹ ਸਰੋਪਾ ਲੈ ਕੇ ਜ਼ਰੂਰ ਜਾਣ। ਆਓ ਆਪਾਂ ਹੁਣ ਸਹਿਜ ਨਾਲ, ਪ੍ਰੇਮ ਨਾਲ, ਸਤਿਕਾਰ ਨਾਲ ਕੌਮ ਦਾ ਮਹਾਨ ਢਾਡੀ ਜਥਾ ਸਤਿਕਾਰਯੋਗ ਸੁਰਜੀਤ ਸਿੰਘ ਜੀ ਵਾਰਸ, ਉਹਨਾਂ ਨੂੰ ਆਪਾਂ ਨੇ ਸਰਵਣ ਕਰਨਾ ਹੈ। ਮਹਾਂਪੁਰਸ਼ਾਂ ਨੇ ਕਿਹਾ ਲਗਭਗ ਮੇਰੀ ਘੜੀ ਅਨੁਸਾਰ 1:30 ਵੱਜ ਰਿਹਾ ਤੇ 2:30 ਵਜੇ ਤੱਕ ਉਹ ਸਮੁੱਚੇ ਤੌਰ ਤੇ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਤਰਸੇਮ ਸਿੰਘ ਜੀ, ਉਹ ਵੀ ਪਹੁੰਚੇ ਨੇ। ਆਓ ਆਪਾਂ ਉਹਨਾਂ ਦਾ ਵੀ ਸਨਮਾਨ ਕਰੀਏ, ਜੈਕਾਰਾ ਛੱਡੀਏ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਰਬੱਤ ਸੰਗਤ ਇੱਕ ਵਾਰੀ ਆਪ ਦਾ ਫੇਰ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਜੀ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਬੱਤ ਸੰਗਤ ਨੂੰ ਜੀ ਆਇਆਂ ਨੂੰ, ਵੈਲਕਮ, ਸਵਾਗਤ ਹੈ ਸਭਨਾਂ ਦਾ, ਜੋ ਤੁਸੀਂ ਦੂਰ ਦਰਾਡੇ ਤੋਂ ਆਏ ਹੋ, ਗੁਰੂ ਹਜ਼ੂਰੀ ਦੇ ਵਿੱਚ ਬੈਠੇ ਹੋ। ਮੇਰੀ ਬੇਨਤੀ ਆ, ਵਾਰਸ ਜੀ, ਵਾਰਸ ਢਾਡੀ ਆਪਣਾ ਪ੍ਰੋਗਰਾਮ ਢਾਡੀ ਕਲਾ ਰਾਹੀਂ ਪੇਸ਼ ਕਰ ਰਹੇ ਨੇ। ਆਓ ਆਪਾਂ ਉਹਨਾਂ ਨੂੰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਸਤਿਕਾਰਯੋਗ ਵੀਰ ਚਰਨਜੀਤ ਸਿੰਘ ਚੰਨੀ ਆਨੰਦਪੁਰ ਕਲੌੜ ਵਾਲੇ, ਉਹ ਵੀ ਕਿਰਪਾ ਕਰਕੇ ਇਹ ਸਰੋਪਾ ਹਾਸਲ ਕਰਨ। ਮੇਰੀ ਬੇਨਤੀ ਹੈ, ਆਓ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।
ਜਪਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। मरे कबहू ना छड़े खेत आनंद गुण निदान गुरु गरीब नवाज जियो सारी संगत बोलना जी सतनाम श्री वाहिगुरु जी। मलई जदवार गए सदही परवाने घरा चो बन के निकले लाड़ी मौत दे गाने
ਲਾ ਕੇ ਮੌਤ ਨਾਲ ਬਾਣ ਜਾਣ ਦੀ ਵੰਡੇ ਹੋ ਢਾਡੀ ਗਾਉਂਦੇ ਬਾਰਸਾ ਸਦਾ ਰਹਿਣ ਤਰਾਨੇ ਹੋ ਢਾਡੀ ਗਾਉਂਦੇ ਬਾਰਸਾ ਸਦਾ ਰਹਿਣ ਤਰਾਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗगन दमामा बाजियो परेओ निशाना काओ खेजो मांडो सूरमा अवजो जुनको दाओ सूरा सो पहचानिया जो लरा दीन का हेत पुरजा पुरजा कट मरा कबू ना छाडा खेत पहला मरण कबूल जीवन की छड आस हो सवन की रेणका तो आओ हमारे पास हाजरा हजूर जाहरा जहोर सर्व कला भरपूर बाणी के बोझ चवर छत्र तख्त दे मालक मालके कायनात जुगो जुग अटल धन सतगुरु श्री गुरु ग्रंथ साहिब महाराज तिन्हां दी पावन पवित्र गोद विच सुबह तो लै करके हुण तक बैठे गुरु रूप गुरु खालसा साध संगत जीओ एक बारी एकाग्रता बना के फतेह दा जोग उतर दिओ। मैनूं नहीं लगता कि दीवान दे विच कोई एकाग्रता है। ये मेरी हाथ जोड़ के एक बेनती है और अगे तो एक मैं बेनती करा प्रबंधकों प्रति कि जिहड़े आ सन्मान दिंदे आ ना तुसीं दिंदे हो वो सारे ही जथे लगन तो बाद सन्मान दिया करो। ये मेरी हाथ जोड़ के बेनती है। असी सन्मान लैण वास्ते नहीं आए इत्थे कि असी केवल ते केवल सन्मान लिया फोटो खिंचाई ते आपां तुर दे, ऐसी बात नहीं। 36 महापुरखों की बाणी है इतिहासक गुरुद्वारा खालसे दी दादी माता दे नानके ने, खालसे दी दादी माता दे नानके ने और ओ दादी जिन्हें इन्ना खून डोलिया दुनिया की मां कोई उन्ना पानी नहीं पिला सकती, दुनिया की मां कोई उन्ना पानी नहीं पिला सकती जिन्ना खून माता गुजरी जी ने साडे लिए डोलिया अपने परिवार का। एडा वड्डा स्थान हुए जिस मां ने 7-7 साल के पोते भी दस्तारा सजा के शहीदी पाउण वास्ते तोड़ दिते तो फिर भी उत्थे आण के सिख दा मन न टिके, फिर टिकूगा किथे जाके भाई। मैं भाइयों भी बेनती करा भैनों भी बेनती करा समा तुसी भावें 4 बजा लो 5 बजा लो मैं गाउण नूं तैयार हाँ पर खाना पूर्ति ना मैं कदे गाया ते ना मैं तो गाया जाना। मेरी हाथ जोड़ के बेनती है पिछों उठ के अगे आओ क्योंकि ये वो बाणी है ਜਿਹੜੀ ਤੁਹਾਨੂੰ रोज अमृत वेले आवाज मार के कहती है आवो सिख सतगुरु के प्यारे हो गावो सच्ची बाणी। हुण प्यारे हो बनना कि नहीं बनना? ये ओ बाणी है ਜਿਹੜੀ कहती है आवो मीत प्यारे मंगल गावो नारे। तुसी मित्र बनना कि नहीं बनना? ये ओ बाणी है ਜਿਹੜੀ कहती है आवो सजना हूं देखा दर्शन तेरा राम घर अपने खड़ी तका मैं मन चाओ कनेरा राम। तुसी सज्जन बनना कि नहीं बनना? ये ओ बाणी है ਜਿਹੜੀ कहती है सचियार सिख बैठन सतगुर पास। तुसी गुरु दे सच्चे सुच्चे सिख बनना कि नहीं बनना ये तुहाडे ते छड्डिया। 36 महापुरखों की बाणी ते हाजर नाजर गुरु है। मैनू हरियाणवी बोलनी नहीं आउंदी इस गल की माफी आ भाई ते मैं आस करदा तुसी गुरमुखी नूं पंजाबी नूं समझदे होवोगे ते मैं एक बार बेनती करा उठ के भाई लागे लागे आ जाओ ताकि मेरा कुछ सुनाउण दा जिहड़ा आनंद वो मेरा भी बन जाए तो तुहाडे सुनने का आनंद भी बन जाए जिन्हां शहीदां दी याद नूं आप जी मना रहे हो। तो जिन्हें भी माई भाई आप जी एक बार बैठे हो पहला गज के फतेह दी सान पाइए। ये बाजां वाले बापू का हुक्म है साडे वास्ते। केड़ा हुक्म है? आगे आप तो सिंह जो पावे वाहिगुरू जी की फतेह बुलावे बुलावे। ये बाजां वाले बापू का हुक्म है ते ये हुक्म मानदा कौन है? कोई बिरला, कोई बिरला।
ਨਹੀਂ ਤੇ ਬਹੁਤੇ ਤਾਂ ਅੱਜ ਵਾਹ ਖਾਲਸਾ ਵਾਹ ਫਤਿਹ ਕਹਿ ਕੇ ਕੰਮ ਸਾਰ ਦਿੰਦੇ ਆ। ਵਾਹਿਗੁਰੂ ਸ਼ਬਦ ਤੇ ਛੱਡ ਹੀ ਦਿੱਤਾ। ਇਹੀ ਤੇ ਸਿਮਰਨ ਸੀ, ਇਹਦੇ ਵਿੱਚ ਬਰਕਤਾਂ ਸੀ। ਮੈਂ ਆਪਣੇ ਤੇ ਗੱਲ ਲਾਉਣ ਲੱਗਾ, ਕਦੇ ਸਾਡੇ ਵਰਗਾ ਕੋਈ ਦੀਵਾਨ ਦੇ ਕੇ ਜਾਂਦਾ ਨਾ ਤੇ ਮਗਰੋਂ ਕੋਈ ਆਵਾਜ਼ ਮਾਰ ਕੇ ਕਹਿੰਦਾ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਗਿਆਨੀ ਹੁਣਾਂ ਦਾ ਇੱਕ ਹੱਥ ਗੱਡੀ ਦੇ ਦਰਵਾਜ਼ੇ ਨੂੰ ਤੇ ਦੂਜੀ ਬਾਹ ਪਿੱਛੇ ਨੂੰ ਖੜੀ ਕਰਕੇ ਦੌੜੇ ਜਾਂਦੇ ਜਾਂਦੇ ਕਹੀ ਜਾਂਦੇ ਫਤਿਹ ਜੀ ਫਤਿਹ, ਫਤਿਹ ਜੀ ਫਤਿਹ। ਕਿ ਇਹ ਦਾਤ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤੀ ਸਾਨੂੰ ਬਾਈ। ਵਾਹ ਵਾਹ। ਫਤਿਹ ਸਿਮਰਨ ਹੈ। ਸਿਮਰਨ ਉਹ ਪ੍ਰਾਣੀ ਕਰਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ। ਜਿਹੜੇ ਗੱਜ ਕੇ ਫਤਿਹ ਬੁਲਾਉਣਗੇ ਅੰਦਾਜ਼ਾ ਲਾ ਲਿਓ ਕਿ ਸਾਡੇ ਉੱਤੇ ਗੁਰੂ ਦੀ ਕਿਰਪਾ ਹੈ। ਜਿਹੜੇ ਫਤਿਹ ਬੁਲਾਉਣ ਤੋਂ ਵਾਂਝੇ ਰਹਿ ਗਏ ਉਹ ਇਸ ਗੱਲ ਦਾ ਅੰਦਾਜ਼ਾ ਵੀ ਲਾ ਸਕਦੇ ਹੋ ਕਿ ਸਾਡੇ ਉੱਤੇ ਹਾਲੇ ਗੁਰੂ ਦੀ ਕਿਰਪਾ ਹੋਈ ਨਹੀਂ। ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਤੇ ਫਤਿਹ ਦੇ ਸਿਮਰਨ ਨਾਲ ਜੁੜਨ ਦਾ ਯਤਨ ਕਰੀਏ, ਕਿਉਂਕਿ ਸਾਰਾ ਕੁਝ ਫਤਿਹ ਵਿੱਚ ਹੀ ਹੈ। ਕਦੇ ਕਿਸੇ ਵਿਦਵਾਨ ਪੁਰਸ਼ ਨੂੰ ਸੱਦ ਕੇ ਨਾ ਉਹਦੇ ਕੋਲ ਇੱਕ ਗੱਲ ਪੁੱਛਿਓ, ਬਈ ਸਤਿ ਸ੍ਰੀ ਅਕਾਲ ਬੁਲਾਉਣ ਦੇ ਨਾਲ ਸਾਹ ਲੇਖੇ 'ਚ ਲੱਗਣਗੇ? ਉਹ ਆਖੇਗਾ ਕਦੇ ਵੀ ਨਹੀਂ। ਫਿਰ ਉਹਨੂੰ ਪੁੱਛੋ ਵੀ ਗੁੱਡ ਮਾਰਨਿੰਗ ਜਾਂ ਗੁੱਡ ਨਾਈਟ ਕਹਿਣ ਦੇ ਨਾਲ ਸਾਹ ਲੇਖੇ ਵਿੱਚ ਲੱਗਣਗੇ? ਉਹ ਆਖੇਗਾ ਕਦੇ ਵੀ ਨਹੀਂ। ਫਿਰ ਉਹਨੂੰ ਪੁੱਛਿਓ ਹੈਲੋ ਹਾਏ ਕਹਿਣ ਦੇ ਨਾਲ ਸਾਹ ਲੇਖੇ ਵਿੱਚ ਲੱਗਣਗੇ? ਉਹ ਆਖੇਗਾ ਕਦੇ ਵੀ ਨਹੀਂ। ਫਿਰ ਉਹਨੂੰ ਪੁੱਛਿਓ ਬਈ ਫਤਿਹ ਬੁਲਾਉਣ ਦੇ ਨਾਲ ਸਾਹ ਲੇਖੇ ਵਿੱਚ ਲੱਗਣਗੇ? ਉਹ ਆਖੇਗਾ ਦੋ ਜਣਿਆਂ ਦੇ, ਇੱਕ ਦੇ ਨਹੀਂ, ਦੋ ਜਣਿਆਂ ਦੇ। ਜਦੋਂ ਇੱਕ ਫਤਿਹ ਬੁਲਾਵੇਗਾ ਉਹ ਵੀ ਸਿਮਰਨ ਕਰੇਗਾ, ਦੂਜਾ ਜਵਾਬ ਦੇਵੇਗਾ ਉਹ ਵੀ ਸਿਮਰਨ ਕਰੇਗਾ। ਤੇ ਜੇ ਹੁਣ ਪਤਾ ਵੀ ਫਤਿਹ ਸਿਮਰਨ ਹੈ ਤੇ ਸਾਹ ਲੇਖੇ ਵਿੱਚ ਲੱਗਦੇ ਨੇ, ਫਿਰ ਕਿਉਂ ਕਹਿਣਾ ਪੈਂਦਾ ਗੱਜ ਕੇ ਬੁਲਾ ਦਿਓ? ਕਿਉਂ ਕਹਿਣਾ ਪੈਂਦਾ ਢਿੱਲੀ ਆਵਾਜ਼ ਆਈਏ ਦੁਬਾਰਾ ਬੁਲਾ ਦਿਓ? ਇਸ ਕਰਕੇ ਆਪਣੇ ਸਿਧਾਂਤ ਨਾਲ ਜੁੜ ਕੇ ਰਹੋ, ਕਿਉਂਕਿ ਜਦੋਂ ਆਪਾਂ ਪੂਰੀ ਤੇ ਗੱਜ ਕੇ ਫਤਿਹ ਬੁਲਾਉਂਦੇ ਰਹੇ, ਆਪਾਂ ਦੁਨੀਆ ਵਿੱਚ ਫਤਿਹ ਪਾਉਂਦੇ ਰਹੇ। ਜਿੱਦਣ ਦੇ ਫਤਿਹ ਬੁਲਾਉਣੀ ਭੁੱਲ ਗਏ ਆ, ਮਿੱਟੀ 'ਚ ਰੁਲ ਗਏ ਆ। ਕਿਉਂਕਿ ਬਾਜਾਂ ਵਾਲੇ ਬਾਪੂ ਨੇ ਇਹ ਸਾਨੂੰ ਦਾਤ ਬਖਸ਼ਿਸ਼ ਕੀਤੀ ਤੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਾਜਿਆ ਸਿੰਘ। ਤੇ ਸਿੰਘ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀ ਕੱਢਿਆ ਭਾਈ? ਸ਼ੇਰ। ਤਾਂ ਸ਼ੇਰ ਫਿਰ ਪਿਆਰਿਓ ਦਹਾੜਾਂ ਪਾਉਂਦਾ ਹੀ ਚੰਗਾ ਲੱਗਦਾ ਹੈ। ਸ਼ੇਰਾਂ ਦੇ ਜਵਾਨਾਂ 'ਚ ਨਿਕਲੇ ਗਰਜ ਸਦਾ ਤੇ ਮਿਉਂ ਮਿਉਂ ਕਰੀ ਜਾਣਾ ਕੰਮ ਹੁੰਦਾ ਬਿੱਲੀ ਦਾ। ਦੋ ਸਿੰਘ ਆਪੋ ਵਿੱਚ ਹੀ ਫਤਿਹ ਦੀ ਸਾਂਝ ਪਾਉਂਦੇ ਹੁੰਦਾ ਨਹੀਂ ਉਹ ਫਾਇਦਾ ਕੋ ਬੁਲਾਈ ਫਤਿਹ ਢਿੱਲੀ ਦਾ। ਆਓ ਜਿੱਥੇ ਜਾ ਕੇ ਗੱਜ ਗੱਜ ਸਿੰਘਾਂ ਨੇ ਬੁਲਾਈ ਫਤਿਹ। ਕਣ ਕਣ ਬੋਲਦਾ ਲਾਹੌਰ ਅਤੇ ਦਿੱਲੀ ਦਾ। ਜਿਹਦੀ ਜਵਾਨ 'ਚ ਫਤਿਹ ਉਹਦੀ ਜਹਾਨ 'ਚ ਫਤਿਹ, ਜਿਹਦੀ ਬੁੱਲਾਂ 'ਚ ਫਤਿਹ ਉਹਦੀ ਕੁੱਲਾਂ 'ਚ ਫਤਿਹ, ਜਿਹਦੀ ਰਾਗ 'ਚ ਫਤਿਹ ਉਹਦੀ ਜੱਗ 'ਚ ਫਤਿਹ। ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਹਨੂੰ ਕਦੇ ਨਾ ਮਿਲੀ ਫਤਿਹ, ਜਿਹੜਾ ਫਤਿਹ ਬੁਲਾਉਂਦਾ ਗੱਜ ਕੇ ਉਹਨੂੰ ਫਤਿਹ ਮਿਲਦੀ ਏ ਭੱਜ ਕੇ। ਫਿਰ ਬੈਠੋ ਜੀ ਸੱਜ ਕੇ, ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। साहब सच्चे पातशाह ने कृपा की है। शहीदों की चिताओं पे लगेगे हर वर्ष मेले, वतन पे मरने वालों का अजय बाकी निशान होगा। अपने शहीदां ਸਿੰਘਾਂ ਨੂੰ याद करने वास्ते अपने इतिहासक स्थान दे उत्ते ये समागम करा रहे हो। गुरु के प्यार वालों, जिनके दिन मनाते हो उनकी बात भी मानो। अपने सज्जे खब्बे छाती मार के देखो। 20 साल हो गए मैनू, मैं रोज दीवाना च रहना, पर यह अज दे समय च ना एक गल चिंता का विषय है। वो किहड़ी चिंता कि तुसी अपने इर्द गिर्द नाल खब्बे सज्जे वेखो जरा। 18 साल तो लैके 28 साल की उम्र तक वाला नौजवान अज दीवान दे विच नज़र नहीं आउंदा। घट तो घट 18 साल की उम्र ते वध तो वध 28-32 साल की उम्र वाला नौजवान दीवाना विचों गैर हाजिर है। मैं जिथे जाना मैनूं चिट्टियां दाड़ियां वाले बजुर्ग मिलते हैं। इन्होंने तो पहला बड़ा कुछ सुनिया, इन्हों तो खुद नूं बड़ा कुछ आउंदा। इन्हां कोलों सिख के तो असीं सुणाउण जोगे हो गए हैं। लोड़ ते अज नवीं पीढ़ी नूं कुछ दस्सण दी है, ते नवीं पीढ़ी जे दीवाना विचों गैब रहेगी, गैर हाजिर रहेगी, ते मैं किहनूं समझावांगा? अगला विरसा कित्थों साम्भांगे भाई? फिर तो इवें जथेबंदियां बनाउणियां पैणगीआं ना जी। बाबा बंदा सिंह बहादुर के नाम दे जथेबंदी बनाई, मुबारक है। किसान जथेबंदी, जिस बाबा बंदा सिंह बहादुर ने सानू ये जगीरां इन्हां जमीनां दे मालक बना दिता। कदे अपने पिछोकड़ नूं पढ़ के वेखो कि अज तुसीं कामरेडी झंडे दे थल्ले आ रहे हो, तुसीं अपने निशान नूं छड्ड चले जे। पिछे नूं परत के आओ। मेरे तो पहला पंथ दे महान ढाडी सिंह, कबीशर सिंह, सत्कारयोग जसवीर सिंह जी साबका जथेदार साहबान, उन्होंने भी तुहाडे नाल विचारां दी साਂਝ पाई। समा बनिया तुहाडे दर्शनदारियां दा। मैं तो खुद सोच रहा मैं कित्थों बात शुरू करा ते कित्थे जाके समाप्त करा भाई, जो अज हालात नजर आउंदे ने।
ਜੇ ਆਪਾਂ ਕਿਤੇ ਦਮਦਮੀ ਟਕਸਾਲ ਦੀ ਗੱਲ ਕਰੀਏ ਤੇ ਅੱਜ ਟਕਸਾਲਾਂ ਪਤਾ ਨਹੀਂ ਕਿੰਨੀਆਂ ਕੁ ਬਣ ਗਈਆਂ। ਜੇ ਜਥੇਬੰਦੀਆਂ ਦੀ ਗੱਲ ਕਰਾਂ ਤੇ ਜਥੇਬੰਦੀਆਂ ਨਹੀਂ ਗਿਣੀਆਂ ਜਾ ਸਕਦੀਆਂ। ਤੇ ਜੇ ਬਾਜਾਂ ਵਾਲੇ ਬਾਪੂ ਨੇ ਖਾਲਸਾ ਪੰਥ ਸਾਜਿਆ ਸੀ ਇਹ ਗੱਲ ਕਹਿ ਕੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਤ। ਪਰਮਾਤਮ ਕੀ ਮੌਤ। ਥੋੜਾ ਜਿਹਾ ਸਿਰ ਮਾਰ ਕੇ ਹੁੰਗਾਰਾ ਭਰਿਓ, ਕਿਉਂ ਜੀ? ਇਵੇਂ ਹੀ ਨਾ, ਖਾਲਸਾ ਅਕਾਲ ਪੁਰਖ ਕੀ ਫੌਜ ਭਾਵ ਹਰ ਕੰਟਰੀ ਦੀ, ਹਰ ਦੇਸ਼ ਦੀ ਆਪਣੀ ਇੱਕ ਫੌਜ ਹੈ, ਆਰਮੀ ਹੈ, ਔਰ ਉਹਨਾਂ ਦੀ ਇੱਕ ਡਰੈਸ ਹੈ। ਅਮਰੀਕਾ ਦੀ ਆਰਮੀ ਦੀ ਅਮਰੀਕਾ ਦੀ ਡਰੈਸ, ਪਾਕਿਸਤਾਨ ਵਾਲਿਆਂ ਦੀ ਪਾਕਿਸਤਾਨ ਦੀ, ਇੰਡੀਆ ਵਾਲਿਆਂ ਦੀ ਇੰਡੀਆ ਦੀ। ਪਰ ਬਾਜਾਂ ਵਾਲੇ ਬਾਪੂ ਨੇ ਜਿਹੜੀ ਖਾਲਸਾ ਫੌਜ ਸਾਜੀ ਹੈ, ਇਹਨੂੰ ਇਹ ਕਿਹਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਈ ਇਹ ਅਕਾਲ ਪੁਰਖ ਦੀ ਫੌਜ ਹੈ। ਕਿਉਂ ਜੀ? ਇਵੇਂ ਹੀ ਹੈ ਨਾ। ਵਾਹ ਵਾਹ। ਪਰ ਇਹਦੇ ਉੱਤੇ ਅੱਜ ਸਟicker ਅੱਡੋ ਅੱਡ ਲੱਗ ਗਏ। ਹਰ ਸੰਸਥਾ ਆਪਣੇ ਤਰੀਕੇ ਨਾਲ ਅੰਮ੍ਰਿਤ ਛਕਾਉਣ ਲੱਗ ਗਈ। ਕਿਸੇ ਨੇ ਗਾਤਰੇ ਉੱਪਰ ਦੀ ਪਵਾਤੇ, ਕਿਸੇ ਨੇ ਚੋਲੇ ਦੇ ਥੱਲੋਂ ਦੀ ਪਵਾਤੇ, ਕਿਸੇ ਨੇ ਗੋਲ ਦਸਤਾਰਾਂ, ਕਿਸੇ ਨੇ ਦਮਾਲੇ ਸਜਾਲੇ, ਕਿਸੇ ਨੇ ਪਜਾਮੀਆਂ ਪਾ ਲਈਆਂ, ਕਿਸੇ ਚੋਲੇ ਪਾ ਲਏ, ਕਿਸੇ ਪੀਲੇ ਗਾਤਰੇ, ਕਿਸੇ ਕਾਲੇ ਗਾਤਰੇ, ਕਿਸੇ ਚਿੱਟੇ ਗਾਤਰੇ, ਕਿਸੇ ਕਾਲੀਆਂ ਪੱਗਾਂ, ਕਿਸੇ ਚਿੱਟੀਆਂ ਪੱਗਾਂ। ਗਾਤਰੇ ਦਾ ਰੰਗ ਵੇਖ ਕੇ ਪਤਾ ਲੱਗ ਜਾਂਦਾ ਵੀ ਇਹਨੇ ਕਿਹੜੀ ਸੰਸਥਾ ਤੋਂ ਅੰਮ੍ਰਿਤ ਛਕਿਆ। ਇਹ ਹੱਕ ਸਾਨੂੰ ਕਿਹਨੇ ਦਿੱਤਾ ਵਾ? ਯਾਦ ਰੱਖਿਓ, ਅਸਲ ਫੌਜ ਇਹ ਨਿਹੰਗ ਸਿੰਘ ਜਿਹੜੇ ਗੁਰੂ ਕੀ ਲਾਡਲੀ ਫੌਜ ਹੈ, ਇਹ ਅਕਾਲ ਪੁਰਖ ਦੀ ਫੌਜ ਇਵੇਂ ਦੀ ਸੀ। ਅਕਾਲ ਪੁਰਖ ਦੀ ਫੌਜ, ਅਕਾਲ ਪੁਰਖ ਦੀ ਫੌਜ ਉਹ ਨਹੀਂ ਸੀ ਕਿ ਜਿਹੜਾ ਕਰੇ ਕੋਈ ਤੇ ਭਰੇ ਕੋਈ। ਅਕਾਲ ਪੁਰਖ ਦੀ ਫੌਜ ਤਾਂ ਮੋਹਰੇ ਹੋ ਕੇ ਲੜਦੀ ਸੀ। ਪਾਤਸ਼ਾਹ ਨੇ ਸਾਨੂੰ ਇਹ ਕਿਰਪਾਨਾਂ ਗਾਤਰੇ ਪਾ ਕੇ ਫੋਟੋਆਂ ਖਿਚਾਉਣ ਵਾਸਤੇ ਦਿੱਤੀਆਂ? ਨਹੀਂ ਭਾਈ, ਪਾਤਸ਼ਾਹ ਕਹਿੰਦੇ ਜਦੋਂ ਗਾਤਰੇ ਪਈ ਕਿਰਪਾਨ ਦੇ ਉੱਤੇ ਤੇਰੀ ਨਜ਼ਰ ਜਾਵੇ ਨਾ ਤੇ ਤੇਰੀ ਬਿਰਤੀ ਇਦਾਂ ਦੀ ਹੋ ਜਾਣੀ ਚਾਹੀਦੀ ਹੈ। ਕਿੱਦਾਂ ਦੀ ਬਿਰਤੀ ਹੋ ਜਾਣੀ ਚਾਹੀਦੀ ਹੈ? ਜਬ ਆਪ ਕੀ ਆਉਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਬੜੋ। ਇਹ ਜੰਗ ਵਿੱਚ ਜੂਝਣ ਵਾਸਤੇ ਦਿੱਤੇ ਨੇ ਸ਼ਾਸਤਰ, ਜੰਗ ਵਿੱਚ ਜੂਝਣ ਵਾਸਤੇ। ਬਾਤਾਂ ਪਾਈਆਂ ਸੀ 1984 ਦੀਆਂ, ਸ਼ਹੀਦੀਆਂ ਦਾ ਮੁੱਢ ਬੰਨਣ ਵਾਲੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ। ਮੈਂ ਇੱਥੋਂ ਆਪਣੀ ਬਾਤ ਆਰੰਭ ਕਰਨ ਲੱਗਾ ਕਿਉਂਕਿ ਉਸ ਦਿਨ ਵੀ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਜਿੱਦਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਸਤੇ 6 ਲੱਖ ਫੌਜਾਂ ਚੜ ਕੇ ਆਈਆਂ ਸੀ। 6 ਲੱਖ, 3 ਲੈਫਟੀਨੈਂਟ, 1 ਲੈਫਟੀਨੈਂਟ ਦੇ ਥੱਲੇ 2 ਲੱਖ ਫੌਜ ਤੇ 6 ਲੱਖ ਫੌਜਾਂ ਨੇ ਆਣ ਕੇ ਹਰਮੰਦਰ ਸਾਹਿਬ ਨੂੰ ਘੇਰਾ ਪਾਇਆ ਸੀ। ਸੁਣਿਓ ਜਰਾ, ਤੁਹਾਡੀ ਇਕਾਗਰਤਾ ਬਣਨੀ ਚਾਹੀਦੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ। ਕੁਝ ਕੁ ਭੈਣਾਂ ਵਿੱਚੋਂ ਉੱਠ ਕੇ ਜਾ ਰਹੀਆਂ, ਸ਼ਾਇਦ ਉਹ ਤੇ ਮੇਲਾ ਵੇਖਣ ਆਈਆਂ ਸੀ, ਦੀਵਾਨ ਵਿੱਚ ਨਹੀਂ ਬੈਠਣ ਆਈਆਂ ਸੀ। ਮੈਂ ਗੱਲ ਕਹਿਣ ਤੋਂ ਕਦੇ ਪਰਹੇਜ਼ ਨਹੀਂ ਕਰਦਾ ਹੁੰਦਾ। ਕਦੇ ਉਹਨਾਂ ਪਰਿਵਾਰਾਂ ਨੂੰ ਜਾ ਕੇ ਵੇਖੋ ਜਿਨ੍ਹਾਂ ਦੇ ਘਰਾਂ ਦੇ ਘਰ ਖਤਮ ਹੋ ਗਏ, ਬੁੱਢੇ ਮਾਪਿਆਂ ਦੀ ਜਵਾਨੀ ਡਗੋਰੀ ਟੁੱਟ ਗਈ, ਵਡੇਪੇ ਦਾ ਸਹਾਰਾ ਮੁੱਕ ਗਿਆ। ਉਹ ਦੱਸਣਗੇ ਕਿ 84 ਕੀ ਸੀ। ਇਹਨਾਂ ਨੂੰ ਕੀ ਪਤਾ ਬਾਈ? ਇਹ ਸੱਚਾਈ ਹੈ। ਇੱਕ ਵਾਰੀ ਫਿਰ ਕਹਿ ਦਿਓ ਸਤਨਾਮ। ਕਿਸੇ ਪੀਰ ਦੀ ਕਬਰ ਤੇ ਮੇਲਾ ਲੱਗਾ ਹੁੰਦਾ ਨਾ ਤੇ ਭਾਵੇਂ ਆਥਣੇ ਤੱਕ ਨਾ ਠਾਲ ਦੇ ਤੁਸੀਂ ਇਹਨਾਂ ਨੂੰ, ਉਹਨਾਂ ਗਾਉਣ ਵਾਲੀਆਂ ਦੇ ਅੱਗਿਓਂ। ਪਰ ਜਦੋਂ ਕਿਤੇ ਹੱਕ ਤੇ ਸੱਚ ਦੀ ਬਾਤ ਪੈਂਦੀ ਹੈ, ਜਦੋਂ ਆਪਣੇ ਧਰਮ ਦੀ ਬਾਤ ਹੁੰਦੀ ਹੈ, ਉਦੋਂ ਸਿੱਖ ਪਤਾ ਨਹੀਂ ਕਿਉਂ ਕੰਨੀ ਕਤਰਾਉਣ ਲੱਗ ਗਿਆ ਬਾਈ। ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਸੀ। ਕਿੰਨੀਆਂ ਚੀਜ਼ਾਂ ਤੱਤੀਆਂ। ਜਦੋਂ ਤੱਤੀ ਤਵੀ ਤੇ ਬਹਿਣ ਵਾਸਤੇ ਕਿਹਾ ਨਾ, ਦੀਵਾਨ ਚੰਦੂ ਦੇ ਹੱਥ ਵਿੱਚ ਆ ਗਈ ਸਾਰੀ ਕਾਰਗੁਜ਼ਾਰੀ ਤੇ ਉਹਦੀ ਧੀ ਦਾ ਰਿਸ਼ਤਾ ਜਿਹੜਾ ਸੰਗ ਦੇ ਕਹਿਣ ਦੇ ਉੱਤੇ ਮੋੜ ਦਿੱਤਾ ਸੀ, ਉਹ ਅੰਦਰੋਂ ਅੱਗ ਉਗਲਦਾ ਹੈ, ਉਹ ਆਪਣੀ ਕਿਹੜ ਕੱਢਦਾ। ਤੇ ਪਤਾ ਕੀ ਕਹਿੰਦਾ ਸੀ ਤੱਤੀ ਤਵੀ ਤੇ ਭਾਲਣ ਤੋਂ ਪਹਿਲਾਂ? ਕਹਿੰਦਾ ਅਰਜਨ ਦੇਵ, ਮੈਂ ਤੈਨੂੰ ਅੱਜ ਰੋਂਦੇ ਨੂੰ ਵੇਖਣਾ। ਇੱਕ ਵਾਰੀ ਕਹਿ ਦੋ ਸਤਨਾਮ। ਅੱਜ ਮੈਂ ਤੇਰੀਆਂ ਅੱਖਾਂ 'ਚੋਂ ਹੰਝੂ ਵਗਦੇ ਵੇਖਣੇ ਨੇ, ਤੈਨੂੰ ਮੈਂ ਰੋਂਦੇ ਨੂੰ ਵੇਖਣਾ ਹੈ। ਬਾਦਸ਼ਾਹ ਕਹਿੰਦੇ ਲਾ ਵੱਲ ਫਿਰ। ਤਵੀ ਥੱਲੇ ਅੱਗ ਧਾਈ, ਅਸਮਾਨ ਨੂੰ ਛੂਹਣ ਲੱਗੀਆਂ ਅੱਗ ਦੀਆਂ ਲਾਟਾਂ। ਤਵੀ ਪੱਕ ਕੇ ਲਾਲ ਹੋ ਗਈ। ਕਹਿੰਦਾ ਬੈਠਣ ਵਾਸਤੇ ਤਿਆਰ ਹੋ ਜਾ। ਬਾਦਸ਼ਾਹ ਸਤ ਕਰਤਾਰ ਕਹਿ ਕੇ ਤਵੀ ਦੇ ਉੱਤੇ ਚੌਂਕੜਾ ਮਾਰ ਗਏ। ਸਰੜ ਸਰੜ ਦੀਆਂ ਆਵਾਜ਼ਾਂ ਆਈਆਂ। ਚੰਦੂ ਕਹਿੰਦਾ ਮੇਰੇ ਦਿਲ ਦੀ ਅੱਗ ਠੰਡੀ ਨਹੀਂ ਹੋਈ, ਅੱਗ ਹੋਰ ਤਾ। ਗਿਰਦੇ ਤਾਂ ਭੜਪੂੰਜਾ ਸੱਦਿਆ। ਕਹਿੰਦਾ ਤੱਤੀ ਰੇਤਾ ਦੇ ਕੜਛੇ ਭਰ ਭਰ ਕੇ ਇਹਦੇ ਪਿੰਡੇ ਤੇ ਪਾ ਤੇ ਪਏ। ਗੱਲ ਇੱਥੇ ਨਹੀਂ, ਗੱਲ ਇਹ ਨਹੀਂ ਹੈ। ਗੱਲ ਹੁਣ ਮਹਿਸੂਸ ਕਰਿਓ। ਤੁਸੀਂ ਬਹੁਤਿਆਂ ਨੇ ਕਦੇ ਕਮਾਦੀ ਦਾ ਕੰਮ ਗੁੜ ਕੱਢਿਆ ਚੁੱਭਿਆਂ ਤੇ ਜਦੋਂ ਚੁੱਭੇ ਵਿੱਚ ਅੱਗ ਝੋਕਦੇ ਆ, ਜੇ ਤਾਂ ਹੋਵੇ ਜਨਵਰੀ ਫਰਵਰੀ ਫਿਰ ਤਾਂ ਆਨੰਦ ਆਉਂਦਾ। ਤੇ ਜੇ ਕਿਤੇ ਰੱਬ ਨਾ ਕਰੇ ਬੰਦਾ 2 ਮਹੀਨੇ ਲੇਟ ਹੋ ਜਾਵੇ ਕਮਾਦ ਪੀੜਦਾ ਤੇ ਉਹੀ ਕਿਤੇ ਮਾਰਚ ਦੇ ਅਪ੍ਰੈਲ ਦਾ ਮਹੀਨਾ ਆ ਜਾਵੇ, ਫਿਰ ਦੱਸੋ ਵੀ ਚੁੱਭੇ ਮੋਰੇ ਬਹਿ ਹੁੰਦਾ। ਇਹਦਾ ਮਤਲਬ ਉੱਥੇ ਸੇਕ ਕਿਹਨੂੰ ਲੱਗ ਰਿਹਾ ਸੀ? ਪਹਿਲੀ ਗੱਲ ਉੱਥੇ ਕਿੰਨੀਆਂ ਚੀਜ਼ਾਂ ਤੱਤੀਆਂ।
ਧਰਤੀ ਤੱਤੀ, ਅਸਮਾਨ ਤੱਤਾ, ਸੂਰਜ ਤੱਤਾ, ਅੱਗ ਤੱਤੀ, ਤਵੀ ਤੱਤੀ, ਚੰਦੂ ਤੱਤਾ, ਗਿਰਦਤਾ ਭੜਪੂੰਜਾ ਤੱਤਾ, ਕੜਛਾ ਤੱਤਾ, ਰੇਤਾ ਤੱਤੀ, ਭਰਾ ਪਿਰਥੀ ਚੰਦ ਤੱਤਾ, ਭਾਬੀ ਕਰਮੋ ਤੱਤੀ। ਇਹਨਾਂ ਸਾਰਿਆਂ ਤੱਤਿਆਂ ਦੇ ਵਿੱਚ ਜੇ ਕੋਈ ਠੰਡਾ ਹੈ ਤੇ ਉਹ ਹੈ ਗੁਰੂ ਅਰਜਨ ਦੇਵ। ਵੀ ਤਪਦੀ ਤੇ ਉੱਤੇ ਸੂਰਜ ਬਲਦਾ, ਅੱਗ ਵੀ ਬਲਦੀ ਤੇ ਲੋ ਵੀ ਤਪਦੀ ਤੇ ਉੱਤੇ ਸੂਰਜ ਬਲਦਾ। ਜੀ ਭਾਈ ਭਾਂਬੜ ਨੇ ਇਨਸਾਨ ਵੇਖਿਆ, ਭਾਂਬੜ ਨੇ ਇਨਸਾਨ ਵੇਖਿਆ, ਲਾਟਾਂ ਉੱਤੇ ਸੜਦਾ, ਹਾਂ ਲਾਟਾਂ ਉੱਤੇ ਸੜਦਾ। ਹੁਣ ਪਾਤਸ਼ਾਹ ਨੂੰ ਤੇ ਪਤਾ ਨਹੀਂ ਛੇਕ ਲੱਗਦਾ ਕਿ ਨਹੀਂ, ਕਿਉਂਕਿ ਉਹਦੇ ਭਾਣੇ ਵਿੱਚ ਸਾਰਾ ਕੁਝ, ਧੁੱਪ ਵੀ ਉਹਦੇ ਭਾਣੇ ਵਿੱਚ ਹੈ, ਛਾਂ ਵੀ ਉਹਦੇ ਭਾਣੇ ਵਿੱਚ ਹੈ, ਅੱਗ ਵੀ ਉਹਦੇ ਭਾਣੇ ਵਿੱਚ ਹੈ, ਪਾਣੀ ਵੀ ਉਹਦੇ ਭਾਣੇ ਵਿੱਚ ਹੈ। ਪਰ ਯਾਦ ਰੱਖਿਓ, ਅੱਗ ਬਾਲਣ ਵਾਲੇ ਨੂੰ ਵੀ ਛੇਕ ਲੱਗਦਾ ਕਿਉਂਕਿ ਕੋਲ ਖੜਾ ਲੱਕੜੀਆਂ ਢਾ ਰਿਹਾ, ਤੇ ਰੇਤਾ ਉੱਤੇ ਪਾਉਣ ਵਾਲੇ ਨੂੰ ਵੀ ਛੇਕ ਲੱਗਦਾ ਕਿਉਂਕਿ ਉਹ ਨੇੜੇ ਖੜਾ, ਅੱਗ ਦੇ ਨੇੜੇ ਖੜਾ। ਤੇ ਜਦੋਂ ਚੰਦੂ ਪਰੇ ਖੜਾ ਤਾਂ ਪਤਾ ਕੀ ਕਹਿੰਦਾ, ਕਹਿੰਦਾ ਉਹ ਅੱਗ ਤਾਂ ਮੈਂ ਇਹਨੂੰ ਰੋਂਦੇ ਨੂੰ ਵੇਖਣਾ। ਤੇ ਪਾਤਸ਼ਾਹ ਨੇ ਨੇਤਰ ਬੰਦ ਕੀਤੇ ਹੋਏ, ਇੱਕ ਵੀ ਤਿਪਕਾ ਅੱਖਾਂ ਚੋਂ ਹੰਝੂਆਂ ਦਾ ਨਹੀਂ ਆਇਆ। ਤੇ ਜਿਹੜੇ ਅੱਗ ਬਾਲਦਾ ਸੀ ਨਾ ਭੜਪੂੰਜਾ, ਹੱਥ ਜੋੜ ਕੇ ਤਰਲਾ ਕੱਢਣ ਲੱਗ ਪਿਆ, ਕਹਿੰਦਾ ਗੁਰੂਆ ਤੈਨੂੰ ਸਾਡਾ ਤਰਲਾ ਹੀ ਇੱਕ ਵਾਰੀ ਰੋ ਪਾ, ਸਾਡਾ ਵੀ ਖਹਿੜਾ ਛੁੱਟ ਜਾਵੇ, ਕਿਉਂਕਿ ਸਾਡੇ ਕੋਲ ਵੀ ਸੇਕ ਬਰਦਾਸ਼ਤ ਨਹੀਂ ਹੁੰਦਾ, ਇਹ ਤੈਨੂੰ ਰੋਂਦਾ ਵੇਖਣਾ ਚਾਹੁੰਦਾ, ਇੱਕ ਵਾਰੀ ਰੋ ਪਾ ਗੁਰੂਆ। ਪਰ ਪਾਤਸ਼ਾਹ ਦੀਆਂ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਹੀਂ ਡੁੱਲਿਆ, ਇੱਕ ਵੀ ਹੰਝੂ। ਉਸ ਪਾਤਸ਼ਾਹ ਦਾ ਸ਼ਹੀਦੀਪੁਰ ਮਨਾਉਣ ਵਾਸਤੇ ਸੰਗਤਾਂ ਦਰਬਾਰ ਸਾਹਿਬ ਵਿੱਚ ਪਹੁੰਚੀਆਂ ਸੀ। ਮੇਰੇ ਤੋਂ ਪਹਿਲਾਂ ਢਾਡੀ ਜਥੇ ਨੇ ਤੁਹਾਡੇ ਨਾਲ ਸੇਵਾ ਕੀਤੀ ਹੈ 84 ਦੇ ਕੱਲੂ ਘਰ ਦੀ। ਮੇਰੇ ਵਾਸਤੇ ਸੌਖਾ ਹੋ ਗਿਆ ਥੋੜਾ ਜਿਹਾ ਕੰਮ, ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਪਤਾ, ਜਿਹੜੇ ਨਵੇਂ ਬੈਠੇ ਹੋ ਮੈਂ ਉੱਥੋਂ ਕੀ ਗੱਲ ਜੋੜਨ ਲੱਗਾ। ਜੂਨ 1984 ਦਾ ਕੱਲੂ ਘਰ ਆ, ਇਹ ਕੇਵਲ ਗੱਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਦੁਆਲੇ ਨਹੀਂ ਘੁੰਮਦੀ, ਕੇਵਲ ਗੱਲ ਜਨਰਲ ਸਵੇਗ ਸਿੰਘ ਦੇ ਦੁਆਲੇ ਨਹੀਂ ਘੁੰਮਦੀ, ਕੇਵਲ ਗੱਲ ਬਾਬਾ ਠਾਰਾ ਸਿੰਘ ਦੇ ਦੁਆਲੇ ਨਹੀਂ ਘੁੰਮਦੀ। ਇਸ ਜੰਗ ਦੇ ਵਿੱਚ ਯੋਧੇ ਬਲਵਾਨ ਕੈਸੇ ਨੇ, ਇੱਕ ਗੱਲ ਯਾਦ ਰੱਖੋ ਸਿੱਖੋ। 25 ਅਗਸਤ 1977 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਦਸਤਾਰਬੰਦੀ ਹੋਈ ਸੀ। ਦਮਦਮੀ ਟਕਸਾਲ ਦੇ 14ਵੇਂ ਮੁਖੀ ਜਿੱਦਣ ਚੁਣੇ ਗਏ। ਇਹ ਗੱਲ ਨੂੰ ਦਿਮਾਗ ਵਿੱਚ ਰੱਖਿਓ। ਕਿੰਨੀ ਤਰੀਕ ਦੀ? 25 ਅਗਸਤ 1977 ਜਿੱਦਣ ਉਹਨਾਂ ਦੇ ਦਸਤਾਰ ਵੱਜੀ ਆ। 6 ਜੂਨ 1984 ਨੂੰ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ। ਗਿਣਤੀ ਕਰ ਲਿਆ ਜੇ 6 ਸਾਲ 9 ਮਹੀਨੇ 10 ਦਿਨ, 6 ਸਾਲ 9 ਮਹੀਨੇ 10 ਦਿਨਾਂ ਦੇ ਵਿੱਚ ਜਿਹੜਾ ਕਾਰਜ, ਜਿਹੜਾ ਕੰਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਰ ਗਏ, ਤੁਸੀਂ 20 ਪਿੰਡਾਂ ਦੀਆਂ ਪੰਚਾਇਤਾਂ ਰਲ ਕੇ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਪੂਰਾ ਸੀ। ਮੇਰੇ ਵਰਗਾ ਅਧੂਰਾ ਕਿਸੇ ਨੂੰ ਪੂਰਾ ਨਹੀਂ ਬਣਾ ਸਕਦਾ। ਤੇ ਕਈਆਂ ਦੇ ਇਹ ਵੀ ਮੂੰਹ ਮਾਰੇ ਬਾਈ ਕਿ ਭਿੰਡਰਾਂ ਵਾਲੇ ਨੇ ਗਲਤ ਜਗ੍ਹਾ ਮੋਰਚਾ ਲਾ ਲਿਆ, ਕੌਮ ਦਾ ਨੁਕਸਾਨ ਕਰਾਤਾ। ਤੁਹਾਨੂੰ ਪੁੱਛ ਕੇ ਜਾਂਦਾ ਵੀ ਕਿੱਥੇ ਮੋਰਚਾ ਲਾਵਾਂ ਮੈਂ। 7 ਮਹੀਨੇ ਪਹਿਲਾਂ ਦੇਹਰਾਦੂਨ ਦੀਆਂ ਪਹਾੜੀਆਂ ਵਿੱਚ ਹਰਮੰਦਰ ਸਾਹਿਬ ਦਾ ਮਾਡਲ ਤਿਆਰ ਕਰਕੇ ਸਿਖਲਾਈ ਦਿੱਤੀ ਜਾ ਰਹੀ ਸੀ ਹਿੰਦੁਸਤਾਨ ਦੀਆਂ ਫੌਜਾਂ ਨੂੰ। ਕਿਉਂ? ਹੁਣ ਇਹ ਵੀ ਸੁਣਿਓ ਕਿਉਂ। ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੋ ਤੇ ਦਰਬਾਰ ਸਾਹਿਬ ਦੇ ਐਨ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਹੈ। ਮੀਰੀ ਤੇ ਪੀਰੀ ਦੇ ਮਾਲਕ ਨੇ ਜਿਹੜਾ ਸਾਜਿਆ ਰਾਜਨੀਤੀ ਵਿਚਾਰਾਂ ਕਰਨ ਵਾਸਤੇ, ਪੱਕੀ ਗੱਲ ਹੈ ਨਾ। ਤੇ ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ ਤੇ ਚਾਰੇ ਦਿਸ਼ਾਵਾਂ ਵੱਲ ਨੂੰ ਖੁੱਲਦੇ ਨੇ। ਤਾਂ ਇਹ ਦਰਵਾਜ਼ੇ ਚੱਤੋ ਪੈਰ ਖੁੱਲੇ ਆ ਜੀ। ਕੋਈ ਗੈਰ ਸਿੱਖ ਵੀ ਬੈਠਾ ਉਹ ਵੀ ਸੁਣ ਲਵੇ ਕਿ ਦਰਬਾਰ ਸਾਹਿਬ ਦੇ 4 ਦਰਵਾਜ਼ੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਾਰੇ ਧਰਮਾਂ ਲਈ ਸਾਂਝੇ ਨੇ, ਸਾਂਝਾ ਸਥਾਨ ਹੈ। ਤਾਂ ਇਹ ਦਰਵਾਜ਼ੇ ਤਾਂ ਉਦਣ ਵੀ ਨਹੀਂ ਬੰਦ ਹੋਏ ਛੋਟੇ ਭਾਈਓ ਜਿੱਦਣ ਇੱਥੇ ਆਰਮੀ ਵਾਲੇ ਤੋਪਾਂ ਤੇ ਟੈਂਕ ਲੈ ਕੇ ਵੜ ਗਏ ਸੀ। ਅੱਜ ਕਿਸੇ ਘਰ ਦੇ ਉੱਤੇ ਕੋਈ ਖਤਰਾ ਬਣ ਜਾਵੇ ਨਾ ਤਾਂ ਅੰਦਰੋਂ ਕੁੰਡਾ ਲਾ ਲਈਦਾ, ਪਰ ਇਹ ਘਰ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਇਹਦੇ ਦਰਵਾਜ਼ੇ ਤਾਂ ਉਦਣ ਵੀ ਨਹੀਂ ਸੀ ਬੰਦ ਹੋਏ ਜਿੱਦਣ ਇੱਥੇ ਆਰਮੀ ਦੀਆਂ ਫੌਜਾਂ ਅਸਲਾ ਲੈ ਕੇ ਅੰਦਰ ਵੜ ਗਈਆਂ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਨਹੀਂ। ਹੁਣ ਅਗਲੀ ਗੱਲ, ਹਰਮੰਦਰ ਸਾਹਿਬ ਤੇ ਸਭ ਦਾ ਸਾਂਝਾ ਸਥਾਨ ਹੈ।
ਇੱਥੇ ਸਿੱਖ ਆਵੇ, ਸਿੱਖ ਦਾ ਬੈਰੀ ਆਵੇ, ਊਚ ਆਵੇ, ਨੀਚ ਆਵੇ, ਗਰੀਬ ਆਵੇ, ਅਮੀਰ ਆਵੇ, ਸੱਚਾ ਆਵੇ, ਝੂਠਾ ਆਵੇ, ਗੁਰਮੁਖ ਆਵੇ, ਮਨਮੁਖ ਆਵੇ, ਛੋਟਾ ਆਵੇ, ਵੱਡਾ ਆਵੇ, ਗਰੀਬ ਆਵੇ, ਅਮੀਰ ਆਵੇ, ਜਿਹੜਾ ਮਰਜ਼ੀ ਕੋਈ ਆਵੇ, ਜਿਹੜਾ ਮਰਜ਼ੀ ਕੋਈ ਜਾਵੇ, ਉਹਦੇ ਵਾਸਤੇ ਚੱਤੋ ਪੈਰ ਦਰਵਾਜ਼ੇ ਖੁੱਲੇ ਨੇ। ਪਰ ਦਰਬਾਰ ਸਾਹਿਬ ਦੇ ਸਾਹਮਣੇ ਆ ਅਕਾਲ ਤਖਤ। ਤਖਤ ਕਿਸੇ ਦਾ ਸਾਂਝਾ ਨਹੀਂ, ਕਿਉਂਕਿ ਤਖਤ ਕੌਮ ਦਾ ਹੁੰਦਾ ਤੇ ਤਖਤ ਕਿਸੇ ਨਾਲ ਵੰਡੇ ਨਹੀਂ ਜਾ ਸਕਦੇ। ਤਖਤ ਸਿੱਖ ਕੌਮ ਦਾ, ਤੇ ਇਸੇ ਤਖਤ ਨੂੰ ਢਾਉਣ ਵਾਸਤੇ 7 ਮਹੀਨੇ ਪਹਿਲਾਂ ਦੇਹਰਾਦੂਨ ਦੀਆਂ ਪਹਾੜੀਆਂ ਵਿੱਚ ਸਿਖਲਾਈ ਦੇ ਕੇ ਫੌਜ ਜਿਹੜੀ ਹੈ ਉਹ ਚਾੜੀ ਗਈ, ਤੇ ਬਾਬਾ ਜਰਨੈਲ ਸਿੰਘ ਜੀ ਕੋ ਖਬਰਾਂ ਪਹੁੰਚ ਗਈਆਂ ਕਿ ਹਿੰਦੁਸਤਾਨ ਦੀ ਸਰਕਾਰ ਅਕਾਲ ਤਖਤ ਸਾਹਿਬ ਤੇ ਹਮਲਾ ਕਰੇਗੀ। ਤੇ ਸੰਤਾਂ ਨੇ ਸਿੰਘਾਂ ਨੂੰ ਨਾਲ ਲੈ ਕੇ ਨਾ, ਆ ਜਿਹੜੇ ਕਹਿੰਦੇ ਵੀ ਗਲਤ ਜਗ੍ਹਾ ਮੋਰਚਾ ਲਾ ਲਿਆ, ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਸੰਤਾਂ ਨੇ ਸਿੰਘਾਂ ਨੂੰ ਨਾਲ ਲੈ ਕੇ ਪਹਿਲਾਂ ਲੱਕੜੀ ਦੇ ਦਰਵਾਜ਼ੇ ਔਰ ਤਾਕੀਆਂ ਦੇ ਨਾਲ ਛੋਟੇ ਲੱਗੇ ਪੱਲੇ ਲੱਕੜੀ ਦੇ, ਪਹਿਲਾਂ ਉਹ ਲੋਹਾ ਕੇ ਇੱਕ ਪਾਸੇ ਰਖਾਤੇ ਸੀ ਵੀ ਜੇ ਕਿਤੇ ਗੋਲੀ ਚੱਲੀ ਤੇ ਲੱਕੜੀ ਨੂੰ ਅੱਗ ਬਹੁਤ ਛੇਤੀ ਪੈਂਦੀ ਹੈ। ਇਹਦਾ ਮਤਲਬ ਸੰਤਾਂ ਨੇ ਅਕਾਲ ਤਖਤ ਨੂੰ ਬਚਾਉਣ ਦੀ ਖਾਤਰ ਮੋਰਚਾ ਲਾਇਆ, ਕੋਈ ਗਲਤ ਮੋਰਚਾ ਨਹੀਂ। ਤੇ ਬਾਕੀ 37 ਗੁਰਦੁਆਰੇ ਕਿਉਂ ਢਾਏ ਬਈ? ਉੱਥੇ ਤੇ ਭਿੰਡਰਾਂ ਵਾਲੇ ਸੰਤ ਨਹੀਂ ਸੀ ਬੈਠੇ। ਅਸਲ ਵਿੱਚ ਸਰਕਾਰ ਸਾਡੇ ਤਖਤ ਨੂੰ ਢਾਉਣਾ ਚਾਹੁੰਦੀ ਹੈ, ਜਿੱਥੋਂ ਸਾਨੂੰ ਇੱਕ એનર્ਜੀ ਮਿਲਦੀ ਹੈ, ਗੱਲ ਵੱਖਰੀ ਹੈ। ਤਖਤ ਸਾਡਾ, ਅਸੀਂ ਤਖਤ ਦੇ। ਪਰ ਅੱਜ ਜਦੋਂ ਕਿਤੇ ਕੋਈ ਦੂਜਾ ਕਾਬਜ ਹੋ ਜਾਂਦਾ ਨਾ, ਜਿਹੜਾ ਬਹਿ ਜਾਂਦਾ, ਉਹ ਕਹਿੰਦਾ ਬਸ ਹੁਣ ਸਾਡਾ ਹੀ ਚੱਲਦਾ ਜੋ ਚੱਲਦਾ। ਇੱਕ ਵਾਰੀ ਫਿਰ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇਸ ਤਖਤ ਨੂੰ ਢਾਉਣ ਦੀ ਖਾਤਰ 3 ਲੈਫਟੀਨੈਂਟ ਸੀ, ਕੁਲਦੀਪ ਬਰਾੜ, ਰਣਜੀਤ ਦਿਆਲ ਤੇ ਜਰਨਲ ਵੈਦਿਆ। ਜਰਨਲ ਵੈਦਿਆ ਜਲਿਆਂ ਵਾਲੇ ਬਾਗ ਵਿੱਚ ਬੈਰਲੇ ਸੈੱਟ ਲਾ ਕੇ ਬੈਠਾ। 1 ਮਿੰਟ ਦੀ ਖਬਰ ਜਿਹੜੀ ਉਹ ਦਿੱਲੀ ਤੱਕ ਦਿੱਤੀ ਜਾ ਰਹੀ ਹੈ। ਤੇ ਇਹਨਾਂ ਵਿੱਚੋਂ ਇੱਕ ਕੁਲਦੀਪ ਬਰਾੜ, ਉਹਨੇ ਇੱਕ ਕਿਤਾਬ ਲਿਖੀ ਸਾਕਾ ਨੀਲਾ ਤਾਰਾ, ਕਿਤੇ ਸਮਾਂ ਬਣਿਆ ਤੇ ਪੜ੍ਹਿਓ। ਉਹ ਇੱਕ ਗੱਲ ਨੂੰ ਬਿਆਨ ਕਰਦਾ ਹੈ, ਕਹਿੰਦਾ ਅਸੀਂ 6 ਘੰਟਿਆਂ ਦਾ ਟਾਰਗੇਟ ਬਣਾ ਕੇ ਆਏ ਸੀ, 6 ਘੰਟਿਆਂ ਦਾ। ਇਹ ਉਹ ਘੱਲੂ ਘਰ ਆ ਜੀ, ਮੈਂ ਗੱਲ ਪਹਿਲਾਂ ਕੀਤੀ ਨਾ, ਸੇ ਸੰਤ ਜਾਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਜਿਹੜੇ ਸਿੰਘ, ਹੁਣ ਸੁਣਿਓ ਕੌਣ ਕੌਣ ਇਹਦੇ ਵਿੱਚ ਪੱਬਾਂ ਦੇ ਭਾਰ ਹੋਇਆ ਪਿਆ ਕਿ ਮੈਂ ਗਾਹ ਹੋ ਗਏ ਸਭ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰਾਂ। ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਦੇ ਭਰਾਤਾ ਭਾਈ ਜਗੀਰ ਸਿੰਘ, ਉਹ ਸਭ ਤੋਂ ਪਹਿਲਾਂ ਅਗਲੀ ਲਾਈਨ ਵਿੱਚ ਜਾਣਾ ਚਾਹੁੰਦੇ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਭਤੀਜਾ ਭਾਈ ਸਵਰਨ ਸਿੰਘ, ਸਾਥੀ ਭਾਈ ਨਛੱਤਰ ਸਿੰਘ ਰੋਡੇ, ਜਿਨ੍ਹਾਂ ਨੇ ਲਾਲਾ ਜਗਤ ਨਾਰਾਇਣ ਸੋਧਿਆ ਸੀ, ਕਿਉਂਕਿ ਜੋੜੀਆਂ ਬਣੀਆਂ ਖਾਲਸੇ ਦੇ ਵਿੱਚ, ਉਹ ਵੀ ਅੱਗੇ ਹੋ ਕੇ ਲੜਨਾ ਚਾਹੁੰਦਾ ਸੀ। ਭਾਈ ਸੁਰਿੰਦਰ ਸਿੰਘ, ਉਹਨਾਂ ਦਾ ਭਤੀਜਾ ਭਾਈ ਬਲਵਿੰਦਰ ਸਿੰਘ ਜੀ ਦੀ ਮੰਗਣੀ ਹੋਈ ਸੀ, ਤੇ ਜਦੋਂ ਮੋਰਚਾਬੰਦੀ ਹੋਈ ਸੀ ਨਾ, ਤੇ ਪਰਿਵਾਰ ਪਿੱਛੇ ਗਿਆ, ਤੇ ਬਲਵਿੰਦਰ ਸਿੰਘ ਨੂੰ ਜਾ ਕੇ ਕਹਿੰਦਾ ਘਰੇ ਵਿਚੋਲਾ ਆਇਆ ਸੀ ਕਿ ਕੁੜੀ ਵਾਲੇ ਵਿਆਹ ਨੂੰ ਕਾਹਲੇ ਪਏ ਹੋਏ ਆ। ਤੇ ਅੱਗੋਂ ਬਲਵਿੰਦਰ ਸਿੰਘ ਨੇ ਕਹਿ ਕੇ ਪਤਾ ਕੀ ਮੋੜਿਆ, ਕਹਿੰਦਾ ਅੱਜ ਤੋਂ ਮੇਰਾ ਵਿਚੋਲਾ ਬਾਬਾ ਜਰਨੈਲ ਸਿੰਘ, ਜਿਹਨੇ ਲਾੜੀ ਮੌਤ ਨਾਲ ਮੇਰੀਆਂ ਲਾਵਾਂ ਕਰਾਉਣੀਆਂ, ਕੁੜੀ ਵਾਲਿਆਂ ਨੂੰ ਜਾ ਕੇ ਜਵਾਬ ਦੇ ਦਿਓ। ਸਤਿ ਸ਼੍ਰੀ ਅਕਾਲ। ਐਦਾਂ ਦੇ ਯੋਧੇ ਜਿਹੜੇ ਪੱਬਾਂ ਦੇ ਭਾਰ ਹੋਏ ਪਏ ਸੀ, ਸੰਤਾਂ ਦੇ ਸਾਥੀ ਭਾਈ ਸੁਜਾਨ ਸਿੰਘ ਵਰਗੇ, ਉਹ ਅੱਗੇ ਹੋ ਕੇ ਵੈਰੀ ਦੇ ਨਾਲ ਲੋਹੇ ਨਾਲ ਲੋਹਾ ਲੈਣਾ ਚਾਹੁੰਦੇ ਨੇ। ਕਿਵੇਂ ਕਰਿਆ ਜੇ? ਬੱਬਰ ਭਾਈ ਮਹਿੰਗਾ ਸਿੰਘ, ਜਿਹਨੇ ਸਭ ਤੋਂ ਪਹਿਲਾਂ ਇਸ ਘੱਲੂ ਘਾਰੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇੱਥੇ ਹੀ ਬਸ ਨਹੀਂ, ਇੱਕ ਹਿੰਦੂ ਪਰਿਵਾਰ ਜਿਹਦਾ ਨਾਂ ਸੀ ਮੋਹਰ ਚੰਦ, ਮੋਹਰ ਚੰਦ ਨੇ ਸਹਿਜ ਪਾਠ ਕੀਤਾ ਤੇ ਸੰਤਾਂ ਨੇ ਉਹਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਇਹ ਪਰਿਵਾਰ ਟਕਸਾਲ ਦੇ ਨਾਲ ਜੁੜਿਆ ਸੀ। ਇਹਦੀਆਂ 2 ਬੱਚੀਆਂ, ਇੱਕ ਦਾ ਨਾਮ ਸਤਨਾਮ ਕੌਰ ਤੇ ਇੱਕ ਦਾ ਨਾਮ ਵਾਹਿਗੁਰੂ ਕੌਰ। ਯਾਦ ਰੱਖੋ ਸਿੱਖੋ, ਮੈਂ ਕਿਹਦੀ ਬਾਤ ਪਾਵਾਂ। ਬਾਬਾ ਦੀਪ ਸਿੰਘ ਜੀ ਵਾਲੇ ਗੁਰਦੁਆਰੇ ਦੇ ਮਗਰਲੇ ਪਾਸੇ ਬਰਾਂਡੇ ਦੀ ਛੱਤ ਦੇ ਉੱਤੇ ਇਹਨਾਂ ਦਾ ਮੋਰਚਾ ਸੀ। ਕੁਲਦੀਪ ਬਰਾੜ ਕਹਿੰਦਾ 6 ਘੰਟੇ ਦਾ ਟਾਰਗੇਟ ਸੀ ਸਾਡਾ, ਜਿਹਦੇ ਵਿੱਚ ਗੋਤਾਖੋਰ ਫੌਜਾਂ ਵੀ ਆਈਆਂ। ਗੋਤਾਖੋਰ ਫੌਜਾਂ ਤੁਸੀਂ ਆਖੋਗੇ ਕਿਉਂ ਲਿਆਂਦੀਆਂ ਗਈਆਂ? ਕੁਲਦੀਪ ਬਰਾੜ ਕਹਿੰਦਾ ਅਸੀਂ ਕੂਣੀਆਂ ਦੇ ਭਾਰ ਰੇੜ ਕੇ ਸਿਪਾਹੀ ਅੰਦਰ ਬਾੜਨੇ ਸੀ। ਜਿਹੜੇ ਗੋਤਾਖੋਰ ਸੀ ਉਹ ਇਧਰਲੇ ਪਾਸਿਓਂ ਸਰੋਵਰ ਦੇ ਵਿੱਚ ਚੁੱਭੀ ਲਾਉਂਦੇ ਤੇ ਵਿੱਚੋਂ ਵਿੱਚੀ ਪਾਣੀ ਦੇ ਤਰ ਕੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਾ ਕੇ ਨਿਕਲ ਜਾਂਦੇ। ਉਧਰ ਜਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੋ ਕੇ ਤਾਂ ਨੂੰ ਰਫਲਾ ਕਰਕੇ ਹਵਾਈ ਫਾਇਰ ਕਰਦੇ। ਤੁਸੀਂ ਪਹਿਲਾਂ ਤਾਂ ਇਹ ਦੱਸੋ ਬਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਣ ਕੇ ਗੈਰ ਸਿੱਖ ਦਾ ਕੀ ਸਿੱਖ ਵੀ ਤਾਂ ਨੂੰ ਰਫਲ ਦੀ ਗੋਲੀ ਨਹੀਂ ਚਲਾ ਸਕਦਾ, ਤਾਂ ਸਿੱਖ ਚਲਾਉਣ ਦਿੰਦੇ ਆ? ਅਸੀਂ ਤਾਂ ਧੌਣ ਤੇ ਗੋਡਾ ਧਰ ਦਿਆਂਗੇ ਉਸੇ ਵੇਲੇ। ਇਹ ਤਾਂ ਕਦੇ ਨਹੀਂ ਹੋ ਸਕਦਾ। ਕੁਲਦੀਪ ਬਰਾੜ ਕਹਿੰਦਾ
ਕਿ ਗੋਤਾਖੋਰ ਜਿਹੜੇ ਸਿਪਾਹੀ ਪਰਲੇ ਪਾਸੇ ਜਾ ਕੇ ਨਿਕਲਣਗੇ, ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਤਾਂ ਨੂੰ ਹਵਾਈ ਫਾਇਰ ਕਰਨਗੇ ਤੇ ਡਰਦਾ ਭਿੰਡਰਾਂ ਵਾਲਾ ਬਾਹਰ ਨਿਕਲ ਆਊਗਾ। ਹੈਲੀਕਾਪਟਰ ਨਾਲ ਚੱਕ ਕੇ ਅਸੀਂ ਦਿੱਲੀ ਲਿਆਉਣਾ ਸੀ ਤੇ ਅੰਮ੍ਰਿਤ ਵੇਲੇ ਫਿਰ ਉਦਾਂ ਹੀ ਕੀਰਤਨ ਚੱਲਣ ਲੱਗ ਪੈਣਾ ਜਿੱਦਾਂ ਰੋਜ਼ਾਨਾ ਚੱਲਦਾ ਸੀ। ਕਹਿੰਦਾ 6 ਘੰਟਿਆਂ ਦਾ ਟਾਰਗੇਟ ਬਣਾ ਕੇ ਆਏ ਸੀ ਵੀ 6 ਘੰਟਿਆਂ 'ਚ ਭਿੰਡਰਾਂ ਵਾਲਾ ਫੜ ਕੇ ਲਿਆਉਣਾ। ਆਪਣੇ ਕੰਨ ਫੜ ਕੇ ਕਹਿੰਦਾ ਤੋਬਾ ਮੇਰੀ ਤੇ ਤੋਬਾ ਮੇਰੇ ਰੱਬ ਦੀ। 6 ਦਿਨ ਉਸ ਸਾਧ ਨੇ ਸਾਡੀਆਂ ਗੋਡਣੀਆਂ ਲਵਾਈ ਰੱਖੀਆਂ, 6 ਦਿਨ। ਤੇ ਬਾਬਾ ਜਰਨੈਲ ਸਿੰਘ ਨੇ ਵੀ ਤਾਂ ਕਿਹਾ ਹੀ ਸੀ, ਕਹਿੰਦਾ 72 ਘੰਟੇ ਦਾ ਲਾਗੇ ਨਹੀਂ ਲੱਗਣ ਦਿੰਦਾ ਮੈਂ, 70 ਘੰਟੇ। ਇਹ ਕੀ ਸਮਝਦੇ ਮੈਂ ਐਂ ਫੜ ਕੇ ਲੈ ਜਾਊਗਾ, ਐਂ ਫੜ ਕੇ ਲੈ ਜਾਣਗੇ 72 ਘੰਟੇ। ਤਾਂ ਸਿੰਘਾਂ ਨੂੰ ਕਿਹਾ ਸੀ, ਸਿੰਘੋ ਪਹਿਲੀ ਪਾਰੀ ਦੇ ਵਿੱਚ ਲੱਖ ਦੀ ਢੇਰੀ ਲਾਉਣੀ ਹੈ। ਔਰ ਲੱਗੀ, ਜਿਹੜੀ ਆਰਮੀ ਚੜ ਕੇ ਆਊ ਨਾ, ਲੱਖ ਦੀ ਢੇਰੀ ਲਾਉਣੀ ਹੈ। ਅੰਦਰਲੇ ਪਾਸੇ ਮੋਰਚਾਬੰਦੀ ਜਰਨਲ ਸਵੇਗ ਸਿੰਘ ਦੀ। ਕੁਲਦੀਪ ਬਰਾੜ ਕਹਿੰਦਾ ਮੈਨੂੰ ਇਸੇ ਗੱਲ ਦਾ ਡਰ ਸੀ। ਹੁਣ ਮੈਂ ਮੁੱਕਦੀ ਜੀ ਗੱਲ ਕਰਨ ਲੱਗਾ ਜੀ। ਵਾਹਿਗੁਰੂ। ਟੈਂਕਾਂ ਤੋਪਾਂ ਅੰਦਰ ਵੜ ਗਈਆਂ। ਜਦੋਂ ਟੈਂਕ ਅੰਦਰ ਵੜ ਗਏ ਨਾ, ਕੁਲਦੀਪ ਬਰਾੜ ਕਹਿੰਦਾ ਕਿਉਂਕਿ ਅਸੀਂ ਕਦੇ ਹਾਰਦੇ ਨਾ ਜੇ ਸਾਡੇ ਆਪਣੇ ਗਦਾਰੀ ਨਾ ਕਰਦੇ। ਜੇ ਸੱਚੀ ਪੁੱਛੋ ਤਾਂ ਆ ਜਿਹੜੇ ਬਾਹਾਂ ਖੜੀਆਂ ਕਰਕੇ 4 ਜੂਨ ਨੂੰ ਬਾਹਰ ਨਿਕਲੇ ਸੀ ਨਾ, ਉਹਨਾਂ ਵਿੱਚ ਕੌਣ ਸੀ? ਇੱਕ ਸੀ ਸਰਜੀਤ ਸਿੰਘ ਬਰਨਾਲਾ, ਇੱਕ ਸੀ ਰਾਮੂ ਵਾਲੀਆ, ਇੱਕ ਸੀ ਟੌੜਾ ਤੇ ਇੱਕ ਆ ਬਲਟੋਆ। ਜਦੋਂ ਇਹ ਬਾਹਾਂ ਖੜੀਆਂ ਕਰਕੇ ਬਾਹਰ ਨੂੰ ਤੁਰੇ ਨਾ ਮੋਰਚੇ ਤੋਂ, ਤੇ ਨਾਲ ਦੇ ਸਿੰਘ ਜਿਹੜੇ ਮੋਰਚੇ 'ਚ ਬੈਠੇ ਆ ਉਹ ਸੰਤਾਂ ਨੂੰ ਕਹਿੰਦੇ, ਸੰਤ ਜੀ ਆਹ ਮਰਵਾਉਣਗੇ ਆਪਾਂ ਨੂੰ, ਆ ਜਿਹੜੇ ਚੱਲੇ ਨਾ ਇਹ ਮਰਵਾਉਣਗੇ। ਉਹਨਾਂ ਨੇ ਨਾ ਰਫਲਾਂ ਸਿੱਧੀਆਂ ਕੀਤੀਆਂ ਜਦੋਂ ਇਹ ਬਾਹਾਂ ਖੜੀਆਂ ਕਰਕੇ ਤੁਰੇ। ਸੰਤ ਜੀ ਇਹ ਮਰਵਾਉਣਗੇ ਆਪਾਂ ਨੂੰ, ਮਾਰੀਆਂ ਗੋਲੀਆਂ। ਸੰਤ ਜੀ ਕਹਿੰਦੇ, ਸਿੰਘੋ ਸ਼ਾਂਤ ਹੋ ਜਾਓ, ਗੋਲੀਆਂ ਬਾਹਰੋਂ ਵੀ ਚੱਲਦੀਆਂ, ਗੋਲੀਆਂ ਅੰਦਰੋਂ ਵੀ ਚੱਲਣੀਆਂ। ਇਹ ਚੱਲੇ ਗਦਾਰੀ ਕਰਕੇ, ਜੇ ਬਾਹਰਲੀਆਂ ਗੋਲੀਆਂ ਦੇ ਨਾਲ ਵੀ ਮਰ ਗਏ ਇਹਨਾਂ ਦੀ ਗਿਣਤੀ ਵੀ ਸ਼ਹੀਦਾਂ ਵਿੱਚ ਹੀ ਹੋ ਜਾਣੀ ਹੈ। ਜੇ ਗਦਾਰੀ ਕਰਕੇ ਚੱਲੇ ਤੇ ਇਹਨਾਂ ਨੂੰ ਗਦਾਰ ਹੀ ਰਹਿਣ ਦਿਓ, ਜਾਣ ਦਿਓ। ਉਹਨਾਂ ਨੇ ਬਾਹਰ ਆਣ ਕੇ ਨਾ ਫਿਰ ਉਂਗਲਾਂ ਕਰ ਕਰਕੇ ਦੱਸਿਆ। ਕੁਲਦੀਪ ਬਰਾੜ ਕਹਿੰਦਾ, ਉਹਦੀ ਕਿਤਾਬ ਵਿੱਚ ਲਿਖਦਾ ਹੈ, ਕਹਿੰਦਾ ਜਿੰਨੀ ਦੇਰ ਤੱਕ ਤੁਸੀਂ ਉਹ ਪਾਣੀ ਵਾਲੀ ਟੈਂਕੀ ਵਿੱਚ ਗੋਲੀਆਂ ਨਹੀਂ ਨਾ ਮਾਰਦੇ, ਉਨੀ ਦੇਰ ਤੱਕ ਇਹਨਾਂ ਦਾ ਤੁਸੀਂ ਕੱਖ ਨਹੀਂ ਵਿਗਾੜ ਸਕਦੇ। ਘਰ ਦਾ ਭੇਤੀ ਲੰਕਾ ਢਾਏ। ਹੁਣ ਸੁਣਿਓ ਜਰਾ, ਫਿਰ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਸਤੇ ਅੰਦਰ ਵੜ ਗਿਆ ਟੈਂਕ। 3:20 ਤੇ ਰੂਸ ਦੀ ਸਿਖਲਾਈ ਵਾਲੀਆਂ ਫੌਜਾਂ ਸੱਦੀਆਂ ਗਈਆਂ। ਉਹ ਸਿਪਾਹੀ ਜਿਨ੍ਹਾਂ ਦੀ ਉਮਰ 22 ਸਾਲ ਤੋਂ 28 ਸਾਲ ਤੱਕ, 28 ਸਾਲ ਤੋਂ ਵੱਡਾ ਕੋਈ ਨਹੀਂ, 22 ਸਾਲ ਤੋਂ ਘੱਟ ਕੋਈ ਨਹੀਂ, 6 ਫੁੱਟ ਕੱਦ, 6.5 ਫੁੱਟ ਕੱਦ, 6.5 ਫੁੱਟ ਕੱਦ ਵਾਲੇ ਉੱਚੇ ਲੰਮੇ ਸਿਪਾਹੀ ਤੇ ਬਰਸਾਤੀ ਭਵੱਕੜਾ ਵਾਂਗੂ ਹਰਮੰਦਰ ਸਾਹਿਬ ਦੇ ਉੱਤੇ ਹੈਲੀਕਾਪਟਰ ਲੱਗੇ ਘੁੰਮਣ। ਤਾਂ ਹੈਲੀਕਾਪਟਰ ਦੇ ਰੱਸੇ ਲਮਕਾ ਕੇ ਸਿਪਾਹੀ ਲੱਗੇ ਥੱਲੇ ਉਤਰਨ ਪ੍ਰਕਰਮਾਂ ਦੇ ਵਿੱਚ। ਤੇ ਜਦੋਂ ਲਾਈਨ ਬਣਾ ਕੇ ਸਿਪਾਹੀ ਉਤਰਦੇ ਨਾ 7-7, ਕੁਲਦੀਪ ਬਰਾੜ ਕਹਿੰਦਾ ਮੈਂ ਸਿਰ ਦੇ ਵਾਲਾਂ ਨੂੰ ਪੱਟ ਕੇ ਇੱਕ ਵਾਰੀ ਤਾਂ ਚੀਕਿਆ। ਪਤਾ ਕਿਉਂ? ਕਹਿੰਦਾ ਜਦੋਂ ਮੈਂ ਇਹਨਾਂ ਦੇ ਭਿੰਡਰਾਂ ਵਾਲੇ ਦੇ ਸਿੰਘਾਂ ਨੂੰ ਲੱਕ ਨਾਲ ਬਰੂਦ ਬੰਨ੍ਹ ਕੇ ਆਪਣੇ 7 ਸਿਪਾਹੀਆਂ ਦੇ ਉੱਤੇ ਭਾਰੂ ਪੈਂਦਿਆਂ ਵੇਖਿਆ। ਕਹਿੰਦਾ ਮੈਂ ਕਿਹਾ ਇਹਨਾਂ ਨੂੰ ਆਪਣੇ ਟੱਬਰ ਨਾਲ ਪਿਆਰ ਨਹੀਂ, ਇਹਨਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਨਹੀਂ, ਇਹਨਾਂ ਨੂੰ ਆਪਣੇ ਪਰਿਵਾਰ ਨਾਲ ਪਿਆਰ ਨਹੀਂ, ਇਹਨਾਂ ਨੂੰ ਆਪਣੇ ਨਗਰ ਨਾਲ ਪਿਆਰ ਨਹੀਂ, ਇਹਨਾਂ ਨੂੰ ਜ਼ਿੰਦਗੀ ਨਾਲ ਪਿਆਰ ਨਹੀਂ। ਬਸ ਕਹਿੰਦਾ ਇੱਕੋ ਗੱਲ ਕਿ ਭਿੰਡਰਾਂ ਵਾਲੇ ਨੇ ਦਿਲ ਦਿਮਾਗ ਵਿੱਚ ਬਿਠਾਲੀ ਹੋਈ ਸੀ ਕਿ ਗੁਰੂ ਦੇ ਲੜ ਲੱਗ ਕੇ ਸ਼ਹੀਦੀਆਂ ਪਾ ਜਾਓ, 84 ਕੱਟੀਆਂ ਜਾਣਗੀਆਂ। ਬਸ ਕਹਿੰਦਾ 84 ਕਟਾਉਣ ਵਾਸਤੇ ਬਈ ਕੱਲਾ ਕੱਲਾ ਸਿੰਘ ਲੱਕ ਨਾ ਬੰਨ ਕੇ ਬਰੂਦ ਆ ਹੈਲੀਕਾਪਟਰ ਤੋਂ ਉਤਰਦੇ ਸਿਪਾਹੀਆਂ ਦੇ ਉੱਤੇ 7 ਦੇ ਉੱਤੇ ਕੱਲਾ ਕੱਲਾ ਭਾਰੂ ਪੈਂਦਾ। ਇਹਨਾਂ ਦਿੱਲੀ ਦੀਆਂ ਸਰਕਾਰਾਂ ਨੇ ਸਾਨੂੰ ਦਿੱਤੇ ਜ਼ਖਮ ਹਜ਼ਾਰਾਂ ਨੇ, ਕਈ ਵਾਰ ਖੂਨੀ ਤਲਵਾਰਾਂ ਨੇ ਸਾਡੇ ਜਿਸਮ ਦੀ ਲਈ ਤਲਾਸ਼ੀ। ਚੇਲੇ ਭਿੰਡਰਾਂ ਵਾਲੇ ਦੇ ਸਦਾ ਕਹਿਣ ਮੌਤ ਨੂੰ ਮਾਸੀ।
ਮਲਪੁਰ ਵਿੱਚੋਂ ਕੱਢਣੇ ਨੇ ਨਾ ਕੰਗਨੇ ਬਾਰੀ ਛੱਡਣੇ ਨੇ ਸਭ ਮਲਪੁਰ ਵਿੱਚੋਂ ਕੱਢਣੇ ਨੇ ਵਰਸ ਝੰਡੇ ਕੱਢਣੇ ਨੇ ਭਾਵੇਂ ਲੱਗ ਜਾਵੇ ਫਾਂਸੀ ਚੇਲੇ ਪਿੰਡਰਾਂ ਵਾਲੇ ਦੇ ਚੇਲੇ ਪਿੰਡਰਾਂ ਵਾਲੇ ਦੇ ਸਦਕੇ ਮੌਤ ਨੂੰ ਮਾਸੀ ਚੇਲੇ ਪਿੰਡਰਾਂ ਵਾਲੇ ਦੇ ਸਦਕੇ ਮੌਤ ਨੂੰ ਮਾਸੀ ਚੇਲੇ ਪਿੰਡਰਾਂ ਵਾਲੇ ਦੇ ਸਦਕੇ ਮੌਤ ਨੂੰ ਮਾਸੀ। ਇੱਕ ਵਾਰ ਸਾਰੀ ਸੰਗਤ ਫਿਰ ਪਿਆਰ ਵਿੱਚ ਆਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਲੀ ਆਵਾਜ਼ ਭਾਵੇਂ ਘੱਟ ਕਰਦੇ, ਥੋੜੀ ਸਟੇਜ ਤੇ ਆਵਾਜ਼। ਕੁਲਦੀਪ ਬਰਾੜ ਕਹਿੰਦਾ ਹੈ ਕਿ ਸਾਡੇ ਤੇ ਮੋਢਿਆਂ ਤੇ ਫੀਤੀਆਂ ਲੱਗਣੀਆਂ, ਸਾਡੀਆਂ ਪੈਨਸ਼ਨਾਂ ਲੱਗਣੀਆਂ, ਪਰ ਇਹ ਅਨਿਆਈ ਮੌਤੇ ਮਰਨ ਵਾਸਤੇ ਤਿਆਰ ਹੋ ਗਏ, ਕਿਉਂਕਿ ਇਹਨਾਂ ਨੂੰ ਇਹੀ ਪੜਾਇਆ ਗਿਆ ਸੀ, ਪਹਿਲਾਂ ਮਰਨ ਕਬੂਲ जीवन की छड़ आस हो समन की रेणका तो आओ हमारे पास। पढ़े लिखे सज्जन बैठो, गल दसा जी, जिन्नी देर तक गुरु घरां विच ये चीज़ां सानू पढ़न वास्ते मिलदियां रहियां, पहला मरण कबूल जीवन की छड़ आस हो समन की रेणका तो आओ हमारे पास, जाओ तो प्रेम खेलन का चाओ, सिर तर तली गली मरी आओ, इत मार्ग पैर धरीजा सिर दीजा कान ना कीजा। जदों सानू ये बीर असी बाणी पढ़ाई जाती सी ना, उदों असी मरजीवड़े सी। अज की होगा जी, तुसी किते पंजाब विच दुआबे विच आओ, तुसी दरबार साहब जाओ, तुसी सुल्तानपुर जाओ, तुसी गोविंदवाल जाओ, तुसी केसगढ़ साहब जाओ, अज उन्हां गुरुद्वारियां विच बोर्ड किहड़े लग गए जी? किसी धर्म के ठेकेदार का ध्यान ही नहीं जाता उत्थे। जिदन उत्थे सानू ये मिलता सी कि सूरा सो पहचानिया जो लरा दीन का हेत पुरजा पुरजा कट मारे कबू ना छाड़ा, उदन साडी मरजीवड़ियां दी कौम सी। अज अज तुसीं जो उत्थे जाओगे बोर्ड पता किहड़े लगे आ, आईलेट करके यूके जाण वाले मिलो, आईलेट करके कनेडा जाण वाले मिलो। अहीं तां पंजाब खाली हो गया। हुण गुरु घर विच वड़दिआं जिहड़ा बोर्ड लगे है, एडवरटाइजमेंट लगी हुई है, हुण घर होवे गुरु नानक दा ते फट्टा लगा होवे मेरी मशहूरी दा, ये गल बनदी है जी? ताही ते पंजाब खाली हो गया। जेड़ी मैं 18 साल तो 28 साल 32 साल की गल कीती है, वो पीढ़ी तो बाहर चल गई, पंजाब ते उजड़ गया। तुसीं रह गए धरने जोगे। माफ करियो, किते पंजाब नूं उजड़दा वेखना ते वेखो जाके दिल्ली एयरपोर्ट दे उत्ते 250 बच्चा रोज जहाजे चढ़दा, 250। साडा पैसा भी गया, साडी जवानी भी गई। पैसा ते जवानी गोरे लै गए, वडेपा बीमारियां ने सांभ लिया, ते जिहड़ा छोटा बचपन है वो मोबाइलों ने सांभ लिया। साडे कोल बचिया की? ना साडे कोल नितनेम, ना साडे कोल सहज पाठ, ना साडे कोल अखंड पाठ साहब, सुखमनी साहब का पाठ रह गया हुण ते कल्ला। काका जम्मिया कराओ सुखमनी साहब का पाठ, काके दी लोहड़ी पाई करा लो सुखमनी साहब का पाठ, काके दा ब्याह कीता करा लो सुखमनी साहब का पाठ, बापू चढ़ाई कर गया करा लो सुखमनी साहब का पाठ। बाकी 1430 अंक बाणी दे किदन पढ़ांगे भाई? वो बाणी किदन पढ़ होगी? जेड़े किते मेले लगते सी आसे पासे, उत्थे सच्चे पातशाह दा स्वरूप ले जाना बंद करता। नहीं किते साल बाद कोई एक अद्धा पिंड च अखंड पाठ साहब हो ही जाता सी। सियाणे सज्जन बैठे हो ना, अज तो 20 साल पहला जदों मैं संथ्या करता सा ते उदों पता बजुर्ग की कहंदे हुंदे सी, जदों अखंड पाठ साहब रखो जाना पहले दिन, ज्ञानी जी सुखमनी साहब किन्ने बजे आऊ? जदों गबला दिन उन्हें पूछना ज्ञानी जी मध कदों आऊ? आउण दी गल करदे सी, आउण दी कदों आऊ? ते जिदन भोग वाला दिन हुंदा सी ना, उस दिन प्यार नाल पुछदे हुंदे सी लोग, कबीर साहब ते फरीद साहब दे श्लोक कदों आउणगे? क्यों ज्ञानी जी इवें पुछदे सी ना लोग, कदों आउणगे? तां जदों कबीर फरीद दे श्लोक खत्म हो गए ना, तां फिर घर दे पुछदे हुंदे सी, बाबा जी भोग दे श्लोक किन्ने बजे आउणगे? भोग दे श्लोक किन्ने बजे आउणगे? अज अज कोई नहीं पुछदा कि सुखमनी कदों आउणी है, कोई नहीं पुछदा बाबे फरीद दी बाणी कदों आऊ, कोई नहीं पुछदा बाबे कबीर दी बाणी कदों आऊ। हुण तां सिद्धा पुछणगे बाबा समाप्ति किन्ने बजे होऊ? इक्को गल रह गई कि बाबा समाप्ति किन्ने बजे होऊ? इन्ना क चाह रह गया अज लोकां नूं।
ਇੱਕ ਵਾਰੀ ਕਹਿ ਦਿਓ ਸਤਨਾਮ। ਪਿੰਡਾਂ ਦੇ ਪਿੰਡ ਖਾਲੀ ਹੋ ਗਏ, ਹਰ ਤੀਜੇ ਘਰ ਨੂੰ ਜਿੰਦਾ ਲੱਗ ਗਿਆ। ਜੇ ਅੱਜ ਦੀ ਪੀੜ੍ਹੀ ਨੂੰ ਪੁੱਛੋ ਨਾ ਵੀ ਕਿਉਂ ਜਾ ਰਹੇ ਆ ਬਾਹਰ ਆਪਣੀ ਧਰਤੀ ਛੱਡ ਕੇ, ਅੱਗੋਂ ਪਤਾ ਕੀ ਕਹਿਣ, ਇੱਥੇ ਬਚਦਾ ਕੁਝ ਨਹੀਂ, ਇੱਥੇ ਹੈ ਕੁਝ ਨਹੀਂ, ਸਰਕਾਰਾਂ ਚਾਹੁੰਦੀਆਂ ਨਹੀਂ, ਆਹ ਨਹੀਂ ਹੁੰਦਾ, ਆਹ ਨਹੀਂ ਹੁੰਦਾ। ਕੀ ਨਹੀਂ ਬਚਦਾ ਬਈ? ਜਿਹੜਾ 20 ਲੱਖ ਰੁਪਈਆ ਆਈਲਟ ਵਾਲੀ ਫੀਸ ਭਰੀ ਹੈ ਜਾਂ 50 ਲੱਖ ਰੁਪਈਆ ਡੌਂਕੀ ਵਾਲੇ ਏਜੰਟ ਨੂੰ ਦਿੱਤਾ, ਉਹ ਯੂਪੀ ਚੋਂ ਲਿਆਂਦਾ ਸੀ, ਉਹ ਬਿਹਾਰ ਚੋਂ ਲਿਆਂਦਾ ਸੀ। ਉਹ ਪੈਸਾ ਕਿੱਥੋਂ ਆਇਆ? ਉਹ ਇਸੇ ਪੰਜਾਬ ਦਾ ਪੈਸਾ ਹੈ, ਇੱਥੋਂ ਦਾ ਪੈਸਾ। ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ, ਜਦ ਅਸੀਂ ਹੱਥੀਂ ਕਰਨਾ ਕੁਝ ਨਹੀਂ ਤਾਂ ਮਾਫ ਕਰਿਓ, ਘਰਾਂ ਨੂੰ ਜਿੰਦੇ ਲੱਗ ਗਏ। 35-35 ਲੱਖ ਰੁਪਈਆ ਲਾ ਕੇ ਬੱਚੇ ਬਾਹਰ ਤੋਰੇ। ਮੈਨੂੰ ਇੱਕ ਗੱਲ ਯਾਦ ਆਈ, ਇੱਕ ਘਰ ਦੇ ਵਿੱਚ ਨਾ ਬਜ਼ੁਰਗ ਜੋੜਾ ਰਹਿੰਦਾ, ਅਖਬਾਰ ਵਾਲਾ ਅਖਬਾਰ ਸੁੱਟ ਕੇ ਜਾਂਦਾ ਸੀ ਤਾਂ ਇੱਕ ਦਿਨ ਬਜ਼ੁਰਗ ਨੇ ਬਾਹਰ ਆਣ ਕੇ ਅਖਬਾਰ ਵਾਲੇ ਨੂੰ ਪਤਾ ਕੀ ਕਿਹਾ? ਕਹਿੰਦਾ ਕਿੰਨੇ ਪੈਸੇ ਤੇਰੀ ਅਖਬਾਰ ਦੇ? ਕਹਿੰਦਾ 250 ਰੁਪਈਆ ਮਹੀਨੇ ਦਾ। ਕਹਿੰਦਾ ਰੁਪਈਆ ਦਊਂਗਾ ਤੈਨੂੰ 750, 250 ਅਖਬਾਰ ਦਾ ਤੇ 500 ਉਂਝ। ਕਹਿੰਦਾ ਕਿਉਂ? ਕਹਿੰਦਾ ਅਖਬਾਰ ਜਦੋਂ ਫੜਾ ਕੇ ਜਾਣੀ ਨਾ, ਮੇਰੇ ਘਰ ਦਾ ਕੁੰਡਾ ਖੜਕਾ ਕੇ ਮੇਰੇ ਹੱਥ ਵਿੱਚ ਅਖਬਾਰ ਫੜਾ ਕੇ ਜਾਣੀ। ਉਹ ਕਹਿੰਦਾ ਮੇਰੇ ਕੋਲ ਇੰਨਾ ਟਾਈਮ ਨਹੀਂ। ਕਹਿੰਦਾ ਮੈਂ ਤੈਨੂੰ 500 ਰੁਪਈਆ ਵੀ ਤਾਂ ਦੇ ਰਿਹਾ ਨਾ। ਉਹਨੇ ਮੰਨ ਲਿਆ ਤੇ ਪੁੱਛਣ ਲੱਗਾ, ਕਹਿੰਦਾ ਜੀ ਕਿਉਂ? 60-65 ਸਾਲ ਦਾ ਬੁੱਢਾ। ਉਹ ਕਹਿੰਦਾ, ਅਖਬਾਰ ਵਾਲਾ ਕਹਿੰਦਾ ਕਿਉਂ? ਵੀ ਮੈਂ ਕੁੰਡਾ ਖੜਕਾ ਕੇ ਅਖਬਾਰ ਕਿਉਂ ਫੜਾ ਕੇ ਜਾਵਾਂ ਤੈਨੂੰ? ਉਹ ਕਹਿੰਦਾ ਧੀਆਂ ਪੁੱਤ ਬਾਹਰ ਨੇ। ਸੁਣਿਓ ਗੱਲ ਮੇਰੀ ਜਰਾ, ਧੀਆਂ ਪੁੱਤ ਬਾਹਰ ਨੇ, ਇੱਥੇ ਮੈਂ ਤੇ ਮੇਰੇ ਘਰ ਦੀ ਸੀ। ਕਹਿੰਦਾ ਘਰ ਦੀ ਚੜ੍ਹਾਈ ਕਰ ਗਈ, ਕੁਝ ਦਿਨ ਪਹਿਲਾਂ ਘਰ ਦੀ ਚੜ੍ਹਾਈ ਕਰ ਗਈ। ਹੁਣ ਮੈਂ ਤੈਨੂੰ ਹੱਥ ਜੋੜ ਕੇ ਕਹਿਣਾ ਵੀ ਰੁਪਈਆ 500 ਵੱਧ ਲੈ ਲਈ, ਪਰ ਅਖਬਾਰ ਮੇਰਾ ਕੁੰਡਾ ਖੜਕਾ ਕੇ ਬਿੱਲ ਮਾਰ ਕੇ ਮੇਰੇ ਹੱਥ 'ਚ ਫੜਾ ਕੇ ਜਾਣੀ। ਪਤਾ ਕਿਉਂ? ਕਹਿੰਦਾ ਤੂੰ ਬਿੱਲ ਮਾਰੇਗਾ, ਤੂੰ ਕੁੰਡਾ ਖੜਕਾਏਗਾ, ਮੈਂ ਅੰਦਰੋਂ ਤੇਰੇ ਕੋਲੋਂ ਅਖਬਾਰ ਫੜਨ ਵਾਸਤੇ ਆਵਾਂਗਾ। ਜਿੱਦਣ ਤੱਕ ਮੈਂ ਅਖਬਾਰ ਫੜਨ ਆਉਂਦਾ ਰਿਹਾ, ਸਮਝ ਲਈ ਬੁੱਢਾ ਚੜ੍ਹਦੀ ਕਲਾ ਵਿੱਚ ਹੈ। ਜਿੱਦਣ ਤੇਰੇ ਕੋਲੋਂ ਮੈਂ ਅਖਬਾਰ ਫੜਨ ਨਾ ਆਇਆ ਤੇ ਰੌਲਾ ਪਾ ਦੀ ਕਿ ਬੂਟਾ ਸੂ ਚੜ੍ਹਾਈ ਕਰ ਗਿਆ। ਅੱਜ ਆਹ ਹਾਲਾਤ ਬਣੇ ਪਏ ਨੇ ਸਾਡੇ ਪਿੰਡਾਂ ਦੇ, ਹਰ ਤੀਜੇ ਘਰ ਨੂੰ ਜਿੰਦਾ ਲੱਗਾ ਹੋਇਆ। ਕੌਣ ਕਦੇ ਇੱਕ ਗੱਲ ਚਿੰਤਾ ਕਰਿਓ, ਜਿਹੜੇ ਅੱਜ ਬੱਚੇ ਤੁਹਾਡੇ ਬਾਹਰ ਚਲੇ ਗਏ, ਇਹਨਾਂ ਦੇ ਵਿਆਹ ਬਾਹਰ ਹੋਣਗੇ ਤੇ ਤੁਹਾਡੇ ਪੋਤੇ ਪੋਤੀਆਂ, ਜਿਹੜੀ ਅਗਲੀ ਪੀੜ੍ਹੀ ਹੈ, ਉਹ ਕਿੱਥੋਂ ਦੇ ਸਿਟੀਜ਼ਨ ਹੋਣਗੇ? ਕੈਨੇਡਾ ਵਾਲੇ ਦੇ ਕੈਨੇਡਾ ਦੇ, ਆਸਟ੍ਰੇਲੀਆ ਵਾਲੇ ਦੇ ਆਸਟ੍ਰੇਲੀਆ ਦੇ, ਇੰਗਲੈਂਡ ਵਾਲੇ ਦੇ ਇੰਗਲੈਂਡ ਦੇ। ਤੇ ਉਧਰਲੇ ਸਿਟੀਜ਼ਨ ਬੱਚਿਆਂ ਨੇ ਠੇਕਾ ਲਿਆ ਵੀ ਇੱਥੇ ਘੱਲੂ ਘਾਲਾ ਮਨਾਉਣਗੇ ਆਣ ਕੇ। ਇੱਥੇ ਤਾਂ ਇੱਥੋਂ ਦੇ ਸਿਟੀਜ਼ਨ ਨਹੀਂ ਪੜ੍ਹਦੇ ਤਾਂ ਦੂਜੇ ਦੇਸ਼ਾਂ ਦਾ ਸਿਟੀਜ਼ਨ ਕਿੱਥੋਂ ਆਜੂ? ਕੌਣ? ਕਿੱਥੇ ਲੱਗਣਗੇ ਹੋਲੇ ਦੇ ਮਹੱਲੇ? ਕਿੱਥੇ ਨਿਕਲਣਗੇ ਨਗਰ ਕੀਰਤਨ? ਕੌਣ ਕੱਢੇਗਾ ਪ੍ਰਭਾਤ ਫੇਰੀਆਂ? ਕਿੱਥੇ ਮਨਾਵਾਂਗੇ ਅਸੀਂ ਪੁਰਬ? ਆ ਤਾਂ ਉਹਨਾਂ ਕਚਾਰੀਆ ਜਿੰਨਾ ਕਚਾਰਾ ਚਿੱਟੀਆਂ ਦਾੜੀਆਂ ਵਾਲੇ ਬੈਠੇ ਆ, ਅਗਲਾ ਪਾਸਾ ਕੁਝ ਨਹੀਂ ਤੁਹਾਡਾ। ਇਸ ਗੱਲ ਤੇ ਚਿੰਤਾ ਕਰੋ, ਮੈਂ ਬਾਹਰ ਜਾਣ ਤੋਂ ਨਹੀਂ ਰੋਕਦਾ। ਜੰਮ ਜਾਓ ਜੀ, ਸਦਕੇ ਜਾਓ, ਪਰ ਆਪਣੇ ਵਤਨ ਤੇ ਆਪਣੀ ਮਿੱਟੀ ਨਾਲੋਂ ਕਿਉਂ ਟੁੱਟ ਗਏ ਜੇ? ਜਿਸ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਤੁਸੀਂ ਕਿਸਾਨ ਜਥੇਬੰਦੀ ਬਣਾਈ, ਉਸ ਬਾਬਾ ਬੰਦਾ ਸਿੰਘ ਬਹਾਦਰ ਵੱਲ ਵੀ ਵੇਖੋ ਕਿ ਤੁਹਾਨੂੰ ਜ਼ਮੀਨਾਂ ਦੇ ਹੱਕਦਾਰ ਬਣਾਉਣ ਵਾਸਤੇ ਉਹਨੇ ਆਪਣੇ 4 ਸਾਲ ਦੇ ਪੁੱਤ ਦਾ ਕਾਲਜਾ ਤੱਕ ਵੀ ਮੂੰਹ 'ਚ ਪਵਾ ਲਿਆ ਸੀ। ਉਹਨੇ ਆਪਣੇ ਬੱਚੇ ਦੀਆਂ ਆਂਦਰਾਂ ਆਪਣੇ ਗਲ 'ਚ ਪਵਾ ਲਈਆਂ। ਤੁਹਾਨੂੰ ਇਹਨਾਂ ਪੈਲੀਆਂ ਦੇ ਹੱਕਦਾਰ ਬਣਾਤਾ। ਉਹ ਚਾਹੁੰਦਾ ਤੇ ਆਪਣੇ ਪੁੱਤ ਨੂੰ ਸਾਰਾ ਕੁਝ ਦਵਾ ਸਕਦਾ ਸੀ, ਸਿੱਖੀ ਛੱਡ ਕੇ, ਪਰ ਸਾਡੀ ਖਾਤਰ ਸਾਰਾ ਕੁਝ ਕੀਤਾ ਗਿਆ। ਸਾਡੀ ਖਾਤਰ ਕਦੇ ਆਪਣੇ ਚਾਚਿਆਂ ਤਾਇਆਂ ਵੱਲ ਧਿਆਨ ਮਾਰੋ ਕਿ ਸਾਡੇ ਚਾਚੇ ਤਾਏ ਜਾਂਦੇ ਸੀ ਵਿਦੇਸ਼ਾਂ ਵਿੱਚ, ਉਧਰੋਂ ਕਮਾਈ ਕਰਕੇ ਇੱਧਰ ਜ਼ਮੀਨਾਂ ਖਰੀਦੀਆਂ, ਪੈਲੀਆਂ ਖਰੀਦੀਆਂ, ਕੋਠੀਆਂ ਬਣਾਈਆਂ। ਪਰ ਅੱਜ ਪਤਾ ਨਹੀਂ ਕਿਹੜੀ ਪੜ੍ਹਾਈ ਕਰ ਲਈ, ਕਿਹੜੇ ਸਕੂਲ ਵਿੱਚ ਜਾ ਕੇ ਕਹਿੰਦੇ ਇੱਧਰੋਂ ਸਾਰਾ ਕੁਝ ਵੇਚ ਕੇ ਉਧਰ ਇਨਵੈਸਟਮੈਂਟ ਕਰਨੀ ਹੈ। ਇਹ ਗੁਰੂਆਂ ਦੀ ਧਰਤੀ ਹੈ, ਇਹ ਯੋਧਿਆਂ ਦਾ ਦੇਸ਼ ਹੈ, ਇਹ ਖਿਡਾਰੀਆਂ ਦੀ ਧਰਤੀ ਹੈ, ਇਹ ਸ਼ਹੀਦਾਂ ਦੀ ਬਸਤੀ ਹੈ। ਇਹਦੇ ਨਾਲ ਪਿਆਰ ਕਰੋ। ਇੱਥੇ ਖੂਨ ਡੁੱਲਿਆ ਹੋਇਆ ਸ਼ਹੀਦਾਂ ਦਾ। ਇੱਕ ਵਾਰੀ ਕਹਿ ਦਿਓ ਸਤਨਾਮ। ਜ਼ਿਕਰ ਚੱਲ ਰਿਹਾ ਸੀ ਜਰਨਲ ਸਵੇਗ ਸਿੰਘ ਦਾ। ਜਰਨਲ ਸਵੇਗ ਸਿੰਘ, ਇੱਕ ਗੱਲ ਤੁਹਾਡੇ ਦਿਮਾਗ ਵਿੱਚ ਹੋਰ ਲਿਆਉਣੀ ਚਾਹੁੰਦਾ, ਇਹ ਉਹ ਜਰਨਲ ਸਵੇਗ ਸਿੰਘ ਹੈ ਕਿ ਜਿਹਨੇ ਬੰਗਲਾਦੇਸ਼ ਦੀ ਜੰਗ ਵਿੱਚ 90,000 ਫੌਜ ਦੀਆਂ ਬਾਹਾਂ ਖੜੀਆਂ ਕਰਾਤੀਆਂ ਸੀ, ਵਿਰੋਧੀ ਫੌਜ ਦੀਆਂ, ਤੇ ਹਿੰਦੁਸਤਾਨ ਦੀ ਝੋਲੀ ਵਿੱਚ ਜਿੱਤ ਪਵਾਈ। ਪਰ ਇੱਕ ਸਿੱਖਾਂ ਦਾ ਮੁੰਡਾ ਹੋਣ ਦੇ ਨਾਤੇ ਉਹਦੇ ਉੱਤੇ 2500 ਰਿਸ਼ਵਤ ਦਾ ਕਲੰਕ ਲਾ ਕੇ ਉਹਨੂੰ ਜਲੀਲ ਕਰਕੇ ਫੌਜ ਵਿੱਚੋਂ ਕੱਢਿਆ ਗਿਆ। ਥੋੜਾ ਜਿਹਾ ਇੱਧਰ ਧਿਆਨ ਦਿਓ, ਮੇਰੀ ਬੇਨਤੀ ਹੈ। ਹੁਣ ਜਨਰਲ ਸਵੇਗ ਸਿੰਘ ਫੌਜ ਵਿੱਚ ਰਹਿ ਕੇ ਸ਼ਹੀਦੀ ਪ੍ਰਾਪਤ ਕਰ ਜਾਂਦਾ
ਇੱਕ ਪਿੰਡ ਜਾਣ ਦਾ, 2 ਪੰਚਾਇਤਾਂ ਜਾਣਦੀਆਂ, ਕਿਸੇ ਉਹਦੇ ਲਾਗਲੇ ਸ਼ਹਿਰ ਵਿੱਚ ਕੋਈ ਚੌਂਕ ਬਣ ਜਾਂਦਾ, ਕੋਈ ਗੇਟ ਬਣ ਜਾਂਦਾ, ਇੰਨਾ ਕੀ ਹੁੰਦਾ ਨਾ। ਪਰ ਜਦੋਂ ਪੰਥ ਦੀ ਖਾਤਰ ਉਹਨੇ ਸ਼ਹੀਦੀ ਪਾਈ ਨਾ, ਧਰਮ ਦੀ ਖਾਤਰ ਸ਼ਹੀਦੀ ਪਾਈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹਿੱਤ ਸ਼ਹੀਦੀ ਪਾਈ, ਤੇ ਅੱਜ ਬਾਬਾ ਜਰਨੈਲ ਸਿੰਘ ਜੀ ਦੇ ਬਰਾਬਰ ਫੋਟੋਆਂ ਲੱਗਦੀਆਂ, ਬਰਾਬਰ। ਇਹ ਮਾਣ ਹੈ, ਇਹ ਪੰਥ ਦਾ। ਪਰ ਘਰਾਣੇ ਦਾ ਪੁੱਤ ਹੈ, ਲਾਣੇ ਦਾ ਪੁੱਤ ਹੈ। ਕੁਲਦੀਪ ਬਰਾੜ ਕਹਿੰਦਾ ਮੈਨੂੰ ਇੱਕ ਗੱਲ ਦਾ ਡਰ ਸੀ, ਇਹਦੀ ਆਵਾਜ਼ ਦੇ ਥੋੜੀ ਜਿਹੀ ਅੱਪ ਕਰੀ, ਮੈਨੂੰ ਇੱਕ ਗੱਲ ਦਾ ਡਰ ਸੀ ਕਿ ਅੰਦਰਲੀ ਮੋਰਚਾਬੰਦੀ ਜਨਰਲ ਸਵੇਗ ਸਿੰਘ ਦੀ ਕੀਤੀ ਹੋਈ ਸੀ। ਡਰ ਕਿਉਂ ਸੀ? ਫੌਜ ਵਿੱਚ ਰਹਿੰਦਿਆਂ ਹੋਇਆਂ ਨਾ, ਜਨਰਲ ਸਵੇਗ ਸਿੰਘ ਕੁਲਦੀਪ ਬਰਾੜ ਦਾ ਉਸਤਾਦ ਸੀ। ਉਸਤਾਦ ਆਪਣੇ ਚੇਲੇ ਨੂੰ ਸਾਰਾ ਹੀ ਦਾ ਪੇਚ ਦੱਸ ਦਿੰਦਾ, ਪਰ ਇੱਕ ਪੈਂਤੜਾ ਆਪਣੇ ਕੋਲੇ ਰੱਖ ਲੈਂਦਾ। ਜਿਵੇਂ ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਸਾਰਾ ਕੁਝ ਹੀ ਸਮਝਾਤਾ ਸੀ, ਪਰ ਇੱਕ ਪੈਂਤੜਾ ਆਖਰੀ ਵੇਲੇ ਦੱਸਿਆ ਸੀ, ਪੁੱਤ ਏਦਾਂ ਨਹੀਂ, ਏਦਾਂ ਵੀ ਹੋ ਜਾਂਦੀ ਹੈ। ਅੰਦਰਲੀ ਮੋਰਚਾਬੰਦੀ ਸੀ ਜਨਰਲ ਸਵੇਗ ਸਿੰਘ ਦੀ। ਕੁਲਦੀਪ ਬਰਾੜ ਕਹਿੰਦਾ ਡਰ ਵੀ ਉਸੇ ਗੱਲ ਦਾ ਸੀ ਤੇ ਬਣਿਆ ਵੀ ਰਿਹਾ। ਜਨਰਲ ਸਵੇਗ ਸਿੰਘ ਮੋਰਚੇ ਵਿੱਚ ਬੈਠਾ। ਮੈਂ ਕਿਹਦੀ ਗੱਲ ਕਰਾਂ ਜੀ, ਲੰਗਰ ਹਾਰ ਵਾਲੇ ਪਾਸੇ ਭਾਈ ਅਮਰੀਕ ਸਿੰਘ ਜੀ ਹੁਣਾਂ ਦਾ ਮੋਰਚਾ ਸੀ। ਸਮਾਂ 1 ਘੰਟੇ ਦਾ ਅਨਾਉਂਸ ਕੀਤਾ ਸੀ, ਪਰ ਬਾਬਾ ਜੀ ਕਹਿੰਦੇ ਤੁਸੀਂ 3 ਵਜਾਉਣੇ, ਕਿਉਂਕਿ ਜਦੋਂ ਪਹਿਲਾਂ 1.5 ਘੰਟਾ ਸਮਾਂ ਅਨਾਉਂਸ ਹੋ ਜਵੇ ਨਾ, ਫਿਰ ਕਈ ਵਾਰੀ ਸੰਗਤ ਕਹਿੰਦੀ ਨਹੀਂ ਤੇ ਢਾਡੀਆਂ ਨੇ ਤਾਂ ਹਟਣਾ ਨਹੀਂ 1.5 ਘੰਟਾ, ਤੇ ਜਦੋਂ ਬੰਦੇ ਦਾ ਫਿਰ ਧਿਆਨ ਬਣ ਜਾਵੇ ਕਿਸੇ ਗੱਲ ਵਿੱਚ, ਫਿਰ ਥੋੜਾ ਜਿਹਾ ਹੋਰ ਅੱਧਾ ਘੰਟਾ ਸਬਰ ਬਣ ਜਾਂਦਾ। ਇਸ ਕਰਕੇ ਥੋੜਾ ਜਿਹਾ ਟਿਕੇ ਰਹੋ ਬਾਈ। ਭਾਈ ਅਮਰੀਕ ਸਿੰਘ ਜੀ ਹੁਣਾਂ ਦਾ ਮੋਰਚਾ ਸੀ ਲੰਗਰ ਹਾਲ ਵਾਲੇ ਪਾਸੇ। 5 ਜੂਨ ਰਾਤ ਨੂੰ ਜਦੋਂ ਮੋਰਚਾ ਬਦਲੀ ਕਰਨ ਲੱਗੇ ਨਾ, ਤੇ ਉਹਨਾਂ ਨੇ ਆਪਣੇ ਪਰਿਵਾਰ, ਮਾਤਾ ਜੀ ਸਿੰਘਣੀ ਤੇ ਇੱਕ ਉਹਨਾਂ ਦੀ ਬੱਚੀ ਸੀ, ਉਹਨਾਂ ਨੂੰ ਕਿਹਾ ਵੀ ਜਦੋਂ ਕਰਫਿਊ ਦੇ ਵਿੱਚੋਂ ਢਿੱਲ ਮਿਲਦੀ ਨਾ, ਤੁਸੀਂ ਸੱਜੇ ਖੱਬੇ ਹੋ ਜਾਓ, ਅਸੀਂ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਾ ਕੇ ਸ਼ਹੀਦੀ ਪ੍ਰਾਪਤ ਕਰਨੀ। ਭਾਈ ਸਾਹਿਬ ਦੀ ਛੋਟੀ ਜਿਹੀ ਬੱਚੀ ਰੋਣ ਲੱਗ ਗਈ, ਤੇ ਭਾਈ ਅਮਰੀਕ ਸਿੰਘ ਜੀ ਨੇ 5 ਰੁਪਏ ਦਿੱਤੇ। ਉਦੋਂ ਨੋਟ ਚੱਲਦੇ ਸੀ, ਹੁਣ ਸਿੱਕੇ ਆ। ਉਹ 5 ਦੇ ਨੋਟ ਨਾਲ ਖੇਡਦੀ ਸੌਂ ਗਈ। ਤੇ ਜਦੋਂ ਮੋਰਚਾ ਬਦਲੀ ਕਰਨ ਲੱਗੇ ਨਾ, ਹਨੇਰਾ ਹੋਇਆ ਤੇ ਤੁਰਨ ਲੱਗਿਆ ਭਾਈ ਅਮਰੀਕ ਸਿੰਘ ਜੀ ਨੇ 5 ਰੁਪਏ ਸੁੱਤੀ ਪਈ ਬੱਚੀ ਦੇ ਹੱਥਾਂ ਵਿੱਚੋਂ ਖਿੱਚ ਲਏ। ਨਾਲ ਦੇ ਸਿੰਘ ਕਹਿੰਦੇ ਜਥੇਦਾਰ ਜੀ ਤੁਹਾਡੀ ਧੀ ਹੈ। ਮਸਾ ਤਾਂ ਉਹਨੇ ਰੋ ਕੇ 5 ਰੁਪਏ ਲੈ, ਰਹਿਣ ਦਿੰਦੇ ਉਹਨੂੰ, ਜਾਂਦੀ ਵਾਰ ਦਾ ਪਿਆਰ ਹੀ ਸਹੀ ਬੱਚੀ ਨੂੰ। ਤੁਸੀਂ ਤਾਂ ਕਹਿੰਦੇ ਆਪਾਂ ਉਧਰ ਜਾ ਕੇ ਸ਼ਹੀਦ ਹੋ ਜਾਣਾ, ਫਿਰ ਜਾਂਦੀ ਵਾਰ ਦਾ ਪਿਆਰ ਹੀ ਸਹੀ। ਨਾਲੇ ਭਾਈ ਅਮਰੀਕ ਸਿੰਘ 5 ਰੁਪਏ ਉਹਦੇ ਹੱਥ 'ਚੋਂ ਫੜ ਕੇ ਆਪਣੇ ਖੀਸੇ 'ਚ ਪਾਉਂਦੇ, ਤੇ ਨਾਲੇ ਪਤਾ ਕੀ ਕਹਿੰਦੇ, ਕਹਿੰਦੇ ਸਿੰਘੋ ਇਹ 5 ਰੁਪਏ ਕੌਮ ਦੇ ਆ, ਇਹ 5 ਰੁਪਏ ਕੌਮ ਦੇ ਆ। ਜੇ ਉਧਰ ਜਾ ਕੇ ਸ਼ਹੀਦੀ ਪ੍ਰਾਪਤ ਕਰ ਗਏ ਤੇ ਇਹਨਾਂ 5 ਰੁਪਈਆਂ ਦਾ ਲੇਖਾ ਦੇਣਾ ਪਊ। ਅੱਜ ਲੱਭਦਾ ਕੋਈ ਏਦਾਂ ਦਾ ਕਿਰਦਾਰ ਵਾਲਾ? ਗੋਲਕਾਂ ਦੀ ਖਾਤਰ ਡਾਂਗਾਂ ਖੜਕਦੀਆਂ, ਲਾ ਅੰਮ੍ਰਿਤਸਰ ਤੋਂ ਹਰਿਆਣੇ ਤੇ ਹਰਿਆਣੇ ਤੋਂ ਦਿੱਲੀ ਤੱਕ ਡਾਂਗਾਂ ਖੜਕਦੀਆਂ। ਇਹ ਕਿਰਦਾਰ ਵਾਲਿਆਂ ਦੀ ਸ਼ਹੀਦੀ ਹੈ ਜੀ, ਕਿਰਦਾਰ ਵਾਲਿਆਂ ਦੀ। ਉਹਨਾਂ ਨੇ ਮੋਰਚਾ ਬਦਲਿਆ। ਜਨਰਲ ਸਵੇਗ ਸਿੰਘ ਜਦੋਂ 6 ਜੂਨ ਦਾ ਤੜਕਾ ਹੋਇਆ 3:20 ਤੇ ਟੈਂਕ ਨੇ ਇੱਕ ਗੋਲਾ ਦਾਗਿਆ, ਅਕਾਲ ਤਖਤ ਸਾਹਿਬ ਦਾ ਗੁੰਬਦ ਉੱਡ ਗਿਆ, ਗੁੰਬਦ ਉੱਡ ਗਿਆ। ਜਦੋਂ ਟੈਂਕ ਅੰਦਰ ਵੜੇ ਨਾ, ਤੇ ਜਨਰਲ ਸਵੇਗ ਸਿੰਘ ਹੁਸ਼ਿਆਰ ਹੋ ਗਿਆ, ਹੁਣ ਪ੍ਰਕਰਮਾਂ ਵਿੱਚ ਜਾ ਕੇ ਸ਼ਹੀਦੀ ਪਾਈ ਜਾਊ। ਤੁਸੀਂ ਕਦੇ ਪ੍ਰਚਾਰਕਾਂ ਕੋਲੋਂ ਸੁਣਿਆ ਕਿ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਦੇ ਅਗਲੇ ਪਾਸੇ ਆਣ ਕੇ ਇੱਕ ਟੈਂਕ ਅੜ ਗਿਆ? ਤੇ ਸੁਣਨ ਵਿੱਚ ਇਹ ਆਇਆ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੀ ਸ਼ਕਤੀ ਦੇ ਨਾਲ ਉਹ ਟੈਂਕ ਰੋਕ ਦਿੱਤਾ, ਪਰ ਉਹ ਸ਼ਕਤੀ ਵਰਤੀ ਕਿੱਥੋਂ? ਇਸ ਗੁਰਦੁਆਰੇ ਦੇ ਮਗਰਲੇ ਪਾਸੇ ਸੀ ਭਾਈ ਮੋਹਰ ਸਿੰਘ ਦਾ ਪਰਿਵਾਰ, ਤੇ ਉਹਨੇ ਆਪਣੀਆਂ ਛੋਟੀਆਂ ਬੱਚੀਆਂ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਦੇ ਲੱਕ ਦੇ ਨਾਲ RDX ਬਰੂਦ ਵਾਲੀਆਂ ਬੈਲਟਾਂ ਬੰਨੀਆਂ ਹੋਈਆਂ ਸੀ। ਜਦੋਂ ਪਹਿਲਾ ਗੋਲਾ ਦਾਗਿਆ ਨਾ, ਤਾਂ ਉਹਨਾਂ ਬੱਚੀਆਂ ਦੇ ਮਨ 'ਚ ਖਿਆਲ ਆਇਆ, ਹਾਏ ਰੱਬਾ ਕਿਤੇ ਅਗਲਾ ਗੋਲਾ ਹਰਮੰਦਰ ਸਾਹਿਬ ਵਾਲੇ ਪਾਸੇ ਨੂੰ ਨਾ ਚੱਲ ਜਾਵੇ। ਇਹ ਗੋਲਾ ਚੱਲਣ ਤੋਂ ਪਹਿਲਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡ ਕੇ ਆਓ ਬਰਾਂਡੇ ਵਾਲੀ ਛੱਤ ਤੋਂ ਉਸ ਟੈਂਕ ਦੇ ਉੱਤੇ ਵਾਹਿਗੁਰੂ ਕੌਰ ਨੇ ਛਾਲ ਮਾਰੀ। ਜਿੱਥੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਗਈ ਨਾ, ਉਸ ਟੈਂਕ ਦੇ ਉੱਤੇ ਉਹ ਬਰੂਦ ਚੱਲਿਆ ਤੇ ਟੈਂਕ ਦੇ ਪੁਰਜਿਆਂ ਦੇ ਫਰਕਚਰੇ ਉੱਡ ਗਏ ਸੀ। ਸਤਿ ਸ੍ਰੀ ਅਕਾਲ। ਸ਼ਕਤੀਆਂ ਫਿਰ ਐਦਾਂ ਵਰਤਦੀਆਂ ਸਰੀਰਾਂ ਵਿੱਚ ਦੀ ਹੋ ਕੇ, ਐਦਾਂ ਵਰਤਦੀਆਂ। ਤੇ ਜਨਰਲ ਸਵੇਗ ਸਿੰਘ ਮੋਰਚੇ ਚੋਂ ਬਾਹਰ ਆਇਆ ਤੇ ਉਧਰ ਪਿੰਡਰਾਂ ਵਾਲੇ ਸੰਤਾਂ ਨੇ ਐਲਾਨ ਕਰ ਦਿੱਤਾ, ਸਿੰਘੋ ਚਮਕੌਰ ਦੀ ਗੜੀ ਵਾਲਾ ਨਕਸ਼ਾ ਜਿਹੜਾ ਖਿੱਚਿਆ ਜਾਊਗਾ, ਪ੍ਰਕਰਮਾਂ ਵਿੱਚ ਆਣ ਕੇ ਸ਼ਹੀਦੀਆਂ ਪ੍ਰਾਪਤ ਕਰੀਏ।
ਪਰਿਕਰਮਾ ਵਿੱਚ ਸੰਤਾਂ ਨੂੰ ਚਾਅ ਪਤਾ ਕਿੰਨਾ ਚੜਿਆ ਸੀ ਸ਼ਹੀਦੀ ਦਾ। ਛੋਟੀਆਂ ਛੋਟੀਆਂ ਪੌੜੀਆਂ ਸੀ ਤੇ ਪੌੜੀਆਂ ਉਤਰਦੇ ਆਉਂਦੇ ਸੀ ਮੋਰਚੇ ਚੋਂ ਬਾਹਰ ਸ਼ਹੀਦੀ ਦੇਣ ਲਈ, ਤੇ ਮਗਰ ਸਿੰਘਾਂ ਦੀ ਲਾਈਨ ਲੱਗੀ ਹੋਈ ਸੀ ਜਿਹੜੇ ਤੁਰੇ ਆਉਂਦੇ ਨੇ। ਤੇ ਸੰਤਾਂ ਨੂੰ ਇੰਨਾ ਚਾਅ ਚੜਿਆ ਕਿ ਸੰਤ ਜੀ ਗਾਉਂਦੇ ਆਉਂਦੇ ਸੀ ਉਹਨਾਂ ਪੌੜੀਆਂ ਵਿੱਚੋਂ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ, ਹੋ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ। ਆਹ ਜਰਨਲ ਸਵੇਗ ਸਿੰਘ ਮੋਰਚੇ ਤੋਂ ਬਾਹਰ ਆਣ ਕੇ ਲੜਨ ਲੱਗਾ। ਘਰਾਣੇ ਦਾ ਪੁੱਤ ਹੈ, ਕੋਈ ਆਮ ਸਿਪਾਹੀ ਨਹੀਂ, ਆਮ ਸਿਪਾਹੀ ਨਹੀਂ। ਤੁਸੀਂ ਆਖੋਗੇ ਕਿਵੇਂ? ਤੁਸੀਂ ਦੱਸੋ ਬਈ ਮੱਸੇ ਰੰਗੜ ਵਾਲੀਆਂ ਗੱਲਾਂ ਬਾਤਾਂ ਸੁਣੀਆਂ ਪ੍ਰਸੰਗ ਦੇ ਜਰੀਏ ਬੜੀ ਵੇਰਾਂ, ਉਹਦਾ ਸਿਰ ਲਾਉਣ ਵਾਲਾ ਕੌਣ ਸੀ? ਭਾਈ ਸਾਹਿਬ ਭਾਈ ਸੁੱਖਾ ਸਿੰਘ ਦੇ ਭਾਈ। ਜੇ ਪਤਾ ਤਾਂ ਹੁਣ ਉੱਚੀ ਬੋਲਿਓ ਜਰਾ। ਭਾਈ ਸੁੱਖਾ ਸਿੰਘ ਦੇ ਭਾਈ ਮਹਿਤਾਬ ਸਿੰਘ। ਹੁਣ ਸੁਣਿਓ ਫਿਰ ਬਈ ਇਹ ਘਰਾਣੇ ਦਾ ਪੁੱਤ ਕਿਵੇਂ ਹੈ। ਭਾਈ ਮਹਿਤਾਬ ਸਿੰਘ ਦਾ ਪੁੱਤ ਸੀ ਰਾਏ ਸਿੰਘ, ਅੱਗੇ ਬੰਸ਼ ਚੱਲੀ। ਰਾਏ ਸਿੰਘ ਦਾ ਪੁੱਤ ਸੀ ਰਤਨ ਸਿੰਘ ਭੰਗੂ, ਜਿਹਨੇ ਪੰਥ ਪ੍ਰਕਾਸ਼ ਲਿਖਿਆ। ਰਤਨ ਸਿੰਘ ਭੰਗੂ ਦੇ ਦੋ ਪੁੱਤ ਹੋਏ, ਗੁਰਮੁਖ ਸਿੰਘ ਤੇ ਸੁਰਮੁਖ ਸਿੰਘ। ਰਤਨ ਸਿੰਘ ਭੰਗੂ ਦਾ ਪੁੱਤ ਜਿਹੜਾ ਗੁਰਮੁਖ ਸਿੰਘ ਹੈ, ਗਾਂ ਗੁਰਮੁਖ ਸਿੰਘ ਦੇ ਪੁੱਤ ਪੈਦਾ ਹੋਇਆ, ਉਹਦਾ ਨਾਂ ਰੱਖਿਆ ਨੰਦ ਸਿੰਘ। ਨੰਦ ਸਿੰਘ ਦੇ ਗਾਂ ਪੁੱਤ ਪੈਦਾ ਹੋਇਆ, ਉਹਦਾ ਨਾਂ ਰੱਖਿਆ ਭਗਵਾਨ ਸਿੰਘ, ਤੇ ਭਗਵਾਨ ਸਿੰਘ ਦਾ ਪੁੱਤ ਸੀ ਜਰਨਲ ਸਵੇਗ ਸਿੰਘ। ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਦੀ ਅੰਸ਼ ਵੰਸ਼ ਹੈ। ਜਰਨਲ ਸਵੇਗ ਸਿੰਘ ਘਰਾਣੇ ਦਾ ਪੁੱਤ ਹੈ, ਲਾਣੇ ਦਾ ਸਿੱਖ ਹੈ। ਐਵੇਂ ਨਹੀਂ ਜੰਗਾਂ ਲੜ ਹੁੰਦੀਆਂ, ਵਰਦੀਆਂ ਗੋਲੀਆਂ ਵਿੱਚੋਂ ਗੋਲੀਆਂ ਲੱਗੀਆਂ ਜਰਨਲ ਸਵੇਗ ਸਿੰਘ ਦੇ। ਫਰਸ਼ ਤੇ ਪਿਆ ਅੰਤਮ ਸਮਾਂ, ਇੱਕ ਇਹੋ ਜਿਹਾ ਹਾਲਾਤ ਬਣੇ ਜਿੱਦਾਂ ਖਦਰਾਣੇ ਦੀ ਢਾਬ ਦੇ ਉੱਤੇ ਮਹਾ ਸਿੰਘ ਜ਼ਖਮੀ ਹੋਇਆ, ਬਾਜਾਂ ਵਾਲੇ ਬਾਪੂ ਨੂੰ ਮਿਲਣ ਵਾਸਤੇ ਤੜਫਦਾ ਸੀ। ਇਦਾਂ ਹੀ ਅੱਜ ਜਰਨਲ ਸਵੇਗ ਸਿੰਘ ਭਿੰਡਰਾਂ ਵਾਲੇ ਸੰਤਾਂ ਨੂੰ ਆਖਰੀ ਮਿਲਣੀ ਕਰਨ ਵਾਸਤੇ ਇੱਕ ਤੜਫਣ ਜੀ ਲੱਗੀ ਹੋਈ ਆ ਅੰਦਰ। ਮਨਾ ਆਖਰੀ ਸਾਹ ਆਉਣ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਕਿਤੇ ਸੰਤਾਂ ਦੇ ਨਾਲ ਮੇਰੀਆਂ ਗੱਲਾਂ ਹੋ ਜਾਣ, ਮੇਰਾ ਦਿਲ ਹੌਲਾ ਹੋ ਜਾਵੇ, ਮਰਨਾ ਸਫਲਾ ਹੋ ਜੂ। ਲਓ ਜੀ, ਇਹ ਬਾਤਾਂ ਜਿਹੜੀਆਂ ਨਾ ਤੁਸੀਂ ਦੂਰਦਰਸ਼ਨ ਤੋਂ ਬਲਦੇਵ ਸਿੰਘ ਬੈਂਕਾ ਕਵੀਸ਼ਰ ਸੱਚਖੰਡ ਵਾਸੀ ਉਹਨਾਂ ਦੀਆਂ ਗੱਲਾਂ ਸੁਣੀਆਂ, ਪਰ ਮੈਂ ਉਹਨਾਂ ਦੀ ਸਥਾਈ ਜਿਹੜੀ ਹੈ ਉਹ ਕਵਿਤਾ ਦੀ ਮੈਨੂੰ ਬੜੀ ਚੰਗੀ ਲੱਗੀ। ਮੈਂ ਉਹ ਗੱਲ ਲੈ ਕੇ, ਉਹਨਾਂ ਨੇ ਗੱਲ ਲਿਖੀ ਸੀ ਬਾਬਾ ਬੁੱਢਾ ਸਾਹਿਬ ਤੇ ਛੇਵੇਂ ਪਾਤਸ਼ਾਹ ਦੇ ਵਿਯੋਗ ਦੀ, ਪਰ ਮੈਂ ਇਹਨੂੰ ਅੰਤਰਿਆਂ ਦੇ ਵਿੱਚ ਆਪਣੇ ਵੱਲੋਂ ਲਿਖਣ ਦਾ ਯਤਨ ਕੀਤਾ। ਇਹ ਜਿਹੜੀ ਸਥਾਈ ਹੈ ਇਹ ਕਵੀਸ਼ਰ ਬਲਦੇਵ ਸਿੰਘ ਜੀ ਬੈਂਕਾ ਉਹਨਾਂ ਦੀ ਲਿਖੀ ਆ, ਬਾਕੀ ਕਵਿਤਾ ਦਾਸ ਦੀ ਲਿਖੀ ਆ। ਇੱਕ ਇੱਕ ਬੋਲ ਧਿਆਨ ਦੇ ਕੇ ਸੁਣਨ ਯੋਗ ਹੈ। ਬਿਰਹੋਂ ਵਿਯੋਗ ਦੀਆਂ ਗੱਲਾਂ ਚੱਲਣ ਲੱਗੀਆਂ। ਜ਼ਖਮੀ ਸ਼ੇਰ ਫਰਸ਼ ਤੇ ਪਿਆ। ਲਓ ਜੀ, ਕਦੇ ਸਾਹ ਆਉਂਦਾ, ਕਦੇ ਸਾਹ ਰੁਕਦਾ, ਕਦੇ ਬੁੱਲ ਜੁੜਦੇ, ਕਦੇ ਬੁੱਲ ਖੁੱਲਦੇ, ਕਦੇ ਅੱਖਾਂ ਬੀਚ ਹੁੰਦੀਆਂ, ਕਦੇ ਅੱਖਾਂ ਖੁੱਲਦੀਆਂ, ਕਦੇ ਧੌਣ ਸੱਜੇ, ਕਦੇ ਧੌਣ ਖੱਬੇ। ਜ਼ਖਮੀ ਸ਼ੇਰ ਜਰਨਲ ਸਵੇਗ ਸਿੰਘ ਆਖਰੀ ਸਾਹਾਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਮਿਲਣ ਵਾਸਤੇ ਜਿਹੜਾ ਮਨੋਮਨੀ ਇੱਕ ਤਰਲਾ ਕੱਢ ਰਿਹਾ, ਉਹਨਾਂ ਲਾਈਨਾਂ ਨੂੰ ਢਾਡੀ ਜਥਾ ਹੈ। ਅੱਜ ਟੈਕਦਾ ਪਿਆਰੇ ਨੂੰ ਵਾਜਾ ਮਾਰਦਾ, ਤੇਰੇ ਬਾਝੋਂ ਰੂ ਮੇਰੀ ਤੜਫਦੀ, ਤੋਰੇ ਹਿਰਦੇ ਚੋਂ ਹੈ ਪੁਕਾਰਦਾ। ਪਿਆ ਸਹਿਕਦਾ ਅੱਜ ਟੈਕਦਾ ਪਿਆਰੇ ਨੂੰ ਵਾਜਾ ਮਾਰਦਾ, ਤੇਰੇ ਬਾਝੋਂ ਰੂ ਮੇਰੀ ਤੜਫਦੀ, ਤੋਰੇ ਹਿਰਦੇ ਚੋਂ ਹੈ ਪੁਕਾਰਦਾ। ਉਹ ਸਮਾਂ ਸਫਲਾ ਹੋ ਗਿਆ ਤੇਰੇ ਨਾਲ ਗੁਜ਼ਾਰਿਆ, ਜਿੰਦ ਚੱਲੀ ਪਰਦੇਸ, ਆ ਮਿਲ ਪਿਆਰਿਆ, ਆ ਮਿਲ ਪਿਆਰਿਆ।
ਉਮਰ ਸਾਰੀ ਗਾਲਤੀ ਬਣ ਸਕਿਆ ਨਾ ਜਰਨੈਲ ਮੈਂ ਰਿਹਾ ਸਾਰੀ ਉਮਰ ਸੀ ਭਟਕਦਾ ਹੁਣ ਲਾਤੀ ਦਿਲ ਦੀ ਮੈਲ ਮੈਂ ਉਮਰ ਸਾਰੀ ਗਾਲਤੀ ਬਣ ਸਕਿਆ ਨਾ ਜਰਨੈਲ ਮੈਂ ਰਿਹਾ ਸਾਰੀ ਉਮਰ ਸੀ ਭਟਕਦਾ ਹੁਣ ਲਾਤੀ ਦਿਲ ਦੀ ਮੈਲ ਮੈਂ ਹੁਣ ਬਖਸ਼ੋ ਮੈਨੂੰ ਆ ਗਿਆ ਜਾਵਾਂ ਮੈਂ ਭਵ ਚਲੋ ਤਾਰਿਆ ਜਿੰਦ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਹੁਣ ਦੇਵੋ ਦਰਸ਼ਨ ਸੰਤ ਜੀ ਮੇਰੀ ਜਾਨ ਦੀ ਵਾਰ ਮੁਰਾਦ ਹੈ ਜਦੋਂ ਕੀਤੇ ਦਰਸ਼ਨ ਆਪ ਦੇ ਸਮਾਂ ਪਹਿਲੀ ਵਾਰ ਦਾ ਯਾਦ ਹੈ ਹੁਣ ਦੇਵੋ ਦਰਸ਼ਨ ਸੰਤ ਜੀ ਮੇਰੀ ਜਾਨ ਦੀ ਵਾਰ ਮੁਰਾਦ ਹੈ ਜਦੋਂ ਕੀਤੇ ਦਰਸ਼ਨ ਆਪ ਦੇ ਸਮਾਂ ਪਹਿਲੀ ਵਾਰ ਦਾ ਯਾਦ ਹੈ ਹੋ ਗਈ ਨਿਗਾਹ ਸੀ ਮਹਿਰ ਦੀ ਥੋੜਾ ਪਰ ਉਪਕਾਰਿਆ ਜਿੰਦ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਕਲਗੀਆਂ ਵਾਲੜਾ ਮੈਨੂੰ ਚਰਨਾਂ ਵਿੱਚ ਥਾਂ ਦੇ ਦਵੇ ਉਹ ਆਪਣੀ ਕੌਮ ਦੇ ਵਾਰਿਸਾਂ ਵਿੱਚ ਮੈਨੂੰ ਵੀ ਨਾ ਦੇ ਦੇਵੇ ਕਰੋ ਅਰਜ਼ ਕਲਗੀਆਂ ਵਾਲੜਾ ਮੈਨੂੰ ਚਰਨਾਂ ਵਿੱਚ ਥਾਂ ਦੇ ਦਵੇ ਉਹ ਆਪਣੀ ਕੌਮ ਦੇ ਵਾਰਿਸਾਂ ਵਿੱਚ ਮੈਨੂੰ ਵੀ ਨਾ ਦੇ ਦੇਵੇ ਅੱਜ ਪ੍ਰੀਤ ਤੇ ਦਿਲ ਰਾਜ ਨੇ ਹਿਰਦੇ ਚੋਂ ਹੈ ਪੁਕਾਰਿਆ ਜਿੰਦ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਇੱਕ ਵਾਰੀ ਫਿਰ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਪਾਲ ਸਿੰਘ ਜੀ ਖਾਲਸਾ, ਉਹਨਾਂ ਦੇ ਪਿਤਾ ਜੀ ਭਾਈ ਤਰਸੇਮ ਸਿੰਘ ਜੀ, ਕਿਉਂਕਿ ਰਜੇਵੇਂ ਹੁੰਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦੇ ਜੀਓ ਆਇਆਂ ਨੂੰ ਸਦਕੇ ਗਿਆਨ ਨੂੰ ਅਸੀਸਾਂ ਦੇ ਕੇ ਗਏ ਨੇ, ਬਹੁਤ ਬਹੁਤ ਧੰਨਵਾਦ। ਕਿਉਂਕਿ ਜੇ ਪੰਜਾਬ ਦੀ ਗੱਲ ਕਰਾਂ ਨਾ ਜੀ ਤੇ 1.5 ਸਾਲ ਪਹਿਲਾਂ ਤੁਹਾਡੇ ਕੱਲੇ ਦੇ ਮੋਬਾਈਲ ਵਿੱਚ ਇੱਕ ਵੀਡੀਓ ਆਈ ਸੀ ਦਾਸ ਦੇ ਜਥੇ ਦੀ, ਜਿੱਦਣ ਭਾਈ ਅਮਰਪਾਲ ਸਿੰਘ ਖਾਲਸਾ ਹੋਣਾ ਨੇ ਖਾਲਸਾ ਵਹੀਰ ਤੇ ਨਸ਼ੇ ਛਡਾਉਣ ਵਾਲੀ ਮੁਹਿੰਮ ਵਿੱਢੀ। ਉਦੋਂ ਕਾਮਰੇਡੀ ਭਾਈਚਾਰਾ ਵੀ ਲੱਗ ਪਿਆ ਸੀ ਉਂਗਲੀਆਂ ਚੱਕਣ। ਇੱਕ ਦਾ ਬਿਆਨ ਆ ਗਿਆ, ਕਹਿੰਦਾ ਕੱਲ ਦਾ ਛੋਕਰਾ ਆਇਆ ਢਬਈ ਚੋਂ ਉੱਠ ਕੇ, ਅੱਜ ਛੋਟਾ ਬਾਬਾ ਕੱਲ ਨੂੰ ਵੱਡਾ ਬਾਬਾ ਬਣੂਗਾ। ਇਹ ਵੀਡੀਓ ਤੁਹਾਡੇ ਕੱਲੇ ਦੇ ਮੋਬਾਈਲ ਵਿੱਚ ਆਈ, ਉਹਦਾ ਖਿਮਿਆਜਾ ਵੀ ਭੁਗਤਿਆ ਸਾਂ, ਪਰ ਮੈਂ ਕਦੇ ਇਹਨਾਂ ਗੱਲਾਂ ਦਾ ਰੌਲਾ ਪਾ ਕੇ ਫੇਮ ਨਹੀਂ ਭਾਲਿਆ ਜੀ। ਨੰਗੇ ਧੜ ਬੋਲੇ ਆ ਤੇ ਫਿਰ ਭੁਗਤਣੀਆਂ ਵੀ ਤੇ ਪੈਣਗੀਆਂ ਹੀ। ਐ ਥੋੜੀ ਵੀ ਸਟੇਜਾਂ ਤੋਂ ਗੱਲਾਂ ਕਰਕੇ ਲੋਕਾਂ ਦੀਆਂ ਮਾਵਾਂ ਦੇ ਪੁੱਤ ਅੰਦਰ ਜਾਣ ਜੋਗੇ ਕਰਦੀ ਹੈ ਤੇ ਆਪ ਫਿਰ ਹੱਥ ਜੋੜ ਕੇ ਮਾਫੀਆਂ ਮੰਗੀ। ਇਹ ਗੱਲ ਨਹੀਂ ਹੋ ਸਕਦੀ। ਜਿੱਦਣ ਉਹਨਾਂ ਕਿਹਾ ਨਾ ਵੀ ਹਲੇ ਕੱਲ ਦਾ ਸ਼ੋਕਰਾ, ਮੈਂ ਕਿਹਾ ਤੇ ਪਤਾ ਨਹੀਂ ਬਈ ਇਹ ਕੱਲ ਦਾ ਕਿ ਪਰਸੋਂ ਦਾ, ਪਰ ਜਿੱਦਣ ਦਾ ਆਇਆ ਤੁਹਾਡੇ ਨਾਸੀ ਧੂਆਂ ਕੱਢਿਆ ਪਿਆ। ਇੱਥੇ ਸਾਡਿਆਂ ਦੇ ਕੀੜੀਆਂ ਲੜਨ ਲੱਗ ਗਈਆਂ। ਅਸੀਂ ਨਾ ਸੂਰਤਾਂ ਵੇਖਦੇ ਹਾਂ, ਕਦੇ ਸੀਰਤ ਵੀ ਵੇਖਿਆ ਕਰੋ, ਕਦੇ ਸੀਰਤ ਵੀ ਵੇਖਿਆ ਕਰੋ। ਇਹ ਤਾਂ ਮੋਨਾ, ਉਹਨੇ ਅੰਮ੍ਰਿਤ ਛਕ ਲਿਆ, ਕੇਸ ਰੱਖ ਲੈ। ਇਹ ਨਗੋਰਾ, ਉਹਨੇ ਅੰਮ੍ਰਿਤ ਛਕ ਲਿਆ, ਤੇ ਜਦੋਂ ਦਾ ਅੰਮ੍ਰਿਤ ਛਕ ਲਿਆ ਫਿਰ ਰੌਲੀ ਪੈਣ ਲੱਗੀ ਇਹ ਭਿੰਡਰਾਂਵਾਲ ਦੀ ਰੀਸ ਕਰਦਾ। ਹੁਣ ਤੁਸੀਂ ਦੱਸੋ ਵੀ ਭਰਾ ਦੀ ਰੀਸ ਨਹੀਂ ਕਰੂਗਾ ਤਾਂ ਹੋਰ ਕਿਹਦੀ ਕਰੂਗਾ? ਕਿਸੇ ਨੂੰ ਤਾਂ ਭਿੰਡਰਾਂਵਾਲਾ ਬਣਨਾ ਪਊ।
ਤੁਸੀਂ ਇੱਕ ਵਾਰੀ ਕਹਿ ਦਿਓ ਵੀ ਇਹ ਗੱਲ ਗਲਤ ਹੈ, ਕੋਈ ਤਾਂ ਬਣੂਗਾ। ਆਪ ਕੁਝ ਕਰਨਾ ਨਹੀਂ, ਦੂਜੇ ਦਾ ਕੀਤਾ ਚਰਨਾ ਨਹੀਂ। ਕਈ ਬਾਹਰ ਜਾ ਕੇ ਰੌਲੀ ਪਾਈ ਜਾਣਗੇ। ਤੁਸੀਂ ਦੱਸੋ ਵੀ ਜੇ ਖਾਲਿਸਤਾਨ ਦੀ ਗੱਲ ਹੋਈ, ਕੋਈ ਖਾਲਿਸਤਾਨ ਹੋਊਗਾ? ਭਿੰਡਰਾਂ ਵਾਲੇ ਸੰਤਾਂ ਨੇ ਕਿਹਾ ਸੀ ਵੀ ਜੇ ਦਰਬਾਰ ਸਾਹਿਬ ਦੇ ਅੰਦਰ ਆਰਮੀ ਪੈਰ ਧਰ ਗਈ ਤੇ ਸਮਝ ਲੈਣਾ ਖਾਲਿਸਤਾਨ ਦੀ ਨੀਂਹ ਰੱਖੀ ਗਈ। ਅੱਜ ਮੈਂ ਗੱਲ ਤੁਹਾਡੇ ਨਾਲ ਤਰੀਕੇ ਨਾਲ ਕਰ ਲਗਾ, ਸੁਣਿਓ। ਰੱਖੀ ਗਈ। ਹੁਣ ਤੁਸੀਂ ਦੱਸੋ ਵੀ ਆਰਮੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਬੜੀ ਤੇ ਇਹਦਾ ਮਤਲਬ ਫਿਰ ਨੀਂਹ ਜਿਹੜੀ ਹੈ ਉਹ ਰੱਖੋਗੀ, ਕਿਉਂ ਜੀ? ਤੇ ਉਸ ਨੀਂਹ ਦੇ ਉੱਤੇ ਬਿਲਡਿੰਗ ਕਿਹਨੇ ਬਣਾਉਣੀ ਸੀ? ਜਵਾਬ ਦਿਓ ਹੁਣ ਇਸ ਗੱਲ ਦਾ। ਮੰਨ ਲਓ ਸਾਡਾ ਪਿਓ ਸਾਡੇ ਲਈ ਘਰ ਬਣਾਉਣ ਲੱਗਾ, ਉਹਨੇ ਨੀਹਾਂ ਭਰੀਆਂ, ਪਿਓ ਮਰ ਗਿਆ, ਤਾਂ ਪਿੰਡ ਦੇ ਲੋਕੀ ਕਹਿਣਗੇ ਜਿੱਦਣ ਦਾ ਪਿਓ ਮਰਿਆ ਉਹਨਾਂ ਕੋਲ 4 ਇੱਟਾਂ ਨਹੀਂ ਲੱਗੀਆਂ, ਛੱਤ ਨਹੀਂ ਪਈ। ਕਹਿਣਗੇ ਕਿ ਨਹੀਂ ਕਹਿਣਗੇ? ਕਹੂਗੇ ਨਾ ਲੋਕ ਬਈ ਜਿੰਨਾ ਚਿਰ ਪਿਓ ਸੀ ਉਹਨਾਂ ਚਿਰ ਹੀ ਸੀ, ਛੱਤ ਨਹੀਂ ਪਈ। ਫਿਰ ਆਪਣੇ ਤੇ ਕੋਈ ਜ਼ਿੰਮੇਵਾਰੀ ਨਹੀਂ। ਜਿਹੜੇ ਨੀਹਾਂ ਖੁੱਲੀਆਂ ਛੱਡ ਕੇ ਬਾਹਰ ਚਲੇ ਗਏ, ਅਗਲਿਆਂ ਨੇ ਕਿਸੇ ਨਾ ਕਿਸੇ ਪਾਸੋਂ ਰਲ ਮਿਲ ਕੇ ਨੀਹਾਂ ਪੂਰ ਦਿੱਤੀਆਂ। ਹੁਣ ਅਗਲੇ ਨੀਂਹ ਨਹੀਂ ਪੱਟਣ ਦਿੰਦੇ, ਰੌਲਾ ਪਾਈ ਜਾਓ ਜਿੰਨਾ ਪਾਉਣਾ। ਫਿਰ ਕਹਿੰਦੇ ਜੀ ਆ ਵੀ ਉਹਦਾ, ਉਹ ਵੀ ਇਹਦਾ। ਮੈਂ ਪਹਿਲਾਂ ਸ਼ੁਰੂ ਗੱਲ ਕੀਤੀ ਸੀ ਨਾ, ਇੱਥੇ ਤੇ ਪਤਾ ਨਹੀਂ ਲੱਗਦਾ ਜੀ ਕਿੰਨੇ ਕੁ ਦਲ ਪੰਥ ਬਣ ਗਏ। ਪੜ੍ਹਦੇ ਤਾਂ ਅਸੀਂ ਇਹ ਆ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਨਿਵਲਾ। ਇਕੱਤਰ ਕੌਣ ਹੋਊਗਾ? ਮੈਂ ਇੱਕ ਗੱਲ ਦਾਅਵੇ ਨਾ ਕਹਿੰਦਾ ਬਾਬਾ ਜੀ, ਇੱਕ ਗੱਲ ਅੱਜ ਛੱਡੋ ਜੰਗ ਲੜਨ ਦੀ ਗੱਲ। ਮੈਂ ਕਹਿੰਦਾ ਜਿੰਨੀਆਂ ਟਕਸਾਲਾਂ, ਜਿੰਨੀਆਂ ਜਥੇਬੰਦੀਆਂ, ਜਿੰਨੀਆਂ ਨਿਹੰਗ ਜਥੇਬੰਦੀਆਂ, ਜਿੰਨੇ ਕੁ ਪੰਥਕ ਦਲ ਬਣੇ ਆ, ਸਾਰੇ ਮੈਨੂੰ ਇੱਕ ਪੰਗਤ ਵਿੱਚ ਇੱਕੋ ਦਿਨ ਪ੍ਰਸ਼ਾਦਾ ਛਕ ਕੇ ਵਿਖਾ ਦਿਓ। ਜੰਗ ਲੜਨ ਨਾਲ ਦੂਰ ਦੀ ਗੱਲ, ਇੱਕ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਨਹੀਂ ਛਕ ਸਕਦੇ ਅਸੀਂ ਸਾਰੇ ਦਲ ਪੰਥ ਇਕੱਠੇ ਹੋ ਕੇ। ਤੇ ਜੰਗ ਜਿੱਤਣੀ ਅਸੀਂ ਕਹਿੰਦੇ ਮੋਦੀ ਨਾਲ ਲੜ ਕੇ। ਭਾਈ ਐ ਤਾਂ ਜੰਗਾਂ ਨਹੀਂ ਲੜੀਆਂ ਜਾ ਸਕਦੀਆਂ। ਬੰਦ ਮੁੱਠੀ ਨਾਲ ਘਸੁੰਨ ਬਣਦਾ, ਕੱਲੀ ਕੱਲੀ ਉਂਗਲ ਤਾਂ ਤੋੜ ਦਊ ਅਗਲਾ। ਫਿਰ ਤੇ ਅਸੀਂ ਕੱਲੇ ਕੱਲੇ ਆ ਜੀ, ਸਾਡੇ ਅੱਡੋ ਅੱਡ ਰਾਹ। ਜੇ ਅੱਜ ਦੂਜੇ ਨੂੰ ਸੱਦ ਲਓ, ਉਹ ਬਾਬਾ ਹਰਬੰਸ ਸਿੰਘ ਨੂੰ ਫਿਰ ਫੋਨ ਕਰੂਗਾ, ਇਹਨੂੰ ਕਾਹਤੋਂ ਸੱਦਿਆ? ਜੇ ਦੂਜੇ ਨੂੰ ਬੁਲਾ ਲਓ, ਇਹਨੂੰ ਕਿਉਂ ਸੱਦਿਆ? ਇਕੱਠੇ ਤਾਂ ਤੁਸੀਂ ਆਪ ਨਹੀਂ ਹੋ ਸਕਦੇ, ਕੌਮ ਨੂੰ ਇਕੱਠੇ ਕਿੱਥੇ ਕਰ ਦਿਆਂਗੇ ਭਾਈ? ਅੱਜ ਏਸੀ ਦੁਬਦਾ ਵਿੱਚ ਹੈ, ਤਾਂ ਜੇ ਕੋਈ ਪੰਥ ਨੂੰ ਇਕੱਠੇ ਕਰਨ ਵਾਲਾ ਮਿਲਦਾ, ਉਹਨੂੰ ਅੱਧੇ ਕੁ ਪ੍ਰਵਾਨ ਕਰਦੇ, ਅੱਧੇ ਕੁ ਅੱਖਾਂ ਕੱਢੀ ਜਾਂਦੇ। ਅਸੀਂ ਤੇ ਆਪੋ ਧੜ ਹੋਈ ਪਈ ਆ ਸਾਡੀ। ਅੰਮ੍ਰਿਤਪਾਲ ਨੇ ਅੰਮ੍ਰਿਤਪਾਨ ਕੀਤਾ, ਨੀਂਦ ਉੱਡ ਗਈ ਸਿੱਖੀ ਵਿਰੋਧੀਆਂ ਦੀ। ਅੰਮ੍ਰਿਤਪਾਲ ਨੇ ਅੰਮ੍ਰਿਤਪਾਨ ਕੀਤਾ, ਨੀਂਦ ਉੱਡ ਗਈ ਸਿੱਖੀ ਵਿਰੋਧੀਆਂ ਦੀ। ਉਹੀ ਸਿੱਖਾਂ ਦੇ ਨਾਲ ਫਿਰ ਖਹਿਣ ਲੱਗ ਪਏ, ਲਾਜ ਰੱਖੀ ਸੀ ਜਿਨ੍ਹਾਂ ਦੀਆਂ ਬੋਧੀਆਂ ਦੀ। ਆਓ ਲਾਲ ਕਿਲੇ ਤੇ ਸਾਡਾ ਨਿਸ਼ਾਨ ਝੁੱਲਿਆ, ਮਰ ਗਈ ਮਾਂ ਸੀ ਸ਼ਾਹਾਂ ਤੇ ਮੋਦੀਆਂ ਦੀ। ਮੋਦੀਆਂ ਦੀ ਵਾਰਸ ਸੀਗੇ ਤੇ ਵਾਰਸ ਹੀ ਬਣੇ ਰਹਿਣਾ, ਕੋਈ ਧੌਂਸ ਨਹੀਂ ਬਾਬਰਾਂ ਲੋਧੀਆਂ ਦੀ। ਖਾਲਸਾ ਖੁਦ ਮੁਖਤਿਆਰ ਸੀ, ਖੁਦ ਮੁਖਤਿਆਰ ਹੈ ਤੇ ਖੁਦ ਮੁਖਤਿਆਰ ਰਹੇਗਾ। ਕਿਤੇ ਆਪਾਂ ਨੂੰ ਕੁਝ ਕਰਨਾ ਪਊ। ਤੇ ਹਊਏ ਹੈ ਜਿਹੜੇ ਇਹਨਾਂ ਨੇ ਬਣਾ ਲਏ। ਆ ਜੀ, ਆਓ ਆ ਜੀ, ਤੁਸੀਂ ਦੱਸੋ ਵੀ ਕਿਹੜਾ ਕਾਨੂੰਨ ਤੇ ਕਿਹੜਾ ਸੰਵਿਧਾਨ ਰਹਿ ਗਿਆ ਸਾਡੇ ਦੇਸ਼ ਦਾ, ਜਿੱਥੇ ਹਾਰਿਆਂ ਨੂੰ ਵਜ਼ੀਰੀਆਂ ਮਿਲਦੀਆਂ ਤੇ ਜਿੱਤੇ ਜੇਲ੍ਹਾਂ ਵਿੱਚ ਡੱਕੇ ਪਏ ਆ? ਕਿਉਂ ਲੋਕਾਂ ਸਿਰ ਭਾਰ ਪਾਇਆ ਵੋਟਾਂ ਦਾ? ਫਿਰ ਕਿਉਂ ਲੋਕਾਂ ਦੇ ਉੱਤੇ ਖਰਚਾ ਪਾਇਆ ਇਹਨਾਂ ਵੋਟਾਂ ਦਾ? ਮਾਫ ਕਰਿਓ, ਇਹ ਬਾਤਾਂ ਸਾਨੂੰ ਸੋਚਣੀਆਂ ਪੈਣਗੀਆਂ ਵੀ ਕਿਹੜਾ ਸੰਵਿਧਾਨ ਤੇ ਕਿਹੜੀ ਪੜ੍ਹਾਈ ਤੇ ਕਿਹੜਾ ਕਾਨੂੰਨ ਤੇ ਕਿਹੜੇ ਕਾਇਦੇ, ਕਿਹੜੀਆਂ ਕਿਤਾਬਾਂ। ਤੇ ਜੇ ਬੰਦਾ ਹਾਰ ਕੇ ਵੀ ਮੰਤਰੀ ਬਣਦਾ ਤੇ ਫਿਰ ਚੋਣ ਲੜਾਉਣ ਦੀ ਲੋੜ ਹੀ ਕੀ ਆ ਜੀ? ਫਿਰ ਇਹਦੇ ਵਿੱਚ ਲੋਕਾਂ ਦੀ ਬੇਇੱਜ਼ਤੀ ਨਹੀਂ, ਬੇਇੱਜ਼ਤੀ ਆ। ਖੈਰ ਮੇਰਾ ਅੱਜ ਦਾ ਵਿਸ਼ਾ ਲੰਬਾ ਹੋ ਜਾਵੇਗਾ, ਮੈਂ ਆਖਰੀ ਚੀਜ਼ ਕਹਿ ਕੇ ਸਮਾਪਤੀ ਕਰਨ ਲੱਗਾ। ਜਰਨਲ ਸਵੇਗ ਸਿੰਘ ਫਰਸ਼ ਤੇ ਪਿਆ ਜੀ, ਖਿਆਲ ਆਪਣਾ ਲੈ ਕੇ ਆਓ। ਜਰਨਲ ਸਵੇਗ ਸਿੰਘ ਫਰਸ਼ ਤੇ ਪਿਆ ਤੇ ਸੰਤਾਂ ਨੂੰ ਯਾਦ ਕਰਦਾ। ਸੰਤ ਮੋਰਚੇ ਚੋਂ ਬਾਹਰ ਨਿਕਲ ਕੇ ਆਏ, ਜਰਨਲ ਸਵੇਗ ਸਿੰਘ ਤੱਕ ਇਸ ਕਵੀ ਦੇ ਖਿਆਲ ਨੇ। ਖਿਆਲਾਂ ਦਾ ਕੋਈ ਪੈਮਾਨਾ ਨਹੀਂ ਹੁੰਦਾ। ਜਰਨਲ ਸਵੇਗ ਸਿੰਘ ਦੇ ਕੋਲ ਗਏ ਨਾ, ਤੇ ਜਰਨਲ ਸਵੇਗ ਸਿੰਘ ਕਹਿੰਦਾ, ਸੰਤ ਜੀ ਇੱਕ ਗੱਲ ਦਾ ਦੁੱਖ ਤੇ ਇੱਕ ਗੱਲ ਦੀ ਖੁਸ਼ੀ। ਕਹਿੰਦਾ ਜੀ ਦੁੱਖ ਕਿਹੜੀ ਗੱਲ ਦਾ? ਕਹਿੰਦਾ ਦੁੱਖ ਇਸ ਗੱਲ ਦਾ ਕਿ ਜਿਹੜੀ ਉਮਰ ਮੈਂ ਫੌਜ ਵਿੱਚ ਰਹਿ ਕੇ ਬਤੀਤ ਕੀਤੀ, ਉਦੋਂ ਮੈਂ ਪਤਤ ਸੀ,
ਦਾੜੀ ਕੱਟਦਾ ਸਾਂ। ਉਹ ਬੀਤੇ ਸਾਲਾਂ ਦਾ ਪਛਤਾਵਾ, ਦੁੱਖ, ਖੁਸ਼ੀ ਇਸ ਗੱਲ ਦੀ ਕਿ ਤੁਸੀਂ ਮੈਨੂੰ ਗੁਰੂ ਕੀ ਫੌਜ ਵਿੱਚ ਭਰਤੀ ਕੀਤਾ, ਅੰਮ੍ਰਿਤ ਛਕਾ ਕੇ ਅੱਜ ਅਕਾਲ ਤਖਤ ਸਾਹਿਬ ਦੇ ਹਿੱਤ ਮੈਂ ਸ਼ਹੀਦੀ ਪ੍ਰਾਪਤ ਕਰ ਰਿਹਾ। ਖੁਸ਼ੀ ਇਸ ਗੱਲ ਦੀ ਹੈ। ਸਤਿ ਸ਼੍ਰੀ ਅਕਾਲ। ਜ਼ਖਮੀ ਸ਼ੇਰ ਨੇ ਛਾਤੀ ਤੇ ਹੱਥ ਮਾਰਿਆ, ਕਹਿੰਦਾ ਸੰਤ ਜੀ ਆਪਾਂ ਜੰਗ ਜਿੱਤ ਗਏ। ਸੰਤ ਕਹਿੰਦੇ ਕੀ ਕਹਿਣਾ ਚਾਹੁੰਦਾ? ਕਹਿੰਦਾ ਜੀ ਆਪਾਂ ਜੰਗ ਜਿੱਤ ਗਏ। ਪਤਾ ਕਿਵੇਂ? ਕਹਿੰਦਾ ਸੰਤ ਜੀ 3 ਦਿਨ ਹੋ ਗਏ, ਇਹ ਬਾਹਰੋਂ ਗੋਲੀਆਂ ਚਲਾਉਂਦੇ ਰਹੇ, ਮੈਂ ਅੰਦਰੋਂ ਸਿੰਘਾਂ ਨੂੰ ਨਾਲ ਲੈ ਕੇ ਗੋਲੀਆਂ ਚਲਾਉਂਦਾ ਰਿਹਾ, ਗੋਲੀਆਂ ਨਾਲ ਗੋਲੀਆਂ ਦਾ ਮੁਕਾਬਲਾ ਚੱਲਦਾ ਰਿਹਾ, ਮੈਂ ਲਾਗੇ ਨਹੀਂ ਲੱਗਣ ਦਿੱਤੇ। 3 ਦਿਨ ਹੋ ਗਏ ਮੈਂ ਲਾਗੇ ਨਹੀਂ ਲੱਗਣ ਦਿੱਤੇ, ਆਪਾਂ ਜੰਗ ਜਿੱਤ ਗਏ। ਸੰਤ ਜੀ ਹੁਣ ਇਹ ਟੈਂਕ ਲੈ ਕੇ ਅੰਦਰ ਆ ਬੜੇ ਤਾਂ ਟੈਂਕਾਂ ਨਾਲ ਬੰਦਾ ਤਾਂ ਨਹੀਂ ਨਾ ਮੁਕਾਬਲਾ ਕਰ ਸਕਦਾ, ਉਂਝ ਆਪਾਂ ਜੰਗ ਜਿੱਤ ਗਏ। ਜ਼ਖਮੀ ਸ਼ੇਰ ਕਹਿੰਦਾ ਸਹੁੰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੀ, ਸੰਤ ਜੀ ਜੇ ਕਿਤੇ ਇੱਕ ਅੱਧਾ ਟੈਂਕ ਵੀ ਆਪਣੇ ਕੋਲੇ ਅੰਦਰ ਹੁੰਦਾ ਮੈਂ ਇਹਨਾਂ ਨੂੰ ਕਦੇ ਲਾਗੇ ਨਾ ਲੱਗਣ ਦਿੰਦਾ। ਸਤਿ ਸ਼੍ਰੀ ਅਕਾਲ। ਕਦੇ ਲਾਗੇ ਨਾ ਲੱਗਣ ਦਿੰਦਾ। ਇੰਨੀ ਗੱਲ ਕਹਿ ਕੇ ਆਤਮਾ ਪ੍ਰਮਾਤਮਾ ਵਿੱਚ ਲੀਨ ਕਰ ਗਿਆ ਜਰਨਲ ਸੁਭੇਗ ਸਿੰਘ। ਵਰਦੀਆਂ ਗੋਲੀਆਂ ਵਿੱਚੋਂ 13 ਗੋਲੀਆਂ ਲੱਗੀਆਂ ਸੰਤਾਂ ਦੇ। ਪੋਸਟਮਾਸਟਰ ਰਿਪੋਰਟ ਇੰਟਰਨੈਟ ਤੇ ਘੁੰਮਦੀ ਆ, ਵੇਖ ਸਕਦੇ ਹੋ। ਤੇ ਕੌਮ ਦਾ ਯੋਧਾ, ਕੌਮ ਦਾ ਜਰਨੈਲ, ਬਾਬਾ ਕੌਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਫਰਸ਼ ਉੱਤੇ ਪਏ ਨੇ। ਪਤਾ ਕਿੱਥੇ? ਜਿੱਥੇ ਖੜੋ ਕੇ ਉਹਨਾਂ ਨੇ 1982 ਵਿੱਚ ਅਰਦਾਸ ਕੀਤੀ ਸੀ, ਮੀਰੀ ਪੀਰੀ ਦੇ ਮਾਲਕੋ ਸੱਚਿਓ ਸਤਿਗੁਰੋ ਧਰਮ ਯੁੱਧ ਮੋਰਚੇ ਲੱਗਣ ਲੱਗੇ ਨੇ। ਜੇ ਮੋਰਚਾ ਲਾਵਾਂ ਮੈਂ ਆਪਣੇ ਪਰਿਵਾਰ ਵਾਸਤੇ, ਜੇ ਮੋਰਚਾ ਲਾਵਾਂ ਬੱਚਿਆਂ ਵਾਸਤੇ, ਜੇ ਮੋਰਚਾ ਲਾਵਾਂ ਆਪਣੀ ਚੜ੍ਹਦੀ ਕਲਾ ਵਾਸਤੇ। ਸਤਿਗੁਰੂ ਇਹ ਮੋਰਚੇ ਕਾਮਯਾਬ ਨਹੀਂ ਹੋਣੇ ਚਾਹੀਦੇ, ਤੇ ਜੇ ਮੋਰਚਾ ਲੱਗੇ ਪੰਥ ਵਾਸਤੇ, ਕੌਮ ਵਾਸਤੇ, ਫਿਰ ਇਸੀ ਜਗ੍ਹਾ ਤੇ ਮੇਰੀ ਸ਼ਹੀਦੀ ਪ੍ਰਵਾਨ ਕਰਿਓ। ਮੀਰੀ ਤੇ ਪੀਰੀ ਦੇ 2 ਨਿਸ਼ਾਨ ਸਾਹਿਬ ਹੈ ਨਾ ਜੀ, ਉਹਨਾਂ ਦੇ ਕੋਲ ਬਾਬਾ ਜੀ ਦੀ ਸਰੀਰ ਪਿਆ, ਕੋਈ ਸਾਹ। ਸੁਣਿਓ, ਸੂਰਜ ਚੜਿਆ ਤੇ ਬਾਬੇ ਦੇ ਮੁਖ ਦੇ ਉੱਤੇ ਧੁੱਪ ਪਈ। ਇਹ ਕਵੀ ਦੇ ਖਿਆਲ ਹੈ। ਜਦੋਂ ਬਾਬੇ ਦੇ ਮੁਖ ਤੇ ਧੁੱਪ ਪਈ ਤੇ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਦੇ ਫਰਲੇ ਹਵਾ ਵਿੱਚ ਉੱਡੇ, ਆਪੋ ਵਿੱਚ ਹੀ ਜਦੋਂ ਜੁੜ ਗਏ ਤੇ ਬਾਬਾ ਜਰਨੈਲ ਸਿੰਘ ਦੇ ਮੁਖ ਦੇ ਉੱਤੇ ਛਾਂ ਹੋ ਗਈ। ਕਵੀ ਦੇ ਖਿਆਲਾਂ ਦਾ ਪੈਮਾਨਾ ਪਤਾ ਕੀ ਕਹਿੰਦਾ? ਕਹਿੰਦਾ ਪੰਜਾਬ ਇਸ ਹੀਰੇ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ। ਤੇ ਮੰਨੋ ਪੰਜਾਬ 5 ਦਰਿਆਵਾਂ ਦੀ ਧਰਤੀ ਏ, 5 ਦਰਿਆਵਾਂ ਦੀ ਧਰਤੀ। ਤੇ ਕਵੀ ਦੇ ਖਿਆਲ ਕਹਿੰਦਾ ਮੰਨੋ ਇਵੇਂ ਲੱਗਾ ਕੁਝ ਪਲਾਂ ਵਾਸਤੇ ਕਿ ਜਿਵੇਂ ਸਤਲੁਜ ਤੇ ਬਿਆਸ ਨੇ ਬਾਬੇ ਦੇ ਘੁੱਟ ਕੇ ਪੈਰ ਫੜ ਲਏ ਜਦੋਂ ਆਖਰੀ ਸਵਾਸਾਂ ਤੇ ਹੈ, ਤੇ ਰਾਵੀ ਨੇ ਸਿਰ ਚੁੱਕ ਕੇ ਬਾਬੇ ਦਾ ਆਪਣੀ ਗੋਦੀ ਵਿੱਚ ਰੱਖ ਲਿਆ। ਜੇਲਮ ਤੇ ਚਨਾਬ ਨੇ ਬਾਬੇ ਦੇ ਖੱਬੇ ਤੇ ਸੱਜੇ ਡੌਲੇ ਨੂੰ ਘੁੱਟ ਕੇ ਜੱਫਾ ਪਾ ਲਿਆ। ਪੰਜਾਬ 5 ਦਰਿਆਵਾਂ ਦੀ ਧਰਤੀ ਤੇ 5 ਹੀ ਦਰਿਆ ਅੱਜ ਬਾਬੇ ਨੂੰ ਜਾਣ ਨਹੀਂ ਦੇਣਾ ਚਾਹੁੰਦੇ। ਸਤਲੁਜ ਤੇ ਬਿਆਸ ਨੇ ਬਾਬੇ ਦੇ ਪੈਰ ਫੜੇ ਹੋਏ, ਰਾਵੀ ਨੇ ਸਿਰ ਗੋਦੀ ਵਿੱਚ ਰੱਖਿਆ ਹੋਇਆ, ਜੇਲਮ ਤੇ ਚਨਾਬ ਨੇ ਬਾਬੇ ਦੇ ਡੌਲਿਆਂ ਨੂੰ ਜੱਫਾ ਪਾਇਆ, ਤੇ 5 ਹੀ ਦਰਿਆ ਇਹ ਕਹਿੰਦੇ ਨੇ ਬਾਬਾ ਨਾ ਜਾ, ਨਾ ਜਾ, ਨਾ ਜਾ। ਤੇ ਬਾਬਾ ਜਰਨੈਲ ਸਿੰਘ ਜੀ ਇਹ ਗੱਲ ਕਹਿੰਦੇ ਚੁੱਪ ਹੋ ਜਾਂਦੇ ਆ। ਮੇਰੀ ਕੌਮ ਦੇ ਵਾਰਸੋ, ਮੇਰੀ ਮੌਤ ਤੇ ਝੋਰਾ ਨਾ ਕਰਿਓ, ਮੈਂ ਮੁੜ ਕੇ ਆਵਾਂਗਾ, ਮੈਂ ਮੁੜ ਕੇ ਆਵਾਂਗਾ, ਮੈਂ ਮੁੜ ਕੇ ਆਵਾਂਗਾ। ਬਾਬਾ ਜੀ ਸ਼ਹੀਦੀ ਪ੍ਰਾਪਤ ਕਰ ਗਏ। ਸਤਿ ਸ਼੍ਰੀ ਅਕਾਲ। ਜੂਨ 1984 ਦਾ ਘੱਲੂਘਾਰਾ ਸਮੁੱਚੇ ਸ਼ਹੀਦਾਂ ਨੂੰ ਮੁੱਖ ਰੱਖ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਆਖਰੀ ਕਵਿਤਾ ਪੜ੍ਹਨ ਲੱਗਾ ਜੀ। ਇਸ ਕਵਿਤਾ ਦਾ ਸਰਲੇਖ ਹੈ ਜਜ਼ਬਾਤ। ਜਿਸ ਜਗ੍ਹਾ ਤੇ ਮੈਂ ਖੜਾ ਨਾ ਜੀ, ਇਹਦੀ ਕਹਾਣੀ ਇੱਥੋਂ ਸ਼ੁਰੂ ਹੋ ਜਾਣੀ ਹੈ, ਕਿਉਂਕਿ ਖਾਲਸੇ ਦੀ ਦਾਦੀ ਦੇ ਨਾਨਕੇ ਨੇ ਇਸ ਸਥਾਨ ਦੇ ਉੱਤੇ। ਇਹਦੀ ਗੱਲ ਦਾਦੀ ਦੇ ਦਾਦਿਆਂ ਤੋਂ ਸ਼ੁਰੂ ਹੋਈ ਹੈ, ਕਿਉਂਕਿ ਜੇ ਕੋਈ ਪ੍ਰਬੰਧਕ ਜਨ ਹੁਣ ਕੋਈ ਕੰਮ ਕਰਦਾ ਨਾ, ਥੋੜਾ ਜਿਹਾ ਧਿਆਨ ਇੱਧਰ ਮੇਰੇ ਵੱਲੀਆਂ ਦਿਓ। ਇਹਦੇ 5 ਪਹਿਰੇ ਨੇ ਬਾਬਾ ਜੀ, ਤੇ ਐ ਸਮਝ ਲਓ ਵੀ ਮੈਂ 5 ਕਵਿਤਾ ਇਕੱਠੀਆਂ ਗਾਤੀਆਂ। ਹਰ ਪਹਿਰੇ ਦਾ ਇੱਕ ਵੱਖਰਾ ਮਤਲਬ ਬਣਦਾ ਹੈ। ਸੇਧ ਦੇਣ ਵਾਲੀ ਕਵਿਤਾ, ਇਹਦਾ ਨਾਂ ਜਜ਼ਬਾਤ ਹੈ। ਜਜ਼ਬਾਤ ਉਦੋਂ ਬਣੇ ਜੀ, ਇਹਦੀ ਗੱਲ ਦਾਦੀ ਤੇ ਦਾਦਿਆਂ ਤੋਂ ਸ਼ੁਰੂ ਕੀਤੀ। ਦਾਦਾ ਸਾਡਾ ਤੇਗ ਬਹਾਦਰ ਤੇ ਦਾਦੀ ਸਾਡੀ ਮਾਤਾ ਗੁਜਰ ਕੌਰ। ਕਹਿੰਦਾ ਜਦੋਂ ਮੰਗਦੇ ਆ ਹੱਕ, ਕਹਿੰਦੇ ਤੱਤੇ ਬੋਲਦੇ,
ਤੁਹਾਡੇ ਜ਼ੁਲਮਾਂ ਤੋਂ ਹੁਣ ਅਸੀਂ ਅੱਕੇ ਬੋਲਦੇ। ਜਦੋਂ ਜ਼ੁਲਮਾਂ ਤੋਂ ਅੱਕ ਜਾਂਦਾ ਬੰਦਾ ਨਾ, ਫਿਰ ਅੱਕ ਕੇ ਬੋਲਦਾ। ਇੱਕ ਇੱਕ ਪੈਰਾ ਬੋਲ ਧਿਆਨ ਦੇ ਕੇ ਸੁਣਨ ਯੋਗ ਹੈ। ਇਹ ਜਜ਼ਬਾ ਉਦੋਂ ਲਿਖਿਆ ਬਾਬਾ ਜੀ, ਇੱਕ ਵੀਡੀਓ ਸ਼ਾਇਦ ਤੁਸੀਂ ਵੀ ਵੇਖੀ ਹੋਊਗੀ ਕਿ ਅੱਜ ਪਿੰਡਾਂ ਵਿੱਚ 5-5 ਗੁਰਦੁਆਰੇ, ਤਾਂ ਇੱਕ ਗੁਰਦੁਆਰੇ ਵਿੱਚ ਨਾ ਅੰਮ੍ਰਿਤ ਵੇਲੇ ਪ੍ਰਕਾਸ਼ ਕਰਾਉਣ ਵੇਲੇ ਕੋਈ ਨਾ ਗਿਆ ਤੇ ਸੱਚਖੰਡ ਤੋਂ ਪੀੜਾ ਸਾਹਿਬ ਤੱਕ ਸਰੂਪ ਲਿਆਉਣਾ ਸੀ, ਤੇ ਇੱਕ ਗ੍ਰੰਥੀ ਸਿੰਘ ਆ, ਇੱਕ ਹੱਥ ਨਾਲ ਨਾਲੇ ਉਹਨੇ ਸਰੂਪ ਫੜਿਆ ਤੇ ਇੱਕ ਹੱਥ ਨਾਲ ਆਪੇ ਹੀ ਚੌਰ ਕਰਦਾ ਸੀ। ਇਹ ਜਜ਼ਬਾਤ ਉਦੋਂ ਲਿਖੇ ਜਦੋਂ ਅੱਜ ਦਾ ਪੜ੍ਹਿਆ ਲਿਖਿਆ ਪੁੱਤ ਘਰ ਦੇ ਵਿੱਚ ਮਾਂ ਨੂੰ ਬੁੜੀਏ ਤੇ ਪਿਓ ਨੂੰ ਬੁੜਿਆ ਕਹਿੰਦਾ, ਤੇ ਅੱਜ ਦੇ ਗਾਉਣ ਵਾਲਿਆਂ ਨੂੰ ਉਸਤਾਦ ਜੀ ਕਹਿੰਦਾ। ਇਹ ਕਵਿਤਾ ਉਦੋਂ ਲਿਖੀ। ਇਹ ਕਵਿਤਾ ਅਖੀਰ ਤੇ ਜਾ ਕੇ ਮੁੱਕਣੀ ਪਤਾ ਕਿੱਥੇ ਜੀ? ਇਹਦੇ ਵਿੱਚ 3 ਨਾਂ। ਇੱਕ ਤੁਹਾਡਾ ਚਹੇਤਾ ਕਲਾਕਾਰ ਸ਼ੁਭਦੀਪ ਮੂਸੇਵਾਲਾ, ਜੇ ਉਹਨੇ ਕਿਤੇ ਬਲਵਿੰਦਰ ਜਟਾਣੇ ਦੀ ਗੱਲ ਆਪਣੇ ਗੀਤ ਵਿੱਚ ਕੀਤੀ ਤੇ ਸਭ ਤੋਂ ਵੱਧ ਗੂਗਲ ਦੇ ਉੱਤੇ ਸਰਚ ਹੋਣ ਵਾਲਾ ਸ਼ਹੀਦ ਸੀ ਬਲਵਿੰਦਰ ਜਟਾਣਾ, ਜਦੋਂ ਮੂਸੇਵਾਲੇ ਨੇ ਗੱਲ ਕਰ ਦਿੱਤੀ ਉਹਦੀ। ਮੰਨਨੇ ਉਸ ਗੱਲ ਨੂੰ? ਇਹਦੇ ਵਿੱਚ ਦੂਜਾ ਨਾਂ ਸੰਦੀਪ ਨੰਗਲ ਅੰਬੀਆਂ ਵਾਲਾ, ਪਹਾੜ ਜਿੱਡਾ ਮਾਂ ਦਾ ਪੁੱਤ ਕਬੱਡੀ ਦੀ ਗਰਾਊਂਡ ਵਿੱਚ ਗੋਲੀਆਂ ਮਾਰ ਕੇ ਢੇਰੀ ਕਰ ਦਿੱਤਾ। ਮੈਂ ਗੱਲ ਇੱਥੇ ਨਾਲ ਰੋਕ ਕੇ ਦੱਸਣੀ ਚਾਹੁੰਦਾ, ਸਾਰੇ ਢਾਡੀ ਨਹੀਂ ਬਣ ਸਕਦੇ। ਮਲਕੀਤ ਸਿੰਘ ਜੀ BA ਵਿਦਵਾਨ ਸੱਜਣ, ਸਾਰੇ ਢਾਡੀ ਨਹੀਂ ਬਣ ਸਕਦੇ ਤੇ ਸਾਰੇ ਕਬੱਡੀ ਦੇ ਖਿਡਾਰੀ ਵੀ ਨਹੀਂ ਬਣ ਸਕਦੇ। ਹਰ ਬੰਦਾ ਕਿਸੇ ਨੂੰ ਵੇਖ ਕੇ ਕੁਝ ਨਾ ਕੁਝ ਬਣਦਾ। ਕਿਸੇ ਨੂੰ ਕੋਈ ਵੇਖ ਕੇ ਗਾਉਣ ਵਾਲਾ ਬਣ ਜਾਂਦਾ, ਅਸੀਂ ਕਿਸੇ ਨੂੰ ਵੇਖ ਕੇ ਢਾਡੀ ਬਣੇ, ਕੱਲ ਨੂੰ ਸਾਨੂੰ ਵੇਖ ਕੇ ਵੀ ਕੋਈ ਬਣੂਗਾ। ਇਦਾਂ ਹੀ ਕਬੱਡੀ ਵਾਲੇ ਆ, ਕਈ ਪਹਿਲਿਆਂ ਨੂੰ ਵੇਖ ਕੇ ਬਣੇ, ਕਈਆਂ ਨੇ ਅੱਜ ਦਿਨ ਨੂੰ ਵੇਖ ਕੇ ਬਣਨਾ। ਤੇ ਅੱਜ ਕਿਤੇ ਕਬੱਡੀ ਦਾ ਮੈਚ ਹੋਵੇ ਨਾ ਤੇ ਛੋਟਾ ਬੱਚਾ ਕਬੱਡੀ ਵੇਖਣ ਜਾਣਾ ਚਾਹੁੰਦਾ, ਉਹ ਕਹਿੰਦਾ ਮਾਂ ਮੈਂ ਕਬੱਡੀ ਵੇਖਣ ਚੱਲਿਆ, ਮਾਂ ਬਾਂਹ ਫੜ ਕੇ ਕਹਿੰਦੀ ਨਾ ਮੇਰਾ ਪੁੱਤ, ਉੱਥੇ ਗੋਲੀ ਚੱਲ ਜੂ। ਤੇ ਜੇ ਸਾਡੇ ਬੱਚੇ ਕਬੱਡੀ ਵੇਖਣ ਗਏ ਨਹੀਂ ਤਾਂ ਖੇਡੂਗਾ ਕੌਣ ਫਿਰ? ਸਰਕਾਰਾਂ ਨਹੀਂ ਚਾਹੁੰਦੀਆਂ ਤੁਹਾਡੇ ਪੁੱਤ ਖਿਡਾਰੀ ਬਣਨ, ਸਰਕਾਰਾਂ ਨਹੀਂ ਚਾਹੁੰਦੀਆਂ ਤੁਹਾਡੇ ਪੁੱਤ ਪ੍ਰਚਾਰਕ ਬਣਨ, ਸਰਕਾਰਾਂ ਨਹੀਂ ਚਾਹੁੰਦੀਆਂ ਤੁਹਾਡੇ ਪੁੱਤ ਲਿਖਾਰੀ ਬਣਨ, ਸਰਕਾਰਾਂ ਨਹੀਂ ਚਾਹੁੰਦੀਆਂ ਤੁਹਾਡੇ ਪੁੱਤ ਪੜ੍ਹ ਲਿਖ ਕੇ। ਤੀਜਾ ਨਾਮ ਪਤਾ ਕਿਹੜਾ? ਮੇਰਾ ਜਿਗਰੀ ਯਾਰ ਬਾਈ ਦੀਪ ਸਿੱਧੂ, ਜਿਹੜਾ ਪੜ੍ਹਿਆ ਲਿਖਿਆ ਮੁੰਡਾ ਆਇਆ ਸੀ ਨਾ। ਅੱਜ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗਾ ਕਿ ਕਿਸਾਨੀ ਦਾ ਲੱਗਾ ਨਾ ਜੀ, ਤਾਂ ਜਦੋਂ ਪੜ੍ਹਿਆ ਲਿਖਿਆ ਸੀਗਾ ਦੀਪ ਸਿੱਧੂ, ਜਿਹਦੇ ਵਿੱਚ ਉਹ ਕਾਮਰੇਡਾਂ ਨੇ ਕਿਸੇ ਨੇ ਗਦਾਰ ਕਿਹਾ, ਕਿਸੇ ਨੇ ਕੁਝ ਕਿਹਾ, ਬੜਾ ਭੰਡਿਆ, ਇਹ ਮੋਦੀ ਦਾ ਬੰਦਾ, ਇਹ ਅਮਿਤ ਸ਼ਾਹ ਦਾ ਬੰਦਾ, ਇਹ ਫਲਾਣੇ ਦਾ ਬੰਦਾ, ਇਹ ਢੀਂਗੜੇ ਦਾ ਬੰਦਾ। ਓਏ ਅੱਜ ਦੱਸੋ ਦੀਪ ਸਿੱਧੂ ਕਿਹਦਾ ਬੰਦਾ? ਅੱਜ ਦੱਸੋ। ਜਦੋਂ ਉਦਾਂ ਦਾ ਮੁੰਡਾ ਪੜ੍ਹਿਆ ਲਿਖਿਆ ਸੀ, ਲੈ ਗਿਆ ਸੀ ਕਿ ਨਹੀਂ 3 ਦਿਨਾਂ ਦੇ ਵਿੱਚ ਦਿੱਲੀ ਬਾਰਡਰ ਤੇ? ਆ ਹੁਣ 6 ਮਹੀਨੇ ਹੋ ਗਏ ਬੈਠਿਆਂ ਨੂੰ। ਉਹਨੂੰ ਸਾਡੇ ਵਾਲਾ ਕਹਿੰਦੇ ਸੀ, ਸਾਡੇ ਵਾਲਾ। ਬਾਬਾ ਜੀ ਜੇ ਸਾਡੇ ਵਾਲਾ ਵਿੱਚ ਚਿਖਾ ਦੇ ਸੜਿਆ ਨਾ ਹੁੰਦਾ ਤੇ ਸ਼ੰਭੂ ਬਾਰਡਰ ਅੱਜ ਤੱਕ ਮੋਹਰੇ ਅੜਿਆ ਨਾ ਹੁੰਦਾ। ਮੇਰਾ ਜਿਗਰੀ ਯਾਰ ਬਾਈ ਦੀਪ ਸਿੱਧੂ, ਜਿਹਦਾ ਕਤਲ ਕਰਕੇ ਐਕਸੀਡੈਂਟ ਦਾ ਬਹਾਨਾ ਬਣਾ ਦਿੱਤਾ ਗਿਆ। ਇਹ ਤਿੰਨੇ ਹੀ ਜਵਾਨ ਸੀ ਨਾ, ਕਬੱਡੀ ਵਾਲਾ ਸੰਦੀਪ, ਸ਼ੁਭਦੀਪ ਮੂਸੇਵਾਲਾ ਤੇ ਦੀਪ ਸਿੱਧੂ। ਇਹ ਯੂਥ ਦੀ ਆਵਾਜ਼ ਬਣੇ, ਯੂਥ ਇਹਨਾਂ ਦੇ ਮਗਰ ਚੱਲਿਆ। ਤੇ ਕਵਿਤਾ ਇੱਥੇ ਜਾ ਕੇ ਮੁੱਕੀ ਬਈ ਜਿਹੜਾ ਇੱਥੇ ਯੂਥ ਦੀ ਆਵਾਜ਼ ਬਣਦਾ, ਫਿਰ ਉਹਨਾਂ ਦੇ ਕਿਉਂ ਕਤਲ ਸਿਆਸੀ ਹੁੰਦੇ ਨੇ। ਆਓ ਸਲਾਮਾ ਸੱਜਣੋ ਕੋ ਸੱਚੀਆਂ ਬਾਤਾਂ, ਬੀਤੇ ਹੋਏ ਕੱਲ ਤੇ ਅੱਜ ਮਾਰੀਏ ਝਾਤਾ, ਕੀ ਖੋਇਆ ਕੀ ਪਾ ਲਿਆ, ਕਰਿਓ ਕਦੇ ਹਿਸਾਬ, ਵਾਰਸ ਕਿੱਧਰ ਤੁਰ ਪਿਆ, ਇਹ ਜਿੰਦ ਸਾਡਾ ਪੰਜਾਬ, ਇਹ ਜਿੰਦ ਸਾਡਾ ਪੰਜਾਬ, ਇਹ ਜਿੰਦ ਸਾਡਾ ਪੰਜਾਬ। ਉਹ ਸਾਡੇ ਦਾਦੇ ਵੀ ਸੀ ਤੱਤੇ, ਦਾਦੀਆਂ ਵੀ ਤੱਤੀਆਂ, ਉਹ ਜਿੰਨਾ ਰਾਵਾਂ ਉੱਤੇ ਤੁਰੇ ਉਹ ਰਾਵਾਂ ਤੱਤੀਆਂ, ਸਾਡੇ ਸਿਰ ਉੱਤੇ ਤੱਤੀ ਤੱਤੀ ਰੇਤਾ ਬੋਲਦੀ, ਹੋ ਤੱਤੀ ਤਵੀ ਨਾਲ ਵਗੀਆਂ ਹਵਾਵਾਂ ਤੱਤੀਆਂ, ਸਾਡੇ ਸਿਰ ਉੱਤੇ ਤੱਤੀ ਤੱਤੀ ਰੇਤਾ ਬੋਲਦੀ, ਹੋ ਤੱਤੀ ਤਵੀ ਨਾਲ ਵਗੀਆਂ ਹਵਾਵਾਂ ਤੱਤੀਆਂ। ਤੂੰ ਜਿਹੜੇ ਅੱਜ ਕਰ ਸਾਥੋਂ ਖੂਨ ਨੂੰ ਫਿਰੇ, ਸਰਹੱਦ ਵਿੱਚ ਛੋਟੇ ਛੋਟੇ ਬੱਚੇ ਬੋਲਦੇ, ਹੋ ਜਦੋਂ ਮੰਗਦੇ ਆ ਹੱਕ ਕਹਿੰਦੇ ਤੱਤੇ ਬੋਲਦੇ, ਤੁਹਾਡੇ ਜ਼ੁਲਮਾਂ ਤੋਂ ਹੁਣ ਅਸੀਂ ਅੱਗੇ ਬੋਲਦੇ, ਹੋ ਜਦੋਂ ਮੰਗਦੇ ਆ ਹੱਕ ਕਹਿੰਦੇ ਤੱਤੇ ਬੋਲਦੇ, ਤੁਹਾਡੇ ਜ਼ੁਲਮਾਂ ਤੋਂ ਹੁਣ ਅਸੀਂ ਅੱਗੇ ਬੋਲਦੇ। ਉਹ ਡੀਜੇ ਉੱਤੇ ਨੱਚਦੀ ਏ ਸਾਰੀ ਦੁਨੀਆ, ਹੋ ਗੁਰੂ ਘਰ ਦਾ ਸਾਊਂਡ ਕਹਿੰਦੇ ਸ਼ੋਰ ਕਰਦਾ। ਡੀਜੇ ਲੱਗਾ ਹੋਵੇ ਨਾ ਤਾਂ 3.5 ਲੱਖ ਦੇ ਗੋਡੇ ਪਵਾ ਕੇ ਵੀ ਭੰਗੜਾ ਪੈ ਜਾਂਦਾ। ਤੇ ਜੇ ਕਿਤੇ ਕੀਰਤਨ ਦਰਬਾਰ ਵਿੱਚ ਮਾੜੀ ਜੀ ਸਾਊਂਡ ਉੱਚੀ ਹੋ ਜਵੇ, ਫਿਰ ਕੰਨਾਂ 'ਚ ਉਂਗਲੀਆਂ ਦੇਣ ਲੱਗ ਜਾਂਦੇ ਆ।
ਹੋ ਡੀਜੇ ਉੱਤੇ ਨੱਚਦੀ ਏ ਸਾਰੀ ਦੁਨੀਆ ਹੋ ਗੁਰੂ ਘਰ ਦਾ ਸਾਊਂਡ ਕਹਿੰਦੇ ਸ਼ੋਰ ਕਰਦਾ ਕਈ ਵਾਰੀ ਵੇਖਿਆ ਮੈਂ ਗੁਰੂ ਘਰ ਜਾ ਕੇ ਹੋ ਕੱਲਾ ਪਾਠੀ ਸਿੰਘ ਗੁਰੂ ਘਰ ਚੌਰ ਕਰਦਾ ਕਈ ਵਾਰੀ ਵੇਖਿਆ ਮੈਂ ਨਿਤਨੇਮ ਵੇਲੇ ਹੋ ਕੱਲਾ ਪਾਠੀ ਸਿੰਘ ਗੁਰੂ ਘਰ ਚੌਰ ਕਰਦਾ ਹੋ ਸਾਡੇ ਕਿਰਦਾਰ ਕਿੰਨਾ ਥੱਲੇ ਡਿੱਗ ਪਏ ਉਂਝ ਉੱਚੇ ਉੱਚੇ ਝੂਲਦੇ ਨਿਸ਼ਾਨ ਪਿੰਡਾਂ 'ਚ ਹੋ ਪੰਜ ਸਿੰਘ ਲੱਭਦੇ ਨੀ ਪਿੰਡਾਂ ਵਿੱਚੋਂ ਅੱਜ ਉਂਝ ਪੰਜ ਪੰਜ ਗੁਰੂ ਘਰ ਆਮ ਪਿੰਡਾਂ 'ਚ ਪੰਜ ਸਿੰਘ ਲੱਭਦੇ ਨੀ ਪਿੰਡਾਂ ਵਿੱਚੋਂ ਅੱਜ ਉਂਝ ਪੰਜ ਪੰਜ ਗੁਰੂ ਘਰ ਆਮ ਪਿੰਡਾਂ 'ਚ ਹੋ ਜਦੋਂ ਹੱਥ ਹੋਵੇ ਰਾਜ ਉਦੋਂ ਮੂੰਹ ਨਹੀਂ ਖੋਲਦੇ ਹੋ ਜਦੋਂ ਖੁੱਸ ਜਾਵੇ ਰਾਜ ਪੜਦੇ ਨੇ ਫੋਲਦੇ ਇਹ ਫਿਰ ਗੱਲ ਆਪਣਿਆਂ ਦੀ ਆ ਗਈ ਨਾ ਕਿ ਜਿਨ੍ਹਾਂ 10 ਸਾਲ ਰਾਜ ਕੀਤਾ ਪਹਿਲਾਂ ਪੰਜਾਬ 'ਚ ਉਹਨਾਂ ਦੇ ਰਾਜ ਵਿੱਚ ਬੇਅਦਬੀ ਦੇ ਕਾਂਡ ਵਧੇ ਬਰਗਾੜੀ ਵਾਲਾ ਕਾਂਡ ਵਾਪਰ ਗਿਆ ਗਲੀਆਂ 'ਚ ਅੰਗ ਖਿਲਰ ਗਏ ਉਦਣ ਮਾਂ ਦਾ ਪੁੱਤ ਕੋਈ ਬੋਲਿਆ ਨਹੀਂ ਤੇ ਜਦੋਂ ਗੱਦੀਆਂ ਲੈ ਗਏ ਹੁਣ ਦਿੱਲੀ ਤੱਕ ਝੰਡੇ ਚੱਕੀ ਫਿਰਦੇ ਵੀ ਬੰਦੀ ਸਿੰਘ ਰਿਹਾ ਕਰੋ ਹੁਣ ਪੰਥ ਚੇਤੇ ਆ ਗਿਆ ਹੋ ਜਦੋਂ ਹੱਥ ਹੋਵੇ ਰਾਜ ਉਦੋਂ ਮੂੰਹ ਨਹੀਂ ਖੋਲਦੇ ਹੋ ਜਦੋਂ ਖੁੱਸ ਜਾਵੇ ਰਾਜ ਪੜਦੇ ਨੇ ਫੋਲਦੇ ਸਭ ਨੂੰ ਪਤਾ ਹੈ ਕਿ ਇਹਨੇ ਅੰਗ ਪੜਵਾਏ ਫੇਰ ਕਹਤੋਂ ਨਹੀਂ ਉਹਨਾਂ ਦੇ ਅੱਜ ਨਾਮ ਬੋਲਦੇ ਤੇ ਸਭ ਨੂੰ ਪਤਾ ਹੈ ਕਿ ਇਹਨੇ ਅੰਗ ਪੜਵਾਏ ਫੇਰ ਕਹਤੋਂ ਨਹੀਂ ਉਹਨਾਂ ਦੇ ਅੱਜ ਨਾਮ ਬੋਲਦੇ ਜਦੋਂ ਗਲੀ ਨਾਲ ਜੁਰਲਦੇ ਸੀ ਆਂਗੀ ਗੁਰੂ ਦੇ ਉਦੋਂ ਸਭ ਕੁਝ ਵੇਖ ਕਿਉਂ ਸੀ ਅੱਖਾਂ ਮੀਟੀਆਂ ਹੋ ਬੰਦੀ ਸਿੰਘਾਂ ਦੀ ਰਿਹਾਈ ਬਸ ਮੁੱਦਾ ਤੁਹਾਡੇ ਲਈ ਤੁਸੀਂ ਪੰਥ ਨਾਲ ਖੇਡੀ ਜਾਂਦੇ ਰਾਜਨੀਤੀ ਨਾਲ ਹੋ ਕੈਦੀ ਸਿੰਘਾਂ ਦੀ ਰਿਹਾਈ ਬਸ ਮੁੱਦਾ ਤੁਹਾਡੇ ਲਈ ਤੁਸੀਂ ਪੰਥ ਨਾਲ ਖੇਡੀ ਜਾਂਦੇ ਰਾਜਨੀਤੀ ਨਾਲ ਉਹ ਸਿੰਗਰਾਂ ਦੇ ਨਾਮ ਪੋਟਿਆਂ ਤੇ ਯਾਦ ਨੇ ਪੰਜ ਗੁਰੂ ਦੇ ਪਿਆਰਿਆਂ ਦਾ ਪਤਾ ਨਹੀਂ ਕੋਈ ਕੌਣ ਕੌਣ ਦੇਗਾਂ ਵਿੱਚ ਖਾ ਗਏ ਉਬਾਲੇ ਅੱਜ ਚਰਖੜੀ ਆਰਿਆਂ ਦਾ ਪਤਾ ਨਹੀਂ ਕੋਈ ਇੱਥੇ ਕੌਣ ਕੌਣ ਦੇਗਾਂ ਵਿੱਚ ਖਾ ਗਏ ਉਬਾਲੇ ਅੱਜ ਚਰਖੜੀ ਆਰਿਆਂ ਦਾ ਪਤਾ ਨਹੀਂ ਕੋਈ ਰੋਜ਼ ਪੜਦਾ ਸੀ ਜਪ ਜੀ ਤਾਂ ਯਾਦ ਨਹੀਂ ਹੋਈ ਮੁੰਡਾ ਕੱਲ ਆਇਆ ਨਵਾਂ ਗੀਤ ਯਾਦ ਰੱਖਦਾ ਹੋ ਪੁੱਤ ਮਾਪਿਆਂ ਨਾ ਬੋਲੇ ਸਤਕਾਰ ਨਾਲ ਨਹੀਂ ਤੇ ਗਾਉਣ ਵਾਲਿਆਂ ਨੂੰ ਉਸੇ ਦਾਦ ਦੱਸਦਾ ਪੁੱਤ ਮਾਪਿਆਂ ਨਾ ਬੋਲਦਾ ਪਿਆਰ ਨਾਲ ਨਹੀਂ ਤੇ ਗਾਉਣ ਵਾਲਿਆਂ ਨੂੰ ਉਸੇ ਦਾਦ ਦੱਸਦਾ ਉਹ ਜਿੰਦ ਜਿਹੜੇ ਸਾਡੇ ਦੀਪ ਸੁਨਦੀਪ ਮਾਰ ਗਏ ਉਹ ਹੱਥੀ ਸਰਕਾਰਾਂ ਦੇ ਹੀ ਪੜੇ ਹੋਇਆ ਉਹ ਜਿੰਦ ਜਿਹੜੇ ਸਾਡੇ ਦੀਪ ਸੁਨਦੀਪ ਮਾਰ ਗਏ ਉਹ ਹੱਥੀ ਸਰਕਾਰਾਂ ਦੇ ਹੀ ਪੜੇ ਹੋਇਆ ਉਹ ਵੈਸ ਦੱਸ ਕਦੋਂ ਸਾਨੂੰ ਇਨਸਾਫ ਮਿਲਣਾ ਹੋ ਜਦ ਕੁੱਤੇ ਵੀ ਤਾਂ ਚੋਰਾਂ ਨਾਲ ਰਲੇ ਹੋਇਆ ਉਹ ਵੈਸ ਦੱਸ ਕਦੋਂ ਸਾਨੂੰ ਇਨਸਾਫ ਮਿਲਣਾ ਹੋ ਜਦ ਕੁੱਤੇ ਵੀ ਤਾਂ ਚੋਰਾਂ ਨਾਲ ਰਲੇ ਹੋਇਆ ਜਿਹੜੇ ਚੜਦੀ ਨਾ ਉਮਰਾਂ ਦੇ ਵਿੱਚ ਮਰਦੇ ਹੋ ਜਿਹੜੇ ਚੜਦੀ ਨਾ ਉਮਰਾਂ ਦੇ ਵਿੱਚ ਮਰਦੇ ਉਹ ਬੰਦੇ ਅਣਖੀਲੇ ਜਜ਼ਬਾਤੀ ਹੁੰਦੇ ਨੇ ਉਹ ਜਿਹੜੇ ਇੱਥੇ ਯੂਥ ਦੀ ਆਵਾਜ਼ ਬਣਦੇ ਫਿਰ ਉਹਨਾਂ ਦੇ ਕਿਉਂ ਕਤਲ ਸਿਆਸੀ ਹੁੰਦੇ ਨੇ ਹੋ ਜਿਹੜੇ ਇੱਥੇ ਯੂਥ ਦੀ ਆਵਾਜ਼ ਬਣਦੇ ਫਿਰ ਉਹਨਾਂ ਦੇ ਕੋ ਕਤਲ ਸਿਆਸੀ ਹੁੰਦੇ ਨੇ ਫਿਰ ਉਹਨਾਂ ਦੇ ਕਿਉਂ ਕਤਲ ਸਿਆਸੀ ਹੁੰਦੇ ਨੇ ਫਿਰ ਉਹਨਾਂ ਦੇ ਕਿਉਂ ਕਤਲ ਸਿਆਸੀ ਹੁੰਦੇ ਨੇ ਕੌਣ ਪੁੱਛਦਾ ਕਾਮਾਂ ਤੇ ਕੁੱਤਿਆਂ ਨੂੰ ਪੰਜਰੇ ਬੰਦ ਹਮੇਸ਼ਾ ਨੇ ਸ਼ੇਰ ਹੁੰਦੇ ਉਹਨਾਂ ਕੌਮਾਂ ਨੂੰ ਸਦਾ ਇਤਿਹਾਸ ਪੂਜੇ ਜਿਹੜੀ ਕੌਮ ਦੇ ਮਰਦਾ ਦਲੇਰ ਹੁੰਦੇ ਬੇੜਾ ਕੌਮ ਦਾ ਉਦੋਂ ਹੈ ਗਰਕ ਹੁੰਦਾ ਜਦੋਂ ਆਪਣਾ ਕੋਈ ਗਦਾਰ ਹੋਵੇ ਵਾਰਸ ਕੌਮ ਦੇ ਜੇਕਰ ਹੋਣ ਚੰਗੇ ਸਿੱਖ ਕੌਮ ਦੀ ਕਦੇ ਨਾ ਹਾਰ ਹੋਵੇ ਸਿੱਖ ਕੌਮ ਦੀ ਕਦੇ ਨਾ ਹਾਰ ਹੋਵੇ ਲੋੜ ਹੈ ਅੱਜ ਸਾਨੂੰ ਇੱਕ ਪਲੇਟਫਾਰਮ ਜਾਂ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋਣ ਦੀ ਇੱਕ ਦਾ ਹੋਕਾ ਦੇਣ ਵਾਲੇ ਮੇਰੇ ਵਰਗੇ ਆਪ ਤਾਂ ਖਿਲਰੇ ਫਿਰਦੇ ਆ ਤੇ ਦੂਜਿਆਂ ਨੂੰ ਅਸੀਂ ਇੱਕ ਧਾਗੇ ਵਿੱਚ ਕਿੱਦਾਂ ਬੰਨ ਲਾਂਗੇ ਜੀ ਮਤ ਭੇਦ ਭੁਲਾ ਦਿਓ ਇੱਕ ਪੰਗਤ ਵਿੱਚ ਬਹਿ ਕੇ ਪਹਿਲਾਂ ਪ੍ਰਸ਼ਾਦਾ ਛਕ ਲਓ ਫਿਰ ਆਪਾਂ ਜੰਗ ਵੀ ਲੜ ਲਾਂਗੇ ਤੇ ਜੰਗ ਜਿੱਤ ਵੀ ਜਾਵਾਂਗੇ ਸਤਿ ਸ਼੍ਰੀ ਉਹ ਅਕਾਲ ਜੰਗ ਲੜ ਵੀ ਲਵਾਂਗੇ ਤੇ ਜੰਗ ਜਿੱਤ ਵੀ ਲਵਾਂਗੇ
ਜਿੱਦਣ ਸਾਡੀ ਦੇਗ ਇੱਕ ਹੋ ਗਈ, ਜਿੱਦਣ ਸਾਡੀ ਪੰਗਤ ਇੱਕ ਹੋ ਗਈ, ਜਿੱਦਣ ਸਾਡੀ ਸੰਗਤ ਇੱਕ ਹੋ ਗਈ, ਉਦੋਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਜਿੱਦਣ ਸਾਡੇ ਕੋਲ ਰਾਜਾ ਸੀ ਨਾ ਸ਼ੇਰੇ ਪੰਜਾਬ ਵਰਗਾ, ਤੇ ਉਦੋਂ ਅਕਾਲ ਤਖਤ ਦਾ ਜਥੇਦਾਰ ਸੀ ਅਕਾਲੀ ਫੂਲਾ ਸਿੰਘ ਨਿਹੰਗ ਵਰਗਾ। ਜਿੱਦਣ ਇਦਾਂ ਦਾ ਜਥੇਦਾਰ ਤੇ ਇਦਾਂ ਦਾ ਲੀਡਰ ਮਿਲ ਗਿਆ ਨਾ, ਉਦੋਂ ਕੌਮ ਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਗੱਲ ਮੇਰੀ ਯਾਦ ਰੱਖਿਓ। ਅੱਜ ਤਖਤ ਤੇ ਬੈਠਣ ਵਾਲਿਆਂ ਨੂੰ ਆਪਣੀ ਤਾਕਤ ਦਾ ਨਹੀਂ ਪਤਾ ਵੀ ਸਾਡੀ ਤਾਕਤ ਕੀ ਹੈ, ਸਾਡਾ ਅਹੁਦਾ ਕੀ ਹੈ। ਸਾਡੇ ਤਾਂ ਥੱਪੜਾਂ ਦੇ ਵੀ ਇਤਿਹਾਸ ਬਣ ਗਏ। ਥੱਪੜਾਂ ਦੇ ਆ ਇੱਕ ਕੰਗਣਾ ਰਣੌਤ ਦੇ ਪਿਆ ਤੇ ਆਪਾਂ ਥੱਪੜਾਂ ਦੀ ਗੱਲ ਕਰਨ ਲੱਗੇ। ਕਦੇ ਪਿਛੋਕੜ ਵਾਲੇ ਵੀ ਵੇਖੋ ਕਿ 6ਵੇਂ ਪਾਤਸ਼ਾਹ ਦੇ ਵੇਲੇ ਭਗਵਾਨ ਦਾਸ ਘੇਰੜ ਦੇ ਥੱਪੜ ਪਿਆ ਸੀ। ਜੇ 84 ਦੀਆਂ ਬਾਤਾਂ ਕਰੀਏ ਤਾਂ ਜਿਹੜਾ ਭਾਈ ਸਰਬਜੀਤ ਸਿੰਘ ਅੱਜ ਫਰੀਦਕੋਟ ਤੋਂ ਜਿੱਤਿਆ, ਉਹਦੀ ਮਾਤਾ ਨੇ ਥੱਪੜ ਮਾਰਿਆ ਸੀ ਸਰਜੀਤ ਸਿੰਘ ਬਰਨਾਲੇ ਦੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ। ਥੱਪੜਾਂ ਦੀ ਗੱਲ ਕਰਾਂ, ਸਮੇਤ ਸੈਣੀ ਨੇ ਫਲੌਰ ਜਦੋਂ ਗ੍ਰਿਫਤਾਰ ਕੀਤਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ, ਤਾਂ ਉਹਨੇ ਪਤਾ ਕੀ ਕਿਹਾ ਗ੍ਰਿਫਤਾਰ ਕਰਕੇ? ਕਹਿੰਦਾ ਕਿਰਪਾਨ ਲਾ ਦੇ। ਜਥੇਦਾਰ ਸਿੰਘ ਸਾਹਿਬਾਨ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਪਤਾ ਕੀ ਕਹਿੰਦੇ? ਕਹਿੰਦੇ ਇਹ ਸਾਡਾ ਅੰਗ ਹੈ, ਇਹ ਸ਼ਾਸਤਰ ਨਹੀਂ, ਇਹ ਸਾਡਾ ਅੰਗ ਹੈ, ਇਹ ਸਰੀਰ ਤੋਂ ਅੱਡ ਨਹੀਂ ਕੀਤਾ ਜਾ ਸਕਦਾ। ਉਹਨੇ ਪੁਲਿਸ ਵਾਲੀ ਬੋਲੀ ਕਹਿੰਦੀ ਜੀ, ਅੱਖਾਂ ਕੱਢ ਕੇ ਨਾ ਪੁਲਿਸ ਵਾਲੇ ਵਾਂਗੂ, ਕਹਿੰਦਾ ਮੈਂ ਤੈਨੂੰ ਕਹਿੰਦਾ ਕਿਰਪਾਨ ਲਾ ਦੇ। ਜਥੇਦਾਰ ਨੇ ਪੁੱਟ ਕੇ ਥੱਪੜ ਮਾਰਿਆ। ਉਹ ਕਹਿੰਦਾ ਮੈਂ ਕੌਮ ਦਾ ਜਥੇਦਾਰ, ਤੇ ਜੇ ਜਥੇਦਾਰ ਨੇ ਕਿਰਪਾਨ ਲਾਤੀ ਤੇ ਪਿੱਛੇ ਕੀ ਕੌਮ ਦਾ ਕੀ ਬਣੂ? ਇਹ ਸਾਡੇ ਥੱਪੜਾਂ ਦਾ ਇਤਿਹਾਸ ਹੈ। ਇੱਕ ਥੱਪੜ ਮਾਰਿਆ ਸੀ ਫਿਰ ਸ਼ਰਮੇ ਦੇ ਜਗਤਾਰ ਸਿੰਘ ਹਵਾਰੇ ਨੇ। ਇਹ ਥੱਪੜਾਂ ਦੀਆਂ ਬਾਤਾਂ ਤਾਂ ਸਾਡੀਆਂ ਚੱਲਦੀਆਂ ਹੋਣੀਆਂ। ਥੱਪੜ ਮਾਰਨ ਵਾਲੇ ਤਾਂ ਮਸ਼ਹੂਰ ਹੋਏ ਆ, ਥੱਪੜ ਖਾਣ ਵਾਲੇ ਉਹ ਤੋਂ ਵੱਧ ਮਸ਼ਹੂਰ ਹੋ ਗਏ। ਸਤਿ ਸ੍ਰੀ ਅਕਾਲ। ਕਿਉਂਕਿ ਸਿੰਘਾਂ ਦੇ ਹੱਥੋਂ ਥੱਪੜ ਖਾਣਾ ਵੀ ਕਿਸੇ ਕਿਸੇ ਦੇ ਹਿੱਸੇ ਵਿੱਚ ਹੀ ਆਉਂਦਾ। ਵਾਹਿਗੁਰੂ ਕਿਰਪਾ ਕਰੇ, ਇਹ ਤੁਹਾਡਾ ਇਤਿਹਾਸ ਹੈ। ਆਪਣੇ ਇਤਿਹਾਸ ਨਾਲ ਜੁੜੋ, ਆਪਣੇ ਸ਼ਹੀਦਾਂ ਨੂੰ ਯਾਦ ਕਰੋ। ਮੈਂ ਕਹਿੰਦਾ ਜੇ ਕਿਤੇ ਅੱਜ ਦਾ ਸਿੱਖ ਬਾਬਾ ਜੀ ਕਿਤੇ ਗੁਰਦੁਆਰੇ ਅਰਦਾਸ ਵਿੱਚ ਆਣ ਕੇ ਖੜ ਜਵੇ ਨਾ ਮਨ ਲਾ ਕੇ, ਤਾਂ ਭਾਈ ਸਾਹਿਬ ਉਦੋਂ ਪੜ੍ਹਦੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮੇਤ ਸੀਸ ਦਿੱਤੇ, ਬੰਦ ਕਟਵਾਏ, ਖੋਪੜੀਆਂ ਉਤਰਵਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੁਖੋਂ ਸੀ ਨਹੀਂ ਉਚਾਰੀ ਜੀ ਉਚਾਰੀ, ਤੇ ਨਾ ਮਾਈਆਂ ਬੀਬੀਆਂ ਭਚੰਗੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜੇ ਸਿੱਖ ਕਿਤੇ ਰੋਜ਼ ਇਸ ਅਰਦਾਸ ਦੇ ਪਹਿਰੇ ਦੇ ਉੱਤੇ ਵਿਚਾਰ ਕਰ ਲਵੇ ਤਾਂ ਮੇਰੇ ਵਰਗੇ ਪ੍ਰਚਾਰਕਾਂ ਨੂੰ ਸੱਦ ਕੇ ਪ੍ਰਚਾਰ ਕਰਾਉਣ ਦੀ ਲੋੜ ਨਹੀਂ ਪਵੇਗੀ। ਇਹ ਗੱਲ ਯਾਦ ਰੱਖਿਓ ਸਿੱਖੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮੇਂ ਤੋਂ ਵੱਧ ਸਮਾਂ ਦੇ ਕੇ ਸੁਣਨ ਦਾ ਯਤਨ ਕੀਤਾ। ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਕੇ ਜਾਇਓ, ਜਿਹੋ ਜੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਦੇ ਆ ਸਾਡਾ ਆਪਣਾ ਜੀਵਨ ਵੀ ਉਦਾਂ ਦਾ ਬਣ ਜਾਵੇ। ਨਗਰ ਦੀ ਪੰਚਾਇਤ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ, YouTube ਚੈਨਲ ਦੇ ਉੱਤੇ ਇਹ ਪ੍ਰੋਗਰਾਮ ਲਾਈਵ ਦਿਖਾ ਲਿਆ ਗਿਆ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਊਂਡ ਵਾਲੇ ਵੀਰ ਦਾ ਧੰਨਵਾਦ, ਤਾਬਿਆਂ ਵਿੱਚ ਬੈਠੇ ਭਾਈ ਸਾਹਿਬ ਜੀ ਉਹਨਾਂ ਦਾ ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਹਰਬੰਸ ਸਿੰਘ ਜੀ ਬੜੇ ਮਲਾਪੜੇ ਨੇ, ਬਰਾਗੀ ਵੀ ਨੇ, ਜੋਸ਼ੀਲੇ ਵੀ ਨੇ। ਕਿਉਂਕਿ ਜੇ ਬੰਦਾ ਬਰਾਗੀ ਹੋਵੇ ਨਾ ਤਾਂ ਬਰਾਗੀ ਬੰਦਾ ਕਦੇ ਨਹੀਂ ਕਹਿ ਸਕਦਾ ਕਿ ਭਿੰਡਰਾਂ ਵਾਲੇ ਦਾ ਪ੍ਰਸੰਗ ਸੁਣਨਾ, ਸ਼ਹੀਦਾਂ ਦੀ ਬਾਤ ਸੁਣਨੀ ਹੈ। ਤੇ ਜੇ ਬੰਦਾ ਜਜ਼ਬਾਤੀ ਹੋਵੇ ਉਹ ਕਹਿੰਦਾ ਆ ਕੀ ਤੁਸੀਂ ਰੋਣ ਪਿੱਟਣ ਜਾ ਪਾਇਆ, ਕੋਈ ਚੜ੍ਹਦੀ ਕਲਾ ਵਾਲੀ ਵਾਰ ਸੁਣਾਓ। ਇਹਨਾਂ ਕੋਲ ਦੋਨੇ ਚੀਜ਼ਾਂ ਨੇ, ਭਗਤੀ, ਸ਼ਕਤੀ, ਵੀਰ ਰਸ, ਆਤਮ ਰਸ, ਸਾਰਾ ਕੁਝ ਹੀ ਹੈ। ਮੈਂ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਾ। ਇਸ ਇਲਾਕੇ ਵਿੱਚ ਬਹੁਤ ਸਹਿਯੋਗ ਕਰਦੇ, ਸੰਗਤਾਂ ਵੀ ਇਹਨਾਂ ਦਾ ਬੜਾ ਸਹਿਯੋਗ ਦਿੰਦੀਆਂ, ਤੇ ਇਹ ਵੀ ਸੰਗਤਾਂ ਦੇ ਸੱਦੇ ਪੱਤਰ ਤੇ ਹਰ ਛੋਟੇ ਵੱਡੇ ਦੇ ਘਰ ਤੱਕ ਪਹੁੰਚਦੇ ਨੇ। ਮੈਂ ਇਹਨਾਂ ਦੀ ਵੱਡੀ ਉਮਰ ਦੀ ਅਰਦਾਸ ਬੇਨਤੀ ਕਰਾਂ, ਸਾਡੇ ਲਈ ਅਰਦਾਸ ਬੇਨਤੀ ਕਰਿਓ, ਰਹਿੰਦੀ ਜ਼ਿੰਦਗੀ ਤੱਕ ਇਸੇ ਤਰ੍ਹਾਂ ਇਹ ਪਿਆਰ ਮੁਹੱਬਤ ਬਣੀ ਰਵੇ। ਕਿਉਂਕਿ ਸੁਭਾਅ ਹੁੰਦਾ ਜੀ, ਕਈ ਵਾਰੀ ਦੂਜੇ ਬੰਦੇ ਨਾਲ ਸੁਭਾਅ ਮੈਚ ਨਹੀਂ ਕਰਦਾ। ਅਸੀਂ ਵੀ ਕਈ ਵਾਰੀ ਪ੍ਰਸੰਗ ਬੋਲੀਏ ਤੇ 20 ਮਿੰਟ ਪਹਿਲਾਂ ਸੋਚੀਦਾ ਵੀ ਕਿਹੜੀ ਗੱਲ ਸ਼ੁਰੂ ਕਰੀਏ। ਇਹਨਾਂ ਦੀ ਸਾਡੀ ਕਈ ਗੱਲ ਕਿਹੜਾ ਗੁਰਦਾ ਪਹੁੰਚਾ ਸਕਦਾ, ਇਦਾਂ ਦਾ ਹਿਸਾਬ ਦਾ ਲਾਉਣਾ ਪੈਂਦਾ। ਤੇ ਇਸ ਕਰਕੇ ਬਾਬਾ ਜੀ ਉਹਨਾਂ ਨਾਲ ਸਾਡਾ ਸੁਭਾਅ ਬਣਿਆ ਹੋਇਆ। ਇਹ ਸਾਡੇ ਸੁਭਾਅ ਤੋਂ ਜਾਣੂ ਨੇ, ਅਸੀਂ ਇਹਨਾਂ ਦੇ ਸੁਭਾਅ ਤੋਂ ਜਾਣੂ ਆ। ਬੜੇ ਮਿੱਠ ਬੋਲਣੇ ਨੇ, ਬਹੁਤ ਬਹੁਤ ਧੰਨਵਾਦ ਕਰਦਾ। ਸਟੇਜ ਸੈਕਟਰੀ ਤੇ ਇਹਨਾਂ ਦਾ ਆਪਣਾ ਢਾਡੀ ਜਥਾ ਗੁਰਚਰਨ ਸਿੰਘ ਜੀ BA ਸਾਹਿਬ, ਮੇਰੇ ਪਰਮ ਪਿਆਰੇ ਮਿੱਤਰ, ਉਹ ਵੀ ਇਹਨਾਂ ਦੇ ਸ਼ਾਗਿਰਦ, ਤੇ ਉਹ ਵੀ BA ਸਾਹਿਬ ਅੱਜ ਕੱਲ੍ਹ ਅਮਰੀਕਾ ਦੀ ਧਰਤੀ ਤੇ ਆ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਕਿਉਂਕਿ ਉਸ BA ਸਾਹਿਬ ਦੀ ਬਦੌਲਤ ਮੈਂ ਸੰਤ ਬਾਬਾ ਹਰਬੰਸ ਸਿੰਘ ਜੀ ਉਹਨਾਂ ਨਾਲ ਮਿਲਿਆ ਸਾਂ। ਤੇ ਜਿੱਦਣ ਤੋਂ ਅਸੀਂ ਪਿਛਲੇ 12 ਸਾਲਾਂ ਤੋਂ ਜੁੜੇ ਆ, ਬੜਾ ਪ੍ਰੇਮ ਹੈ।
ਸੱਚੀ ਗੱਲ ਹੈ, ਕਦੇ ਭੇਟਾ ਦੀ ਗੱਲ ਹੋਵੇ ਨਾ, ਇਹਨਾਂ ਨੇ ਮੈਨੂੰ ਕਦੇ ਪੁੱਛਿਆ ਨਹੀਂ ਤੇ ਮੈਂ ਡਰਦੇ ਨੇ ਕਦੇ ਕਿਹਾ ਨਹੀਂ। ਮੈਨੂੰ ਪਤਾ ਵੀ ਜਦੋਂ ਮੈਂ ਲੈਣੇ, ਮੈਂ ਭਾਵੇਂ ਘੱਟ ਹੋਣਗੇ ਤੇ ਮੰਗ ਕੇ ਲੈ ਲਾਂਗੇ ਭਾਈ, ਵੱਧ ਹੋਣਗੇ ਤੇ ਕੱਢ ਕੇ ਚਿੱਠੀ 'ਚੋਂ ਮੋੜ ਵੀ ਦੇਵਾਂਗੇ, ਕਿਉਂਕਿ ਉਹਨੇ ਕੀ ਹਜਮ ਹੁੰਦੇ ਜਿੰਨੇ ਸੱਚੇ ਪਾਤਸ਼ਾਹ ਦੀ ਕਿਰਪਾ। ਗੁਰੂ ਬਾਬਾ ਕਿਰਪਾ ਕਰੇ। ਇਹ ਅਸੀਸਾਂ ਤੁਹਾਡੀਆਂ, ਮੈਂ ਤੁਹਾਡੇ ਲਈ ਅਸੀਸ ਕਰਦਾ, ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ। ਇਹ ਸਮਾਗਮ ਇਦਾਂ ਹੀ ਚੱਲਦੇ ਰਹਿਣ, ਨਹੀਂ ਤਾਂ ਅਗਲੀ ਪੀੜ੍ਹੀ ਤਾਂ ਬਾਹਰ ਚਲ ਗਈ ਜੀ। ਇਸ ਕਰਕੇ ਹੁਣ ਦੁਖਾਂਤ ਬਣ ਗਿਆ ਮੇਰੇ ਪੰਜਾਬ ਦਾ, ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਪਰ ਤੋਂ ਮੁੜ ਕੇ ਆਪਣੇ ਦੇਸ਼ ਨੂੰ, ਆਪਣੀ ਮਿੱਟੀ ਨਾਲੋਂ ਨਾ ਟੁੱਟੋ, ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਇਹ ਯੋਧਿਆਂ ਦਾ ਦੇਸ਼, ਇਹ ਸ਼ਹੀਦਾਂ ਦਾ ਦੇਸ਼, ਜਿਸ ਨੂੰ ਤੁਸੀਂ ਅੱਜ ਹਰਮੰਦਰ ਸਾਹਿਬ ਕਹਿੰਦੇ ਹੋ ਨਾ, ਇਹ ਵਿਗਾੜਿਆ ਹੋਇਆ ਨਾਂ, ਅਸਲ ਵਿੱਚ ਉਹਦਾ ਨਾਂ ਹੈ ਦਰਬਾਰ ਸਾਹਿਬ। ਗੇਰੂ ਰੰਗੀਆਂ ਕੰਧਾਂ ਹੋ ਗਈਆਂ, ਪਾਰਕਿੰਗ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਜਾਓ, ਭਗਵਾਂ ਕਰਨ ਹੋਣ ਲੱਗ ਪਿਆ ਤੁਹਾਡਾ। ਜਿੱਦਣ ਕਦੇ ਅੱਜ ਤੋਂ 20 ਸਾਲ ਪਹਿਲਾਂ 20 ਗੈਰ ਸਿੱਖ ਹੁੰਦੇ ਸੀ ਤੇ 80 ਸਿੱਖ ਹੁੰਦੇ ਸੀ, ਅੱਜ ਜਾਓ ਦਰਬਾਰ ਸਾਹਿਬ, ਅੱਜ ਉੱਥੇ 50 ਸਿੱਖ ਤੇ 50 ਗੈਰ ਸਿੱਖ ਹੈ। ਜਿੱਦਣ ਉੱਥੇ 40 ਸਿੱਖ ਰਹਿ ਗਏ, 60 ਗੈਰ ਸਿੱਖ ਹੋ ਗਏ ਨਾ, ਤਾਂ ਉਹਨਾਂ ਨੇ ਹਰਮੰਦਰ ਦੇ ਅੱਗਿਓਂ ਹਰ ਕੱਟ ਕੇ ਕੱਲਾ ਮੰਦਰ ਬਣਾ ਲੈਣਾ, ਕਿਉਂਕਿ ਵਸਦਿਆਂ ਦੇ ਘਰ ਰਸਦੇ ਹੁੰਦੇ ਆ ਤੇ ਖਾਲੀ ਘਰਾਂ ਵਿੱਚ ਕਬੂਤਰ ਬੋਲਦੇ। ਇਸ ਕਰਕੇ ਵਤਨ ਵਿੱਚ ਜਾਓ, ਕਮਾਈਆਂ ਕਰਕੇ ਆਪਣੇ ਵਤਨ ਨਾਲ ਜੁੜੋ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਜਥੇ ਦੇ ਕਾਰਡ ਕੋਲ ਨੇ, ਕਿਸੇ ਨੂੰ ਲੋੜ ਹੋਵੇ ਲੈ ਸਕਦੇ ਹੋ। ਬੁਲਾਓ ਫਤਿਹ, ਪਾਓ ਫਤਿਹ। ਸਮੁੱਚੀ ਕੌਮ ਬੰਦੀ ਸਿੰਘਾਂ ਦੀ ਰਾਈ ਹੋਵੇ, ਮੋਰਚਾ ਭਾਵੇਂ ਬੰਦੀ ਸਿੰਘਾਂ ਦਾ, ਮੋਰਚਾ ਭਾਵੇਂ ਖਾਲਸਾ ਵਹੀਰ ਵਾਲੇ ਸਿੰਘਾਂ ਦਾ, ਮੋਰਚਾ ਭਾਵੇਂ ਕਿਸਾਨੀ ਸੰਘਰਸ਼ ਦਾ, ਇੱਕ ਚੜ੍ਹਦੀ ਕਲਾ ਦਾ ਜਕਾਰਾ ਵਾ। ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ। ਗੱਜ ਕੇ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਪਹਿਲਾਂ ਜਕਾਰਾ ਛੱਡੀਏ ਜੀ। ਧੰਨਵਾਦ ਜੀ। ਸਾਡੇ ਕੋਲੇ ਸ਼ਹੀਦ ਹਰਬੰਸ ਸਿੰਘ ਜੀ, ਉਹਨਾਂ ਦੇ ਭਰਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ, ਉਹਨਾਂ ਦਾ ਵੀ ਸਨਮਾਨ ਹੋ ਰਿਹਾ ਜੀ ਗੁਰੂ ਘਰ ਵੱਲੋਂ, ਤੇ ਬਾਬਾ ਜੀ ਉਹਨਾਂ ਨੂੰ ਵੀ ਸਨਮਾਨ ਦੇ ਦਿਓ ਜੀ। ਤੇ ਆਓ ਭਾਈ ਇਹਨਾਂ ਦੀ ਆਮਦ ਚ ਵੀ ਜਕਾਰ। ਸਤਿ ਸ੍ਰੀ ਅਕਾਲ। ਸਤਿਕਾਰਯੋਗ ਟੀਪੀ ਸਿੰਘ ਸਾਹਿਬ, ਉਹਨਾਂ ਨੂੰ ਮੇਰੀ ਬੇਨਤੀ ਹੈ ਉਹ ਵੀ ਆ ਜਾਣ ਤੇ ਮੰਨਣਗੇ ਇਸ ਗੱਲ ਨੂੰ। ਸਤਿਕਾਰਯੋਗ ਟੀਪੀ ਸਿੰਘ ਸਾਹਿਬ, ਤੇ ਉਹਨਾਂ ਨੂੰ ਵੀ ਸਰੋਪਾ ਦੇਣਗੇ ਸਤਿਕਾਰਯੋਗ ਬਾਬਾ ਜੀ। ਆਜੋ ਜੀ, ਆਇਆਂ ਨੂੰ ਆਜੋ। ਬੋਲੇ ਸੋਨਿਹਾਲ। ਸੰਗਤ ਜੀ, ਆਪ ਜੀ ਦਾ ਧੰਨਵਾਦ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਆਪਾਂ ਸਮਾਪਤੀ ਵੱਲ ਵੱਧ ਰਹੇ ਹਾਂ ਤੇ ਸਹਿਜ ਸਹਿਜ ਹੁਣ ਵਾਰੀ ਬਣਦੀ ਹੈ ਸਤਿਕਾਰਯੋਗ ਬਾਬਾ ਜੀ ਦੀ ਉਹ ਧੰਨਵਾਦ ਕਰਨ। ਉਸ ਤੋਂ ਪਹਿਲਾਂ ਮੈਂ ਢਾਡੀ ਹੋਣ ਦੇ ਨਾਤੇ ਮੈਂ ਵਾਰਸ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੀ ਆਇਆਂ ਨੂੰ। ਔਰ ਕਈ ਵਾਰੀ ਮੈਨੂੰ ਸੋਚਣ ਤੇ ਮਜਬੂਰ ਹੋਣਾ ਪਿਆ ਕਿ ਆਮ ਤੌਰ ਤੇ ਜਦੋਂ ਨਾ ਗੁੜਤੀ ਦਿੱਤੀ ਜਾਂਦੀ ਹੈ, ਗ੍ਰੰਥੀ ਸਿੰਘ ਪਤਾਸਿਆਂ ਦੇ ਮਿੱਠਤ ਪਾ ਕੇ ਬਾਣੀ ਪੜ੍ਹ ਕੇ ਕਿਸੇ ਬੱਚੇ ਨੂੰ ਕਿਰਪਾਨ ਦੀ ਨੋਕ ਦੇ ਨਾਲ ਗੁੜਤੀ ਦਿੰਦਾ ਹੈ। ਪਰ ਮੈਨੂੰ ਐ ਲੱਗਦਾ ਹੈ ਵਾਰਸ ਜੀ, ਸਾਡੇ ਸਤਿਕਾਰਯੋਗ ਮਾਤਾ ਜੀ, ਜਦੋਂ ਤੁਹਾਨੂੰ ਗੁੜਤੀ ਦਿੱਤੀ ਗਈ ਉਹਦੇ ਵਿੱਚ ਬਦਾਮ ਵੀ ਜ਼ਰੂਰ ਪਾਏ ਗਏ ਹੋਣਗੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਵੱਡੀ ਯਾਦਾਸ਼ਤ ਹੈ ਔਰ ਬਹੁਤ ਕੁਝ ਕਹਿਣਾ ਜਾਣਦੇ ਨੇ, ਕਹਿਣ ਦਾ ਅੰਦਾਜ਼ ਵਾ ਕਮਾਲ ਹੈ। ਤੇ ਢਾਡੀ ਹੋਣ ਦੇ ਨਾਤੇ ਇਤਿਹਾਸ ਕਹਿਣਾ, ਨਵੇਂ ਸਮੇਂ ਦਾ ਇਤਿਹਾਸ ਕਹਿਣਾ ਇੱਕ ਬਹੁਤ ਵੱਡੀ ਗੱਲ ਹੈ। ਮੈਂ ਉਹਨਾਂ ਦਾ ਇਸ ਪੱਖੋਂ ਧੰਨਵਾਦ ਕਰਦਾ ਹਾਂ। ਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੰਗਤ ਜੀ, ਅੰਤਮ ਘੜੀਆਂ ਰਹਿ ਗਈਆਂ ਨੇ, ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ। ਹੁਣ ਸਿਰਫ ਧੰਨਵਾਦ ਰਹਿ ਗਿਆ। ਪ੍ਰੋਗਰਾਮ ਦੇ ਵਿੱਚ ਤੁਸੀਂ ਆਏ, ਆਪ ਜੀ ਦਾ ਧੰਨਵਾਦ ਹੈ। ਗੁਰੂ ਨੇ ਕਿਰਪਾ ਕੀਤੀ ਹੈ, ਆਪ ਜੀ ਦਾ ਇੱਕ ਇੱਕ ਕਦਮ ਲਿਖੇ ਹੈ। ਹਾਂਜੀ, ਅੱਛਾ। ਸਾਡੇ ਕੋਲੇ ਸਤਿਕਾਰਯੋਗ ਹਰਪਾਲ ਸਿੰਘ ਜੀ, SGPC ਮੈਂਬਰ ਬੈਠੇ ਨੇ। ਜੀ ਆਇਆਂ ਨੂੰ ਜੀ। ਆਪਾਂ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ। ਆਓ ਪਾਲੀ ਸਾਹਿਬ, ਧੰਨਵਾਦ। ਕਦੇ ਤਾਂ ਮੰਨ ਲਿਆ ਕਰੋ ਨਾ, ਫੇਰ ਵੀ ਤੁਸੀਂ ਮੈਂਬਰ ਹੋ ਨਾ। ਆਓ ਜੀ ਆਇਆਂ ਨੂੰ, ਵੈਲਕਮ, ਸਵਾਗਤ ਹੈ ਜੀ।
ਸਤਿਕਾਰਯੋਗ ਪਾਲੀ ਸਾਹਿਬ, ਤੇ ਉਹਨਾਂ ਨੂੰ ਵੀ ਸਰੋਪਾ ਦਿੱਤਾ ਜਾ ਰਿਹਾ ਹੈ, ਦੇਣਾ ਬਣਦਾ ਹੈ, ਕਿਉਂਕਿ ਇਲਾਕੇ ਦੇ ਵਿੱਚ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਇੱਕ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ। ਤੇ ਆਓ ਆਪਾਂ ਇਸ ਖੁਸ਼ੀ ਦੇ ਵਿੱਚ ਸਾਰੇ ਰਲ ਮਿਲ ਕੇ ਜਕਾਰਾ ਛੱਡੀਏ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਰਬੱਤ ਸੰਗਤ ਦਾ ਧੰਨਵਾਦ। ਸਤਿਕਾਰਯੋਗ ਬਾਬਾ ਜੀ ਬਾਬਾ ਹਰਵੰਸ ਸਿੰਘ ਜੀ ਰਵਾਲੋਂ ਵਾਲੇ ਦਾ ਆਨੰਦ ਸਾਹਿਬ ਦੀਆਂ 6 ਅਰਦਾਸ ਪ੍ਰਸ਼ਾਦ ਦੀਆਂ ਦੇਗਾਂ, ਤੇ ਉਸ ਤੋਂ ਬਾਅਦ ਆਪ ਸਰਬੱਤ ਸੰਗਤ ਨੇ ਗੁਰੂ ਕਾ ਲੰਗਰ ਲੋੜ ਅਨੁਸਾਰ ਛਕ ਕੇ ਜਾਣਾ ਹੈ। ਇਹ ਤੁਸੀਂ ਬੇਨਤੀ ਪ੍ਰਵਾਨ ਕਰੋਗੇ। ਮੈਂ ਬੇਨਤੀ ਕਰਨ ਲੱਗਾ ਆ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਹਰਵੰਸ ਸਿੰਘ ਜੀ ਰਵਾਲੋਂ ਵਾਲੇ, ਉਹ ਚੰਦ ਸ਼ਬਦ ਚੰਦ ਲਫ਼ਾਜ਼ ਸੰਗਤ ਦੇ ਸਤਿਕਾਰ ਵਜੋਂ ਕਹਿਣ ਲੱਗੇ ਨੇ। ਆਓ ਪਿਆਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ, ਹੈ ਭੀ ਸਚ, ਨਾਨਕ ਹੋਸੀ ਭੀ ਸਚ। ਸੂਰਜ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਜਗਤ ਮਾਤਾ ਗੁਜਰ ਕੌਰ ਜੀ ਦੇ ਪੇਕੇ ਘਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਨਕੇ ਘਰ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਨੂੰ ਜੂਨ 1984 ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਸਮੇਂ ਦੀ ਹਕੂਮਤ ਨੂੰ ਇਹ ਦੱਸ ਦਿੱਤਾ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੋ ਜਿਹਾ ਰੁੱਖ ਲੈ ਕੇ ਕੋਈ ਆਉਂਦਾ, ਉਹ ਜਿਹਾ ਪ੍ਰਸਾਦ ਅੱਗੋਂ ਪ੍ਰਾਪਤ ਹੋ ਜਾਂਦਾ। ਸੋ ਉਹਨਾਂ ਮਰਜੀਵੜਿਆਂ ਨੂੰ ਆਪ ਜੀ ਨੇ ਇਹ ਸਮਾਗਮ ਦੇ ਅੰਦਰ ਸਵੇਰ ਸਮੇਂ ਤੋਂ ਹੀ ਗੁਰੂ ਕੇ ਪਿਆਰਿਆਂ ਕਵਿਸ਼ਰੀ ਢਾਡੀ ਰਾਗੀ ਜਥਿਆਂ ਦੀ ਰਸਨਾ ਤੋਂ, ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਆਪ ਜੀ ਨੇ ਉਹ ਸਮਾਂ ਸਰਵਣ ਕੀਤਾ। ਤੇ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਫਤਿਹ ਦੀ ਸਾਂਝ ਪਾ ਕੇ ਥੋੜ੍ਹਾ ਸਮਾਂ ਆਪ ਜੀ ਦਾ ਹੋਰ ਲੈਣਾ। ਜਿੰਨੀ ਕੁ ਸੰਗਤ ਕੌਮ ਦਾ ਦਰਦ ਰੱਖਦੀ ਹੈ, ਪੰਥ ਦੇ ਨਾਲ ਖੜੀ ਹੈ, ਉਹ ਕੌਮੀ ਜੋੜੇ ਦਰਦ ਰੱਖਣ ਵਾਲੇ ਆਪਣੇ ਰੁਝੇਵੇਂ ਭਰੇ ਜੀਵਨ 'ਚੋਂ ਸਮਾਂ ਕੱਢ ਕੇ ਅੱਜ ਦੇ ਸਮਾਗਮ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰ ਤੇ ਉਹਨਾਂ ਮਹਾਨ ਸ਼ਹੀਦਾਂ ਦੀ ਅਸੀਸ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਆਪ ਜੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋ। ਆਓ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ। ਆਪ ਸਭ ਨੇ ਆਪਣੀਆਂ ਹਾਜ਼ਰੀਆਂ ਲਵਾਉਣਾ ਕੀਤੀਆਂ, ਸਾਡੀ ਵੀ ਹਾਜ਼ਰੀ ਲਵਾਉਣਾ ਕਰੋ, ਰਸਨਾ ਕਰੋ, ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਉਸ ਸਮੇਂ ਦੇ ਹਾਲਾਤ ਆਪ ਜੀ ਨੇ ਸਰਵਣ ਕੀਤੇ ਨੇ ਤੇ ਆਪ ਜੀ ਕਵੀਸ਼ਰੀ ਜਥੇ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਮੈਂ ਤੇ ਸੇਵਲ ਇਹੋ ਗੱਲ ਕਰਨੀ ਹੈ ਕਿ ਜਿਨ੍ਹਾਂ ਨੇ ਇਹ ਗੱਲ ਪਰੋਸੀ ਹੈ ਸਰਕਾਰ ਦੇ ਪਿੱਠ ਠੋਕੇ ਹੋਣ ਕਰਕੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਉਹ ਤੇ ਸਿੱਧਾ ਹੀ ਕਹਿੰਦੇ ਭਿੰਡਰੀ ਵਾਲਾ ਮੋਦੀ ਮੀਡੀਆ, ਉਹ ਕਹਿੰਦੇ कि वो खालिस्तान की मांग रखते थे, इसलिए उन्हों के साथ ये कुछ हुआ। उसके कारण जो असला लेके दरबार साहब बैठे थे, उसके कारण इन्ना कुछ हुआ। उन्होंने कोल जवाब है, साढ़े कोल जवाब है, उन्होंने कोल उत्तर नहीं है। ये साड़ी विरासत है, गुरु साहब दे बख्शे ने बाणा ते बाणी शस्त्र
1955 ਦੇ ਵਿੱਚ ਵੀ ਸਰਕਾਰ ਨੇ ਇਹ ਜਿਹੜਾ ਪਾਪ ਕੀਤਾ ਸੀ, ਉਦੋਂ ਤੇ ਉੱਥੇ ਭਿੰਡਰਾਂ ਵਾਲੇ ਸੰਤ ਹੈ ਨਹੀਂ ਸੀ, 8 ਸਾਲ ਦੀ ਉਮਰ ਸੀ। ਉਦੋਂ ਦੋਸ਼ ਕਿਹਦੇ ਕਾਰਨ ਲਾਓਗੇ ਕਿ ਫੌਜ ਨੂੰ ਇਸ ਕਾਰਨ ਜਾਣਾ ਪਿਆ। ਦੂਜੀ ਬੇਨਤੀ, ਉਹਨਾਂ ਕੋਲ ਕੋਈ ਸਬੂਤ ਨਹੀਂ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਖਾਲਿਸਤਾਨ ਦੀ ਮੰਗ ਰੱਖਣ ਕਰਕੇ ਇੰਨਾ ਕੁਛ ਨੁਕਸਾਨ ਹੋਇਆ, ਕਿਉਂਕਿ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਤੁਸੀਂ ਸਰਚ ਕਰਕੇ ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਉਹਦੇ ਵਿੱਚ ਖਾਲਿਸਤਾਨ ਦੀ ਗੱਲੇ ਨਹੀਂ ਕੀਤੀ। ਜੇ ਸਰਕਾਰ ਨੇ ਆਪਣੇ ਮੀਡੀਆ ਰਾਹੀਂ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ, ਧਿਆਨ ਦੇਣੇ ਮੈਂ ਕਿੱਥੇ ਆਉਣਾ ਚਾਹ ਰਿਹਾ। ਗੁਰੂ ਕਿਰਪਾ ਕਰੇ ਸਮੇਂ ਦੇ ਅੰਦਰ ਰਹੀਏ। ਤੇ ਉਸ ਮੀਡੀਆ ਵਾਲੇ ਨੇ ਸਵਾਲ ਕੀਤਾ ਕਿ ਤੁਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹੋ ਜਾਂ ਵਿਰੋਧ। ਮਹਾਂਪੁਰਸ਼ਾਂ ਨੇ ਆਖਿਆ ਨਾ ਅਸੀਂ ਵਿਰੋਧ ਕਰਦੇ ਹਾਂ ਨਾ ਹਮਾਇਤ ਕਰਦੇ ਹਾਂ, ਹਾਂ ਸਰਕਾਰ ਦੇਵੇ ਤੇ ਲੈ ਲਵਾਂਗੇ। ਹੁਣ ਇੱਥੇ ਵੇਖੋ ਕਿ ਅੱਤਵਾਦੀ ਸੀ ਜਾਂ ਵੱਖਵਾਦੀ ਸੀ। ਤੁਹਾਨੂੰ ਫੇਰ ਵੀ ਸਤਿਕਾਰ ਦੇ ਰਹੇ ਨੇ ਕਿ ਸਰਕਾਰ ਦੇਵੇ ਤਾਂ ਲੈ ਲਵਾਂਗੇ, ਪਿਛਲਿਆਂ ਵਾਂਗੂ ਗਲਤੀ ਨਹੀਂ ਕਰਦੇ। ਤੁਹਾਨੂੰ ਵੱਡਾ ਕੀਤਾ, ਉਹਨਾਂ ਨੇ ਸਨਮਾਨ ਦਿੱਤਾ ਵੀ ਤੁਸੀਂ ਅਹੁਦੇਦਾਰ ਹੋ, ਸਰਕਾਰ ਹੈ ਤੁਹਾਡੀ, ਤੁਸੀਂ ਦਿਓਗੇ ਤੇ ਲੈ ਲਾਂਗੇ। ਫਿਰ ਅੱਤਵਾਦੀ ਉਹ ਹੋਏ ਕਿ ਅਸੀਂ ਹੋਏ। ਤੇ ਦੂਜੀ ਬੇਨਤੀ, ਸੰਤਾਂ ਨੇ ਆਖਿਆ ਇਹ ਸਵਾਲ ਮੇਰੇ ਕੋਲ ਕਰਨ ਦਾ ਨਹੀਂ ਹੈ, ਇਹ ਸਰਕਾਰ ਨੂੰ ਪੁੱਛੋ ਸਾਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ। ਅਸੀਂ ਨਾਲ ਰਹਿਣਾ ਚਾਹੁੰਦੇ ਹਾਂ। ਉਹਨਾਂ ਨੇ ਲਿਖ ਦਿੱਤਾ ਮੈਂ ਨਾਲ ਰਹਿਣਾ ਚਾਹੁੰਦਾ ਹਾਂ। ਕਹਿੰਦੇ ਚਾਹੁੰਦਾ ਹਾਂ ਨਹੀਂ, ਬਹੁ ਬਚਨ ਲਿਖੋ, ਸਾਰੀ ਸਿੱਖ ਕੌਮ ਦੀ ਗੱਲ ਹੈ, ਚਾਹੁੰਦੇ ਹਾਂ। ਪੱਤਰਕਾਰ ਵੀ ਸਮਝ ਗਏ ਲੋਕ, ਤੇ ਕਹਿੰਦੇ ਵੀ ਅਨਪੜ੍ਹ ਹੈ, ਪੜ੍ਹਿਆ ਲਿਖਿਆ ਨਹੀਂ ਹੈ। ਤੇ ਐਨੀ ਸਮਝ ਐਨੀ ਨੌਲੇਜ ਇੱਕ ਇੱਕ ਗੱਲ ਨੂੰ ਪਕੜਦੇ ਨੇ। ਕਹਿੰਦੇ ਚਾਹੁੰਦਾ ਤੇ ਮੇਰੇ ਇਕੱਲੇ ਦੀ ਗੱਲ ਹੋ ਗਈ, ਪਾਸਾ ਪਲਟ ਜਾਣਾ। ਕਹਿੰਦੇ ਚਾਹੁੰਦੇ ਹਾਂ, ਬਹੁ ਬਚਨ ਲਿਖੋ, ਸਾਰੀ ਸਿੱਖ ਕੌਮ ਦੀ ਗੱਲ ਹੈ, ਅਸੀਂ ਨਾਲ ਰਹਿਣਾ ਚਾਹੁੰਦੇ ਹਾਂ ਭਾਰਤ ਦੀ ਧਰਤੀ ਤੇ, ਪਰ 1 ਨੰਬਰ ਦੇ ਸ਼ਹਿਰੀ ਬਣ ਕੇ, 2 ਨੰਬਰ ਦੇ ਨਹੀਂ। ਜੋ ਹੱਕ ਬਾਕੀਆਂ ਨੂੰ ਸਾਨੂੰ ਵੀ ਹੋਣੇ ਚਾਹੀਦੇ ਆ। ਇਹਦੇ ਵਿੱਚ ਬਤਾਓ ਕਿਹੜੀ ਪੱਖਪਾਤ ਸੀ? ਕਿਹਦੇ ਕਰਕੇ ਅੱਤਵਾਦੀ ਦਾ ਖਿਤਾਬ ਦੇ ਰਹੇ ਹੋ, ਇਲਜ਼ਾਮ ਲਾ ਰਹੇ ਹੋ? ਰਹੀ ਗੱਲ ਖਾਲਿਸਤਾਨ ਦੀ, ਤੁਸੀਂ ਪਹਿਲਾਂ ਵੀ ਆਪ ਮਜਬੂਰ ਕੀਤਾ ਤੇ ਹੁਣ ਵੀ ਆਪ ਮਜਬੂਰ ਕਰੋਗੇ। ਜਿਹਦੇ ਪਿੱਛੇ ਸਿੰਘ ਲੱਗਿਆ, ਸਬਜ਼ੀ ਦੀ ਰੇਹੜੀ ਲਾਈ, ਸਬਜ਼ੀ ਵੇਚ ਰਿਹਾ, ਉਹ ਵੀ ਖਾਲਿਸਤਾਨੀ। ਇਨਸਾਫ ਮੋਰਚੇ ਤੇ ਬੈਠਾ, ਉਹ ਵੀ ਖਾਲਿਸਤਾਨੀ। ਤੁਸੀਂ ਆਪ ਤੇ ਇਹ ਆਵਾਜ਼ਾਂ ਦੇ ਰਹੇ ਹੋ। ਮੇਰਾ ਖਿਆਲ ਵੀ ਰਾਤ ਨੂੰ ਵੀ ਤੁਹਾਨੂੰ ਨੀਂਦ ਨਹੀਂ ਆਉਂਦੀ ਹੋਣੀ, ਹਊਆ ਬਣਾ ਦਿੱਤਾ ਤੁਸੀਂ। ਜਿਵੇਂ ਸਰਦਾਰ ਹਰੀ ਸਿੰਘ ਨਲਵੇ ਨੂੰ ਪਠਾਣੀਆਂ ਕਹਿੰਦੇ ਨੇ, ਨਲਵਾ ਆਗਲੇ ਬੱਚਿਓ ਚੁੱਪ ਕਰ ਜਾਓ। ਤੇ ਤੁਸੀਂ ਵੀ ਇਹ ਡਰ ਬੈਠਾ ਦਿੱਤਾ ਆਪਣੇ ਆਉਣ ਵਾਲੇ ਬੱਚਿਆਂ ਅੱਗੇ ਕਿ ਖਾਲਿਸਤਾਨੀ ਇੱਦਾਂ ਦੇ ਹੁੰਦੇ ਨੇ। ਖਾਲਿਸਤਾਨੀ ਦਾ ਮਤਲਬ ਕੀ ਹੈ? ਖਾਲਿਸਤਾਨੀ ਦਾ ਮਤਲਬ ਹੈ ਖਾਸ, ਕਿਸੇ ਖਾਸ ਕੰਪਨੀ ਤੋਂ ਜਦੋਂ ਦੁਨੀਆ ਭਰ ਦੀ ਦੁਕਾਨਾਂ ਤੇ ਸੌਦਾ ਪੱਤਾ ਆਉਂਦਾ, ਮਟੀਰੀਅਲ ਆਉਂਦਾ, ਉਹਨੂੰ ਕਿਸੇ ਜਿਵੇਂ ਮਿਲਾਵਟ ਤੋਂ ਰਹਿਤ ਹੈ, ਖਾਸ ਹੈ, ਇਹਦੇ ਵਿੱਚ ਸ਼ੁੱਧਤਾ ਹੈ, ਖਾਸ ਹੈ, ਮਿਲਾਵਟ ਨਹੀਂ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਖਾਲਸਾ ਹੈ, ਇਹ ਖਾਸ ਹੈ। ਇਸ ਕਰਕੇ ਹੁਣ ਆਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਤੇ ਗੁਰੂ ਸਾਹਿਬ ਜੀ ਨੇ ਆਖਿਆ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਜਿੰਨੇ ਕੋ ਬੈਠੇ ਨੇ ਆਪਣੀ ਗੇਜ 'ਚ ਇਹ ਪਾ ਕੇ ਲੈ ਜਿਓ, ਹੁਣ ਤੁਹਾਡੇ ਸਾਰੀ ਉਮਰ ਕੰਮ ਆਏਗਾ। ਜਿਹੜਾ ਸਵਾਲ ਉਹਨਾਂ ਨੇ ਕੀਤਾ ਵਿਰੋਧੀਆਂ ਨੇ, ਉਹ ਕਹਿੰਦੇ ਇਹ ਜਿਹੜੇ ਸਿੱਖ ਨੇ ਇਹ ਕੇਸਾਂ ਧਾਰੀ ਹਿੰਦੂ ਨੇ, ਅਸੀਂ ਮੋਨੇ ਨੇ, ਫਰਕ ਕੋਈ ਨਹੀਂ, ਸਾਡੇ ਵਿੱਚੋਂ ਹੀ ਹੈ। ਹੁਣ ਇਹਦਾ ਜਵਾਬ ਪਕੜ ਲਿਓ। ਤੇ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਕਿਹਾ ਸੀ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ, ਇਹ ਇੱਕ ਵੱਖਰੀ ਨਸਲ ਹੈ। ਆਖੋ ਸਤਨਾਮ ਸ੍ਰੀ। ਨਸਲ ਕਿਵੇਂ ਹੈ? ਵੱਖਰੀ ਕੌਮ ਤੇ ਤੁਸੀਂ ਸੁਣਦੇ ਹੋ, ਸਾਰਾ ਕੁਝ ਹੈ ਹੀ ਵੱਖਰਾ ਸਾਡਾ। ਤੇ ਵੱਖਰੀ ਨਸਲ ਕਿਵੇਂ ਹੈ? ਥੋੜਾ ਜਿਹਾ ਪਿਛੋਕੜ ਇਤਿਹਾਸ ਮੈਂ ਲੈਣ ਲੱਗੇ ਹਾਂ, ਧਿਆਨ ਦੇਣਾ। ਬੇਨਤੀ ਹੈ ਉੱਠ ਕੇ ਨਾ ਜਾਇਓ। ਤੇ ਜਿਸ ਵਕਤ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਸ਼ ਅਯੁੱਧਿਆ ਵਿੱਚ ਵਾਪਸ ਆਏ ਸੀ, ਰਾਵਣ ਨੂੰ ਮਾਰ ਕੇ ਭਵਿੱਖਣ ਨੂੰ ਰਾਜ ਭਾਗ ਦਾ ਮਾਲਕ ਬਣਾ ਕੇ ਲੰਕਾ ਵਿੱਚ। ਤੇ ਅਯੁੱਧਿਆ ਵਿੱਚ ਕੁਝ ਖੁਸ਼ੀਆਂ ਮਨਾਈਆਂ ਗਈਆਂ। ਕੁਝ ਸਮੇਂ ਤੋਂ ਬਾਅਦ ਇਹ ਆਵਾਜ਼ ਉੱਠੀ ਕਿ ਰਾਵਣ ਦੇ ਕੋਲ ਇੰਨਾ ਸਮਾਂ ਸੀਤਾ ਜੀ ਰਹੇ, ਉਸ ਨੂੰ ਅਯੁੱਧਿਆਪਤੀ ਨਰੇਸ਼ ਨੇ ਕਿਉਂ ਰੱਖਿਆ?
ਜਦੋਂ ਸਾਰੀ ਗੱਲ ਰਾਮਚੰਦਰ ਜੀ ਨੇ ਸੁਣੀ ਤੇ ਉਹਨੇ 12 ਸਾਲ ਦਾ ਬਨਵਾਸ ਦੇ ਦਿੱਤਾ। ਹੁਣ 12 ਸਾਲ ਦੇ ਬਨਵਾਸ ਵਿੱਚ ਜੰਗਲ ਵਿੱਚ ਜਾ ਕੇ ਸੀਤਾ ਜੀ ਨੇ ਕੁੱਖ ਤੋਂ ਬਾਲਕ ਨੂੰ ਜਨਮ ਦਿੱਤਾ, ਜਿਹਦਾ ਨਾਂ ਰੱਖਿਆ ਸੀ ਲਵ। ਇੱਕ ਦਿਨ ਕੱਪੜੇ ਧੋਣ ਚੱਲਣ ਗਈ ਤੇ ਵਾਲਮੀਕ ਜੀ ਸਮਾਧੀ ਲਾਈ ਬੈਠੇ ਸੀ, ਕੋਲ ਬਿਠਾ ਕੇ ਲਵ ਨੂੰ ਪੁੱਤਰ ਨੂੰ ਆਖਿਆ, ਮਹਾਰਾਜ ਕਿਰਪਾ ਕਰਿਓ, ਮੈਂ ਵਸਤਰ ਧੋ ਲਿਆ ਵਾ ਨਦੀ ਤੇ, ਤੁਸੀਂ ਇਹਦੀ ਦੇਖ ਰੇਖ ਕਰਿਓ ਕਿਤੇ ਉੱਧਰ ਅਦਰ ਨਾ ਹੋ ਜੇ, ਨਾਲ ਲੈ ਗਈ ਤੇ ਪਾਣੀ 'ਚ ਨਾ ਡਿੱਗ ਜੇ। ਥੋੜੀ ਦੂਰੀ ਤੇ ਗਏ, ਸੀਤਾ ਮਾਂ ਨੇ ਦੇਖਿਆ ਕਿ ਪਿੱਛੇ ਰਿਸ਼ੀ ਜੀ ਤੇ ਸਮਾਧੀ ਵਿੱਚ ਲੀਨ ਹੋ ਗਏ, ਕੋਈ ਜਾਨਵਰ ਨਾ ਚੱਕ ਲੈ ਜੇ, ਉੱਧਰ ਅਦਰ ਨਾ ਰੁੜ ਜੇ। ਉਹ ਫੇਰ ਬਿਨਾਂ ਦੱਸਿਆਂ ਤਾਂ ਕੁੱਛੜ ਚੱਕ ਲੈ ਗਈ। ਥੋੜੀ ਦੇਰ ਬਾਅਦ ਰਿਸ਼ੀ ਜੀ ਦੀ ਸਮਾਧੀ ਖੁੱਲੀ ਤੇ ਉਹਨੇ ਵੇਖਿਆ ਕਿ ਇੱਥੇ ਤੇ ਬੱਚਾ ਬੈਠਾ ਸੀ। ਮਾਂ ਹੈ ਆਖਰਕਾਰ, ਪੁੱਤ ਨਾ ਹੋਣ ਦੇ ਸੂਰਤ ਵਿੱਚ ਉਹ ਬੜਾ ਵਿਰਲਾਪ ਕਰੇਗੀ ਤੇ ਉਹਨੇ ਘਾਹ ਰੱਖਿਆ, ਉਹ ਕੁੱਸੇ ਤੋਂ ਬਣਾ ਦਿੱਤਾ। ਉਹ ਜਿਹੇ ਪੁੱਤਰ ਉਹ ਖੇਡਦੇ, ਜਦੋਂ ਸੀਤਾ ਜੀ ਵਸਤਰ ਧੋ ਕੇ ਆਈ ਵੇਖਿਆ ਵੀ ਇਹੋ ਜਿਹਾ ਇੱਕ ਹੋਰ ਬੈਠਾ। ਆਖਿਆ ਮਹਾਰਾਜ ਇਹ ਕੌਣ ਹੈ? ਕਹਿੰਦੇ ਤੁਹਾਡਾ ਪੁੱਤਰ। ਕਹਿੰਦੇ ਮੈਂ ਤੇ ਨਾਲ ਲੈ ਗਈ ਸੀ। ਕਹਿੰਦੇ ਤੁਸੀਂ ਮੇਰੇ ਕੋਲ ਛੱਡ ਕੇ ਗਏ ਸੀ। ਕਹਿੰਦੇ ਮੈਂ ਸੋਚਿਆ ਤੁਹਾਡੀ ਸਮਾਧੀ ਲੱਗ ਗਈ, ਕਿਤੇ ਇਹਨੂੰ ਜਾਨਵਰ ਨਾ ਖਾ ਜਾਣ, ਇਸ ਕਰਕੇ ਮੈਂ ਨਾਲ ਹੀ ਚੱਕ ਲੈ ਗਈ ਸੀ। ਕਹਿੰਦੇ ਫਿਰ ਹੁਣ ਇਹ ਵੀ ਤੇਰਾ ਹੀ ਪੁੱਤਰ ਹੈ ਨਾ? ਕਹਿੰਦੇ ਕੁਸ਼, ਲਵ ਕੁਸ਼। ਉਹਨੂੰ ਧਰਮ ਦੀ ਮਾਂ ਬਣਾ ਕੇ ਗੋਦ ਦੇ ਦਿੱਤਾ ਹੈ। ਤੇ ਹੁਣ ਧਿਆਨ ਦਿੱਤੋ, ਵੱਡੇ ਹੋਏ ਰਾਮਚੰਦਰ ਜੀ ਤੋਂ ਬਾਅਦ ਲਵ ਕੁਸ਼ ਦੇ ਕੋਲ ਰਾਜ ਭਾਗ ਆਏ ਹੈ। ਲਵ ਨੇ ਵਸਾਇਆ ਹੈ ਲਵਪੁਰ ਲਾਹੌਰ, ਕੁਸ਼ ਨੇ ਵਸਾਇਆ ਕਸੂਰ। ਥੋੜਾ ਸਮਾਂ ਅੱਗੇ ਜਾ ਕੇ ਇਹਨਾਂ ਦੀ ਆਪਸ ਵਿੱਚ ਭਿੜ ਗਈ, ਜਿਵੇਂ ਕੌਰਵ ਪਾਂਡਵ ਲੜੇ। ਕੁਸ਼ ਵਾਲਿਆਂ ਨੇ ਲਵ ਵਾਲਿਆਂ ਨੂੰ ਕੱਢਤਾ, ਕੁਝ ਸਮਾਂ ਪਾ ਕੇ ਲਵ ਵਾਲਿਆਂ ਨੇ ਕੁਸ਼ ਵਾਲਿਆਂ ਨੂੰ ਕੱਢ ਤਿਆ। ਜਿਹੜੇ ਕੁਸ਼ ਵੰਸ਼ੀ ਸੀ ਇਹਦੇ ਵਿੱਚ ਅੰਮ੍ਰਿਤ ਰਾਏ ਸੀ ਤੇ ਮੁਲਕ ਰਾਏ ਜੀ ਰਾਜ ਭਾਗ ਕਰਦੇ, ਤੇ ਅੰਮ੍ਰਿਤ ਰਾਏ ਕਾਂਸੀ ਬਨਾਰਸ ਵਿੱਚ ਜਾ ਕੇ ਵੇਦ ਗ੍ਰੰਥਾਂ ਦਾ ਅਧਿਐਨ ਕਰਦੇ ਨੇ। ਬਹੁਤ ਵੱਡੇ ਵਿਦਵਾਨ ਬਣੇ ਵੇਦਾਂ ਦੇ, ਤੇ ਉਹਨਾਂ ਨੂੰ ਵੇਦਾਂ ਦੀ ਕਥਾ ਕਰਨ ਕਰਕੇ, ਵੇਦ ਪੜ੍ਹੇ ਹੋਣ ਕਰਕੇ ਵੇਦੀ ਕਹਿਣ ਲੱਗ ਪਏ, ਜਿਹਦੇ ਵਿੱਚ 3 ਵੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਹੁਣ ਧਿਆਨ ਦੇਣਾ, ਉਸੇ ਕੁਲ ਵੰਸ਼ ਵਿੱਚ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਜਦੋਂ ਮੁਲਕ ਰਾਏ ਨੇ ਵੇਖਿਆ ਵੀ ਐਡੇ ਵਿਦਵਾਨ ਦੇਸ਼ ਵਿੱਚ ਨੇ, ਉਹਨਾਂ ਨੇ ਪਿਛੋਕੜ ਵੇਖਿਆ, ਕਹਿੰਦੇ ਤੇ ਸਾਡੇ ਹੀ ਭਰਾ ਨੇ, ਪਿਆਰ ਜਾਗੇ ਹੈ, ਚਿੱਠੀ ਵਿਰਾਗਮਈ ਲਿਖ ਕੇ ਭੇਜੇ ਹੈ ਤੇ ਅੰਮ੍ਰਿਤ ਰਾਏ ਜੀ ਨੂੰ ਵਾਪਸ ਬੁਲਾਏ ਹੈ। ਹੁਣ ਮੁਲਕ ਰਾਏ ਨੇ ਹੱਥ ਬੰਨ੍ਹ ਕੇ ਸਤਿਕਾਰ ਕੀਤਾ, ਆਪਸ ਵਿੱਚ ਬੁੱਕਲ ਵਿੱਚ ਮਿਲੇ, ਪੁਰਾਣਾ ਵੈਰ ਖਤਮ ਕੀਤਾ ਤੇ ਉਹ ਕਥਾ ਸੁਣਨੀ ਸ਼ੁਰੂ ਕੀਤੀ। 3 ਵੇਦ ਸੁਣਾਏ। ਇੰਨਾ ਵਿਰਾਗ ਜਾਗਿਆ ਮੁਲਕ ਰਾਏ ਦੇ, ਉਹਨੇ ਰਾਜ ਭਾਗ ਭੇਟਾ ਵਜੋਂ ਰੱਖ ਕੇ, ਜਿਹਦੇ ਪਿੱਛੇ ਲੜਾਈ ਝਗੜੀ ਹੁੰਦੀ ਸੀ, ਅੰਮ੍ਰਿਤ ਰਾਏ ਨੂੰ ਭੇਟਾ ਵਿੱਚ ਦੇ ਕੇ ਰਾਜ ਭਾਗ ਆਪ ਜੰਗਲ ਨੂੰ ਤੁਰਨ ਦੀ ਤਿਆਰੀ ਕਰ ਦਿੱਤੀ। ਅੰਮ੍ਰਿਤ ਰਾਏ ਨੇ ਆਖਿਆ, ਉਹ ਭਵਿੱਖ ਵੀ ਜਾਣਦਾ ਸੀ, ਐਡਾ ਵਿਦਵਾਨ ਸੀ, ਤੁਸੀਂ 3 ਵੇਦ ਪੜ੍ਹਨ ਤੋਂ ਬਾਅਦ ਚੌਥਾ ਸ਼ੁਰੂ ਹੋਣ ਦੇ ਨਾਲ ਹੀ ਤੁਸੀਂ ਰਾਜ ਭਾਗ ਭੇਟਾ ਕਰ ਦਿੱਤਾ। ਤੁਹਾਡਾ ਉਦਾਹਰਨ ਹੀ ਰੱਖਦੇ। 3 ਜਾਮੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੋਣਗੇ, ਚੌਥਾ ਜਾਮਾ ਤੁਹਾਡੀ ਸੋਢੀ ਵੰਸ਼ ਦੇ ਵਿੱਚ ਰਾਜ ਯੋਗ ਤੁਸੀਂ ਕਰੋਗੇ। ਆਖੋ ਸਤਨਾਮ ਸ੍ਰੀ। ਉਹ ਸੋਢੀ ਰਾਏ, ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚੌਥੇ ਜਾਮੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣੇ। ਹੁਣ ਅੱਗੇ ਆਓ, ਤੇ ਹੁਣ ਅੰਮ੍ਰਿਤ ਰਾਏ ਤੇ ਮੁਲਕ ਰਾਏ ਚਲਿਆ ਗਿਆ। ਹੁਣ ਅੱਗੇ ਚੱਲ ਕੇ ਇਹ ਵੰਸ਼ ਵਿੱਚ ਇਹ ਪੀੜ੍ਹੀਆਂ ਦੋਵੇਂ ਪਾਸੋਂ ਚੱਲਦੀਆਂ ਸੀ, ਤੇ ਕੁਸ਼ ਵੰਸ਼ੀਆਂ ਦੇ ਵਿੱਚੋਂ ਕੁਸ਼ ਸੀ ਜਿਹੜਾ, ਉਹ ਕੁਸੇ ਤੋਂ ਪੈਦਾ ਹੋਇਆ ਸੀ। ਸੀਤਾ ਦੇ 2 ਪੁੱਤਰ ਸੀ, ਇੱਕ ਲਵ ਸੀ, ਪਰ ਕੁਸ਼ ਵਾਲਮੀਕ ਨੇ ਕੁਸੇ ਤੋਂ ਬਣਾ ਕੇ ਦਿੱਤਾ ਸੀ। ਹੁਣ ਲਵ ਸੀ ਜਿਹੜਾ, ਉਹਦੇ ਤੇ ਤੁਸੀਂ ਜਾਤ ਵੀ ਦੱਸ ਸਕਦੇ ਹੋ, ਕੌਮ ਵੀ ਦੱਸ ਸਕਦੇ ਹੋ, ਪਾਤ ਵੀ ਦੱਸ ਸਕਦੇ ਹੋ, ਪਰ ਕੁਸੇ ਦੀ ਜਾਤ ਪਾਤ ਕਿਹੜੀ ਕਹੋਗੇ? ਕਿਹੜਾ ਮਜ਼ਹਬ, ਕਿਹੜਾ ਕੌਮ ਦਰਸਾਓਗੇ? ਕੁਸੇ ਤੋਂ ਜਿਹੜੀ ਵੰਸ਼ ਚੱਲੀ ਹੈ ਉਹ ਬੇਦੀ ਵੰਸ਼ ਬਣੀ। ਬੇਦੀ ਵੰਸ਼ ਵਿੱਚੋਂ ਗੁਰੂ ਨਾਨਕ ਪ੍ਰਗਟ ਹੋਏ, ਤੇ ਤਾਈਓ ਗੁਰੂ ਨਾਨਕ ਸਾਹਿਬ ਨੇ ਆਖਿਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ ਪਰਹਾਨ। ਆਖੋ ਸਤਨਾਮ ਸ੍ਰੀ। ਸਿੱਖ ਇੱਕ ਵੱਖਰੀ ਕੌਮ ਨਹੀਂ, ਇੱਕ ਵੱਖਰੀ ਨਸਲ ਹੈ, ਕੁਸੇ ਤੋਂ ਬਣੀ ਇਹ ਨਸਲ, ਕੁਸ਼ ਤੋਂ। ਜੇ ਆਪਾਂ ਕਹੀਏ ਵੀ ਨਹੀਂ, ਇਹ 2 ਪੁੱਤਰ ਸੀਤਾ ਜੀ ਤੇ ਸੀ, ਬਨਵਾਸ ਵਿੱਚ 12 ਸਾਲ ਬਨਵਸ ਰਹਿੰਦੇ ਹੋਏ ਵਾਲਮੀਕੀ ਜੀ ਕੁਟੀਆ ਵਿੱਚ ਕੱਟਦੇ ਨੇ ਸਮਾਂ,
ਜੇ ਦੂਜੇ ਪੁੱਤਰ ਦੀ ਆਮਦ ਸਮਝੀਏ ਤੇ ਫਿਰ ਤੇ ਜਾਂ ਤੇ ਰਾਮਚੰਦਰ ਜੀ ਗੁਪਤ ਮਿਲਦੇ ਹੋਣਗੇ ਜਾਂ ਸੀਤਾ ਜੀ ਗੁਪਤ ਮਿਲਦੇ ਹੋਣਗੇ, ਫਿਰ ਤੇ ਇਹ ਪੱਕ ਜਾਂਦਾ ਹੈ। ਜੇ ਇਸ ਚੀਜ਼ ਨੂੰ ਇਤਿਹਾਸ ਵਿੱਚੋਂ ਪੜ੍ਹ ਕੇ ਤੁਸੀਂ ਸਮਝ ਲਓਗੇ ਕਿ ਕੁਛੇ ਤੋਂ ਬਣਿਆ ਕੁਛ, ਉਸ ਵਿੱਚੋਂ ਸਾਡੀ ਗੁਰੂ ਨਾਨਕ ਦੀ ਵੰਸ਼ ਚੱਲੀ, ਉਹ ਫਿਰ ਹਿੰਦੂ ਕਿਵੇਂ ਹੋਈ, ਉਹ ਮੁਸਲਮਾਨ ਕਿਵੇਂ ਹੋਈ? ਨਾਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਨਾ ਅਸੀਂ ਹਿੰਦੂ ਤੇ ਨਾ ਮੁਸਲਮਾਨ। ਇਹ ਗੁਰੂ ਨਾਨਕ ਸਾਹਿਬ ਦਾ ਵਚਨ ਹੈ। ਇਸ ਕਰਕੇ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ, ਇਹ ਇੱਕ ਵੱਖਰੀ ਨਸਲ ਹੈ। ਨਸਲ ਇਹ ਚੇਤੇ ਰੱਖਿਓ, ਜਿਹੜੇ ਕਹਿੰਦੇ ਨੇ ਸਾਡੀ ਗੱਲ ਦਾ ਜਵਾਬ ਦੇਣ ਅਸੀਂ ਮੰਨ ਲਾਂਗੇ ਕਿ ਅਸੀਂ ਕੇਸਾਂ ਧਾਰੀ ਹਿੰਦੂ ਹਾਂ। ਇਸ ਕਰਕੇ ਕਿਹਾ ਜਾਂਦਾ 25-20 ਧਾਰਾ ਤੋੜ ਕੇ ਇਹਨਾਂ ਨੂੰ ਸਿੱਖ ਸਮਝੋ। ਅਸੀਂ ਵੀ ਦੇਸ਼ ਦੇ ਨਾਗਰਿਕ ਹਾਂ। ਜਣੇ ਖਣੇ ਤੇ ਥੋਪ ਕੇ ਖਾਲਿਸਤਾਨੀਆਂ ਨੂੰ ਕੁੱਟਣ ਲੱਗ ਜਾਂਦੇ ਨੇ। ਤੇ ਕਿ ਮੈਂ ਤਾਜ਼ਾ ਖਬਰ ਦੇ ਦੇਣਾ, ਤੁਸੀਂ ਉਸ ਤੋਂ ਅੰਦਾਜ਼ਾ ਲਾ ਲਿਓ ਤੁਹਾਡੇ ਇਲਾਕੇ 'ਚ ਵਰਤੀ ਹੈ ਕਿ ਸਿੱਖਾਂ ਨੂੰ ਕਿੰਨੇ ਜਲੀਲ ਕਰਦੇ ਨੇ। ਗੁਰੂ ਨਾਨਕ ਦੇ ਘਰ ਦੀ ਥਾਂ ਸੀ, 2 ਮਾਜਰਾ ਬੈਠੇ ਨੇ, ਵੀਰ ਸੰਗਤ ਆਈ ਹੈ। ਉਹਨਾਂ ਨੇ ਕੰਧ ਕਰ ਦਿੱਤੀ ਵੀ ਨੇੜੇ ਘੋੜੇ ਖੜ੍ਹਦੇ ਨੇ, ਲਿੱਦ ਕਰਦੇ ਨੇ, ਰਸਤਾ ਸੰਗਤ ਲਈ ਸਾਫ਼ ਸੁਥਰਾ ਨਹੀਂ ਰਹਿੰਦਾ, ਉਹ ਸਾਫ਼ ਨਹੀਂ ਕਰਦੇ। ਉਹਨਾਂ ਨੇ ਦੀਵਾਰ ਕਰ ਦਿੱਤੀ ਤੇ ਉਹਨਾਂ ਨੇ ਢਾਹ ਦਿੱਤੀ। ਉਹਨਾਂ ਵਿੱਚ ਇੱਕ ਫੌਜੀ ਸੀ, 10 ਮੁੰਡੇ ਸੀ। ਉਹ ਕਹਿੰਦਾ 5 ਖੂਨ ਮਾਫ ਹੈ, 5 ਖੂਨ ਮਾਫ ਹੈ। ਰਿਟਾਇਰ ਫੌਜੀ ਸੀ ਉਹ। ਵਿਚਾਰੇ ਸਿੱਖ ਦੇ ਸਿਰ ਤੇ ਸੱਟਾਂ ਵੀ ਮਾਰੀਆਂ, ਪੱਗ ਵੀ ਲਾਹੀ। ਮੰਜੀ ਸਾਹਿਬ ਹਰਿਆਣਾ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਉੱਥੇ ਪਹੁੰਚੇ ਸੀ, ਵਿਚਾਰ ਹੋਈ। ਪ੍ਰਸ਼ਾਸਨ ਨੇ ਵੀ ਪੂਰਾ ਉਸ ਵੇਲੇ ਮਿੱਠਾ ਬੋਲ ਕੇ ਸਹਿਯੋਗ ਦਿੱਤਾ, ਪਰ ਕਰਿਆ ਕੱਖ ਨਹੀਂ। ਇੱਥੋਂ ਅੰਦਾਜ਼ਾ ਲਾ ਲਓ, ਉਹ ਅਗਲੇ ਦਿਨ ਪਰਚਾ ਦਰਜ ਹੋਇਆ ਤੇ 8 ਮੁੰਡੇ ਚੱਕ ਲਏ ਤੇ ਅਗਲੇ ਦਿਨ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਅਜੇ ਕਰਿਆ ਕੁਛ ਨਹੀਂ, ਗੱਲਬਾਤ ਨਹੀਂ ਹੋਈ। ਇੱਕ ਸਿੱਖ ਤੇ ਸੱਟਾਂ ਵੀ ਮਾਰੀਆਂ। ਬਜ਼ੁਰਗ ਬੈਠੇ ਨੇ, ਇਹ ਵੀ ਨਾਲ ਸੀ ਉਦੋਂ ਮੀਟਿੰਗ 'ਚ। ਜਦੋਂ ਸਾਰਾ ਕੁਝ ਸਾਹਮਣੇ ਪਿਆ, ਫਿਰ ਸਿੱਖ ਦੇ ਹਮਾਇਤ ਵਾਸਤੇ ਕਿਉਂ ਨਹੀਂ ਖੜ੍ਹਦੇ? ਤੇ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਕਰ ਦਿੰਦਾ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੂਲਾਂ ਨੂੰ ਛੱਡ ਕੇ ਇੱਕ ਸਰੀਰਾਂ ਦੇ ਨਾਲ ਜੁੜ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰੈਸਟ ਹਾਊਸ ਜਾ ਕੇ ਰਸਗੁੱਲਿਆਂ ਨਾਲ ਚਾਹ ਪੀਤੀ ਤੇ ਮੋਦੀ ਸਾਹਿਬ ਕਹਿੰਦੇ ਦੇਖੋ ਜੀ ਹਮ ਵੀ ਸਿੱਖ हैं, ਸਿੱਖਾਂ ਕੋ ਹਮ ਬੜਾ ਪਿਆਰ ਕਰਤੇ हैं। ਉਹ ਤੇ ਬੋਲ ਰਿਹਾ ਪਿਆਰ ਵਿੱਚ, ਭਾਵੇਂ ਉੱਤੋਂ ਬੋਲ ਰਿਹਾ ਭਾਵੇਂ ਥੱਲਿਓਂ, ਰੱਬ ਜਾਣੇ। ਉਹ ਤਾਂ ਤੁਹਾਨੂੰ ਵੀ ਪਤਾ ਹੈ। ਜਿਹੜੇ ਸਾਡੇ ਵਾਲੇ ਆ ਰਸਗੁੱਲੇ ਨਾਲ ਚਾਹ ਪੀ ਕੇ ਕੀ ਕਹਿੰਦੇ, ਚਾਹ ਦੇ ਪਿਆਲੇ 'ਚ ਮਰ ਗਏ। ਉਹ ਕਹਿੰਦੇ ਬੰਦਾ ਸਿੰਘ ਬਹਾਦਰ ਨੇ ਰਕਾਬਗੰਜ ਗੁਰਦੁਆਰੇ ਮਸਜਿਦ ਢਾਹ ਕੇ ਫਿਰ ਰਕਾਬਗੰਜ ਗੁਰਦੁਆਰਾ 9ਵੇਂ ਪਾਤਸ਼ਾਹ ਦੇ ਨਾਂ ਤੇ ਥੱਲੇ ਬਣਾਇਆ। ਚਾਹ ਪੀ ਕੇ ਹੀ ਮੁੱਕਰ ਕੇ ਗੁਰੂ ਕਹਿਣਾ ਮੁਨਾਸਬ ਨਹੀਂ ਸਮਝਦੇ। ਜਿਹੜੇ ਇਹੋ ਜਿਹੇ ਨੇ ਗੁਰੂ ਨੂੰ ਛੱਡ ਕੇ ਪੰਥ ਦੇ ਵਿਰੋਧ ਵਿੱਚ ਖੜ ਗਏ ਨੇ, ਭਾਵੇਂ ਪਹਿਰਾਵਾ ਗੁਰੂ ਸਿੱਖੀ ਵਾਲਾ ਹੈ, ਪਰ ਉਹ ਕਦੇ ਇਹ ਨਾ ਸਮਝੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਜਿਹੜੇ ਬੰਦਿਆਂ ਦੀ ਮੁਥਾਜੀ ਕਰਦੇ ਨੇ, ਬੰਦਿਆਂ ਤੱਕ ਹੀ ਸੀਮਤ ਰਹਿਣਗੇ। ਇਹੋ ਜਿਹਿਆਂ ਦੀ ਗੁਰੂ ਨਹੀਂ ਲੋੜ ਨਹੀਂ ਹੈਗੀ। ਲੋੜ ਉਹਨਾਂ ਦੀ ਜਿਨ੍ਹਾਂ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ। ਆਖੋ ਸਤਨਾਮ ਸ੍ਰੀ। ਤਾਂ ਹੀ ਉਹਨਾਂ ਨੂੰ ਇਹ ਯਾਦ ਕੀਤਾ ਜਾਂਦਾ। ਉਹਨਾਂ ਦਾ ਸਟੈਂਡ ਸੀ, ਭਗਤੀ ਤੇ ਸ਼ਕਤੀ ਸੀ ਉਹਨਾਂ ਦੇ ਅੰਦਰ। ਕਿਉਂ? ਉਹਨਾਂ ਦਾ ਨਿਯਮ ਸੀ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਉਹ ਨਿਤਨੇਮ ਗੁਰਬਾਣੀਆਂ ਦਾ ਜਾਪ ਕਰਨਾ। 5 ਗ੍ਰੰਥੀ, 10 ਗ੍ਰੰਥੀ, 100 ਪਾਠ ਜਪਜੀ ਸਾਹਿਬ ਦਾ, 5, 10, 20 ਪਾਠ ਸੁਖਮਨੀ ਸਾਹਿਬ ਦੇ। ਆਪਾਂ ਕੋਲ ਤੇ ਵੀ ਸਿਆਪਾ ਛੇੜਿਆ ਵੀ 5 ਬਾਣੀਆਂ ਪੜ੍ਹਨੇ ਕਿ 3 ਨਾਲ ਹੀ ਸਰ ਜੂ। ਕਿੱਥੇ ਖਲੋਤੇ ਹਾਂ ਅਸੀਂ? ਇਸ ਕਰਕੇ ਸਾਧ ਸੰਗਤ ਜੀ, ਜਿਹੜੇ ਆਪਣੇ ਵਾਲੇ ਨੇ ਉਹ ਇਦਾਂ ਕਰਕੇ ਚੱਲ ਰਹੇ ਨੇ, ਸਾਡੇ ਵਿਰੋਧ ਵਿੱਚ ਖੜ ਗਏ। ਉਹ ਜੋ ਢਾਡੀ ਸਾਹਿਬ ਕਹਿ ਗਏ ਨੇ ਕਿ ਇੱਕ ਥਾਲੀ ਵਿੱਚ ਇੱਕ ਥਾਂ ਤੇ ਪੰਗਤ ਲਾ ਕੇ ਪ੍ਰਸਾਦਾ ਨਹੀਂ ਆਪਾਂ ਛਕ ਸਕਦੇ, ਕੌਮ ਇਕੱਠੀ ਕਿੱਥੇ ਕਰ ਲਾਂਗੇ? ਇਹ ਹਰ ਇੱਕ ਗੁਰਸਿੱਖ ਨੂੰ ਸਮਝਣਾ ਪਏਗਾ। ਮੈਂ ਅਖੀਰ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਲਈ ਸਰਕਾਰਾਂ ਦਾ ਜੋ ਵਤੀਰਾ ਉਹ ਤੁਹਾਨੂੰ ਪਤਾ ਹੀ ਹੈ, ਤੇ ਸਾਡੇ ਨਾਲਦਿਆਂ ਦਾ ਜਿਹੜਾ ਵਤੀਰਾ ਉਹ ਵੀ ਤੁਹਾਨੂੰ ਪਤਾ ਹੀ ਹੈ। ਜੇ ਸਾਡੇ ਅੰਦਰ ਵਿਸ਼ਵਾਸ ਗੁਰੂ ਸ਼ਬਦ ਦਾ ਹੋਵੇਗਾ, ਸ਼ਬਦ ਸਾਡੇ ਹਿਰਦੇ ਅੰਦਰ ਵਸੇਗਾ, ਸ਼ਬਦ ਦੇ ਆਧਾਰ ਤੇ ਸਾਡਾ ਜੀਵਨ ਹੋਵੇਗਾ, ਸਾਨੂੰ ਕਿਸੇ ਦੀ ਮੁਥਾਜੀ ਕਰਨ ਦੀ ਲੋੜ ਨਹੀਂ। ਅੱਜ ਅਸੀਂ ਝੋਲੀਆਂ ਅੱਡ ਕੇ ਵਾਰ-ਵਾਰ ਸਰਕਾਰ ਕੋਲੋਂ ਮੰਗਦੇ, ਸਾਨੂੰ ਖਾਲਿਸਤਾਨ ਕਹਿ ਕੇ ਕਟਵਾ ਰਹੀ ਹੈ, ਜਨਤਾ ਨੂੰ ਆਪਸ ਵਿੱਚ ਲੜਾ ਰਹੀ ਹੈ, ਆਪਸ ਵਿੱਚ ਵੈਰ ਪਵਾ ਰਹੀ ਹੈ। ਇਹ ਕੌਣ ਕਰਵਾ ਰਹੇ ਹੈ?
ਇਹ ਤੇ ਫਿਰ ਟਰੂਡੋ ਨੂੰ ਹੀ ਕਹਿਣਾ ਪੈਣਾ, ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਥੋੜਾ ਦੁਆਰੇ ਫੇਰ ਬੋਲਦੇ, ਪਤਾ ਲੱਗ ਜੋ ਕੌਣ ਕਰਾ ਰਹੇ ਆ। ਸਿੱਖ ਕਹਦੇ ਅਸੀਂ ਖਾਲਿਸਤਾਨੀ ਆ ਤੇ ਚਲੋ ਡਿਬਰੂਗੜ੍ਹ, ਵਿਰੋਧੀ ਕਹਦੇ ਖਾਲਿਸਤਾਨੀ ਆ, ਭਾਵੇਂ ਰੇਹੜੀ ਤੇ ਵਿਚਾਰਾ ਕੇਲੇ ਵੇਚ ਕੇ ਆਪਣਾ ਪਰਿਵਾਰ ਪਾਲਦਾ ਹੋਵੇ, ਕੱਪੜੇ ਦੀ ਫੇਰੀ ਲਾ ਕੇ ਭਾਵੇਂ ਪਰਿਵਾਰ ਪਾਲਦਾ ਹੋਵੇ, ਖਾਲਿਸਤਾਨੀ ਆ। ਕੁਛ ਤੇ ਸਰਕਾਰ ਨੂੰ ਸਮਝ ਕਰ ਲੈਣੀ ਚਾਹੀਦੀ ਹੈ। ਅਖੀਰ ਵਿੱਚ ਮੈਂ ਬੇਨਤੀ ਉਹਨਾਂ ਬੰਦੀ ਸਿੰਘ ਵੀਰਾਂ ਨੂੰ ਕਰਦਾ ਕਿ ਸਰਕਾਰ ਤੋਂ ਸਾਨੂੰ ਕੋਈ ਆਸ ਨਹੀਂ ਕਿ ਉਹ ਰਿਹਾ ਕਰ ਦੇਣਗੇ। ਉਹਨਾਂ ਨੇ ਜੋ ਰਵਨੀਤ ਬਿੱਟੂ ਨੂੰ ਰੱਖਿਆ ਪੰਜਾਬ ਦੇ ਵਿੱਚ, ਠੀਕ ਹੈ, ਸਭ ਸਤਿਕਾਰਯੋਗ ਨੇ, ਸਾਡੇ ਲਈ ਸਾਰੇ ਚੰਗੇ ਨੇ, ਪਰ ਸਿੱਖ ਕੌਮ ਲਈ ਕੋਈ ਸਰਕਾਰ ਨਹੀਂ ਹੈ, ਭੁੱਲ ਨਾ ਜਾਇਓ। ਕੇਵਲ ਇੱਕੋ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ। ਉਹ ਰਾਜ ਭਾਗ ਸਾਰੇ ਵਰਲਡ ਅੰਦਰ ਉਸ ਦਾ ਅੱਜ ਜਸ ਹੋ ਰਿਹਾ ਕਿ ਇਹੋ ਜਿਹਾ ਰਾਜ ਭਾਗ ਚਾਹੀਦਾ, ਸਾਰੇ ਮੁਲਕਾਂ ਦਾ ਸ਼ੇਰੇ ਪੰਜਾਬ ਵਰਗਾ ਰਾਜਾ ਚਾਹੀਦਾ। ਪਰ ਸਾਡੇ ਵੱਲੋਂ ਤਕਲੀਫ ਹੁੰਦੀ ਹੈ ਜਦੋਂ ਸਿੱਖ ਰਾਜੇ ਦੀ ਕੋਈ ਗੱਲ ਕਰੇ, ਜਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਦਾ ਰਾਜ ਭਾਗ ਹੋਵੇ ਜਿਹਨੇ ਖਾਲਸਾ ਰਾਜ ਕਾਇਮ ਕੀਤਾ ਹੈ, ਕੇਸਰੀ ਝੁਲਾਏ ਹੈ, ਦਬਲੇ ਕੁਚੇ ਲੋਕਾਂ ਨੂੰ ਉੱਤੇ ਚੱਕਿਆ, ਕਿਸਾਨੀ ਖੁਸ਼ਹਾਲ ਕੀਤੀ। ਉਹਦੇ ਨਾਂ 'ਤੇ ਹੀ ਆਪਾਂ ਇੱਕ ਜਥੇਬੰਦੀ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜਥੇਬੰਦੀ ਬਣਾਈ ਹੈ। ਉਹ ਤਾਂ ਬਣਾਈ ਹੈ ਵੀ ਆਪਾਂ ਆਪਣੇ ਆਪਣੇ ਨਾਂ ਥੱਲੇ ਜਥੇਬੰਦੀਆਂ ਬਣਾ ਕੇ ਤੇ ਤੋੜ ਲਈਆਂ ਬਥੇਰੀਆਂ, ਤੇ ਆਪਸ ਵਿੱਚ ਹੀ ਲੜੇ ਟੁੱਟੇ ਪਏ ਆ। ਆਪਾਂ ਸਿੱਖ ਦਾ ਕਰਮ ਧਰਮ ਹੈ ਕਿ ਗੁਰੂ ਤੇ ਗੁਰੂ ਕੇ ਸ਼ਹੀਦਾਂ ਨੂੰ ਨਾਲ ਲੈ ਕੇ ਚੱਲੇ, ਧਰਮ ਅਰਥ ਕਾਰਜ ਕਰੇ, ਕੋਈ ਵੀ ਕੁਛ ਵੀ ਕਰਦਾ ਹੈ ਧਾਰਮਿਕ ਚਿੰਨ੍ਹ ਨਾਲ ਰੱਖੇ, ਖਾਸ ਕਰਕੇ ਆਪਣਾ ਕੇਸਰੀ ਤੇ ਨੀਲਾ ਨਿਸ਼ਾਨ ਸਾਹਿਬ। ਤੇ ਇਸ ਕਰਕੇ ਬੇਨਤੀ ਹੈ, ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ, ਨਾ ਉਲਝੋ। ਸਿੰਘ ਸਾਹਿਬਾਨਾਂ ਨੂੰ ਜੋ ਜੇਲ੍ਹਾਂ ਵਿੱਚ ਬੰਦ ਬੈਠੇ ਨੇ, ਜ਼ਿਆਦਾ ਸਮਾਂ ਤੁਸੀਂ ਇੰਨਾ ਜਫਰ ਜਾਲ ਲਿਆ, ਥੋੜ੍ਹਾ ਸਬਰ ਕਰਕੇ ਹੋਰ ਬਹਿ ਜਾਓ। ਇਹਨਾਂ ਦੀ ਮੁਥਾਜੀ ਕਰਨ ਦੀ ਲੋੜ ਨਹੀਂ। ਗੁਰੂ ਨਾਨਕ ਕਿਰਪਾ ਕਰਨਗੇ, ਸਭ ਕੁਝ ਹੱਥ ਤੁਹਾਡੇ ਸਿਰਾਂ 'ਤੇ ਹੈ, ਸਿਰਫ ਗੁਰੂ ਸਾਹਿਬ ਵੇਖਦੇ ਨੇ। ਗੁਰੂ ਘਰ 'ਚ ਦੇਰ ਹੈ, ਅੰਧੇਰ ਨਹੀਂ। ਬਹੁਤਾ ਸਮਾਂ ਲੰਘ ਗਿਆ, ਥੋੜ੍ਹਾ ਜਿਹਾ ਰਹਿ ਗਿਆ, ਉਹ ਵੀ ਨਿਕਲ ਜਾਣਾ ਹੈ। ਕਿਸੇ ਦੀ ਮੁਥਾਜੀ ਨਾ ਕਰਿਓ। ਅੱਜ ਉਹ ਬੰਦਾ ਜਿਹੜਾ ਗਾਲਾਂ ਕੱਢਦਾ ਹੈ ਕਿ ਮੇਰੇ ਇੱਕ ਪਾਸੇ ਕਹਿੰਦਾ ਮੇਰੇ ਦਾਦੇ ਨੂੰ ਮਾਰਿਆ, ਦੂਜੇ ਪਾਸੇ ਦਾਦੀ ਨੂੰ ਰੋਈ ਪਿੱਟੀ ਜਾਂਦੇ ਨੇ ਨਾ। ਦਾਦੇ ਦਾਦੀ ਨੇ ਕੀ ਕੀਤਾ? ਜਲੂਸ ਕੱਢੇ ਹੈ, ਸਿੱਖਾਂ ਦਾ ਕਤਲੇਆਮ ਕੀਤਾ ਹੈ। ਬੇਅੰਤ ਸਿੰਘ ਜੀ ਨੂੰ ਪੰਜਾਬ ਦੇ ਲੋਕ ਬੁੱਚੜ ਕਹਿੰਦੇ। ਉਹ ਜੀਪਾਂ ਦੇ ਦੋਏ ਪਾਸੇ ਬੰਦੇ ਨੂੰ ਫੜ ਕੇ ਪਾ ਲੈਂਦਾ ਸੀ, ਸਿੱਖ ਨੂੰ, ਜਿਹਦਾ ਕੋਈ ਕਸੂਰ ਵੀ ਨਹੀਂ ਸੀ। ਗੱਭੇ ਤੋਂ ਪਾੜਦਾ ਸੀ। ਜੇ ਮਿਲਣਾ ਹੀ ਹੈ, ਕਹਿੰਦੇ ਮੈਂ ਅੰਮ੍ਰਿਤਪਾਲ ਦੇ ਘਰ ਪਰਿਵਾਰ ਨੂੰ ਮਿਲਾਂਗਾ, ਰਵਨੀਤ ਬਿੱਟੂ ਦਾ ਪੋਤਾ ਕਹਿੰਦਾ। ਜੇ ਮਿਲਣਾ ਹੀ ਹੈ, ਉਹਨਾਂ ਘਰਾਂ ਨੂੰ ਜਾ ਕੇ ਮਿਲੋ ਜਿਹੜੇ ਤੇਰੇ ਦਾਦੇ ਨੇ ਜਿਹਨਾਂ ਨੂੰ ਜ਼ੁਲਮ ਕੀਤਾ ਹੈ, ਉਹਨਾਂ ਨੂੰ ਕੋਹ ਕੇ ਮਾਰੇ ਹੈ, ਸ਼ਹੀਦ ਕੀਤਾ ਹੈ। ਉਹਨਾਂ ਪਰਿਵਾਰਾਂ ਨੂੰ ਜਾ ਕੇ ਮਿਲੋ ਵੀ ਮੇਰੇ ਕੋਲੋਂ ਗਲਤੀ ਮੇਰੇ ਵੱਡਿਆਂ ਕੋਲੋਂ ਹੋ ਗਈ, ਮੈਂ ਮਾਫੀ ਮੰਗਦਾ। ਉਹ ਇੱਕ ਮਿੱਠੀ ਗੋਲੀ ਪੰਜਾਬ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡਾ ਜਿਹੜਾ ਇੱਥੇ ਰੋਡ ਆਪਰੇਟ ਹੋਇਆ, ਛਿੱਤਰ ਪਰੇਡ ਹੋਈ ਹੈ, ਸਾਡੀ ਆਓ ਭਗਤ ਨਹੀਂ ਹੋਈ ਇਸ ਇਲੈਕਸ਼ਨ ਵਿੱਚ। ਗਾਹਾਂ ਵਾਸਤੇ ਹੁਣ ਤੁਹਾਨੂੰ ਮਿੱਠੀ ਗੋਲੀ ਦੇ ਕੇ ਵਰਾਇਆ ਜਾ ਰਿਹਾ ਹੈ। ਆਪਣਾ ਸਟੈਂਡ ਨਾ ਛੱਡਿਓ, ਆਪਣਾ ਕਿਰਦਾਰ ਉੱਚਾ ਰੱਖਿਓ। ਉਹਨਾਂ ਘਰਾਂ ਵਿੱਚ ਕਹਿੰਦੇ ਜਾ ਕੇ ਮਿਲੋ ਜਿਨ੍ਹਾਂ ਦੇ ਕੋਲ ਤੁਸੀਂ ਉਹਨਾਂ ਨੂੰ ਤਸੀਹੇ ਦੇ ਕੇ ਤੁਹਾਡੇ ਵੱਡਿਆਂ ਨੇ ਮਾਰਿਆ, ਜ਼ੁਲਮ ਕੀਤਾ। ਉੱਥੇ ਜਾਣਾ ਚਾਹੀਦਾ ਵੀ ਸਾਡੇ ਵੱਡਿਆਂ ਨੇ ਗਲਤੀ ਕੀਤੀ ਹੈ, ਅਸੀਂ ਮਾਫੀ ਮੰਗਦੇ ਹਾਂ। ਇਸ ਕਰਕੇ ਸਾਧ ਸੰਗਤ ਜੀ, ਮੈਂ ਬੇਨਤੀ ਕਰਦਾ ਉਹਨਾਂ ਸਿੰਘਾਂ ਨੂੰ ਕਿ ਇੰਨਾ ਤੁਸੀਂ ਸਮਾਂ ਬਤੀਤ ਕਰ ਲਿਆ ਜੇਲ੍ਹਾਂ ਦੇ ਅੰਦਰ, ਉਸ ਵਾਹਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਤੁਸੀਂ ਆਪਣਾ ਜ਼ੁਲਮ ਜੋ ਉਹਨਾਂ ਨੇ ਤੁਹਾਡੇ ਤੇ ਦੋਸ਼ ਵੀ ਲਾਇਆ, ਤੁਸੀਂ ਤੇ ਸੱਚ ਹੱਕ ਦੇ ਪਹਿਰੇਦਾਰ ਸੀ। ਹਰ ਕੌਮ ਨੂੰ ਆਪਣਾ ਅਧਿਕਾਰ ਹੈ ਸੱਚ ਹੱਕ ਤੇ ਖੜਨ ਦਾ। ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ। ਕੌਮ ਦੀ ਲੱਥੀ ਪੱਗ ਨੂੰ ਚੱਕ ਕੇ ਸਿਰ ਤੇ ਰੱਖਣ ਵਾਸਤੇ ਉਹਨੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ। ਇਸ ਕਰਕੇ ਉਹਨਾਂ ਮਹਾਨ ਯੋਧਿਆਂ ਨੂੰ, ਸ਼ਹੀਦਾਂ ਨੂੰ ਤੇ ਜਿਉਂਦੇ ਸ਼ਹੀਦਾਂ ਨੂੰ ਸਾਡਾ ਕੋਟ ਕੋਟ ਪ੍ਰਣਾਮ ਹੈ। ਇਹੀ ਬੇਨਤੀ ਕਿ ਉਹਨਾਂ ਸਰਕਾਰਾਂ ਨੂੰ ਛੱਡੋ ਪਰੇ, ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਕੋਸ਼ਿਸ਼ ਕਰੀਏ। ਸਾਡਾ 12 ਮਿਸਲਾਂ 'ਚ ਰਾਜ ਰਿਹਾ ਹੈ। ਜਦੋਂ ਪੰਥ ਕੌਮ ਤੇ ਭੀੜ ਪੈਂਦੀ ਸੀ, ਸਾਰੇ ਮਤਭੇਦ ਪਾਸੇ ਕਰਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਮੋਰਚਾ ਫਤਿਹ ਕਰ ਦਿੰਦੇ ਸੀ। ਆਖੋ ਸਤਨਾਮ ਸ੍ਰੀ। ਸਾਡੇ ਮਤਭੇਦ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿ ਕੇ ਵੀ ਨਹੀਂ ਮੁੱਕਦੇ। ਕਰਾਂਗੇ ਕੀ? ਜੇ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ, ਆਪਣੇ ਆਪ ਨੂੰ ਸਮਝਦੇ ਹੋ ਕਿ ਗੁਰੂ ਨਾਨਕ ਦੇ ਸਿੱਖ ਹਾਂ,
ਫਿਰ ਗੁਰੂ ਸ਼ਬਦ ਦੇ ਬਣ ਕੇ ਰਹਿ ਜਾਓ। ਬਾਕੀ ਕੰਮ ਗੁਰੂ ਨਾਨਕ ਸਾਹਿਬ ਨੇ ਆਪ ਕਰਾ ਲੈਣਾ ਤੁਹਾਤੋਂ, ਕੋਈ ਹੋਰ ਨਹੀਂ ਵਿੱਚ ਵਰਤਦਾ, ਗੁਰੂ ਸਾਹਿਬ ਵਰਤਦੇ ਨੇ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ। ਸਭ ਕੁਝ ਨਾਸ ਹੋ ਜਾਣਾ, ਬਸ ਥੋੜਾ ਸਮਾਂ ਹੋਰ ਵੇਟ ਕਰ ਲਓ। ਤੁਸੀਂ ਇਤਿਹਾਸ ਪੜ੍ਹਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਨੂਰੇ ਮਾਹੀ ਤੋਂ ਸੁਣੀ ਤੇ ਘਾਈ ਦਾ ਬੂਟਾ ਪੱਟ ਕੇ ਕਹਿੰਦੇ ਤੁਰਕਾਂ ਦੀ ਜੜ ਪੁੱਟ ਦਿੱਤੀ। ਇਹਨਾਂ ਨੇ ਆਪਣੀ ਜੜ ਆਪ ਉਪਾੜੀ ਜੀਓ। ਆਪ ਜ਼ੁਲਮ ਕਰਨਾ ਤੇ ਝੂਠ ਬੋਲਣਾ, ਕੁਫਰ ਤੋਲਣਾ, ਤੇ ਸਿੱਖ ਨੂੰ ਕਹਿਣਾ ਇਹ ਅੱਤਵਾਦੀ, ਇਹ ਵੱਖਵਾਦੀ, ਇਹ ਖਾਲਿਸਤਾਨੀ। ਖਾਲਿਸਤਾਨੀ ਕੌਣ ਸਾ ਡਾਕੂ ਸੀ ਜਿਹੜਾ? ਤੁਸੀਂ ਵੇਖੋ, ਅਸੀਂ ਕੋਈ ਮੰਗ ਨਹੀਂ ਕੀਤੀ। ਸਾਡੇ ਧਰਮੀ ਨੇਤਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਕੋਈ ਮੰਗ ਨਹੀਂ ਰੱਖੀ। ਹਾਂ, ਸਰਕਾਰ ਤੇ ਹੀ ਛੱਡਿਆ ਸੀ, ਜੇ ਦੇ ਗਏ ਤੇ ਲੈ ਲਾਂਗੇ। ਤੇ ਕੋਈ ਸਬੂਤ ਨਹੀਂ। ਜਿਹੜੇ ਉਹ ਬੋਲਦੇ ਨੇ कि भाई संत ਸੀ ਜਿਹੜੇ भिंडरी वाले, वो खालिस्तान की मांग रखते थे, उनके जो साथी थे खालिस्तान की मांग रखते थे, इसलिए उनको ये कुछ समा देखना पड़ा। जुल्म होया पंजाब पे, वो उनके कारण हुआ। पर चेते रखियो, जे असी अतवादी होंदे, देश धरोही होंदे, ਜਦੋਂ इंदिरा गांधी ਦੇ ਗੋਲੀਆਂ ਵੱਜੀਆਂ ਤੇ ਨਾਲ ਵਾਲੇ ਦੇ ਤਾਂ ਕੋਈ ਨੁਕਸਾਨ ਨਹੀਂ ਹੋਇਆ। ਜੇ ਅੱਤਵਾਦੀ ਹੁੰਦੇ ਫਿਰ ਸਾਰੀਆਂ ਗੋਲੀਆਂ ਉਹਦੀ ਛਾਤੀ ਤੇ ਨਿਕਲ ਕੇ ਨਿਸ਼ਾਨ ਸਾਹਿਬ ਨਾ ਬਣਾਉਂਦੇ ਸਤਵੰਤ ਸਿੰਘ ਜੀ, ਫਿਰ ਤੇ ਨਾਲ ਵਾਲਿਆਂ ਨੂੰ ਵੀ ਭੁੰਨਦੇ। ਤੇ ਵੈਦਿਆਂ ਦਾ ਕਤਲ ਹੋਇਆ, ਗੋਲੀ ਉਹਦੇ ਵਿੱਚ ਵੱਜੀ ਹੈ, 3 ਗਨਮੈਨ ਵੀ ਸੀ, ਉਹ ਕਿਉਂ ਜਿਉਂਦੇ ਰਹਿ ਗਏ? ਕੇਵਲ ਦੋਸ਼ੀ ਨੂੰ ਸਜ਼ਾ ਦਿੱਤੀ ਹੈ ਗੁਰੂ ਕੇ ਖਾਲਸੇ ਨੇ, ਨਾਲ ਵਾਲੇ ਨੂੰ ਨਹੀਂ। ਹਾਂ, ਜਿੱਥੇ ਬੰਬ ਧਮਾਕਾ ਹੋਇਆ ਉੱਥੇ ਫਿਰ ਪਿੱਛੇ ਹੀ ਜਾਣੇ ਸੀ। ਇਸ ਕਰਕੇ ਇਹ ਕਈ ਵਾਰੀ ਖੇਡ ਵਰਤ ਜਾਂਦੀ। ਪਰ ਸਿੱਖ ਸਦਾ ਹੀ ਸਦਾਚਾਰੀ ਹੈ, ਦਇਆਵਾਨ ਹੈ। ਭਾਵੇਂ ਕੋਈ ਜ਼ੁਲਮ ਕਰਨ ਵਾਲਾ ਜਿੰਨਾ ਮਰਜ਼ੀ ਜ਼ੁਲਮ ਕਰੇ, ਜਦੋਂ ਪੰਗਤ ਵਿੱਚ ਬਹਿ ਕੇ ਪ੍ਰਸਾਦਾ ਛਕਣ ਆ ਜੇ, ਉਹਨੂੰ ਇਹੋ ਨਹੀਂ ਕਹਿੰਦੇ ਤੂੰ ਸਾਡਾ ਵਿਰੋਧੀ ਪਾਸੇ ਹੋ ਜਾ। ਸਤਿਕਾਰ ਨਾਲ ਬਹਾ ਕੇ ਪ੍ਰਸਾਦਾ ਪਾਣੀ ਛਕਾ ਕੇ ਸਨਮਾਨ ਦੇ ਕੇ ਵਿਦਾ ਕਰਦੇ ਨੇ। ਇਸ ਕਰਕੇ ਸਾਧ ਸੰਗਤ ਜੀ, ਥੋੜਾ ਸਮਾਂ ਸਬਰ ਕਰੋ। ਤੁਹਾਡੀ ਅੱਖਾਂ ਸਾਹਮਣੇ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਸਭ ਕੁਝ ਵਿਖਾ ਦੇਣਾ। ਸਮਾਂ ਬੜਾ ਨਾਜ਼ੁਕ ਹੈ। ਸਮਾਂ ਮੰਗ ਰਹੇ ਹੈ ਭਗਤੀ, ਬਾਣੀ ਤੇ ਬਾਣੀ ਦੇ ਧਾਰਨੀ, ਅਸੂਲਾਂ ਦੇ ਪੱਕੇ। ਜੇ ਆਪਾਂ ਇੱਕਦਮ ਇਹ ਅਸੂਲ ਪੱਕੇ ਹੋ ਜਾਵਾਂਗੇ, ਬਾਣੀ ਤੇ ਬਾਣੀ ਦੇ ਧਾਰਨੀ ਹੋ ਜਾਵਾਂਗੇ, ਆਪਣੇ ਅੰਦਰੋਂ ਈਰਖਾ ਦਵੈਸ ਕੱਢ ਦਿਆਂਗੇ, ਤੁਸੀਂ ਛੇਤੀ ਕਿਰਪਾ ਲੈ ਲਓਗੇ, ਨਹੀਂ ਤੇ ਸਮਾਂ ਲੱਗ ਜਾਣਾ। ਇਸ ਕਰਕੇ ਰਾਜਾ ਉਹ ਹੁੰਦਾ ਜਿਹੜਾ ਸਮਬਿਰਤੀ ਦੇ ਨਾਲ ਰਾਜ ਭਾਗ ਚਲਾਵੇ, ਸਭ ਨੂੰ ਸਮਬਿਰਤੀ ਨਾਲ ਵੇਖੇ, ਬਰਾਬਰ ਦਾ ਦਰਜਾ ਦੇਵੇ। ਇਹ ਨਹੀਂ ਕਿ ਆਪਣੇ ਲਈ, ਆਪਣੀ ਕੁਰਸੀ ਵਾਸਤੇ, ਆਪਣੇ ਮਜ਼ਹਬ ਵਾਸਤੇ ਤੁਰਿਆ ਫਿਰੇ। ਨਹੀਂ ਭਾਈ, ਸਭ ਦਾ ਫਰਜ਼ ਬਣਦਾ। ਸੋ ਸਾਧ ਸੰਗਤ ਜੀ, ਅਖੀਰ ਦੇ ਵਿੱਚ ਮੈਂ ਸਭ ਦਾ ਧੰਨਵਾਦ ਕਰਦਾ। ਇਹ ਜੋ ਬੰਦੀ ਸਿੰਘਾਂ ਨੂੰ ਬੇਨਤੀ ਕਰ ਰਹੇ ਹਾਂ, ਜੋ ਕਿਸਾਨ ਵੀਰ, ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਰਕਾਰ ਵੱਲੇ ਵਾਰ-ਵਾਰ ਪੱਲਾ ਪਸਾਰਨ ਦੀ ਲੋੜ ਨਹੀਂ। ਆਪਣਾ ਸਟੈਂਡ ਤੇ ਆਪਣੀ ਏਕਤਾ ਬਣਾਓ। ਸਭ ਕੁਝ ਗੁਰੂ ਨਾਨਕ ਨੇ ਮਿਹਰ ਕਰ ਦੇਣੀ ਹੈ। ਉਹ ਸਮੇਂ ਦੀ ਵੇਟ ਕਰੋ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਉਹ ਵਚਨ ਕੀਤੇ ਸੀ। ਇਹ ਖਾਲਿਸਤਾਨ ਅਸੀਂ ਨਹੀਂ ਮੰਗ ਰਹੇ, ਇਹ ਤੇ ਗੁਰੂ ਨਾਨਕ ਨੇ ਸਭ ਨੂੰ ਦਿੱਤਾ ਹੀ ਹੋਇਆ, ਪਰ ਅਸੀਂ ਕਰਨ ਯੋਗ ਨਹੀਂ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਕੀ ਆਖਿਆ ਸੀ ਰੁਕਨਦੀਨ ਕਾਜੀ ਨੂੰ? ਕਰਨੀਨਾਮਾ ਪੜ੍ਹੋ, ਉਹਦੇ ਵਿੱਚ ਲਿਖੇ ਆ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ। ਜਿੱਦਣ ਉਹ ਸਮਾਂ ਆ ਗਿਆ ਫਿਰ ਦਿੱਲੀ ਵਾਲੇ ਰੋਕ ਲੈਣਗੇ। ਸਮੇਂ ਦੀ ਹਕੂਮਤ ਜਿਹੜੀ ਆ ਉਹ ਰੋਕ ਲਏ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਜੇ ਤੁਸੀਂ ਝੂਠਾ ਕਰਨਾ, ਫਿੱਕੇ ਪਾਉਣਾ, 36 ਯੁੱਗ ਤਪੱਸਿਆ ਕਰਨੀ ਪਏਗੀ। ਆਖੋ ਸਤਨਾਮ ਸ੍ਰੀ ਗੁਰੂ ਨਾਨਕ ਸਾਹਿਬ ਦੇ ਅਲਫਾਜ਼, ਉਹਨਾਂ ਨੂੰ ਫਿੱਕੇ ਕਰਨਾ ਕੋਈ ਸੌਖਾ ਨਹੀਂ ਪਿਆ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਫਿਰਾਵੇ ਸੀਸ ਪਰ ਬੜੀ ਕਰੇਗੀ ਮੌਜ। ਉਦੈ ਅਸਤ ਤੱਕ ਰਾਜ ਹੋਏ, ਹੋਰ ਨਾ ਰਹਿਸੀ ਕੋਏ। ਉਦੋਂ ਕੱਲਾ ਖਾਲਸਾ ਹੀ ਹੋਣਾ, ਹੋਰ ਨਹੀਂ ਕੋਈ ਹੋਣਾ। ਉਹ ਆਪਣੇ ਆਪ ਗੁਰੂ ਨੇ ਖੇਡ ਵਰਤਾ ਦੇਣੀ ਹੈ। ਜਿਹੜੇ ਕਰਮੀ ਧਰਮੀ ਕਿਸੇ ਵੀ ਮਜ਼ਹਬ ਵਿੱਚ ਨੇ, ਉਹਨਾਂ ਦੀ ਆਪ ਹੀ ਬੁੱਧੀ ਇੱਧਰ ਨੂੰ ਘੁੰਮ ਜਾਣੀ ਹੈ ਕਿ ਅਸੀਂ ਵੀ ਅੰਮ੍ਰਿਤਧਾਰੀ ਬਣਾਂਗੇ, ਗੁਰੂ ਨਾਨਕ ਦੇ ਸਿੱਖ ਬਣਾਂਗੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪੰਜ ਕਕਾਰ ਧਾਰਨ ਕਰਕੇ ਆਪਾਂ ਸਿੱਖੀ ਕਮਾਵਾਂਗੇ। ਉਹ ਆਪ ਹੀ ਦਾਖਲਾ ਲੈ ਲੈਣਗੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਭ ਕੁਝ ਬਖਸ਼ਿਆ ਹੋਇਆ ਹੈ। ਇਹ ਦੁਨੀਆ ਦੀ ਕੋਈ ਵੀ ਤਾਕਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਜੇ ਹੋਏ ਇਹ ਸਿੱਖ ਪੰਥ ਨੂੰ ਕੋਈ ਮੇਟ ਨਹੀਂ ਸਕਦਾ। ਹਾਂ, ਜਿਹੜੇ ਕੌਮ ਦੀ ਅਗਵਾਈ ਕਰਦੇ ਨੇ ਜਾਂ ਸੱਚ ਹੱਕ ਤੇ ਬੋਲਦੇ ਨੇ, ਉਹਨਾਂ ਨੂੰ ਉਹ ਮਾਰ ਸਕਦੇ ਨੇ, ਸ਼ਹੀਦ ਕਰ ਸਕਦੇ ਨੇ।
ਪਰ ਇਹਨਾਂ ਨੂੰ ਖਤਮ ਨਹੀਂ ਕਰ ਸਕਦੇ। ਸਾਨੂੰ ਤੇ ਸ਼ੁਰੂ ਤੋਂ ਲੈ ਕੇ 15ਵੀਂ 16ਵੀਂ 17ਵੀਂ 18ਵੀਂ ਸਦੀ ਤੋਂ ਸਾਡੇ ਨਾਲ ਹੀ ਪੰਗਾ ਚੱਲ ਰਿਹਾ। ਹੋਰ ਕੋਈ ਇਸ ਮੁਲਕ ਵਿੱਚ ਹੈ ਹੀ ਨਹੀਂ। ਬਸ ਸਿੱਖ ਨਾ ਪ੍ਰਫੁੱਲਤ ਹੋ ਸਕੇ, ਸਿੱਖ ਆਪਣੇ ਹੱਕ ਤੇ ਪਹਿਰਾ ਨਾ ਦੇ ਸਕੇ, ਸਿੱਖ ਅਸੂਲਾਂ ਦਾ ਪੱਕਾ ਨਾ ਹੋ ਸਕੇ। ਇਸ ਕਰਕੇ ਸਾਡੇ ਵਾਲਿਆਂ ਦੀ ਵੀ ਗਲਤੀ ਹੈ। ਸਾਡੇ ਵਾਲਿਆਂ ਦੀ ਗਲਤੀ ਹੋਣ ਕਰਕੇ ਉਹਨਾਂ ਨੂੰ ਮੌਕਾ ਮਿਲ ਰਿਹਾ। ਇਸ ਕਰਕੇ ਦੇਸ਼ ਵਿੱਚ ਅਮਨ ਅਮਾਨ ਤੇ ਸ਼ਾਂਤੀ ਰੱਖਣ ਵਾਸਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਸਭ ਦਾ ਹੱਕ ਹੈ ਦੇਸ਼ ਵਿੱਚ, ਉਹਨਾਂ ਨੂੰ ਆਪਣੇ ਧਰਮ ਅਨੁਸਾਰ ਜੀਵਨ ਜਿਉਣ ਲਈ ਤੁਸੀਂ ਸਹਿਯੋਗ ਦਿਓ। ਇਹ ਕੀ ਪਰਨ ਕਰਿਆ ਵੀ ਹਾਂ ਸਾਡੇ ਅੰਦਰ ਸਾਡੇ ਕੋਲ ਰਹਿਮ ਦੀ ਭੀਖ ਮੰਗਣ ਅਪੀਲ ਪਾਉਣਾ ਆਪਣੇ ਮੁਖ ਸੇ ਕਹਿਣ ਫਿਰ ਹਮ ਉनको ਬੰਦੀ ਸਿੰਘਾਂ ਕੋ ਰਿਹਾ ਕਰਾਂਗੇ। ਤੇ ਜਿਹੜਾ ਰਵਨੀਤ ਬੁੱਟੂ ਨੇ ਬੋਲ ਕੇ ਹੈ ਕਿ ਸਾਡੇ ਪਰਿਵਾਰ ਉਹਨਾਂ ਅੱਗੇ ਰੋੜਾ ਨਹੀਂ ਬਣਨਗੇ, ਉਹ ਬੰਦੀ ਸਿੰਘ ਰਿਹਾ ਜੇ ਸਰਕਾਰ ਕਰੇ ਤੇ ਕਰ ਸਕਦੀ ਹੈ। ਤੁਸੀਂ ਰੋੜਾ ਬਣੋ ਨਾ ਬਣੋ, ਸਾਨੂੰ ਲੋੜ ਨਹੀਂ ਤੇਰੀ। ਉਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ। ਜੋ ਸਰਕਾਰ ਨੇ ਹੁਕਮ ਲਾਇਆ ਸੀ ਕਿ ਤੁਸੀਂ ਇਹ ਕਤਲ ਕੀਤਾ ਹੈ, ਉਹਨਾਂ ਨੇ ਕਬੂਲ ਕਰ ਲਿਆ, ਹਾਂ ਅਸੀਂ ਕੀਤਾ, ਇਹ ਤੁਹਾਡੀ ਸਜ਼ਾ ਬਣਦੀ ਹੈ। ਉਹਨਾਂ ਨੇ ਆਪਣਾ ਸਜ਼ਾ ਪੂਰੀ ਕਰ ਲਈ ਹੈ ਜੋ ਦਿੱਤੀ ਸੀ ਸਰਕਾਰ ਨੇ। ਉਸ ਤੋਂ ਉੱਪਰ ਵੀ 2-2 4 ਸਾਲ ਲਾ ਲਏ। ਇਹ ਨਜਾਇਜ਼ ਹੈ ਕਿ ਜਾਇਜ਼ ਹੈ? ਸਰਕਾਰ ਅੱਤਵਾਦੀ ਹੋਈ ਕਿ ਸਿੱਖ ਅੱਤਵਾਦੀ ਹੋਏ? ਦੂਜੀ ਬੇਨਤੀ, ਹਰਬੰਸ ਲਾਲ ਖੰਨਾ ਤੁਸੀਂ ਕਵਿਸ਼ਰੀ ਜਥੇ ਤੋਂ ਸੁਣ ਰਹੇ ਸੀ, ਇੱਥੋਂ ਨਿਰਣਾ ਹੁਣ ਤੁਸੀਂ ਕਰਨ, ਮੈਂ ਸਮਾਪਤੀ ਕਰ ਦੇਣੀ ਹੈ। ਇੱਕ ਪਾਸੇ ਆਲ ਇੰਡੀਆ ਸਿੱਖ ਫੈਡਰੇਸ਼ਨ ਜਲੂਸ ਕੱਢ ਰਹੀ ਹੈ ਕਿ ਬੀੜੀ ਸਿਗਰਟ ਸ਼ਰਾਬ ਤੰਬਾਕੂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਇਹਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਜਾਏ। ਉਹਦੇ ਵਿਰੋਧ ਵਿੱਚ ਹਰਬੰਸ ਲਾਲ ਖੰਨੇ ਨੇ ਆਪਣਾ ਹਜੂਮ ਇਕੱਠਾ ਕੀਤਾ। ਉਹ ਕਹਿੰਦੇ ਬੀੜੀ ਸਿਗਰਟ ਪੀਏਂਗੇ ਸ਼ਾਨ ਸੇ ਜੀਏਂਗੇ। ਹੁਣ ਅੱਤਵਾਦੀ ਉਹ ਹੋਏ ਕਿ ਜਾਸੀ ਹੋਏ। ਇੱਕ ਪਾਸੇ ਤੇ ਅਮਨ ਅਮਾਨ ਸ਼ਾਂਤੀ ਕਾਇਮ ਰੱਖਣ ਵਾਸਤੇ ਉਸ ਮਹਾਨ ਪਵਿੱਤਰ ਗੁਰਾਂ ਦੀ ਨਗਰੀ ਨੂੰ ਪਵਿੱਤਰਤਾ ਦਾ ਦਰਜੇ ਦੀ ਗੱਲ ਹੋ ਰਹੀ ਹੈ, ਨਸ਼ਾ ਬਾਹਰ ਕੱਢਣ ਦੀ ਗੱਲ ਹੋ ਰਹੀ ਹੈ। ਉਹ ਕਹਿੰਦੇ ਬੀੜੀ ਸਿਗਰਟ ਪੀਏਂਗੇ ਸ਼ਾਨ ਸੇ ਜੀਏਂਗੇ। ਜਿਨ੍ਹਾਂ ਨੇ ਪਵਿੱਤਰਤਾ ਦੀ ਗੱਲ ਪਰੋਸੀ ਉਹਨਾਂ ਵਾਸਤੇ ਕਹਿੰਦੇ ਕੰਘਾ ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ। ਫਿਰ ਅੱਤਵਾਦੀ ਉਹ ਹੋਏ ਕਿ ਅਸੀਂ ਹੋਏ। ਇਸ ਕਰਕੇ ਥੋੜ੍ਹਾ ਜਿਹਾ ਨਿਰਣਾ ਤੇ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਸਰਕਾਰ ਤੇ ਹੀ ਛੱਡਿਆ ਸੀ, ਇਸ ਕਰਕੇ ਉਹ ਕੋਈ ਦੋਸ਼ ਉਹਨਾਂ ਤੇ ਸਾਬਤ ਨਹੀਂ ਹੈ। ਤੇ ਜਿਹੜੇ ਵੀਰ ਕਹਿੰਦੇ ਨੇ ਉਹ ਅਸਲਾ ਲੈ ਕੇ ਅੰਦਰ ਕਿਉਂ ਬੈਠੇ ਸੀ 1955 ਦੇ ਵਿੱਚ, ਉਦੋਂ ਤੇ ਭਿੰਡਰਾਂਵਾਲੇ 8 ਸਾਲ ਦੀ ਉਮਰ ਸੀ। ਉਦੋਂ ਤੁਸੀਂ ਸਰਕਾਰ ਨੂੰ ਕਿਉਂ ਨਹੀਂ ਪੁੱਛਦੇ ਵੀ ਉਦੋਂ 1955 ਵਿੱਚ ਕਿਉਂ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲਈ ਫੌਜ ਭੇਜੀ ਸੀ? ਉਦੋਂ ਵੀ ਵੋਟ ਪਾ ਕੇ ਅੰਦਰ ਗਈ ਸੀ। ਤੇ ਜਿਹੜੇ ਬਾਕੀ ਗੁਰੂ ਸਥਾਨ ਸੀ 40 ਗੁਰੂ ਸਥਾਨ ਹਰਿਮੰਦਰ ਸਾਹਿਬ ਦੇ ਨਾਲ ਅਕਾਲ ਤਖਤ ਦੇ ਸਮੇਂ 1984 ਸਮੇਂ ਉਹਨਾਂ ਦੇ ਵੀ ਨਰਾਦਰੀ ਬੇਅਦਬੀ ਕੀਤੀ, ਉੱਥੇ ਕਿਤੇ ਭਿੰਡਰਾਂਵਾਲੇ ਸੀ। ਇਸ ਕਰਕੇ ਜਿਹੜੇ ਭੁੱਲੜ ਵੀਰ ਨੇ ਨੌਜਵਾਨ, ਉਸ ਤਰ੍ਹਾਂ ਸੱਚ ਨੂੰ ਸੁਣਨ ਤੇ ਵਿਚਾਰਨ ਫਿਰ ਨਿਰਣਾ ਕਰਕੇ ਬੋਲਣ। ਇਕੱਲਾ ਇਹ ਨਹੀਂ ਕਿ ਭਿੰਡਰਾਂਵਾਲੇ ਅਸਲਾ ਰੱਖਦੇ ਸੀ ਤਾਂ ਇਹ ਕੁਝ ਹੋਇਆ। ਇਹ ਤੇ ਬੀਬੀ ਕੁਲਵਿੰਦਰ ਕੌਰ ਨੂੰ ਪੁੱਛੋ ਕਿ ਕੰਗਨਾ ਨੇ ਉਹਨੂੰ ਕੀ ਕਿਹਾ ਸੀ, ਥੱਪੜ ਕਿਉਂ ਖਾਧਾ? ਜਦੋਂ ਮੂਹਰੇ ਕੋਈ ਇਹੋ ਜਿਹੀ ਪੋਜੀਸ਼ਨ ਆ ਗਈ ਫਿਰ ਤੁਸੀਂ ਕਿ ਉਹਦੇ ਗਲ ਵਿੱਚ ਹਾਰ ਪਾਓਗੇ? ਜਦੋਂ ਸਮਾਂ ਐਸਾ ਬਣ ਜਾਏ ਫਿਰ ਜਵਾਬ ਵੀ ਉਹ ਜਿਹਾ ਦੇਣਾ ਪੈਂਦਾ। ਇਸ ਕਰਕੇ ਸ਼ੁਕਰ ਜਾਣੋ ਉਹਨਾਂ ਗੁਰਮੁਖ ਪਿਆਰਿਆਂ ਨੇ ਦਾਲ ਫੁਲਕਾ ਛਕ ਕੇ ਦਰਬਾਰ ਸਾਹਿਬ, ਇੰਨੀ ਗਰਮੀ ਤਪਸ ਦੇ ਵਿੱਚ ਨਾ ਪਾਣੀ ਨਾ ਬਿਜਲੀ ਨਾ ਹੋਰ ਕੁਝ ਖੁਰਾਕ, ਆਪਣੇ ਪਿੰਡੇ ਤੇ ਪਾਈਆਂ ਬਨੈਨਾ ਕੱਢ ਕੇ ਨਿਚੋੜ ਕੇ ਬੁੱਲ ਕਿੱਲੇ ਕਰਦੇ ਹੋਏ ਮੋਰਚੇ ਵਿੱਚ ਡਟੇ ਰਹੇ। ਉਹਨਾਂ ਦੀ ਕਰਨੀ ਕੌਣ ਦੇਗਾ? ਉੱਥੇ ਤੁਸੀਂ ਪਾਣੀ ਦੀ ਛਬੀਲਾ ਨਹੀਂ ਸੀ ਲਾ ਕੇ ਬੈਠੇ। ਜਿਹੜੇ ਕਹਿੰਦੇ ਅਸਲ ਲੈ ਕੇ ਕਿਉਂ ਬੈਠੇ ਸੀ? ਉਹਨਾਂ ਨੇ ਜੱਫਰ ਜਾਲੇ ਨੇ ਕੌਮ ਲਈ ਧਰਮ ਲਈ, ਉਹ ਮਰ ਮਿਟੇ ਨੇ। ਇਸ ਕਰਕੇ ਉਹਨਾਂ ਦੇ ਦਿਨ ਘੱਲੂਘਾਰੇ ਦਿਵਸ ਵਿੱਚ ਮਨਾਏ ਜਾਂਦੇ ਨੇ। ਅੱਜ ਆਪਾਂ ਉਹਨਾਂ ਦੀ ਮਹਾਨ ਸ਼ਹਾਦਤਾਂ ਨੂੰ ਚੇਤੇ ਕਰਦੇ ਹੋਏ ਇਲਾਕੇ ਦੀ ਸੰਗਤ ਨੇ ਇਸ ਪਾਵਨ ਧਰਤੀ 'ਤੇ ਸਮਾਗਮ ਰੱਖੇ ਹੈ। ਤੇ ਉਹਨਾਂ ਮਹਾਨ 1984 ਦੇ ਸ਼ਹੀਦਾਂ ਨੂੰ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਸ਼ਹੀਦ ਨੂੰ, ਹੋਰ ਬੇਅੰਤ ਗੁਰਮੁਖ ਪਿਆਰਿਆਂ ਦੀ ਸ਼ਹਾਦਤ ਨੂੰ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਸਾਰੀ ਸੰਗਤਾਂ ਵੱਲੋਂ ਕੋਟ ਕੋਟ ਪ੍ਰਣਾਮ। ਇਹ ਗੱਲ ਜ਼ਰੂਰ ਚੇਤੇ ਰੱਖਣੀ ਹੈ ਜੋ ਤੁਹਾਨੂੰ ਸਰਵਣ ਕਰਾਈ ਹੈ ਕਿ ਇੱਕ ਕੁੱਸੇ ਤੋਂ ਇਹ ਵੰਸ਼ ਚੱਲੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪ੍ਰਾਣ। ਇਸ ਕਰਕੇ ਸਿੱਖ ਇੱਕ ਵੱਖਰੀ ਕੌਮ ਵੀ ਹੈ ਤੇ ਸਿੱਖ ਇੱਕ ਵੱਖਰੀ ਨਸਲ ਵੀ ਹੈ।
ਇੰਨੀ ਬੇਨਤੀਆਂ ਕਰਦਾ ਹੋਇਆ ਮੈਂ ਹੁਣ ਸਾਰੀ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੀ ਅਗਵਾਈ ਹੇਠ ਇਹ ਸਾਰੇ ਸਮਾਗਮ ਨੂੰ ਆਪ ਗੁਰੂ ਕੀ ਸੰਗਤਾਂ ਨੇ ਉੱਤੇ ਸੀਸ ਤੇ ਹੱਥ ਰੱਖ ਕੇ ਆਪ ਸੇਵਾ ਕਰਨ ਦਾ ਬਲ ਉਦਮ ਬਖਸ਼ੇ ਹੈ। ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਇਹ ਹਰ ਸਾਲ ਹੀ ਇੱਦਾਂ ਸਮਾਗਮ ਕਰੀਏ। ਪਿਛਲੀ ਪ੍ਰਬੰਧਕ ਕਮੇਟੀਆਂ ਸੀ ਜਿਹੜੀਆਂ ਉਹ ਸਾਨੂੰ ਇਹ ਰਾਹ ਹੀ ਨਹੀਂ ਸੀ ਦਿੰਦੀਆਂ, ਜੇ ਪ੍ਰੋਗਰਾਮ ਕਰ ਲਏ ਹੈ ਸਟੇਜ ਸਾਡੀ ਤੇ ਗੋਲਕ ਸਾਡੀ, ਜਦੋਂ ਕਹਿੰਦੇ ਸੀ ਖਰਚਾ ਕਹਿੰਦੇ ਇਹ ਤੁਹਾਡਾ। ਤੇ ਇੱਕ ਬੇਨਤੀ ਮੈਂ ਹੋਰ ਕਰਦੇ ਹਾਂ, ਵੈਸੇ ਤਾਂ ਮੇਰੇ ਕੋਲੋਂ ਸਟੇਜ ਖੋਹ ਲੈਂਦੇ ਨੇ ਉਹ ਪੁਰਾਣੀ ਕਮੇਟੀ ਵਾਲੇ, ਕਿ ਜਦੋਂ ਵੀ ਆਪਾਂ ਕੋਈ ਸਮਾਗਮ ਕਰਦੇ ਸੀ ਉਹਦੀ ਲੀਡਰਸ਼ਿਪ ਸੀ ਜਿਹੜੀ ਉਹ ਸਟੇਜ ਦਾ ਮਾਹੌਲ ਖਰਾਬ ਕਰ ਦਿੰਦੀ ਸੀ। ਝੂਠੀਆਂ ਗੱਲਾਂ ਤੁਹਾਡੇ ਕੋਲ ਸਾਹਮਣੇ ਮੈਂ ਕਰਦਾ ਰਿਹਾ, ਜਿਹਦੇ ਕਰਕੇ ਮੇਰੇ ਕੋਲ ਸਟੇਜ ਖੋਈ ਗਈ। ਉਹਨਾਂ ਨੇ ਨਾਰੇ ਟਾਰਾਂ ਮਾਰਨੀਆਂ, 11 ਲੱਖ ਦੇ ਦਿਆਂਗੇ, 22 ਲੱਖ ਦੇ ਦਿਆਂਗੇ, 11 ਰੁਪਈਏ ਨੇ ਜੇ ਤੱਕ ਦਿੱਤੇ, ਜੇ ਦਿੱਤੇ ਹੁਣ ਮੈਨੂੰ ਦੱਸ ਦਿਓ। ਉਹਨਾਂ ਤੋਂ ਕਹਾਈ ਜਾਣਗੇ। ਅੱਜ ਕੋਈ ਲੀਡਰ ਆਏ, ਮੈਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦਾ ਅੰਦਰ ਦੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਬੇਝਿਜਕ ਹੋ ਕੇ ਇਹ ਧਰਮ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸਾਨੂੰ ਸਾਰੇ ਸਥਾਨ ਦੀ ਸੇਵਾ ਦੇ ਦਿੱਤੇ 3 ਦਿਨ ਵਾਸਤੇ। ਤੁਸੀਂ ਵੀ ਉਹਨਾਂ ਦਾ ਮਾਣ ਆਦਰ ਕੀਤਾ ਵੀ ਤੁਹਾਡੀ ਪੰਜੀ ਖਰਚ ਨਹੀਂ ਹੋਣ ਦਿੰਦੇ, ਸਾਰੀ ਸੰਗਤ ਦੇ ਸਹਿਯੋਗ ਨਾਲ ਸੇਵਾ ਹੋਵੇਗੀ। ਤੁਹਾਡੀ ਇੱਛਾ ਹੈ, ਤੁਸੀਂ ਜੇ ਸਾਨੂੰ ਸਹਿਯੋਗ ਦੇਣਾ ਦੇ ਸਕਦੇ ਹੋ। ਤੇ ਗੋਲਕ ਵੀ ਤੁਹਾਡੀ, ਗੋਲਕ ਪਿੱਛੇ ਕੋਈ ਰਫੜ ਨਹੀਂ। ਅਸੀਂ ਚਾਹੁੰਦੇ ਹਾਂ ਕਿ ਇੱਕ ਧਰਮ ਸਥਾਨ ਸਭ ਦਾ ਸਾਂਝਾ ਹੁੰਦਾ ਹੈ। ਗੁਰਸਿੱਖ ਸੰਗਤਾਂ ਜਿੱਥੇ ਚਾਹਣ ਉਹ ਆਪਣੇ ਸ਼ਹੀਦਾਂ ਨੂੰ, ਆਪਣੇ ਗੁਰੂ ਸਾਹਿਬ ਦੇ ਦਿਹਾੜਿਆਂ ਨੂੰ ਮਨਾ ਸਕਦੀਆਂ ਨੇ। ਪਿਛਲੇ ਪ੍ਰਬੰਧਕਾਂ ਨਾਲੋਂ ਇਸ ਪੱਖੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਫੋਨ 'ਤੇ ਹੀ ਗੱਲ ਕਰਕੇ ਸਾਨੂੰ ਇਸ ਸਮਾਗਮ ਦੀ ਖੁੱਲ੍ਹ ਦਿੱਤੀ ਹੈ, ਸਹਿਯੋਗ ਦਿੱਤਾ ਹੈ। ਤੇ ਪ੍ਰਧਾਨ ਅਸੰਧ ਸਾਹਿਬ ਜੀ ਭਵਿੰਦਰ ਸਿੰਘ ਅਸੰਧ ਤੇ ਟੀਪੀ ਸਿੰਘ ਹੋਰ ਮੈਂਬਰ ਸਾਹਿਬਾਨ ਹਾਜ਼ਰੀ ਭਰ ਕੇ ਗਏ ਨੇ। ਤੇ ਸਰੋਪੇ ਦਾ ਵੀ ਉਹਨਾਂ ਨੇ ਕੋਈ ਲਾਲਚ ਨਹੀਂ ਕੀਤਾ। ਪਹਿਲਾਂ ਰਾਜਨੀਤੀ ਬੰਦੇ ਆਉਣੇ, ਅਕਾਲੀ ਲੀਡਰ ਆਉਣੇ, ਜੇ ਮੇਰੇ ਵਰਗਾ ਉਹਨਾਂ ਦਾ ਸਤਿਕਾਰ ਨਹੀਂ ਸੀ ਕਰਦਾ, ਖਾਣ ਨੂੰ ਆ ਜਾਂਦੇ ਸੀ ਸਰੋਪੇ ਦੇ ਇਹਨਾਂ ਨੂੰ ਕਿਉਂ ਨਹੀਂ ਸਨਮਾਨ ਕਰਦੇ? ਇਹ ਸਾਡੇ ਜਥੇਦਾਰ ਨੇ। ਮੈਂ ਕਿਹਾ ਗੁਰੂ ਅਮਰਦਾਸ ਮਹਾਰਾਜ ਦਾ ਇਤਿਹਾਸ ਪੜ੍ਹ ਕੇ ਵੇਖੋ, ਸਾਲ ਪਿੱਛੇ 1.5 ਗਜ਼ ਦਾ ਕੱਪੜਾ ਗੁਰੂ ਸਾਹਿਬ ਸਿਰ ਤੇ ਸਜਾਉਂਦੇ ਸੀ, ਗੁਰੂ ਅੰਗਦ ਦੇਵ ਮਹਾਰਾਜ ਜੀ। ਆਪਾਂ ਨੇ ਕੀ ਕੀਤਾ? ਕੋਈ ਵੀ ਆਇਆ ਸਰੋਪਾ ਗਲ 'ਚ ਨਹੀਂ ਭਾਈ, ਸਰੋਪੇ ਦੀ ਅਹਿਮੀਅਤ ਹੀ ਸਮਝੋ। ਆਪਾਂ ਕਿਸੇ ਦਾ ਸਤਿਕਾਰ ਨਹੀਂ ਕੀਤਾ। ਹਾਂ, ਬਾਹਰੋਂ ਆਏ ਉਹਨਾਂ ਸ਼ਹੀਦ ਪਰਿਵਾਰਾਂ ਦਾ ਜਾਂ ਜਿਹੜੇ ਕੌਮ ਦੇ ਪ੍ਰਚਾਰਕ ਸੀ ਉਹਨਾਂ ਦਾ ਸਤਿਕਾਰ ਅਦਬ ਕੀਤਾ, ਜਾਂ SGPC ਨੇ। ਹੋਰ ਅਸੀਂ ਫਾਲਤੂ ਆਪਣੇ ਨਾਂ ਸੇਵਾਦਾਰਾਂ ਨੂੰ ਸਰੋਪਾ ਦਿੱਤਾ। ਹਾਂ, ਜਿੱਦਣ ਆਪਾਂ ਸਰੋਪਾ ਲੈਣ ਯੋਗ ਹੋ ਗਏ ਉਦਣ ਗੁਰੂ ਨੇ ਉਧਾਰ ਨਹੀਂ ਰੱਖਣਾ, ਦੋਵੇਂ ਹੱਥਾਂ ਨਾਲ ਅਸੀਸ ਵੀ ਦੇਣੀ ਹੈ ਤੇ ਲੋਕ ਪਰਲੋਕ ਵੀ ਸਰੋਪਾ ਦੇ ਕੇ ਪੱਤ ਕੱਜ ਕੇ ਸਵਾਰ ਦੇਣੇ। ਆਖੋ ਸਤਿਨਾਮ। ਗੁਰੂ ਤੋਂ ਸਰੋਪਾ ਲੈਣ ਦੀ ਖੇਚਲ ਕਰੋ, ਅਧਿਕਾਰੀ ਬਣੋ ਕਿ ਗੁਰੂ ਦੀ ਅਸੀਸ ਰੂਪ ਸਰੋਪਾ ਮਿਲ ਜੇ ਜਿਹੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਪੱਤ ਕੱਜ ਦੇਗਾ। ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੇ ਗੁਰਦੁਆਰਾ ਮੈਨੇਜਮੈਂਟ ਮੈਨੇਜਰ ਸਾਹਿਬਾਨ ਤੇ ਕਾਰ ਸੇਵਾ ਵਾਲੇ ਬਾਬਾ ਹਲਿੰਦਰ ਸਿੰਘ ਜੀ ਖਨੌਰ ਸਾਹਿਬ, ਹੋਰ ਜਿਤਨੇ ਵੀ ਗੁਰਮੁਖ ਪਿਆਰੇ ਗੁਰਸਿੱਖ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਤੇ ਮੈਨੂੰ ਕਹਿੰਦੇ ਬਾਬਾ ਜੀ ਖਰਚਾ ਕਿੱਥੋਂ ਕਰੋਗੇ? ਪੈਸੇ ਲੈ ਲਓ, ਥੋੜ੍ਹੇ ਬਹੁਤੇ ਗਰਾਹੀ ਕਰ ਲਓ। ਮੈਂ ਕਿਹਾ ਜਿਸ ਦਿਨ ਮਹਾਂਪੁਰਖਾਂ ਨੇ ਆਪਣੇ ਸਥਾਨ 'ਤੇ ਬਹਾਇਆ ਸੀ, ਗੁਰਦੁਆਰਾ ਹੁਕਮਸਰ ਸਾਹਿਬ ਰਵਾਲੋਂ ਇੱਥੋਂ 4 ਕਿਲੋਮੀਟਰ ਵਾਲੇ ਸਾਈਡ ਹੈ, ਉਹਨਾਂ ਨੇ ਆਖਿਆ ਸੀ ਭਾਈ ਹੱਥ ਨਹੀਂ ਕਿਸੇ ਅੱਗੇ ਅੱਡਣਾ, ਐਂ ਰੱਖਣਾ, ਮੰਗਣ ਨਹੀਂ ਕਿਸੇ ਦੇ ਬੂਹੇ 'ਤੇ ਜਾਣਾ, ਸੇਵਾ ਸਿਮਰਨ ਕਰਿਓ, ਆਪਣੇ ਆਪ ਗੁਰੂ ਨਾਨਕ ਸਾਹਿਬ ਬਰਕਤ ਪਾਈ ਜਾਊਗਾ, ਸਭ ਕੁਝ ਇੱਥੇ ਬੈਠਿਆਂ ਨੂੰ ਮਿਲੇਗਾ, ਗੁਰਾਹੀ ਨਹੀਂ ਕਰਨੀ। ਅੱਜ ਤੁਹਾਡੇ ਸਾਹਮਣੇ ਇਸ ਕਰਕੇ ਮੈਂ ਗੁਰਾਹੀ ਪੱਖੋਂ ਬੇਨਤੀ ਕਰਦਾ ਵੀ ਇਹ ਨਾ ਸੋਚਿਆ ਕਰੋ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਸੇਵਾ ਸਿਮਰਨ ਕਰੋ, ਰੀਝ ਨਾਲ ਪਿਆਰ ਨਾਲ ਸਹਿਯੋਗ ਦੇ ਕੇ ਘਰੋਂ ਚੱਲ ਕੇ ਆਇਓ। ਫਿਰ ਇਹ ਨਾ ਹੋਵੇ ਵੀ ਮੈਂ ਵੀ ਸਟੇਜ 'ਤੇ ਬਾਹਾਂ ਲਾਈ ਜਾਂ ਇਹ ਕਰ ਲਓ, ਤੁਹਾਡਾ ਆਪਣਾ ਫਰਜ਼ ਬਣਦਾ। ਪੂਰਾ ਤਨ ਮਨ ਧਨ ਕਰਕੇ ਸੇਵਾ ਵਿੱਚ ਰੁੱਝ ਜਾਓ ਕਿ ਕਿਸੇ ਦੂਸਰੇ ਨੂੰ ਕਹਿਣਾ ਹੀ ਨਾ ਪਵੇ ਇਹ ਸੇਵਾ ਇੱਥੇ ਇਉਂ ਕਰਨੀ ਸੀ। ਇਹ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ। ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਨੇ, ਸਭ ਦੇ ਸਾਂਝੇ ਹੁੰਦੇ ਨੇ। ਇਸ ਕਰਕੇ ਉਹਨਾਂ ਨੇ ਆਪਣੇ ਪਰਿਵਾਰ ਲਈ, ਆਪਣੀ ਰਾਜਨੀਤੀ, ਆਪਣੀ ਕੁਰਸੀ ਲਈ ਨਹੀਂ ਸਰੀਰ ਵਾਹੇ, ਉਹਨਾਂ ਨੇ ਕੌਮ ਲਈ, ਧਰਮ ਲਈ, ਦੇਸ਼ ਲਈ, ਸਮਾਜ ਲਈ ਉਹਨਾਂ ਨੇ ਆਪਣਾ ਸਭ ਕੁਝ ਨਿਸ਼ਾਵਰ ਕੀਤਾ। ਜੇ ਅਸਲੀਅਤ ਦੇ ਵਿੱਚ
ਪਲੇਟਫਾਰਮ ਤੇ ਬੈਠ ਕੇ ਟੇਬਲ ਤੇ ਗੱਲ ਕਰੀਏ ਤੇ ਸੱਚ ਸਾਹਮਣੇ ਆਏਗਾ ਤੇ ਆਪਣੇ ਆਪ ਸਰਕਾਰ ਨੂੰ ਪਤਾ ਲੱਗ ਜਾਣਾ। ਪਤਾ ਉਹਨਾਂ ਨੂੰ ਵੀ ਗਲਤੀ ਸਾਡੀ ਹੈ, ਪਰ ਆਪਣੇ ਮੂੰਹੋਂ ਕੌਣ ਕਹਿੰਦਾ ਵੀ ਮੈਂ ਗਲਤ ਹਾਂ। ਇਸ ਕਰਕੇ ਸੁਚੇਤ ਹੋਵੋ। ਸਾਡਾ ਗੁਰੂ ਨਾਨਕ ਸਾਹਿਬ ਦਾ ਜੋ ਸਿਧਾਂਤ ਹੈ, ਭਾਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਪਰ ਜਦੋਂ ਸਮਾਂ ਆ ਜਾਂਦਾ ਉਦੋਂ ਫਿਰ ਐਦਾਂ ਵੀ ਮਹਾਰਾਜ ਦਸਮ ਪਾਤਸ਼ਾਹ ਦੇ ਬਚਨ ਚੇਤੇ ਕਰ ਲੈਣੇ, ਕਿਉਂ ਕਰ ਅਜਹਮਾ ਤੇ ਉਦਸਤ, ਇਹ ਵਚਨ ਵੀ ਚੇਤੇ ਕਰ ਲੈਣੇ। ਉਦੋਂ ਫਿਰ ਪਹਿਰੇਦਾਰੀ ਵੀ ਥੋੜ੍ਹੀ ਚਾਕੜੀ ਕਰ ਲੈਣੀ। ਇਸ ਕਰਕੇ ਜਿੱਥੇ ਜਿੱਥੇ ਲੋੜ ਜਿਵੇਂ ਵੀ ਹੈ ਉਹ ਵੀ ਆਪਣਾ ਕਿਰਦਾਰ ਨਿਭਾਓ। ਸਭ ਦਾ ਧੰਨਵਾਦ। ਅਕਾਲ ਸਹਾਏ ਗੁਰਬਾਣੀ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਅੱਜ ਦਾ ਸਮਾਗਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਅੱਜ ਸਰਵਣ ਕਰਵਾਇਆ। ਸਾਊਂਡ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੋਰ ਜਿੱਥੇ ਜਿੱਥੇ ਵੀ ਸੰਗਤਾਂ ਸੇਵਾ ਕਰ ਰਹੀਆਂ ਨੇ, ਜੋੜੇ ਘਰ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ, ਵਰਤਾਉਣ ਵਾਸਤੇ, ਸਭ ਦਾ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੇ ਖੀਮਾ ਗੁਰੂ ਗ੍ਰੰਥੀ ਸਿੰਘ ਸਾਹਿਬਾਨ ਦਾ ਵੀ ਧੰਨਵਾਦ। ਫਿਰ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਆਪਣੀ ਅਗਵਾਈ ਹੇਠ ਸਾਰੀ ਸੇਵਾ ਸੰਪੂਰਨ ਕਰਵਾਈ। ਆਓ ਸਾਰੀ ਸੰਗਤ ਰਲ ਕੇ ਹੁਣ ਆਨੰਦ ਸਾਹਿਬ ਦਾ ਜਾਪ ਹੋਵੇਗਾ। ਉਸ ਤੋਂ ਬਾਅਦ ਸਾਰੀ ਸੰਗਤ ਨੇ ਅਰਦਾਸ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨੂੰ ਪਿਆਰ ਨਾਲ ਸਰਵਣ ਕਰਨਾ ਤੇ ਸਰਵਣ ਕਰਕੇ ਉਸ ਪਾਵਨ ਉਪਦੇਸ਼ ਤੇ ਚੱਲਣ ਦੀ ਖੇਚਲ ਕਰਨੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਸਿੱਖੋ ਸ਼ਬਦ ਪਿਆ।